ਸਤਿ ਸ਼੍ਰੀ ਅਕਾਲ, ਸਲਾਮ ਅਰਜ ਸਾਰੇ ਦੇਸ਼ ਵਿਦੇਸ਼ ਦੇ ਸਤਿਕਾਰਤ ਸਰੋਤਿਆਂ ਨੂੰ ਜੋ ਇਸ ਵਕਤ ਜ਼ਿੰਦਗੀ ਦੇ ਰੰਗਾਂ ਤੇ ਆਵਾਜ਼ ਦੀਆਂ ਤਰੰਗਾਂ ਨੂੰ ਮਾਣਦੇ ਹੋਏ ਜੁੜ ਚੁੱਕੇ ਨੇ ਟਿਵਾਣਾ ਰੇਡੀਓ ਦੇ ਨਾਲ। ਬਾਗਾਂ ਤੇ ਰਾਗਾਂ ਦੇ ਸ਼ਹਿਰ ਪਟਿਆਲਾ ਤੋਂ ਮੈਂ ਪਰਮਿੰਦਰ ਸਿੰਘ ਟਿਵਾਣਾ ਇਸ ਪ੍ਰੋਗਰਾਮ ਦੇ ਵਿੱਚ ਆਪ ਸਭ ਸੱਜਣਾਂ ਦਾ ਸਵਾਗਤ ਕਰਦਾ। ਅੱਜ 14 ਜਨਵਰੀ 2020 ਹੈ, ਦਿਨ ਹੈ ਵੀਰਵਾਰ ਦੀ ਸ਼ਾਮ। ਇੱਕ ਮਾਘ ਹੈ ਨਾਨਕਸ਼ਾਹੀ ਸੰਮਤ 552। ਇਸ ਸ਼ਾਮ ਦੇ ਪ੍ਰੋਗਰਾਮ ਦਾ ਜਿਹੜਾ ਸਮਾਂ ਸਾਰਣੀ ਹੈ ਉਹ ਹੈ ਕਿ ਭਾਰਤੀ ਸਮਾਂ 7 ਵਜੇ ਤੋਂ ਲੈ ਕੇ 9 ਵਜੇ ਤੱਕ 2 ਘੰਟੇ, ਅਤੇ ਸਵੇਰ ਦਾ ਪ੍ਰੋਗਰਾਮ ਹੁੰਦਾ ਹੈ 8 ਵਜੇ ਤੋਂ ਲੈ ਕੇ 10 ਵਜੇ ਤੱਕ, ਸੋਮਵਾਰ ਤੋਂ ਲੈ ਕੇ ਸ਼ਨੀਵਾਰ। ਭਾਰਤੀ ਸਮੇਂ ਮੁਤਾਬਕ ਇਹ 6 ਦਿਨ ਹਫ਼ਤੇ ਦੇ ਵਿੱਚ ਇਹ ਪ੍ਰੋਗਰਾਮ ਹੁੰਦਾ, ਜਿਸ ਦੇ ਵਿੱਚ ਆਵਾਜ਼ ਦੀਆਂ ਤਰੰਗਾਂ 'ਤੇ ਤੁਹਾਡਾ ਅਤੇ ਮੇਰਾ ਪਰਮਿੰਦਰ ਦਾ ਸਾਥ ਬਣਿਆ ਰਹਿੰਦਾ। ਅਤੇ ਤੁਸੀਂ ਫੋਨ ਲਾਈਨ ਦੇ ਜ਼ਰੀਏ ਇਸ ਪ੍ਰੋਗਰਾਮ ਦੇ ਵਿੱਚ ਆਪਣੀ ਸ਼ਮੂਲੀਅਤ ਕਰਦੇ ਹੋ। ਜਿਹੜੇ ਨਵੇਂ ਸੱਜਣ ਜੁੜੇ ਨੇ ਉਹਨਾਂ ਦੀ ਜਾਣਕਾਰੀ ਲਈ ਮੈਂ ਦੱਸਦਾ ਕਿ ਸਾਡੇ ਇਹਨਾਂ ਪ੍ਰੋਗਰਾਮਾਂ ਨੂੰ ਤੁਸੀਂ ਆਈਫੋਨ ਐਪਸ 'ਤੇ ਐਂਡਰਾਇਡ 'ਤੇ ਸੁਣ ਸਕਦੇ ਹੋ, ਜਾਂ tivanaradio.com ਵੈਬਸਾਈਟ ਦੇ ਜ਼ਰੀਏ ਵੀ ਇਸ ਪ੍ਰੋਗਰਾਮ ਦੇ ਵਿੱਚ ਆਪਣੀ ਸ਼ਮੂਲੀਅਤ ਕਰ ਸਕਦੇ ਹੋ। ਅਤੇ ਇਸ ਦੇ ਨਾਲ ਨਾਲ ਜੇ ਤੁਸੀਂ ਕਾਲ ਕਰਨੀ ਹੈ ਤਾਂ 98-763-09655 'ਤੇ ਵਟਸਐਪ ਮੈਸੇਜ ਵੀ ਕਰ ਸਕਦੇ ਹੋ, ਰਿਕਾਰਡਡ ਮੈਸੇਜ ਵੀ ਕਰ ਸਕਦੇ ਹੋ, ਜਿਸ ਦੇ ਵਿੱਚ ਆਪਣੀ ਆਵਾਜ਼ ਰਿਕਾਰਡ ਕਰੋ। ਕੋਈ ਵਧਾਈਆਂ, ਸੁਨੇਹਾ, ਕੋਈ ਸ਼ਿਕਵਾ ਉਹ ਵੀ ਤੁਸੀਂ ਦਰਜ ਕਰਾ ਸਕਦੇ ਹੋ। ਕਈ ਵਾਰੀ ਤੁਹਾਡੀ ਕਾਲ ਜਿਹੜੀ ਪ੍ਰੋਗਰਾਮ ਦੇ ਵਿੱਚ ਨਹੀਂ ਲੱਗਦੀ, ਇਸ ਦੇ ਵਾਸਤੇ ਤੁਸੀਂ ਆਪਣਾ ਜਿਹੜਾ ਰਿਕਾਰਡਡ ਕੀਤਾ ਹੋਇਆ ਬੋਲ ਹੈ ਉਹ ਵੀ ਭੇਜ ਸਕਦੇ ਹੋ। ਉਹ ਵੀ ਪ੍ਰੋਗਰਾਮ ਦੇ ਵਿੱਚ ਐਜ਼ ਇਟ ਇਜ਼ ਚਲਾਇਆ ਜਾਵੇਗਾ। ਉਸ ਦੇ ਅੱਗੇ ਤੁਸੀਂ ਥੋੜ੍ਹਾ ਜਿਹਾ ਲਿਖ ਦਿਓ ਕਿ ਪ੍ਰੋਗਰਾਮ ਵਾਸਤੇ, ਜਾਂ ਔਨ ਏਅਰ ਪਾ ਦਿਓ, ਕੁਛ ਵੀ ਪਾ ਦਿਓ। ਫਿਰ ਐਜ਼ ਇਟ ਇਜ਼ ਤੁਸੀਂ ਜਿਹੜਾ ਹੈਗਾ ਉਸ ਨੂੰ ਦੱਬ ਕੇ ਸੁਨੇਹਾ ਘੱਲ ਦਿਓ, ਅਤੇ ਆਵਾਜ਼ ਦੀਆਂ ਤਰੰਗਾਂ ਦੇ ਜ਼ਰੀਏ ਜਿੱਥੇ ਜਿੱਥੇ ਵੀ ਪੂਰੀ ਦੁਨੀਆ 'ਚ ਆਵਾਜ਼ ਪੁੱਜਦੀ ਹੈ, ਤੁਹਾਡਾ ਸੁਨੇਹਾ ਟਿਵਾਣਾ ਰੇਡੀਓ ਦੀਆਂ ਤਰੰਗਾਂ ਦੇ ਜ਼ਰੀਏ ਪੂਰੀ ਦੁਨੀਆ ਦੇ ਵਿੱਚ ਪਹੁੰਚਾਇਆ ਜਾਵੇਗਾ। ਅਤੇ ਜੇ ਤੁਸੀਂ ਅਮਰੀਕਾ ਦੇ ਵਿੱਚੋਂ, ਤਾਂ ਇਸ ਰੇਡੀਓ ਪ੍ਰੋਗਰਾਮ ਨੂੰ ਸੁਣਨ ਦੇ ਵਾਸਤੇ ਤੁਸੀਂ ਕਾਲ ਟੂ ਲਿਸਨ ਨੰਬਰ ਹੈ 9260, ਜਾਣੀ ਕਿ 667 9309 260, 667 930 9260। ਪਿਛਲੇ ਅੱਖਰ 4 ਸੁਰਿੰਦਰ ਸਿੰਘ ਬਾਈ ਜੀ ਹੋਰਾਂ ਨੇ ਕਿਹਾ ਸੀ, ਖੇੜਾ ਹੋਰਾਂ ਨੇ। ਕਈ ਵਾਰੀ ਮੈਂ ਵਿਚਕਾਰਲੇ ਅੱਖਰ 4 ਬੋਲਦਾ ਨਾ, ਅਤੇ ਫਿਰ ਉਹ ਦਚਿੱਤੀ ਪੈਦਾ ਹੋ ਜਾਂਦੀ ਹੈ। ਸੋ 667 930 9260, ਜਾਣੀ ਕਿ 667 930 9260 'ਤੇ ਤੁਸੀਂ ਕਾਲ ਕਰਕੇ ਇਸ ਪ੍ਰੋਗਰਾਮ ਨੂੰ ਫੋਨ ਲਾਈਨ ਦੇ ਜ਼ਰੀਏ ਵੀ ਸੁਣ ਸਕਦੇ ਹੋ, ਅਤੇ ਰਿਕਾਰਡਡ ਮੈਸੇਜ ਛੱਡ ਸਕਦੇ ਹੋ। ਬਹੁਤ ਅੱਛੀ ਗੱਲ ਹੈ, ਉਸ ਦੇ ਨਾਲ ਵੀ ਤੁਸੀਂ ਆਪਣਾ ਸੁਨੇਹਾ ਪਾ ਸਕਦੇ ਹੋ। ਅਤੇ ਕੁਝ ਜਿਹੜੇ ਨੇ ਖਬਰਾਂ ਦੇ ਮਸਲੇ ਵੀ ਤੁਹਾਡੇ ਨਾਲ ਸਾਂਝੇ ਕਰਨੇ ਆ, ਕਿ ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਕਿਸਾਨ ਅੰਦੋਲਨ ਚੱਲ ਰਿਹਾ। ਇਸ ਕਿਸਾਨ ਅੰਦੋਲਨ ਦੇ ਮੱਦੇਨਜ਼ਰ ਅਤੇ ਜਿਹੜੀ ਸੁਪਰੀਮ ਕੋਰਟ ਨੇ ਕਮੇਟੀ ਬਣਾਈ ਸੀਗੀ, 4 ਮੈਂਬਰੀ ਕਮੇਟੀ, ਉਸ ਦੇ ਵਿੱਚੋਂ ਭੁਪਿੰਦਰ ਸਿੰਘ ਮਾਨ ਸਾਬਕਾ ਮੈਂਬਰ ਪਾਰਲੀਮੈਂਟ ਨੇ, ਸਿਆਸੀ ਤੌਰ 'ਤੇ ਭਾਵੇਂ ਉਹਨਾਂ ਦਾ ਤਾਲੁਕ ਕਾਂਗਰਸ ਪਾਰਟੀ ਨਾਲ ਹੈ, ਪਰ ਉਹਨਾਂ ਨੇ ਇਸ ਕਮੇਟੀ ਦੇ ਵਿੱਚ ਸ਼ਾਮਲ ਹੋਣੋਂ ਇਨਕਾਰ ਕਰ ਦਿੱਤਾ। ਜਾਣੀ ਕਿ ਸੁਪਰੀਮ ਕੋਰਟ ਦੀ ਬਣੀ ਹੋਈ ਜਿਹੜੀ 4 ਮੈਂਬਰੀ ਕਮੇਟੀ ਸੀ, ਉਸ ਦੇ ਵਿੱਚੋਂ ਇੱਕ ਮੈਂਬਰ ਅਗਾਊਂ ਹੀ ਜਵਾਬ ਦੇ ਗਿਆ, ਕਿਉਂਕਿ ਇਹ ਸਮੀਕਰਨ ਬਣ ਵੀ ਰਹੇ ਸੀਗੇ ਕਿ ਭੁਪਿੰਦਰ ਸਿੰਘ ਮਾਨ ਹੋਰਾਂ ਦੇ ਅੱਗੇ, ਜਿਸ ਤਰ੍ਹਾਂ ਇਸ ਕਮੇਟੀ ਦੇ ਉਹ ਮੈਂਬਰ ਸਨ 4 ਮੈਂਬਰੀ ਕਮੇਟੀ ਦੇ, ਪੇਸ਼ ਹੋਣਾ ਪੈਣਾ ਸੀਗਾ ਕਿਸਾਨਾਂ ਨੂੰ। ਪਰ ਭੁਪਿੰਦਰ ਸਿੰਘ ਮਾਨ ਵੀ ਇੱਕ ਕਿਸਾਨ ਯੂਨੀਅਨ ਦੀ ਬਦੌਲਤ ਹੀ ਇਸ ਤਰ੍ਹਾਂ ਦੇ ਮੁਰਾਤਬੇ ਮੈਂਬਰ ਪਾਰਲੀਮੈਂਟ ਤੱਕ ਪੁੱਜੇ ਸੀਗੇ, ਅਤੇ ਉਹਨਾਂ ਨੇ ਇਹ ਕਾਨੂੰਨ ਬਣਦਿਆਂ ਭਾਰਤ ਸਰਕਾਰ ਦੀ ਬਹੁਤ ਤਾਰੀਫ ਵੀ ਕੀਤੀ ਸੀ ਕਿ ਬਿਹਤਰ ਕਾਨੂੰਨ ਨੇ ਖੇਤੀ ਦੇ ਜੋ ਕਿਸਾਨਾਂ ਵਾਸਤੇ ਬਣਾਏ ਨੇ। ਸੁਪਰੀਮ ਕੋਰਟ ਦੀ ਤਰਫੋਂ ਉਹਨਾਂ ਨੂੰ ਉਸ ਕਮੇਟੀ ਦੇ ਵਿੱਚ ਲਿਆ ਗਿਆ, ਪਰ ਇਸ ਸੰਬੰਧੀ ਭੁਪਿੰਦਰ ਸਿੰਘ ਮਾਨ ਹੋਰਾਂ ਨੇ ਇਸ ਸੁਪਰੀਮ ਕੋਰਟ ਦੀ ਕਮੇਟੀ ਨਾਲੋਂ ਆਪਣੇ ਆਪ ਨੂੰ ਵੱਖ ਕਰ ਲਿਆ, ਜਿਹੜੀ ਕਿ ਇਸ ਕਿਸਾਨੀ ਮਸਲੇ ਦੇ ਹੱਲ ਕੱਢਣ ਵਾਸਤੇ 2 ਮਹੀਨੇ ਦਾ ਵਕਫਾ ਦੇਣ ਦਾ ਸਮਾਂ ਦੇ ਕੇ ਬਣਾਈ ਗਈ ਸੀ। ਅਤੇ ਪਹਿਲੇ ਹੀ ਦਿਨ ਉਹਨਾਂ ਦਾ ਵਿਰੋਧ ਹੋ ਰਿਹਾ ਸੀ। ਕਿਹਾ ਜਾ ਰਿਹਾ ਸੀ ਕਿ ਉਹ ਇਹਨਾਂ ਤਿੰਨੇ ਖੇਤੀ ਕਾਨੂੰਨਾਂ ਦੇ ਹੱਕ 'ਚ ਨੇ, ਅਤੇ ਉਹ ਕਿਵੇਂ ਕਿਸਾਨਾਂ ਦੀ ਗੱਲ ਕਰਨਗੇ। ਇਸ ਦੌਰਾਨ ਭੁਪਿੰਦਰ ਸਿੰਘ ਮਾਨ ਨੇ ਆਖਿਆ ਕਿ ਉਹ ਹਮੇਸ਼ਾ ਪੰਜਾਬ ਦੇ ਨਾਲ ਖੜ੍ਹੇ ਨੇ, ਇਸ ਲਈ ਉਹ ਕਮੇਟੀ ਦਾ ਹਿੱਸਾ ਨਹੀਂ ਰਹਿਣਗੇ। ਇਸ ਮੁਤਲਕ ਜੋਗਿੰਦਰ ਸਿੰਘ ਮਾਨ ਹੋਰਾਂ ਦੀਆਂ ਰਿਪੋਰਟਾਂ ਵੀ ਮਾਨਸਾ ਤੋਂ ਨਸ਼ਰ ਹੋ ਗਈਆਂ ਕਿ ਭੁਪਿੰਦਰ ਸਿੰਘ ਮਾਨ ਸੁਪਰੀਮ ਕੋਰਟ ਵੱਲੋਂ ਬਣਾਈ ਗਈ ਉਸ ਖੇਤੀ ਕਮੇਟੀ ਨੂੰ ਝਟਕਾ ਦੇ ਕੇ ਇਸ ਕਮੇਟੀ ਤੋਂ ਵੱਖ ਹੋ ਗਏ ਨੇ। ਹੁਣ ਕਮੇਟੀ ਰਹਿ ਗਈ ਆ 3 ਮੈਂਬਰੀ, 3 ਟੰਗੀ ਰੇਸ। ਕਿੰਨੀ ਕੁ ਸਫਲ ਹੁੰਦੀ ਹੈ
ਕਿਉਂਕਿ ਇਹ ਜਿਹੜਾ ਵਰਤਾਰਾ ਵਾਪਰਿਆ, ਇਸ ਵਰਤਾਰੇ ਪਿੱਛੇ ਬਹੁਤ ਸਾਰੇ ਕਾਰਨ ਸੀ। ਕਿਉਂਕਿ ਲਗਾਤਾਰ ਭੁਪਿੰਦਰ ਸਿੰਘ ਮਾਨ ਹੋਰਾਂ ਦਾ ਵਿਰੋਧ ਹੋ ਰਿਹਾ ਸੀ, ਕਿਉਂਕਿ ਉਹਨਾਂ ਦਾ ਬੇਟਾ ਪਬਲਿਕ ਸਰਵਿਸ ਕਮਿਸ਼ਨ ਪੰਜਾਬ ਦਾ ਮੈਂਬਰ ਹੈ, ਜਿਹੜੀ ਕਿ ਉੱਚ ਅਧਿਕਾਰੀਆਂ ਕਰਮਚਾਰੀਆਂ ਦੀ ਭਰਤੀ ਕਰਦੀ ਹੈ ਇਹ ਸੰਸਥਾ, ਅਤੇ ਤਾਲੁਕ ਉਹਨਾਂ ਦਾ ਕਾਂਗਰਸ ਪਾਰਟੀ ਨਾਲ ਹੈ। ਭੁਪਿੰਦਰ ਸਿੰਘ ਮਾਨ ਹੋਰਾਂ ਦੇ ਇਸ ਕਮੇਟੀ ਦੇ ਵਿੱਚ ਸ਼ਾਮਲ ਹੋਣ ਦੇ ਨਾਲ ਅਕਾਲੀ ਦਲ ਜਾਂ ਹੋਰਾਂ ਨੇ ਬਿਆਨ ਦੇਣੇ ਸ਼ੁਰੂ ਕਰ ਦਿੱਤੇ ਸੀ ਕਿ ਕਾਂਗਰਸ ਪਾਰਟੀ ਅਸਿੱਧੇ ਢੰਗ ਨਾਲ ਕਿਸਾਨ ਅੰਦੋਲਨ ਦੇ ਵਿੱਚ ਘੁਸਪੈਠ ਕਰ ਰਹੀ ਹੈ। ਇਸ ਮੁਤਲਕ ਬਲਵੀਰ ਸਿੰਘ ਰਾਜੇਵਾਲ ਕਿਸਾਨ ਯੂਨੀਅਨ ਦੇ ਜੋ ਪ੍ਰਧਾਨ ਨੇ, ਉਹਨਾਂ ਵੱਲੋਂ ਖੁੱਲ੍ਹਾ ਖੱਤ ਲਿਖਿਆ ਗਿਆ। ਇਸ ਅੰਦੋਲਨ ਦਾ ਹਰ ਪੱਖ ਉਹਨਾਂ ਨੇ ਉਗਾੜਿਆ। ਸੋ ਮੇਰੀ ਕੋਸ਼ਿਸ਼ ਹੈ ਕਿ ਇਹ ਖੱਤ, ਕਿਉਂਕਿ ਲਿਖਤੀ ਤੌਰ 'ਤੇ ਹੁੰਦੇ ਨੇ, ਬੜਾ ਸੋਚ ਵਿਚਾਰ ਕਰਕੇ ਇਹ ਲਿਖਿਆ ਜਾਂਦਾ ਸੀ। ਇਹ ਖੱਤ ਮੈਂ ਜਿਹੜਾ ਹੈਗਾ ਜ਼ਰੂਰ ਤੁਹਾਡੇ ਨਾਲ ਸਾਂਝਾ ਕਰਾਂਗਾ, ਕਿਉਂਕਿ ਕਈ ਸਾਰੇ ਮਤਭੇਦ ਹੁੰਦੇ ਨੇ ਅਤੇ ਬੋਲਦਿਆਂ ਕਈ ਵਾਰੀ ਗੱਲ ਇੱਧਰ ਉੱਧਰ ਹੋ ਜਾਂਦੀ ਹੈ। ਪਰ ਇਹ ਜਿਹੜਾ ਲਿਖਤੀ ਖੱਤ ਹੈ ਉਸ ਦਾ ਹਰਫ ਹਰਫ ਬੰਦਾ ਜ਼ਿੰਮੇਵਾਰ ਹੁੰਦਾ, ਨਹੀਂ ਤਾਂ ਕਹਿ ਦਿੱਤਾ ਜਾਂਦਾ ਕਿ ਮੀਡੀਆ ਨੇ ਮੇਰਾ ਬਿਆਨ ਤੋੜ ਮਰੋੜ ਕੇ ਪੇਸ਼ ਕਰ ਦਿੱਤਾ, ਅੱਧਾ ਲਾਇਆ ਹੀ ਨਹੀਂ। ਪਰ ਜਦੋਂ ਕੋਈ ਖੱਤ ਲਿਖੇ ਸਪਸ਼ਟੀਕਰਨ ਦਿੰਦਾ ਅਤੇ ਉਹਦਾ ਆਧਾਰ ਜਿਹੜਾ ਹੈਗਾ ਕਈ ਵਾਰੀ ਜ਼ਿਆਦਾ ਹੋ ਜਾਂਦਾ ਹੈ, ਕਿਉਂਕਿ YouTube, ਰੇਡੀਓ, ਆਡੀਓ, ਵੀਡੀਓ, ਕਈ ਵਾਰੀ ਜਿਸ ਤਰ੍ਹਾਂ ਚੈਨਲ ਨੇ ਸਭ ਕੁਝ ਉੱਡ ਜਾਂਦਾ ਹੈ। ਪਰ ਜਿਸ ਤਰ੍ਹਾਂ ਅਖਬਾਰ ਦੇ ਵਿੱਚ ਕੋਈ ਨਸ਼ਰ ਹੋ ਗਈ ਹੈ ਚੀਜ਼, ਉਹ ਇੱਕ ਲਿਖਤ ਬਣ ਜਾਂਦੀ ਹੈ, ਪੱਕੀ ਲਿਖਤ ਬਣ ਜਾਂਦੀ ਹੈ, ਅਤੇ ਅਖਬਾਰ ਛਪ ਕੇ ਇੱਕ ਵਾਰ ਵਾਪਸ ਨਹੀਂ ਆਉਂਦੇ। ਸੋ ਇਹ ਖੱਤ ਜਿਹੜਾ ਅਖਬਾਰਾਂ ਦਾ ਹਿੱਸਾ ਬਣਿਆ, ਇਹ ਭੁਪਿੰਦਰ ਸਿੰਘ ਮਾਨ ਬਲਵੀਰ ਸਿੰਘ ਰਾਜੇਵਾਲ ਦੀ ਤਰਫੋਂ ਅੱਜ ਦੁਪਹਿਰ ਦੇ ਵਕਤ ਜਿਹੜਾ ਨਸ਼ਰ ਕੀਤਾ ਗਿਆ। ਉਹ ਖੱਤ ਵੀ ਮੈਂ ਤੁਹਾਡੇ ਨਾਲ ਸਾਂਝਾ ਕਰਾਂਗਾ। ਕੁਝ ਹੋਰ ਸ਼ਖਸੀਅਤਾਂ ਵੀ ਇਸ ਪ੍ਰੋਗਰਾਮ ਦਾ ਹਿੱਸਾ ਹੋਣਗੀਆਂ। ਅਤੇ ਇਸ ਦੇ ਨਾਲ ਨਾਲ ਜਿਹੜੀ ਡਿਵੈਲਪਮੈਂਟ ਵਾਪਰ ਰਹੀ ਹੈ, ਅਤੇ ਕੱਲ੍ਹ ਜਿਸ ਤਰ੍ਹਾਂ ਫਿਰ ਮੀਟਿੰਗ ਹੈ ਕਿਸਾਨਾਂ ਅਤੇ ਕੇਂਦਰ ਸਰਕਾਰ ਦੇ ਦਰਮਿਆਨ, ਇਸ ਸੰਬੰਧੀ ਜਿਹੜੀ ਦੁਚਿੱਤੀ ਬਣੀ ਹੋਈ ਸੀ, ਭੰਬਲ ਭੂਸਾ ਬਣਿਆ ਹੋਇਆ ਸੀ, ਜਿਹਨੂੰ ਅੱਜ ਕੱਲ੍ਹ ਹਿੰਦੀ ਭਾਸ਼ਾ ਦੇ ਢਹੇ ਚੜ੍ਹੇ ਹੋਏ ਅਸੀਂ ਪੰਜਾਬੀ ਲੋਕ ਵੀ ਅਸਮੰਜਸ ਕਹਿਣ ਲੱਗ ਪਏ ਹਾਂ। ਬੜੀ ਹੈਰਾਨੀ ਹੁੰਦੀ ਹੈ ਕਈ ਵਾਰੀ, ਕਿਉਂਕਿ ਜ਼ਿਆਦਾ ਸਾਡੇ ਲੋਕ ਨੇ ਜਿਹੜੇ ਹਿੰਦੀ ਚੈਨਲ ਵੇਖਦੇ ਨੇ। ਇਹ ਗੱਲ ਨਹੀਂ ਕਿ ਹਿੰਦੀ ਭਾਸ਼ਾ ਦੀ ਵਰਤੋਂ ਕਰਨੀ ਮਾੜੀ ਹੈ, ਪਰ ਇਹਦੇ 'ਚ ਇਹ ਹੈ ਕਿ ਤੁਸੀਂ ਆਪਣੀ ਭਾਸ਼ਾ ਦੇ ਸ਼ਬਦ ਲਫ਼ਜ਼ ਅਗਰ ਖ਼ਤਮ ਕਰ ਦਿਓ, ਇਹ ਲਫ਼ਜ਼ਾਂ ਨੇ ਲੋਪ ਹੋ ਜਾਣਾ, ਖ਼ਤਮ ਹੋ ਜਾਣਾ, ਅਤੇ ਇਹ ਸਾਡਾ ਮਾਂ ਬੋਲੀ ਨੂੰ ਪਿੱਠ ਹੈ। ਕਿਉਂਕਿ ਗੁਰੂ ਸਾਹਿਬ ਦਾ ਵਾਕ ਹੈ ਕਿ ਘਰ ਘਰ ਮੀਆਂ ਸਭਨਾ ਜੀਆਂ ਬੋਲੀ ਅਵਰਤ ਮਾਰੇ। ਭਾਵੇਂ ਵਕਤ ਦੇ ਨਾਲ ਸਸਪੈਂਸ ਲਫ਼ਜ਼ ਹੋ ਗਏ ਨੇ, ਪਰ ਇਹਦੇ 'ਚ ਭੰਬਲ ਭੂਸਾ ਦੁਚਿੱਤੀ ਵੀ ਲਿਖਿਆ ਜਾ ਸਕਦਾ ਹੈ। ਪਰ ਕਈ ਵਾਰੀ ਮੀਡੀਆ ਆਪਣੀ ਟਾਰਗੇਟ ਆਡੀਅੰਸ ਵੇਖਦਾ, ਉਹਨੂੰ ਐ ਹੁੰਦਾ ਕਿ ਮੈਂ ਠੇਠ ਪੰਜਾਬੀ ਜਾਂ ਕੋਈ ਵੀ ਠੇਠ ਭਾਸ਼ਾ ਨਾ ਬੋਲਾਂ, ਮੇਰੀ ਭਾਸ਼ਾ ਹਰ ਇੱਕ ਨੂੰ ਸਮਝ ਆਵੇ। ਇਸ ਮਜਬੂਰੀ ਦੇ ਚੱਲਦਿਆਂ ਵੀ ਬਹੁਤ ਸਾਰੇ ਜਿਹੜੇ ਰਵਾਇਤੀ ਲਫ਼ਜ਼ ਸੀਨਾ ਵਸੀਨਾ ਸਦੀਆਂ ਤੋਂ ਸਾਡੇ ਤੱਕ ਪੁੱਜਦੇ ਨੇ, ਉਹ ਖ਼ਤਮ ਹੋ ਜਾਂਦੇ ਨੇ। ਸੋ ਭਾਵੇਂ ਸਾਡੇ ਕੋਲ ਕਈ ਚੀਜ਼ਾਂ ਦਾ ਬਦਲ ਨਹੀਂ ਹੁੰਦਾ, ਮਸਲਨ ਟਰੈਕਟਰ ਦਾ ਬਦਲ, ਟ੍ਰੇਨ ਦਾ ਬਦਲ, ਅਤੇ ਇਸ ਦੇ ਨਾਲ ਨਾਲ ਵਿਸ਼ਵ ਵਿਦਿਆਲਿਆ ਕਿਹਾ ਜਾ ਸਕਦਾ, ਪਰ ਅਸੀਂ ਯੂਨੀਵਰਸਿਟੀ ਕਹਿਣ ਲੱਗ ਪਏ ਹਾਂ, ਸਕੂਲ ਕਹਿਣ ਲੱਗ ਪਏ ਹਾਂ, ਪਾਠਸ਼ਾਲਾ ਦੀ ਜਗ੍ਹਾ। ਬਹੁਤ ਸਾਰੇ ਲਫ਼ਜ਼ਾਂ ਦਾ ਸਾਡੇ ਕੋਲ ਬਦਲ ਭਾਵੇਂ ਨਹੀਂ ਹੁੰਦਾ, ਪਰ ਇਹ ਕਾਰਨ ਸਾਨੂੰ ਪੜਚੋਲਣੇ ਪੈਣਗੇ ਕਿ ਅੰਗਰੇਜ਼ੀ ਦੇ ਲਫ਼ਜ਼ਾਂ ਨੂੰ ਜਿਸ ਤਰ੍ਹਾਂ ਅਸੀਂ ਟਰੈਕਟਰ ਲਿਖ ਦਿੰਦੇ ਹਾਂ, ਉਹ ਮਜਬੂਰੀ ਹੈ। ਪਰ ਮੈਂ ਦੇਖਿਆ ਕਿ ਪੰਜਾਬੀ ਟ੍ਰਿਬਿਊਨ ਜਾਂ ਹੋਰ ਅਖਬਾਰਾਂ 'ਚ ਵੀ ਲਫ਼ਜ਼ ਅਕਸਰ ਆਉਂਦਾ ਹੈ, ਜਾਂ ਮੀਡੀਆ 'ਚ ਸਸਪੈਂਸ ਲਿਖਿਆ ਜਾਂਦਾ। ਸੋ ਇੱਕ ਖਬਰ ਹੈ ਕਿ ਸਸਪੈਂਸ ਖਤਮ, ਕੱਲ੍ਹ ਹੀ ਹੋਵੇਗੀ ਕਿਸਾਨਾਂ ਅਤੇ ਸਰਕਾਰ ਦਰਮਿਆਨ ਗੱਲਬਾਤ। ਇਹ ਸਸਪੈਂਸ ਦੀ ਜਗ੍ਹਾ ਦੁਚਿੱਤੀ ਵਧੀਆ ਸੀ, ਭੰਬਲ ਭੂਸਾ ਖਤਮ, ਭੰਬਲ ਭੂਸਾ ਵਧੀਆ ਲਫ਼ਜ਼ ਸੀ, ਪਰ ਹਿੰਦੀ ਮੀਡੀਆ ਦੀ ਵਰਤੋਂ ਨਾਲ ਇਹਦਾ ਅਸਮੰਜਸ ਹੋ ਗਿਆ, ਜਾਂ ਅੰਗਰੇਜ਼ੀ ਦੇ ਪ੍ਰਭਾਵ ਨਾਲ ਇਹ ਸਸਪੈਂਸ ਹੋ ਗਿਆ। ਉਹ ਸਸਪੈਂਸ ਜਾਂ ਭੰਬਲ ਭੂਸਾ ਖਤਮ ਹੋ ਗਿਆ। ਸੋ 50ਵੇਂ ਦਿਨ ਜਿਹੜਾ ਹੈਗਾ ਸਰਹੱਦ 'ਤੇ ਪ੍ਰਦਰਸ਼ਨ ਕਿਸਾਨ ਸੰਗਠਨਾਂ ਵੱਲੋਂ ਅੱਜ ਵੀ ਕੀਤਾ ਗਿਆ, ਅਤੇ ਇਸ ਦੌਰਾਨ 9ਵੇਂ ਗੇੜ ਦੀ ਜਿਹੜੀ ਗੱਲਬਾਤ ਹੈ ਉਸ ਬਾਰੇ ਸਥਿਤੀ ਸਪਸ਼ਟ ਹੋ ਗਈ ਹੈ ਕਿ ਕੱਲ੍ਹ ਇਹ ਮੀਟਿੰਗ ਜਿਹੜੀ ਹੈ ਕਿਸਾਨਾਂ ਅਤੇ ਕੇਂਦਰ ਦੇ ਦਰਮਿਆਨ ਹੋਵੇਗੀ। ਇਸ ਵਕਤ ਇੱਕ ਸੱਜਣ ਆਪਣੇ ਨਾਲ ਜੁੜ ਚੁੱਕੇ ਨੇ। ਸਵਾਗਤ ਹੈ ਬਾਈ ਜੀ, ਤੁਸੀਂ ਔਨਰ ਆ ਚੁੱਕੇ ਹੋ। ਹਾਂਜੀ ਵੀਰ ਜੀ, ਟਵਾਣਾ ਵੀਰ ਜੀ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਉਹ ਤੇ ਮੈਂ ਨਾ ਤੁਸੀਂ ਦੱਸ ਹੀ ਦਿੱਤਾ ਕਿ ਇਹਨਾਂ ਨੇ ਪਿੱਛੇ ਹਟ ਕੇ ਭੁਪਿੰਦਰ ਸਿੰਘ ਮਾਨ ਤੇ ਟਵਾਣਾ ਸਾਹਿਬ, ਇਹ ਰਾਜ ਸਭਾ ਦੇ ਮੈਂਬਰ ਵੀ ਮੇਰੇ ਖਿਆਲ 'ਚ ਕਾਂਗਰਸ ਵੱਲੋਂ ਹੀ ਰਹੇ ਆ ਉਹ। ਹਾਂ, ਇਹ ਐਕਚੁਅਲੀ ਇਹ ਮੈਂਬਰ ਹੁੰਦੇ ਤਾਂ ਸੱਤਾਧਾਰੀ ਸਰਕਾਰ ਵੱਲੋਂ ਨੇ, ਪਰ ਇਹਨਾਂ ਨੂੰ ਉਸ ਵਕਤ ਰਾਸ਼ਟਰਪਤੀ ਨੋਮੀਨੇਟ ਕਰਦਾ ਹੈ। ਰਾਸ਼ਟਰਪਤੀ ਉਸੇ ਜਾਂ ਪਾਰਟੀ ਨੋਮੀਨੇਟ ਹੈ, ਜਿਹੜਾ ਸਰਕਾਰਾਂ ਰਾਹੀਂ ਹੁੰਦੇ ਨੇ, ਚੁਣੇ ਨਹੀਂ ਸੀ ਗਏ, ਇਹ ਨੋਮੀਨੇਟ ਹੋਏ ਸੀਗੇ। ਜਿਸ ਤਰ੍ਹਾਂ ਅੱਜ ਕੱਲ੍ਹ ਸਾਬਕਾ ਜੱਜ ਰੰਜਨ ਗੋਗੋਈ ਨੂੰ ਭਾਜਪਾ ਨੇ ਰਾਜ ਸਭਾ ਮੈਂਬਰ ਬਣਾਤਾ, ਇਸ ਤਰ੍ਹਾਂ ਰਾਜ ਸਭਾ ਦੇ ਐਮਪੀ ਥੋੜਾ ਬਹੁਤਾ ਝੁਕਾਅ ਹੁੰਦਾ ਆ ਉਹ ਬੰਦੇ ਦਾ, ਜਿਹਨੂੰ ਉਹ ਮੇਰੇ ਖਿਆਲ 'ਚ ਨੋਮੀਨੇਟ ਕਰਦੇ ਆ, ਕੁਛ ਨਾ ਕੁਛ ਤਾਂ ਉਹਨਾਂ ਦੇ ਨਾਲ ਉਹ ਐਵੇਂ ਤਾਂ ਉਹ ਕਰਦੇ ਨਹੀਂ। ਮੈਨੂੰ ਲੱਗਦਾ ਥੋੜਾ ਬਹੁਤਾ ਉਹਨਾਂ ਦੇ ਫੇਵਰੇਟ ਹੋਣੇ ਜਾਂ ਫੇਵਰਟ ਹੋਣੇ। ਮੈਂ ਨਾ ਹੋਰ ਪੁੱਛਦਾ ਸੀ ਟਵਾਣਾ ਸਾਹਿਬ, ਇਹਨਾਂ ਦੀ ਇੱਕ ਜਥੇਬੰਦੀ ਵੀ ਮੇਰੇ ਖਿਆਲ 'ਚ ਜਿਵੇਂ ਲੱਖੋਵਾਲ
ਇਹਨਾਂ ਅਕਾਲੀ ਦਲ ਦੇ ਨਾਲ ਭੁਗਤਦਾ ਰਿਹਾ। ਇਹ ਮੇਰੇ ਖਿਆਲ ਕਾਂਗਰਸ ਦੇ ਨਾਲ ਇਹਨਾਂ ਦੀ ਜਥੇਬੰਦੀ ਵੀ ਇਹਨਾਂ ਦੇ ਨਾਲ ਜੁੜੀ ਰਹੀ ਮੇਰੇ ਖਿਆਲ 'ਚ, ਜਿਹੜੀ ਇਹਨਾਂ ਦੀ ਕਿਸਾਨ ਯੂਨੀਅਨ। ਇਹਨਾਂ ਨੇ ਆਪਣੀ ਇੱਕ ਜਥੇਬੰਦੀ ਵੀ ਬਣਾਈ ਹੋਈ ਹੈ, ਪਰ ਉਹਦਾ ਬਹੁਤ ਆਧਾਰ ਨਹੀਂ ਹੈ ਤੇ ਪੋਲੀਟੀਕਲ ਜਿਹਾ ਸਿਸਟਮ ਹੈ। ਹੌਲੀ ਹੌਲੀ ਇਹਨਾਂ ਦੇ ਸਹਿਯੋਗੀ ਸੀ ਪੁੱਛਣਾ ਨਾ, ਇੱਕ ਦਿਨ ਮੈਂ ਨਾ ਟਵਾਣਾ ਸਾਹਿਬ ਇੱਥੇ ਪੱਤਰਕਾਰ ਉਹਦਾ ਬੜਾ ਬਜ਼ੁਰਗ ਆ, ਉਹ ਚੰਗੀ ਉਮਰ ਦਾ, ਉਹਨੂੰ ਮੈਂ ਪੁੱਛ ਬੈਠਾ ਉਹ ਕਦੇ ਏਅਰ ਤੇ ਉਹ ਮੇਰੇ ਨਾਲ ਪੰਗਾ ਲੈਣ ਨੂੰ ਵੀ ਫਿਰੇ। ਮਤਲਬ ਮੈਂ ਕਹਿੰਦਾ ਖਰੇ ਚੀਮਾ, ਮੈਨੂੰ ਕਹਿੰਦਾ ਤੈਨੂੰ ਨਾਂ ਵੀ ਨਹੀਂ ਪਤਾ। ਮੈਂ ਕਿਹਾ ਵੀ ਉਹਦਾ ਮੁੰਡਾ ਵੀ ਪੰਜਾਬ ਜਿਹੜਾ ਸਰਵਿਸ ਕਮਿਸ਼ਨ ਦਾ ਮੈਂਬਰ ਆ। ਮੈਨੂੰ ਕਹਿੰਦਾ ਉਹਦਾ ਮੁੰਡੇ ਦਾ ਨਾਂ ਦੱਸ। ਮੈਂ ਕਿਹਾ ਪੱਤਰਕਾਰ ਤਾਂ ਤੂੰ ਆ, ਮੈਂ ਥੋੜਾ ਪੱਤਰਕਾਰ ਆ, ਮੈਂ ਤੈਨੂੰ ਪੁੱਛਦਾ। ਮਤਲਬ ਵੀ ਇਹ ਕਹਿੰਦੇ ਵੀ ਜਿਹੜੀਆਂ ਅਸੀਂ ਖਬਰਾਂ ਇੱਧਰ ਦਿੰਦੇ ਨਾ, ਸਾਡੀਆਂ ਹੀ ਖਬਰਾਂ ਆ, ਲੋਕਾਂ ਨੂੰ ਇੱਥੇ ਦਿਆਂ ਨੂੰ ਪਤਾ ਹੀ ਨਹੀਂ। ਮੈਂ ਹੁਣ ਅਸੀਂ ਤਾਂ ਪ੍ਰਿੰਟ ਮੀਡੀਆ ਵੀ ਕਈ ਵਾਰੀ ਪੜ੍ਹ ਲਈਦਾ। ਉਹ ਮਤਲਬ ਉਹ ਇੱਕ ਦਿਨ ਉਹ ਬੰਦੇ ਨੂੰ ਸਾਖਸ, ਮੈਂ ਤੁਹਾਨੂੰ ਪੁੱਛਣਾ ਹੀ, ਸੈਨੇਟ ਦਾ ਮੈਂਬਰ ਵੀ ਲਾਇਆ ਸੀ ਯੂਨੀਵਰਸਿਟੀ ਇੱਥੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ। ਉਹਨੇ ਮੇਰੇ ਖਿਆਲ 'ਚ ਨਾ ਕਰਤੀ, ਕਿਉਂਕਿ ਇੱਥੇ ਕਈ TV ਚੈਨਲਾਂ ਤੇ ਆਉਂਦਾ ਤਾਂ ਫਿਰ ਪਤਾ ਲੱਗ ਜਾਂਦਾ ਵੀ ਇਹ ਸਰਕਾਰੀ ਬੰਦਾ ਆ। ਅਗਲਿਆਂ ਨੇ ਮੈਨੂੰ ਦਾ ਪ੍ਰੈਸ਼ਰ ਬਿਲਡ ਕੀਤਾ ਹੋਣਾ ਵੀ ਭਾਈ ਤੂੰ ਤਾਂ ਸਾਡਾ ਰੋਜੀ ਰੋਟੀ ਦਾ ਕਾਰਨ ਵੀ ਖਤਮ ਕਰ ਦੇਣਾ। ਉਹ ਮੈਨੂੰ ਕਹਿੰਦਾ, ਉਹ ਕਿਸੇ ਨੂੰ ਪਤਾ ਨਹੀਂ, ਬਹੁਤੇ ਲੋਕਾਂ ਨੂੰ, ਉਹ ਮੇਰੇ ਖਿਆਲ 'ਚ ਬਹੁਤੀ ਖਬਰ ਨਹੀਂ ਫੈਲੀ। ਤਾਂ ਮੈਨੂੰ ਕਹਿੰਦਾ ਮੈਂ ਉਹ ਹੁਣ ਸੈਨੇਟ ਦਾ ਮੈਂਬਰ ਜਿਹਨੂੰ ਤੁਸੀਂ ਲਾਉਂਦੇ ਆ, ਉਹ ਆਮ ਬੰਦੇ ਨੂੰ ਤਾਂ ਲਾਉਂਦੇ ਨਹੀਂ ਸਰਕਾਰਾਂ, ਜਿਹੜੇ ਉਹਨਾਂ ਦੇ ਚੇਲੇ ਚਾਪਟੇ ਉਹਨਾਂ ਨੂੰ ਹੀ ਲਾਉਂਦੇ ਆ। ਹੁਣ ਕਿੰਨੇ ਹਜ਼ਾਰਾਂ ਪੱਤਰਕਾਰ ਆ। ਮੈਨੂੰ ਕਹਿੰਦਾ ਉਹ ਸਰਕਾਰੀ ਨਹੀਂ ਹੁੰਦਾ। ਮੈਂ ਹੁਣ ਇਹੋ ਮੇਕ ਸ਼ੋਰ ਕਰਦਾ ਸੀ ਵੀ ਇਹ ਆਮ ਬੰਦੇ ਨੂੰ ਥੋੜ੍ਹਾ ਕੋਈ ਸੈਨੇਟ ਦਾ ਮੈਂਬਰ ਲਾਉਂਦੇ, ਜਿਹੜੇ ਸਰਕਾਰਾਂ ਦੇ ਹੁਣ ਫੇਵਰੇਟ ਉਹੀ ਲੱਗਦੇ। ਮੈਂ ਕਿਹਾ ਮੈਂ ਪੁੱਛਦਾ ਤੁਹਾਨੂੰ। ਪੰਜਾਬੀ ਯੂਨੀਵਰਸਿਟੀ ਪਟਿਆਲਾ 'ਚ ਵੀ ਇੱਕ ਪੱਤਰਕਾਰ ਵੀਰ ਨੂੰ ਲਾਇਆ ਹੋਇਆ। ਸੋ ਸਰਕਾਰਾਂ ਰਿਕਮੈਂਡ ਕਰਦੀਆਂ ਨੇ, ਜਿਸ ਪੱਤਰਕਾਰ ਦੀ ਸਰਕਾਰਾਂ ਨਾਲ ਸਹਿਮਤੀ ਹੁੰਦੀ ਹੈ ਨਾ, ਉਸ ਨੂੰ ਸੈਨੇਟ ਦਾ ਸਤਿਕਾਰ ਮਿਲਦਾ। ਇਹ ਚੀਜ਼ਾਂ ਹੈਗੀਆਂ ਨੇ। ਉੱਦਾਂ ਸਰਕਾਰ ਤੇ ਦਲੀ ਤੇ ਨਹੀਂ ਚੜ੍ਹਨ ਦਿੰਦੀ ਆਮ ਬੰਦੇ ਨੂੰ। ਹੋਰ ਤੇ ਹੋਰ ਜਿਹੜੇ ਸਾਡੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਸੀਗਾ ਟਵਾਣਾ ਸਾਹਿਬ, ਮਹੀਨਾ ਕੁ ਹੋਇਆ ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਲਾਇਆ ਸੀ ਉਹ ਸੱਜਣ ਨੂੰ, ਉਹਨੇ ਨਾ ਕਰਤੀ, ਕਿਉਂਕਿ ਫਿਰ ਹੁਣ ਉਹ ਜਿਹੜੀ ਕੀ ਕਹਿੰਦੇ ਹੁੰਦੇ ਬਿੱਲੀ ਥੈਲਿਓਂ ਬਾਹਰ ਆ ਜਾਣੀ ਸੀ। ਬਹੁਤੇ ਲੋਕਾਂ ਨੂੰ ਪਤਾ ਹੀ ਨਹੀਂ ਵੀ ਉਹ ਭਾਈ ਸਾਹਿਬ ਕਿੱਥੋਂ ਬੋਲਦੇ ਆ। ਤੂੰ ਮਤਲਬ ਮੇਰੇ ਉਹਨੂੰ ਇਹ ਸੀ ਵੀ ਸੱਜਣ ਨੂੰ ਕਿੱਥੋਂ ਪਤਾ ਲੱਗ ਗਿਆ ਵੀ ਅਸੀਂ ਤਾਂ ਇੱਥੇ ਖਬਰ ਨਹੀਂ ਦਿੱਤੀ। ਹੁਣ ਅਸੀਂ ਤਾਂ, ਮੈਂ ਕਈ ਵਾਰੀ ਪ੍ਰਿੰਟ ਮੀਡੀਆ ਵੀ ਪੜ੍ਹ ਲੈਂਦਾ ਆ, ਕਿਉਂਕਿ ਕਈ ਚੀਜ਼ਾਂ ਜੇ ਤੁਹਾਡਾ ਹੈਗੀ ਇੰਟਰਸਟ, ਤੁਸੀਂ ਸੋਸ਼ਲ ਮੀਡੀਆ ਤੇ ਤੁਹਾਨੂੰ ਪੂਰੀਆਂ ਨਹੀਂ ਮਿਲਦੀਆਂ, ਜਾਂ ਆਪਾਂ ਨੂੰ ਟਵਿੱਟਰ ਦੂਜੇ ਵਟਸਐਪ ਤੇ ਜਾਂ ਫੇਸਬੁੱਕ ਤੇ ਤੁਸੀਂ ਕੁਛ ਨਾ ਕੁਛ ਆਲਾ ਦੁਆਲਾ ਵੀ ਦੇਖ ਲੈਂਦੇ ਜੇ ਤੁਹਾਡੀ ਦਿਲਚਸਪੀ ਆ। ਉਹ ਮਤਲਬ ਮੇਰੇ ਗਲ ਪੈ ਗਿਆ। ਉਹ ਕਹਿੰਦਾ ਵੀ ਇਹਨੂੰ ਕਿੱਥੋਂ ਪਤਾ ਲੱਗ ਗਿਆ ਵੀ। ਮੈਂ ਕਿਹਾ ਵੀ ਹੁਣ ਤਾਂ ਮੈਨੂੰ ਇਹ ਵੀ ਖਬਰਾਂ ਮਿਲ ਰਹੀਆਂ ਵੀ ਤੁਹਾਨੂੰ ਸ਼ਾਇਦ ਰਾਜ ਸਭਾ ਦਾ ਮੈਂਬਰ ਵੀ, ਕਿਉਂ ਲੋਕੀ ਚੱਲਦੇ ਵੀ ਰਾਜ ਸਭਾ 'ਚ ਵੀ ਭੇਜਣਗੇ ਕਾਂਗਰਸ ਵੱਲੋਂ, ਤੁਸੀਂ ਜਾ ਸਕਦੇ। ਉਹ ਜੀ ਮਤਲਬ ਵੀ ਇੰਨਾ ਰੋਣ ਹਾਕਾ ਹੋਇਆ ਨਾ, ਉਹ ਮੇਰੇ ਦੁਆਲੇ ਹੋ ਗਿਆ ਏਅਰ ਦੇ ਉੱਪਰ। ਸੋ ਥੈਂਕ ਯੂ ਟਵਾਣਾ ਸਾਹਿਬ, ਬਹੁਤ ਵਧੀਆ ਤੁਸੀਂ ਦੇ ਰਹੇ ਇਨਪੁਟ। ਡਜ਼ਨਟ ਮੈਟਰ ਕੋਈ ਵੀ ਹੋਵੇ, ਸਾਰੀ ਖਬਰ ਇਹਨੂੰ ਦੇਣੀ ਚਾਹੀਦੀ ਆ। ਓਕੇ, ਸਤਿ ਸ਼੍ਰੀ ਅਕਾਲ। ਮਿਹਰਬਾਨੀ। ਦੇਖੋ, ਇਸ ਤਰ੍ਹਾਂ ਦੀਆਂ ਜਿਹੜੀਆਂ ਅਪੁਆਇੰਟਮੈਂਟ ਹੁੰਦੀਆਂ ਨੇ ਨਾ, ਸਰਕਾਰਾਂ ਦੇ ਨਾਲ ਸਹਿਚਾਰ ਤੋਂ ਬਿਨਾਂ ਸਿਰੇ ਨਹੀਂ ਚੜ੍ਹਦੀਆਂ। ਇੱਕ ਆਇਡੈਂਟੀ ਕਾਰਡ ਹੁੰਦਾ ਹੈ, ਪ੍ਰੈਸ ਦਾ ਕਾਰਡ ਹੁੰਦਾ। ਹਾਲਾਂਕਿ ਉਹਦਾ ਹੁਣ ਮਾੜਾ ਮੋਟਾ ਸਰਕਾਰਾਂ ਨੇ ਸਹੂਲਤ ਦੇ ਦਿੱਤੀ ਹੈ ਕਿ ਜੇ ਉਹ ਪੀਲੇ ਕਾਰਡ ਵਾਲਾ ਪੱਤਰਕਾਰ ਬਿਮਾਰ ਹੋ ਗਿਆ ਤੇ ਉਹਦਾ ਸਰਕਾਰੀ ਪੈਸੇ ਦੇ ਨਾਲ 2-4 ਲੱਖ ਰੁਪਏ ਉਹਨੂੰ ਦੇ ਦਿੰਦੇ ਆ ਜੇ ਕੋਈ ਜ਼ਿਆਦਾ ਪ੍ਰੋਬਲਮ ਆਉਂਦੀ ਹੈ ਇਲਾਜ ਦੇ ਵਾਸਤੇ। ਸੋ ਉਹ ਕਾਰਡ ਬਣਾਉਣਾ ਵੀ ਬਹੁਤ ਮੁਸ਼ਕਿਲ ਹੈ। ਉਹਦੇ ਲਈ ਵੀ ਬੜੀ ਅਪਰੋਚ ਹੋ ਗਈ ਹੈ। ਮੇਰਾ ਤਾਂ ਆਲਰੇਡੀ ਬੰਦ ਆ 2-3 ਸਾਲਾਂ ਤੋਂ, ਜਦੋਂ ਕਪਤਾਨ ਸਰਕਾਰ ਬਣੀ ਹੈ। ਖੈਰ, ਸੋ ਇਸੇ ਤਰ੍ਹਾਂ ਜਿਹੜਾ ਹੈਗਾ ਪੱਤਰਕਾਰਾਂ ਨੂੰ ਕੁਝ ਸਹੂਲਤਾਂ ਮਿਲਦੀਆਂ ਨੇ, ਕੁਝ ਬੈਨੀਫਿਟ ਮਿਲਦੇ ਨੇ, ਸਰਕਾਰੀ ਰਿਹਾਇਸ਼ ਵੀ ਮਿਲ ਜਾਂਦੀ ਹੈ। ਪਰ ਉਹ ਇੱਕ ਤਾਂ ਅਦਾਰੇ 'ਤੇ ਨਿਰਭਰ ਕਰਦਾ ਹੈ, ਇੱਕ ਅਦਾਰੇ ਦੀ ਤੁਹਾਡੇ ਨਾਲ ਜਿਹੜੀ ਪਹੁੰਚ ਹੈ ਉਸ 'ਤੇ ਨਿਰਭਰ ਕਰਦਾ। ਸੋ ਬਹੁਤ ਸਾਰੇ ਅਵਾਰਡ ਨੇ, ਭਾਵੇਂ ਉਹ ਕਮੇਟੀਆਂ ਚੁਣਦੀਆਂ ਨੇ, ਜਿਸ ਤਰ੍ਹਾਂ ਉਹਦੇ 'ਚ ਕੁਝ ਇੱਕ ਤੱਕ ਸਹੀ ਵੀ ਹੁੰਦੇ ਨੇ, ਅਤੇ ਬਹੁਤੇ ਅਵਾਰਡ ਆ ਜਿਹੜੇ ਉਹ ਆਪਣਿਆਂ ਨੂੰ ਹੀ ਦਿੱਤੇ ਜਾਂਦੇ ਨੇ। ਕਿਉਂਕਿ ਇੰਡੀਆ ਵਰਗੇ ਮੁਲਕ 'ਚ ਪਤਾ ਹੀ ਹੈ ਅਵਾਰਡ ਕਿਉਂ ਮਿਲਦੇ ਨੇ, ਕਾਰਨ ਉਹਨਾਂ ਦਾ ਕੀ ਹੈ, ਇਸ ਗੱਲ ਤੋਂ ਮੰਨਫੀ ਮੁਨਕਰ ਨਹੀਂ ਹੋਇਆ ਜਾ ਸਕਦਾ। ਇਸ ਦੇ ਨਾਲ ਸੈਨੇਟਾਂ ਦੇ ਮੈਂਬਰ ਬਣਦੇ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ, ਗੁਰੂ ਨਾਨਕ ਦੇਵ ਯੂਨੀਵਰਸਿਟੀ ਜਾਂ ਜਿੱਥੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ। ਇਹ ਜਿਹੜੀ ਸੈਨੇਟ ਮੈਂਬਰ ਨੇ, ਇਹਨਾਂ ਦੀ ਅਪੁਆਇੰਟਮੈਂਟ ਦੇ ਵਿੱਚ ਵੀ ਜਿਹੜਾ ਸਰਕਾਰੀ ਸਾਂਝ ਹੀ ਜ਼ਰੂਰੀ ਹੈ। ਇੱਦਾਂ ਕਿਸੇ ਨੂੰ ਚੱਕ ਕੇ ਨਹੀਂ ਬਣਾਇਆ ਜਾਂਦਾ। ਹਾਂ, 1-2 ਕੇਸਾਂ 'ਚ ਹੁੰਦਾ ਕਿ ਕਈ ਵਾਰੀ ਧਾਨਾਂ ਦੇ ਆਸਰੇ ਡੀਲੇ ਨੂੰ ਪਾਣੀ ਆਉਣਾ, ਇਹ ਏਕੜ ਦੁੱਕੜ ਚਾਂਸ ਹੁੰਦੇ ਨੇ, ਪਰ ਬਹੁਤ ਰੇਅਰ, ਬਹੁਤ ਚੁਣਿੰਦਾ ਹੁੰਦੇ ਨੇ ਇਸ ਤਰ੍ਹਾਂ ਦੇ ਮਾਮਲੇ। ਖੈਰ, ਮੈਂ ਇੱਕ ਸੁਨੇਹਾ ਆਇਆ ਸੀ ਬਾਈ ਜੀ ਹੋਰਾਂ ਦਾ, ਨਿਰਭੈ ਸਿੰਘ ਪਿੰਡ ਰਣੀਕੇ ਤੋਂ ਸੁਨੇਹਾ ਆਇਆ ਸੀਗਾ, ਅਤੇ ਉਹ ਸੁਨੇਹਾ ਵੀ ਮੈਂ ਨਾਲ ਤੁਹਾਡੇ ਸੁਨੇਹੇ ਨੇ ਸਾਂਝੇ ਕਰਨੇ ਜ਼ਰੂਰੀ ਹੈ, ਕਿਉਂਕਿ ਇਹ ਮੰਚ ਕਿਰਤ ਨਾਲ ਜੁੜਿਆ ਲੋਕਾਂ ਦੇ ਲਈ ਮੰਚ ਹੈ। ਸੋ ਅੱਛੀ ਇਨਫੋਰਮੇਸ਼ਨ ਤੁਹਾਨੂੰ ਕੰਮ ਕਰਦਿਆਂ ਨੂੰ ਮਿਲੇ। ਜਦੋਂ ਇਨਫੋਸਿਸ ਵਰਗੇ ਜਿਹੜੇ ਨੇ ਇੰਟਰਨੈਸ਼ਨਲ ਪੱਧਰ ਦੇ ਅਦਾਰੇ ਨੇ ਜਿਹੜੇ, ਉਹ ਇਸ ਤਰ੍ਹਾਂ ਬਣਾਉਂਦੇ ਨੇ ਆਪਣਾ ਰੇਡੀਓ,
ਤੇ ਫਿਰ ਆਮ ਲੋਕ ਕਿਉਂ ਨਹੀਂ ਵਧੀਆ ਰੇਡੀਓ ਚਲਾ ਕੇ ਰੁਜ਼ਗਾਰ ਨਾਲ ਜੁੜੇ ਲੋਕਾਂ ਦਾ ਐਂਟਰਟੇਨਮੈਂਟ ਤੇ ਰੂਹ ਰਾਜੀ ਕਰ ਸਕਦੇ। ਔਰ ਸੁਣਦੇ ਹਾਂ ਸਨੇਹਾ, ਉਸ ਤੋਂ ਬਾਅਦ ਆਪ ਦਾ ਸਵਾਗਤ। ਟਵਾਣਾ ਜੀ, ਸਤਿ ਸ੍ਰੀ ਅਕਾਲ। ਮੈਂ ਇੰਦਰਪੈ ਸਿੰਘ ਆਸਟ੍ਰੇਲੀਆ ਤੋਂ ਬੋਲਦਾ। ਆਪ ਜੀ ਨੂੰ ਲੋਹੜੀ ਤੇ ਮਾਘੀ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ। ਨਿਰਭੈ ਸਿੰਘ ਆਸਟ੍ਰੇਲੀਆ ਤੋਂ, ਪਿੰਡ ਇਹਨਾਂ ਨੇ ਰਣੀਆਂ ਲਿਖਿਆ, ਮੋਗਾ ਦੇ ਲਾਗੇ ਆ। ਖੈਰ, ਪਿਛਲੇ ਦਿਨੀ ਆਪਾਂ ਜਗਮੋਹਨ ਸਿੰਘ ਕਿਸਾਨ ਯੂਨੀਅਨ ਦੇ ਆਗੂ ਲਿਆਂਦਾ ਸੀ। ਉਹਨਾਂ ਨੇ ਦੱਸਿਆ ਕਿ ਬਹੁਤ ਸਾਰੇ ਜਿਹੜੇ ਬਜ਼ੁਰਗ ਨੇ ਜਾਂ ਜਿਹੜੇ ਆਧੁਨਿਕ ਤਕਨੀਕ, ਕਿਉਂਕਿ ਜਿਹੜੇ ਲੇਟੈਸਟ ਫੋਨ ਆ ਰਹੇ ਨੇ ਉਹ ਕਈ ਵਾਰੀ ਆਪਾਂ ਤੋਂ ਵੀ ਹੈਂਡਲ ਨਹੀਂ ਹੁੰਦੇ। ਜਿਹੜੀ ਪੁਰਾਣੀ ਪੀੜ੍ਹੀ ਦੇ ਲੋਕ ਨੇ ਉਹਨਾਂ ਤੋਂ ਵੀ ਜਿਹੜੇ ਉਹ ਸੂਤ ਔਖੇ ਆਉਂਦੇ ਆ, ਇਹ 'ਚ ਕੋਈ ਦੋ ਰਾਵਾਂ ਨਹੀਂ ਆ। ਪਰ ਇਹ ਜਿਹੜੀ ਤਕਨੀਕ ਆ ਗਈ ਹੈ ਕਿ ਵਟਸਐਪ ਦੇ ਜ਼ਰੀਏ ਜਾਂ ਹੋਰ ਸਾਧਨਾਂ ਦੇ ਜ਼ਰੀਏ ਤੁਸੀਂ ਬਟਨ ਦੱਬ ਕੇ ਆਪਣੀ ਆਵਾਜ਼ ਕਿਤੇ ਵੀ ਭੇਜ ਸਕਦੇ ਹੋ। ਜਦੋਂ ਅਗਲੇ ਨੂੰ ਸੂਟੇਬਲ ਹੋਵੇ ਉਹ ਚਿੱਠੀ ਵਾਂਗੂ ਖੋਲ੍ਹ ਕੇ ਪੜ੍ਹ ਲੈਂਦਾ। ਇਸੇ ਤਰ੍ਹਾਂ ਬਟਨ ਦੱਬ ਕੇ ਤੁਹਾਡਾ ਜਿਹੜਾ ਰਿਕਾਰਡਡ ਮੈਸੇਜ ਹੈ ਕਿਤੇ ਵੀ ਜਿਹੜਾ ਹੈਗਾ ਉਹ ਪੜ੍ਹਿਆ ਜਾਂਦਾ। ਸੋ ਇੱਕ ਵਧੀਆ ਜ਼ਰੀਆ ਇੱਕ ਦੂਸਰੇ ਤੱਕ ਸਾਂਝਾ ਬਣਾਉਣ ਦਾ। ਸੋ ਭਾਰਤੀ ਕਿਸਾਨ ਯੂਨੀਅਨ ਇਹਨਾਂ ਦੀ ਜਥੇਬੰਦੀ ਹੈ ਭੁਪਿੰਦਰ ਸਿੰਘ ਮਾਨ ਹੋਰਾਂ ਦੀ, ਜਿਨ੍ਹਾਂ ਨੇ ਆਪਣੇ ਆਪ ਨੂੰ ਵੱਖ ਕੀਤਾ। ਇਸ ਵਿਸ਼ੇ 'ਤੇ ਆਪਣੀ ਗੱਲਬਾਤ ਚੱਲਦੀ ਸੀ। ਦੂਸਰਾ ਜਿਹੜਾ ਕਿ ਆਪਸ ਦੇ ਵਿੱਚ ਭੰਬਲ ਭੂਸਾ ਖਤਮ ਹੋ ਗਿਆ ਕਿਸਾਨਾਂ ਅਤੇ ਕੇਂਦਰ ਦੀ ਮੀਟਿੰਗ ਦਾ। ਸੋ ਨੌਵੇਂ ਦੌਰ ਦੀ ਜਿਹੜੀ ਮੀਟਿੰਗ ਹੈ ਉਹ ਕੱਲ੍ਹ ਹੋਣੀ ਆ ਅਤੇ ਇਸ ਮੁਤਲਕ 8 ਜਨਵਰੀ ਨੂੰ ਸਰਕਾਰ ਅਤੇ ਕਿਸਾਨਾਂ ਦੀ ਜਿਹੜੀ ਮੀਟਿੰਗ ਹੋਈ ਸੀ 8ਵੇਂ ਦੌਰ ਦੀ, ਉਸ ਦੇ ਵਿੱਚ ਇਹ ਫੈਸਲਾ ਲਿਆ ਗਿਆ ਸੀ ਕਿ ਅਗਲੀ ਗੱਲਬਾਤ 15 ਜਨਵਰੀ ਨੂੰ ਹੋਵੇਗੀ। ਇਸ ਤੋਂ ਬਾਅਦ 12 ਜਨਵਰੀ ਨੂੰ ਸੁਪਰੀਮ ਕੋਰਟ ਨੇ ਕਿਸਾਨ ਅੰਦੋਲਨ ਅਤੇ ਖੇਤੀਬਾੜੀ ਕਾਨੂੰਨਾਂ ਦੇ ਮੁਤਲਕ ਕਮੇਟੀ ਬਣਾਉਣ ਦਾ ਫੈਸਲਾ ਸੁਣਾਇਆ ਸੀ ਅਤੇ ਇਹਨਾਂ ਤਿੰਨਾਂ ਕਾਨੂੰਨਾਂ 'ਤੇ ਲਾਗੂ ਕਰਨ 'ਤੇ ਰੋਕ ਲਾਈ ਸੀ, ਨਾ ਕਿ ਕਾਨੂੰਨ 'ਤੇ ਲਾਗੂ ਕਰਨ 'ਤੇ ਰੋਕ ਲਾਈ ਸੀ। ਅਤੇ ਇਸ ਕਮੇਟੀ ਦੇ ਵਿੱਚੋਂ ਭੁਪਿੰਦਰ ਸਿੰਘ ਮਾਨ ਹੋਰਾਂ ਨੇ ਆਪਣੇ ਆਪ ਨੂੰ ਵੱਖ ਕੀਤਾ। ਆਖਿਆ ਕਿ ਪੰਜਾਬ ਦੇ ਹਿੱਤਾਂ ਦੇ ਵਾਸਤੇ ਕੋਈ ਸਮਝੌਤਾ ਨਾ ਕਰਨ ਲਈ ਉਹਨਾਂ ਨੂੰ ਪੇਸ਼ ਕੀਤੀ ਗਈ ਕਿਸੇ ਵੀ ਸਥਿਤੀ ਦਾ ਉਹ ਤਿਆਗ ਕਰਨਗੇ। ਉਹ ਪੰਜਾਬ ਦੇ ਨਾਲ ਖੜ੍ਹੇ ਨੇ। ਇਹਦੇ ਨਾਲ ਕਾਂਗਰਸ ਵੀ ਬਦਨਾਮੀ ਤੋਂ ਬਚੀ ਹੈ, ਇਹਦੇ 'ਚ ਕੋਈ ਦੁਰਾਵਾਂ ਨਹੀਂ ਹੈ। ਦੂਜੇ ਬੰਨੇ ਜਿਸ ਤਰ੍ਹਾਂ ਮਹਿੰਗਾਈ ਰਿਕਾਰਡ ਤੋੜ ਹੋਈ ਜਾ ਰਹੀ ਹੈ, ਖਾਸ ਕਰਕੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਦੇ ਵਿੱਚ ਲਗਾਤਾਰ ਇੰਡੀਆ 'ਚ ਵਾਧਾ ਹੋ ਰਿਹਾ। ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਰਿਕਾਰਡ ਬਣਾਈ ਜਾਂਦੀਆਂ ਨੇ। ਅੱਜ ਵੀਰਵਾਰ ਦੀ ਜਿਹੜੀ ਅਪਡੇਟ ਆ ਕਿ ਪੈਟਰੋਲ ਦਿੱਲੀ 'ਚ 84 ਰੁਪਏ 70 ਪੈਸੇ ਦੀ ਰਿਕਾਰਡ ਪੱਧਰ ਦੀ ਕੀਮਤ 'ਤੇ ਪਹੁੰਚ ਗਿਆ ਅਤੇ ਰਾਮਦੇਵ ਦਾ ਕਹਿੰਦਾ ਸੀ ਅਸੀਂ 37 ਰੁਪਏ ਨੂੰ ਪੈਟਰੋਲ ਦੇਵਾਂਗੇ। ਪਰ ਮੁੰਬਈ ਦੇ ਵਿੱਚ ਡੀਜ਼ਲ ਨੇ ਰਿਕਾਰਡ ਤੋੜ ਦਿੱਤਾ। ਮੁੰਬਈ ਦੇ ਵਿੱਚ ਡੀਜ਼ਲ ਦੀ ਕੀਮਤ 81 ਰੁਪਏ 60 ਪੈਸੇ ਹੈ ਅਤੇ ਦੇਸ਼ ਦੀ ਰਾਜਧਾਨੀ ਦਿੱਲੀ ਦੇ ਵਿੱਚ 74 ਰੁਪਏ 70 ਪੈਸੇ ਜਿਹੜੀ ਹੈ ਪੈਟਰੋਲ ਦੀ ਕੀਮਤ ਹੈ, ਅਤੇ ਇਸ ਤਰ੍ਹਾਂ ਜਦੋਂ ਕਿ ਡੀਜ਼ਲ ਜਿਹੜਾ ਹੈਗਾ ਉਹ ਮੁੰਬਈ ਦੇ ਵਿੱਚ 81 ਰੁਪਏ 60 ਪੈਸੇ, ਅਤੇ ਇਹਨਾਂ ਡੀਜ਼ਲ ਅਤੇ ਪੈਟਰੋਲ ਦੀਆਂ ਦੋਨਾਂ ਕੀਮਤਾਂ ਦੇ ਵਿੱਚ 54 ਦਾ ਵਾਧਾ ਕਰ ਦਿੱਤਾ। ਅਤੇ ਇਹ ਜਿਹੜਾ 25 ਪੈਸੇ ਦਾ ਵਾਧਾ ਕੀਤਾ ਗਿਆ ਲਗਾਤਾਰ 2 ਦਿਨਾਂ ਦੇ ਵਾਧੇ ਦੇ ਕਾਰਨ ਇਹ ਕੀਮਤ ਸਿਖਰ 'ਤੇ ਪੁੱਜੀ ਹੈ। ਇਸ ਦੌਰਾਨ ਮੁੰਬਈ ਦੇ ਵਿੱਚ ਪੈਟਰੋਲ ਹੈ ਜਿਹੜਾ 100 ਰੁਪਏ ਦੇ ਨੇੜੇ ਢੁੱਕ ਗਿਆ, ਜਾਣੀ ਕਿ 91 ਰੁਪਏ 32 ਪੈਸੇ ਮੁੰਬਈ ਦੇ ਵਿੱਚ ਪੈਟਰੋਲ ਦੀ ਕੀਮਤ ਹੈ। ਅਤੇ ਮੁੰਬਈ ਦੇ ਵਿੱਚ ਡੀਜ਼ਲ ਦੀ ਕੀਮਤ 81 ਰੁਪਏ 60 ਪੈਸੇ, ਜੋ ਹੁਣ ਤੱਕ ਦਾ ਰਿਕਾਰਡ ਹੈ। ਹਾਲਾਂਕਿ ਆਲ ਇੰਡੀਆ ਪੈਟਰੋਲੀਅਮ ਡੀਲਰ ਐਸੋਸੀਏਸ਼ਨ ਦੀ ਤਰਫੋਂ ਇਹ ਬਿਆਨ ਆਇਆ ਕਿ ਇਹ ਜਿਹੜਾ ਵਾਧਾ ਕੱਚੇ ਤੇਲ ਦੀਆਂ ਕੀਮਤਾਂ ਅਤੇ ਕੌਮਾਂਤਰੀ ਬਾਜ਼ਾਰ ਦੇ ਵਿੱਚ ਤੇਲ ਦੀਆਂ ਕੀਮਤਾਂ ਦੇ ਹੋਏ ਵਾਧੇ ਨੂੰ ਲੈ ਕੇ ਹੋਇਆ। ਅਤੇ ਇਹ ਸੀ ਤੇਲ ਅਤੇ ਤੇਲ ਦੀ ਧਾਰ। ਪਰ ਸਿਆਸੀ ਤੌਰ 'ਤੇ ਜਿਹੜਾ ਕੋਈ ਮੋਦੀ ਸਾਹਿਬ ਅਜੇ ਤੇਲ ਅਤੇ ਤੇਲ ਦੀ ਧਾਰ ਵੇਖ ਰਹੇ ਨੇ। ਉਹ ਅਜੇ ਇਸ ਮੁਤਲਕ ਆਪਣੇ ਪੱਤੇ ਨਹੀਂ ਖੋਲ੍ਹ ਰਹੇ। ਉਹ ਇਸੇ ਗੱਲ 'ਤੇ ਡਟੇ ਨੇ। ਹਾਲਾਂਕਿ ਉਹਨਾਂ ਦੇ ਜਿਹੜੇ ਬੁਲਾਰੇ ਨੇ ਆਰਪੀ ਸਿੰਘ ਹੋਵੇ ਜਾਂ ਹੋਰ ਨੇ, ਉਹ ਕਹਿੰਦੇ ਤੁਸੀਂ ਮੇਰੇ ਨਾਲ ਚੱਲੋ, ਮੈਂ ਤੁਹਾਡੀ ਮੋਦੀ ਸਾਹਿਬ ਨਾਲ ਗੱਲ ਕਰਾਵਾਂਗਾ, ਬਲਾ ਬਲਾ। ਇਹ ਸਾਰੇ ਦੇ ਮੱਦੇਨਜ਼ਰ ਭਾਰਤੀ ਜਨਤਾ ਪਾਰਟੀ ਹਰ ਹਰਬਾ ਜਰਬਾ ਵਰਤ ਰਹੀ ਹੈ ਬੰਗਾਲ ਦੇ ਵਿੱਚ ਕਾਮਰੇਡਾਂ ਦਾ ਕਿਲ੍ਹਾ ਤੋੜਨ ਦਾ, ਕਿਉਂਕਿ ਕਾਮਰੇਡਾਂ ਦਾ ਇੱਕ ਗਰੁੱਪ ਜਿਹੜਾ ਪਹਿਲਾਂ 30-35 ਸਾਲ ਰਾਜ ਕਰਦਾ ਰਿਹਾ, ਉਸ ਕਿਲ੍ਹੇ ਦੇ ਵਿੱਚ ਸੇਂਧ ਲਾਈ ਸੀ ਮਮਤਾ ਬੈਨਰਜੀ ਦੇ ਤ੍ਰਿਣਮੂਲ ਕਾਂਗਰਸ ਗਰੁੱਪ ਨੇ। ਇਹਦੀ ਵਿਚਾਰਧਾਰਾ ਵੀ ਖੱਬੇ ਪੱਖੀ, ਇਹ 'ਚ ਕੋਈ ਦੁਰਾਵਾ ਨਹੀਂ ਹੈ। ਹੁਣ ਮਮਤਾ ਬੈਨਰਜੀ ਨੂੰ ਸੱਤਾ ਤੋਂ ਲਾਂਭੇ ਕਰਨ ਦੇ ਵਾਸਤੇ ਜਿਹੜਾ ਖਾਸ ਕਰਕੇ ਇਹਨਾਂ ਦੇ ਬੰਗਾਲ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਨਿਗਰਾਨ ਆਗੂ ਨੇ ਕੈਲਾਸ਼ ਵਿਜੇ ਵਰਗੀ, ਉਹਨੇ ਮੱਧ ਪ੍ਰਦੇਸ਼ ਦੇ ਇੰਦੌਰ ਦੇ ਵਿੱਚ ਇੱਕ ਵੱਡਾ ਖੁਲਾਸਾ ਕੀਤਾ ਕਿ ਪੱਛਮੀ ਬੰਗਾਲ ਦੇ ਮੁੱਖ ਮੰਤਰੀ ਮਮਤਾ ਬੈਨਰਜੀ ਦੀ ਪਾਰਟੀ ਤ੍ਰਿਣਮੂਲ ਕਾਂਗਰਸ ਦੇ 41 ਵਿਧਾਇਕ ਉਹਨਾਂ ਦੇ ਸੰਪਰਕ ਦੇ ਵਿੱਚ ਨੇ, ਜਿਨ੍ਹਾਂ ਨੂੰ ਭਾਜਪਾ ਆਪਣੇ 'ਚ ਸ਼ਾਮਲ ਕਰੇਗੀ। ਪਰ ਉਹ 41 ਦੇ ਵਿੱਚੋਂ ਵੀ ਚੁਣੇਗੀ ਕਿ ਵਧੀਆ ਅਕਸ ਵਾਲੇ ਆਗੂਆਂ ਨੂੰ ਹੀ ਭਾਜਪਾ ਦੇ ਵਿੱਚ ਸ਼ਾਮਲ ਕੀਤਾ ਜਾਵੇ। ਸੋ ਇਸ ਤਰ੍ਹਾਂ
ਦੇ ਜਿਹੜੇ ਨੇ ਜੋੜ ਤੋੜ ਹਾਰਸ ਟ੍ਰੇਡਿੰਗ ਕਹਿੰਦੇ ਆ ਵੈਸੇ ਤਾਂ ਇਸ ਚੀਜ਼ ਨੂੰ, ਪਰ ਇਹ ਹਾਰਸ ਟ੍ਰੇਡਿੰਗ ਤਾਂ ਮੈਂ ਘੱਟ ਸਮਝਦਾ, ਇਹ ਗਧਿਆਂ ਦਾ ਵਪਾਰ ਸਮਝਦਾ ਕਿ ਗਧੇ ਲੋਕ ਹੁੰਦੇ ਨੇ ਜਿਹੜੇ ਇਸ ਤਰ੍ਹਾਂ ਖੇਮਾ ਛੱਡ ਕੇ, ਆਪਣੀ ਪਾਰਟੀ ਛੱਡ ਕੇ, ਕਿਉਂਕਿ ਵਿਚਾਰਕ ਮਤਭੇਦ ਹੋਵੇ ਵੱਖਰੀ ਗੱਲ ਹੈ, ਪਰ ਜੇ ਤੁਸੀਂ ਸੱਤਾ ਦੇ ਲਾਲਚ ਦੇ ਵਿੱਚ ਧੋਖਾ ਦਿੰਦੇ ਹੋ ਉਹ ਚੀਜ਼ਾਂ ਗਲਤ ਨੇ। ਵਿਚਾਰਕ ਮਤਭੇਦ ਕਿਸੇ ਗੱਲ ਨੂੰ ਹੋਣ, ਉਹਨਾਂ ਚੀਜ਼ਾਂ 'ਤੇ ਜਿਹੜਾ ਹੈਗਾ ਸਹਿਮਤੀ ਹੋ ਸਕਦੀ ਹੈ। ਇਸ ਦੇ ਨਾਲ ਨਾਲ ਇਸ ਅੰਦੋਲਨ ਦੇ ਚੱਲਦਿਆਂ ਜਿਵੇਂ ਨਵੇਂ ਤੌਰ ਤਰੀਕੇ ਨਾਲ ਲੋਹੜੀ ਮਨਾਈ ਗਈ, ਤਿਲਾਂ ਦੀ ਜਗ੍ਹਾ ਕਾਲੇ ਕਾਨੂੰਨ ਦੀਆਂ ਕਾਪੀਆਂ ਸਾੜੀਆਂ ਗਈਆਂ। ਸੋ ਇਸ ਰਵਾਇਤੀ ਲੋਹੜੀ ਦਾ ਤਿਉਹਾਰ ਜਿਹੜਾ ਹੈਗਾ ਮਨਾਉਣ ਦੇ ਨਾਲ ਪੂਰੇ ਭਾਰਤ ਦੇ ਵਿੱਚ ਇਹ ਜਿਹੜਾ ਸੁਨੇਹਾ ਗਿਆ ਕਿ ਕਿਤੇ ਨਾ ਕਿਤੇ ਲੋਕ ਇਹ ਗੱਲ ਸੋਚਣ ਨੂੰ ਮਜਬੂਰ ਹੋ ਗਏ ਨੇ ਕਿ ਆਖਰ ਕਿਉਂ ਇਹ ਕਿਸਾਨ ਨੇ ਜਿਹੜੇ ਇਹ ਕਿਸਾਨ ਕਿਉਂ ਇਸ ਤਰ੍ਹਾਂ ਜਿਹੜਾ ਹੈਗਾ ਲੋਹੜੀ ਦੇ ਦੌਰਾਨ ਇਹ ਕਾਗਜ਼ ਕਾਲੇ ਕਾਨੂੰਨ ਦੇ ਸੁੱਟ ਰਹੇ ਨੇ। ਕਿਉਂਕਿ ਇਸ ਦੀ ਜਦੋਂ ਫੁਟੇਜ ਭਾਰਤ ਭਰ ਦੇ ਵਿੱਚ ਜਾਂਦੀ ਹੈ ਅਤੇ ਕਿਤੇ ਨਾ ਕਿਤੇ ਆਮ ਜਿਹੜੇ ਲੋਕ ਨੇ ਉਹਨਾਂ ਨੂੰ ਪਤਾ ਲੱਗਦਾ ਕਿ ਇਹ ਜਿਹੜਾ ਵਰਤਾਰਾ ਵਾਪਰ ਰਿਹਾ ਇਸ ਦੇ ਮੁਤਲਕ ਉਹ ਵੀ ਸੁਚੇਤ ਹੁੰਦੇ ਨੇ ਕਿ ਸਾਨੂੰ MSP ਕਿਉਂ ਨਹੀਂ ਮਿਲਦਾ। ਜੇ ਪੰਜਾਬ ਨੂੰ ਮਿਲਦਾ MSP ਬੰਦ ਹੋਇਆ, ਉਹ ਵਿਰੋਧ ਕਰ ਰਹੇ ਨੇ, ਤਾਂ ਫਿਰ ਸਾਨੂੰ ਵੀ ਆਪਣੀ ਫਸਲ ਦਾ MSP ਮਿਲਣਾ ਚਾਹੀਦਾ। ਸੋ ਕਾਲੇ ਕਾਨੂੰਨਾਂ ਦੇ ਖਿਲਾਫ ਕਿਸਾਨ ਅੰਦੋਲਨ ਦਾ ਜੋ ਦਿੱਲੀ ਦੇ ਵਿੱਚ ਧਰਨਾ ਉਸ ਦਾ ਅੱਜ 50ਵਾਂ ਦਿਨ ਹੈ। ਇਸ 50ਵੇਂ ਦਿਨ 'ਤੇ ਕਿਸਾਨ ਲਗਾਤਾਰ ਆਪਣੀ ਉਸੇ ਜਦੋਜਹਿਦ ਦੇ ਵਿੱਚ ਜੁਟੇ ਹੋਏ ਨੇ। ਪੰਜਾਬ ਦੇ ਵਿੱਚ ਵੀ ਵੱਖ-ਵੱਖ ਕਿਸਾਨ ਯੂਨੀਅਨ ਦੇ ਆਗੂ ਆਏ ਨੇ ਜਿਹੜੇ ਆਪਣੇ 26 ਤਾਰੀਖ ਦਾ ਜੋ ਉਹਨਾਂ ਦਾ ਸੰਘਰਸ਼ ਹੈ ਉਸ ਸੰਘਰਸ਼ ਦੇ ਮੱਦੇਨਜ਼ਰ, ਖਾਸ ਕਰਕੇ ਜਿਹੜੀ ਕਿਸਾਨ ਪਰੇਡ ਆ ਉਸ ਦੇ ਮੱਦੇਨਜ਼ਰ ਆਪਣੀ ਇਕਜੁੱਟਤਾ ਦੇ ਵਾਸਤੇ, ਆਪਣੇ ਪ੍ਰਦਰਸ਼ਨ ਦੇ ਵਾਸਤੇ ਵੱਧ ਤੋਂ ਵੱਧ ਇਕੱਠ ਕਰ ਰਹੇ ਨੇ। ਜਿਸ ਤਰ੍ਹਾਂ ਆਪਾਂ ਸਵੇਰੇ ਵੀ ਖਬਰਾਂ ਦੇ ਵਿੱਚ ਜ਼ਿਕਰ ਕੀਤਾ ਸੀਗਾ ਕਿ ਸੰਗਰੂਰ ਜ਼ਿਲ੍ਹੇ ਦੇ ਕੁਝ ਪਿੰਡਾਂ ਦੇ ਵਿੱਚ ਤੇ ਇੰਨਾ ਕਾਨੂੰਨ ਬਣਾ ਦਿੱਤਾ ਕਿਸਾਨਾਂ ਨੇ ਆਪਣੇ ਤੌਰ 'ਤੇ ਹੀ ਕਿ ਜਿਹੜਾ ਵਿਅਕਤੀ ਇਸ ਅੰਦੋਲਨ ਦੇ ਵਿੱਚ ਨਹੀਂ ਜਾ ਸਕਦਾ ਉਹ 2100 ਰੁਪਇਆ ਖਰਚਾ ਦੇਵੇ। ਉਸ 2100 ਰੁਪਈਆ ਜਿਹੜੇ ਲੋਕ ਬਾਰਡਰ 'ਤੇ ਜਾਣਗੇ ਉਹਨਾਂ ਦੇ ਜੇਬ ਖਰਚ ਵਾਸਤੇ, ਤੇਲ ਪਾਣੀ ਵਾਸਤੇ ਵਰਤਿਆ ਜਾਵੇਗਾ। ਇਹ ਫੈਸਲਾ ਕਿਸਾਨ ਯੂਨੀਅਨ ਵੱਲੋਂ ਲਿਆ ਗਿਆ। ਸੰਗਰੂਰ ਜ਼ਿਲ੍ਹੇ ਦੇ ਕੁਝ ਇੱਕ ਪਿੰਡਾਂ ਦੇ ਵਿੱਚ ਇਹ ਸ਼ਰਤ ਲਾਜ਼ਮ ਕਰ ਦਿੱਤੀ ਗਈ ਹੈ ਕਿ ਹਰ ਘਰ ਦਾ ਇੱਕ ਬੰਦਾ ਕਿਸਾਨ ਅੰਦੋਲਨ ਦੇ ਵਿੱਚ ਦਿੱਲੀ ਜਾਵੇ। ਇਸ ਸੰਬੰਧੀ ਵਲੰਟੀਅਰਾਂ ਦੀ ਭਰਤੀ ਕੀਤੀ ਜਾ ਰਹੀ ਹੈ। ਜਿਹੜੀਆਂ ਬੀਬੀਆਂ ਨੇ ਉਹ ਟਰੈਕਟਰ ਚਲਾਉਣ ਦੀ ਪ੍ਰੈਕਟਿਸ ਕਰ ਰਹੀਆਂ ਨੇ, ਅਭਿਆਸ ਕਰ ਰਹੀਆਂ ਨੇ। ਸੋ ਦੁਆਬੇ ਦੇ ਹਰ ਪਿੰਡ ਦੇ ਵਿੱਚੋਂ 10 ਟਰੈਕਟਰ ਲੈ ਜਾਣ ਦੀ ਤਿਆਰੀ ਹੈ। ਸੰਗਰੂਰ ਦੇ ਪਿੰਡ ਭੁੱਲਰਹੇੜੀ ਦੇ ਵਿੱਚ ਇਹ ਫੈਸਲਾ ਕੀਤਾ ਗਿਆ। ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੀ ਅਗਵਾਈ ਦੇ ਵਿੱਚ ਜਿਹੜੇ ਉਹਨਾਂ ਦੇ ਸੰਗਰੂਰ ਦੇ ਪ੍ਰਧਾਨ ਨੇ ਜਸਵੀਰ ਸਿੰਘ, ਉਹਨਾਂ ਦੀ ਅਗਵਾਈ ਦੇ ਵਿੱਚ ਗੁਰੂ ਘਰ ਦੇ ਵਿੱਚ ਇਹ ਐਲਾਨ ਕਰਵਾਇਆ ਗਿਆ ਸਪੀਕਰ ਤੋਂ ਕਿ ਦਿੱਲੀ ਜਾਣ ਵਾਲੇ ਹਰ ਵਿਅਕਤੀ ਨੂੰ ਦਿੱਲੀ ਹਰ ਘਰ ਦੇ ਵਿੱਚੋਂ ਇੱਕ ਬੰਦਾ ਜ਼ਰੂਰ ਜਾਵੇ। ਜੇ ਕੋਈ ਵਿਅਕਤੀ ਟਰੈਕਟਰ ਲੈ ਕੇ ਦਿੱਲੀ ਨਹੀਂ ਜਾ ਰਿਹਾ ਤਾਂ ਉਸ ਪਰਿਵਾਰ ਨੂੰ 2100 ਰੁਪਏ ਦੀ ਪਰਚੀ ਕਟਾਉਣੀ ਹੋਵੇਗੀ। ਇਸ ਨੂੰ ਭਾਵੇਂ ਜੁਰਮਾਨਾ ਸਮਝੋ, ਭਾਵੇਂ ਟਰੈਕਟਰ ਜਿਹੜੇ ਦੂਜੇ ਜਾਣੇ ਨੇ ਉਹਨਾਂ ਦੇ ਵਿੱਚ ਤੇਲ ਪਾਉਣ ਦਾ ਖਰਚਾ ਸਮਝੋ। ਇਸ ਭੁੱਲਰਹੇੜੀ ਪਿੰਡ ਦੇ ਵਿੱਚ 2600 ਵੋਟਾਂ ਨੇ, 600 ਘਰਾਂ ਵਾਲੇ ਇਸ ਪਿੰਡ ਦੇ ਵਿੱਚ 100 ਟਰੈਕਟਰ ਨੇ। ਅਤੇ ਹਾਲਾਂਕਿ ਭੁਪਿੰਦਰ ਸਿੰਘ ਲੌਂਗੋਵਾਲ ਨੇ ਜਿਹੜੇ 30 ਕਿਸਾਨ ਸੰਗਠਨਾਂ ਦੇ ਸਹਿਯੋਗੀ, ਜਿਹੜੀ ਕਿਰਤੀ ਕਿਸਾਨ ਯੂਨੀਅਨ ਦੇ ਯੂਥ ਵਿੰਗ ਦੇ ਕਨਵੀਨਰ ਭੁਪਿੰਦਰ ਸਿੰਘ ਲੌਂਗੋਵਾਲ, ਇਹ ਕਹਿੰਦੇ ਕੋਈ ਜੁਰਮਾਨਾ ਨਹੀਂ ਹੈ, ਕੋਈ ਇਸ ਤਰ੍ਹਾਂ ਦਾ ਨਿਰਦੇਸ਼ ਨਹੀਂ ਦਿੱਤਾ ਗਿਆ। ਜੇ ਕੋਈ ਪਿੰਡ ਪੱਧਰ 'ਤੇ ਇੱਦਾਂ ਦੇ ਫੈਸਲੇ ਕਰਦਾ ਉਹ ਇਹਨਾਂ ਦੀ ਆਪਸੀ ਰਜਾਮੰਦੀ ਹੋ ਸਕਦੀ ਹੈ। ਅਸੀਂ ਵੈਸੇ ਕਿਸੇ ਨੂੰ ਵੀ ਇਹ ਨਹੀਂ ਕਹਿੰਦੇ ਕਿ ਉਹ ਜਿਹੜਾ ਨਹੀਂ ਜਾ ਪਾਉਂਦਾ ਉਸ ਨੂੰ 2100 ਰੁਪਇਆ ਜੁਰਮਾਨਾ ਕੀਤਾ ਜਾਵੇ। ਸੋ ਧੁੰਦ ਦੇ ਮੱਦੇਨਜ਼ਰ ਕਾਫੀ ਸਾਰੇ ਹਾਦਸੇ ਵਾਪਰ ਰਹੇ ਨੇ, ਪਰ ਫਿਰ ਵੀ ਲੋਕ ਇਸ ਧੁੰਦ ਅਤੇ ਯੱਖ ਠੰਡੇ ਮੌਸਮ ਦੇ ਵਿੱਚ ਦਿੱਲੀ ਜਾਣ ਵਾਸਤੇ ਵਹੀਰਾਂ ਕੱਤ ਰਹੇ ਨੇ। ਅਤੇ ਜਗਦੀਪ ਸਿੰਘ ਕੈਨੇਡਾ ਤੋਂ ਸੁਨੇਹਾ ਆਇਆ, ਉਹਨਾਂ ਦਾ ਰੈਗੂਲਰ ਲਿਸਨਰ ਨੇ, ਉਹਨਾਂ ਦਾ ਵੀ ਧੰਨਵਾਦ ਹੈ। ਅਤੇ ਇਸ ਦੇ ਨਾਲ ਨਾਲ ਤੁਸੀਂ ਇਸ ਪ੍ਰੋਗਰਾਮ ਦੇ ਵਿੱਚ ਗੱਲ ਕਰਨੀ ਹੋਵੇ ਤਾਂ 9876309655 'ਤੇ ਸੰਪਰਕ ਕੀਤਾ ਜਾ ਸਕਦਾ ਹੈ। 9876309655 'ਤੇ ਤੁਸੀਂ ਕੋਈ ਆਪਣਾ ਰਿਕਾਰਡਡ ਮੈਸੇਜ, ਲਿਖਤ ਸੁਨੇਹਾ ਛੱਡਣਾ ਚਾਹੋ ਉਹ ਵੀ ਛੱਡ ਸਕਦੇ ਹੋ। ਬਲਵੀਰ ਸਿੰਘ ਰਾਜੇਵਾਲ ਹੋਰਾਂ ਨੇ ਜਿਹੜੀ ਚਿੱਠੀ ਲਿਖੀ ਹੈ
ਉਹ ਮੈਂ ਤੁਹਾਡੇ ਨਾਲ ਜ਼ਰੂਰ ਸਾਂਝਾ ਕਰਾਂਗਾ। ਕਿਸਾਨ ਅੰਦੋਲਨ ਦੇ ਮੱਦੇਨਜ਼ਰ ਉਹਨਾਂ ਨੇ ਆਪਣਾ ਖੁੱਲ੍ਹਾ ਖੱਤ ਪੰਜਾਬੀਆਂ ਦੇ ਕਿਸਾਨਾਂ ਦੇ ਨਾਂ 'ਤੇ ਲਿਖਿਆ, ਜਿਸ ਨੂੰ ਜਿਹੜਾ ਉਹਨਾਂ ਦਾ ਇੱਕ ਹੁਣ ਤੱਕ ਦਾ ਜੋ ਪੜਚੋਲ ਉਹਨਾਂ ਨੇ ਕੀਤੀ ਇਸ ਅੰਦੋਲਨ ਦੀ, ਉਸ ਮੁਤਲਕ ਲਿਖਿਆ। ਬਲਵੀਰ ਸਿੰਘ ਰਾਜੇਵਾਲ ਵੱਲੋਂ ਜਾਰੀ ਕੀਤੇ ਗਏ ਇਸ ਪ੍ਰੈਸ ਨੋਟ ਨਵਾਂ ਪੱਤਰ ਦੇ ਵਿੱਚ ਲਿਖਿਆ ਗਿਆ ਕਿ ਇਸ ਵੇਲੇ ਅਸੀਂ ਕੇਂਦਰ ਸਰਕਾਰ ਵੱਲੋਂ ਬਣਾਏ ਗਏ 3 ਕਿਸਾਨ ਵਿਰੋਧੀ ਕਾਨੂੰਨਾਂ ਨੂੰ ਰੱਦ ਕਰਾਉਣ ਦਾ ਅੰਦੋਲਨ ਕਰ ਰਹੇ ਹਾਂ। ਜਿਸ ਸਿਰੜ ਅਤੇ ਅਨੁਸ਼ਾਸਨ ਨਾਲ ਤੁਸੀਂ ਸ਼ਾਂਤਮਈ ਰਹਿ ਕੇ ਇਸ ਅੰਦੋਲਨ ਨੂੰ ਹੁਣ ਤੱਕ ਚਲਾਇਆ, ਉਸ ਦੀ ਦੁਨੀਆ ਦੇ ਵਿੱਚ ਕਿਧਰੇ ਵੀ ਮਿਸਾਲ ਨਹੀਂ ਮਿਲਦੀ। ਇਹ ਇਤਿਹਾਸ ਦੇ ਵਿੱਚ ਦੁਨੀਆ ਦਾ ਸਭ ਤੋਂ ਲੰਮਾ ਸਮਾਂ, ਸਭ ਤੋਂ ਵੱਧ ਲੋਕਾਂ ਦੀ ਸ਼ਮੂਲੀਅਤ ਵਾਲਾ ਅਤੇ ਪੂਰਨ ਸ਼ਾਂਤਮਈ ਅੰਦੋਲਨ ਹੋ ਨਿਬੜਿਆ। ਪੂਰੇ ਸੰਸਾਰ ਦੀਆਂ ਅੱਖਾਂ ਇਸ ਨੂੰ ਤੀਬਰਤਾ ਨਾਲ ਵੇਖ ਰਹੀਆਂ ਨੇ। ਦੁਨੀਆ ਭਰ ਦੇ ਵਿੱਚ ਬੈਠੇ ਪੰਜਾਬੀ ਆਮ ਭਾਰਤੀ ਲੋਕ ਆਪੋ ਆਪਣਾ ਯੋਗਦਾਨ ਪਾਉਣ ਦੇ ਥਾਂ ਤਾਂ ਧਰਨੇ ਜਲੂਸ ਕੱਢ ਕੇ ਇਸ ਦੇ ਵਿੱਚ ਆਪਣੀ ਹਾਜ਼ਰੀ ਲਵਾ ਰਹੇ ਨੇ। ਇਹ ਕੇਵਲ ਕਿਸਾਨਾਂ ਦਾ ਅੰਦੋਲਨ ਨਹੀਂ ਰਿਹਾ, ਦੇਸ਼ ਦੇ ਹਰ ਵਰਗ ਨੇ ਇਹਨਾਂ ਕਾਨੂੰਨਾਂ ਦੇ ਮਾੜੇ ਪ੍ਰਭਾਵ ਨੂੰ ਸਮਝ ਕੇ ਇਸ ਦੇ ਵਿੱਚ ਆਪਣੀ ਸ਼ਮੂਲੀਅਤ ਦਰਜ ਕਰਾਈ ਹੈ। ਅੱਜ ਇਹ ਦੇਸ਼ ਭਰ ਦੇ ਵਿੱਚ ਇੱਕ ਜਨ ਅੰਦੋਲਨ ਬਣ ਗਿਆ। ਇਹ ਪੰਜਾਬ ਤੋਂ ਸ਼ੁਰੂ ਹੋ ਕੇ ਹਰਿਆਣਾ, ਯੂਪੀ, ਉੱਤਰਾਖੰਡ, ਰਾਜਸਥਾਨ, ਦੇਸ਼ ਦੇ ਸੂਬਿਆਂ, ਸਾਰੇ ਸੂਬਿਆਂ 'ਚ ਫੈਲ ਚੁੱਕਾ। ਭਰਾਵੋ, ਮੈਂ ਤੁਹਾਨੂੰ ਵਾਰ-ਵਾਰ ਇਹੀ ਅਪੀਲ ਕਰਦਾ ਕਿ ਇਹ ਅੰਦੋਲਨ ਉਹੀ ਸਫਲ ਹੁੰਦਾ ਜੋ ਪੂਰੀ ਤਰ੍ਹਾਂ ਸ਼ਾਂਤਮਈ ਰਹੇ। ਜਦੋਂ ਵੀ ਅੰਦੋਲਨ ਦੇ ਵਿੱਚ ਹਿੰਸਾ ਆਉਂਦੀ, ਉਸ ਦਾ ਪਤਨ ਹੁੰਦਾ ਹੈ। ਤੁਸੀਂ ਇਸ ਨੂੰ ਸ਼ਾਂਤਮਈ ਰੱਖਿਆ, ਇਸ ਲਈ ਤੁਹਾਡੇ ਧੰਨਵਾਦੀ ਹਾਂ। ਅੰਦੋਲਨ ਦੇ ਅਗਲੇ ਪੜਾਅ ਅੱਗੇ ਵਧਦੇ ਨੇ। ਤੁਸੀਂ ਸੈਮੀਨਾਰਾਂ, ਧਰਨਿਆਂ ਤੋਂ ਲੈ ਕੇ ਰੇਲ ਪਟੜੀਆਂ, ਅੰਦੋਲਨ ਦੇ ਰਾਹੀਂ ਭਾਰਤ ਬੰਦ ਵਰਗੇ ਸਫਲ ਕਦਮਾਂ ਨਾਲ ਦਿੱਲੀ ਦੁਆਲੇ ਵੱਖ-ਵੱਖ ਨਾਕਿਆਂ ਉੱਤੇ ਵੱਡੀ ਗਿਣਤੀ ਦੇ ਵਿੱਚ ਇਕੱਠ ਕਰੀ ਬੈਠੇ ਹੋ। ਕੜਾਕੇ ਦੀ ਠੰਡ ਹੈ, ਮੀਂਹ ਹੈ, ਫਿਰ ਵੀ ਤੁਸੀਂ ਟਰਾਲੀਆਂ ਦੇ ਵਿੱਚ ਆਪਣਾ ਘਰ ਪਾ ਕੇ ਸ਼ਾਂਤਮਈ ਸੰਘਰਸ਼ ਕਰ ਰਹੇ ਹੋ। ਅੰਦੋਲਨ ਆਪਣੀ ਚਾਲ ਸ਼ਾਂਤਮਈ ਢੰਗ ਨਾਲ ਚੱਲ ਰਿਹਾ। ਹਰ ਪੜਾਅ ਨੂੰ ਸਫਲਤਾ ਪ੍ਰਾਪਤ ਹੋ ਰਹੀ ਹੈ। ਅੰਦੋਲਨ ਦੇ ਵਿੱਚ ਹਰ ਸਮੇਂ ਰਣਨੀਤੀ ਅਨੁਸਾਰ ਨਵੇਂ ਪੜਾਅ ਤੈਅ ਕਰਨੇ ਹੁੰਦੇ ਨੇ। ਇਸ ਲਈ ਅਸੀਂ ਲੋਹੜੀ 'ਤੇ ਇਹਨਾਂ ਕਾਲੇ ਕਾਨੂੰਨਾਂ ਦੀਆਂ ਕਾਪੀਆਂ ਸਾੜੀਆਂ। ਇਸ ਵਾਰ 18 ਜਨਵਰੀ ਨੂੰ ਮਹਿਲਾ ਦਿਵਸ ਨੂੰ ਕਿਸਾਨ ਮਹਿਲਾ ਦਿਵਸ ਦੇ ਵਜੋਂ ਮਨਾ ਰਹੇ ਹਾਂ। ਦਸ਼ਮੇਸ਼ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਭਾਵ 20 ਜਨਵਰੀ ਨੂੰ ਅਸੀਂ ਸੰਕਲਪ ਦਿਵਸ ਵਜੋਂ ਮਨਾਵਾਂਗੇ ਅਤੇ ਖਾਸ ਤੌਰ 'ਤੇ ਸਤਿਗੁਰੂ ਦੇ ਸ਼ਬਦ ਕੇ ਦੇਸ਼ ਸੇਵਾ ਵਰ ਮੋਹੇ ਇਹਾ ਦਾ ਗਾਇਨ ਕਰਕੇ ਅੰਦੋਲਨ ਦੇ ਵਿੱਚ ਸ਼ਾਂਤਮਈ ਰਹਿਣ ਦਾ ਸੰਕਲਪ ਕਰਾਂਗੇ। ਸੁਭਾਸ਼ ਚੰਦਰ ਬੋਸ ਆਜ਼ਾਦ ਹਿੰਦ ਫੌਜ ਵਾਲੇ, ਉਹਨਾਂ ਦੇ ਜਨਮ ਦਿਹਾੜੇ ਦੇ ਮੌਕੇ 23 ਜਨਵਰੀ ਨੂੰ ਆਜ਼ਾਦ ਹਿੰਦ ਕਿਸਾਨ ਦਿਵਸ ਵਜੋਂ ਮਨਾਵਾਂਗੇ। ਅਤੇ ਹਰ ਸਾਲ 26 ਜਨਵਰੀ ਸਾਡਾ ਗਣਤੰਤਰ ਦਿਵਸ ਆਉਂਦਾ ਹੈ ਅਤੇ ਉਸ ਦਿਨ ਅਸੀਂ 26 ਜਨਵਰੀ ਨੂੰ ਵੱਡੀ ਗਿਣਤੀ ਦੇ ਵਿੱਚ ਦਿੱਲੀ ਦੇ ਬਾਰਡਰ 'ਤੇ ਨਾਕਿਆਂ ਤੋਂ ਕਿਸਾਨ ਪਰੇਡ ਕਰਾਂਗੇ। ਉਸ ਤੋਂ ਬਾਅਦ ਦੇ ਪੜਾਅ ਉੱਤੇ ਉਦੋਂ ਤੱਕ ਇਹ ਜਾਰੀ ਰਿਹਾ ਜਾਵੇਗਾ, ਅੰਦੋਲਨ ਚੱਲਦਾ ਰਹੇਗਾ ਜਦੋਂ ਤੱਕ ਇਹ ਅੰਦੋਲਨ ਦਾ ਮਿਸ਼ਨ ਸਫਲ ਨਹੀਂ ਹੋ ਜਾਂਦਾ। ਮੈਂ ਤੁਹਾਨੂੰ ਖਾਸ ਤੌਰ 'ਤੇ ਇਸ ਕਰਕੇ ਸੰਬੋਧਿਤ ਹੋ ਰਿਹਾ ਕਿ 26 ਜਨਵਰੀ ਦੇ ਅੰਦੋਲਨ ਸੰਬੰਧੀ ਫੈਲਾਈਆਂ ਜਾ ਰਹੀਆਂ ਅਫਵਾਹਾਂ, ਗਲਤ ਫਹਿਮੀਆਂ ਦੂਰ ਹੋ ਸਕਣ ਕਿ ਕਿਸਾਨ ਪਰੇਡਾਂ ਕਿਵੇਂ ਹੋਣੀਆਂ, ਅਸੀਂ ਕਿਸਾਨ ਪਰੇਡ ਕਿੱਦਾਂ ਕਰਨੀ ਹੈ, ਇਹ ਅਗਲੇ ਹਫ਼ਤੇ ਐਲਾਨ ਕਰਾਂਗੇ। ਅੱਜ ਮੈਂ ਵੇਖਿਆ ਸੀ ਗਲੋਬਲ ਪੰਜਾਬ 'ਤੇ ਇੱਕ ਕਮੈਂਟ ਆਇਆ ਸੀ ਮੇਰੇ ਸਵੇਰ ਦੇ ਪ੍ਰੋਗਰਾਮ ਦੇ ਵਿੱਚ ਅਮਰੀਕ ਸਿੰਘ ਜੱਜ ਹੋਰਾਂ ਦਾ ਕਿ ਪਹਿਲਾਂ ਤਾਂ ਕਹਿੰਦੇ ਸੀ ਉੱਥੇ ਜਿਹੜਾ ਹੈਗਾ ਅਸੀਂ ਪਰੇਡ ਕਰਾਂਗੇ ਜਨਪਦ 'ਤੇ, ਹੁਣ ਕਹਿੰਦੇ ਅਸੀਂ ਉੱਥੇ ਤੱਕ ਜਾਵਾਂਗੇ। ਇਹ ਕਹਿੰਦੇ ਥਿੜਕ ਗਏ, ਡਰ ਗਏ। ਇੱਦਾਂ ਦਾ ਨਹੀਂ ਹੁੰਦਾ। ਦੇਖੋ, ਸਰਕਾਰ ਦੇ ਪੈਰਲਲ ਤੁਸੀਂ ਇੱਕ ਐਜੀਟੇਸ਼ਨ ਚਲਾ ਰਹੇ ਹੋ, ਤੁਹਾਨੂੰ ਬਹੁਤ ਸਤਰਕਤਾ ਵਰਤਣੀ ਹੁੰਦੀ ਹੈ। ਨਿੱਕੀ ਜਿਹੀ ਗੱਲ ਤੋਂ ਇਹ ਕਹਿਣਾ ਕਿ ਉਹ ਡਰ ਗਏ, ਫਲਾਂ ਹੋ ਗਏ, ਇਹ ਅੰਦੋਲਨ ਨੂੰ ਢਾਹ ਲਾਉਣ ਵਾਲੀ ਗੱਲ ਹੈ। ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜਦੋਂ ਚਮਕੌਰ ਦੀ ਗੜੀ ਛੱਡੀ ਹੈ, ਉਹ ਵੀ ਇੱਕ ਸਮਾਂ ਸੀ। ਜੇ ਗੁਰੂ ਗੋਬਿੰਦ ਸਿੰਘ ਮਹਾਰਾਜ ਉਸ ਸ਼ਹਾਦਤ ਨੂੰ ਪ੍ਰਾਪਤ ਹੋ ਜਾਂਦੇ ਚਮਕੌਰ ਦੀ ਗੜੀ ਦੇ ਵਿੱਚ, ਤਾਂ ਸਿੱਖਾਂ ਦਾ ਇਤਿਹਾਸ ਅੱਜ ਹੋਰ ਹੋਣਾ ਸੀ। ਜਿਸ ਤਰ੍ਹਾਂ ਗੁਰੂ ਸਾਹਿਬ ਨੇ ਚਮਕੌਰ ਦੀ ਗੜੀ ਦੇ ਵਿੱਚੋਂ ਤਾੜੀ ਮਾਰ ਕੇ ਉੱਥੋਂ ਨਿਕਲੇ, ਉਸ ਤੋਂ ਬਾਅਦ ਫਿਰ ਦੀਨਾ ਕਾਂਗੜ ਹੁੰਦੇ ਹੋਏ ਫਿਰ ਖਿਦਰਾਣੇ ਦੀ ਢਾਬ 'ਤੇ ਲੜਾਈ ਹੋਈ। ਜਿਹੜਾ ਅਸੀਂ ਮੁਕਤਸਰ ਮਾਘੀ ਅੱਜ ਮਨਾ ਰਹੇ ਹਾਂ, ਹੈ ਨਾ, ਬੇਦਾਵਾ ਪਾੜਿਆ। ਉਸ ਤੋਂ ਬਾਅਦ ਤਲਵੰਡੀ ਸਾਬੋ ਪੁੱਜ ਕੇ ਗੁਰੂ ਸਾਹਿਬ ਨੇ ਦਮਦਮਾ ਤਲਵੰਡੀ ਸਾਬੋ ਬਣਿਆ ਜੋ, ਉੱਥੇ ਗੁਰੂ ਸਾਹਿਬ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਕਰਵਾਈ। ਜਿਸ ਤਰ੍ਹਾਂ ਸਿੱਖਾਂ ਦਾ ਅਨਮੋਲ ਖਜ਼ਾਨਾ ਸਰਸਾ ਦਰਿਆ ਦੇ ਵਿੱਚ ਵਹਿ ਗਿਆ ਸੀ, ਉਸ ਸ਼ਬਦ ਗੁਰੂ ਨੂੰ ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਤਲਵੰਡੀ ਸਾਬੋ ਤਖਤ 'ਤੇ ਫਿਰ ਸਾਜਨਾ ਉਸ ਦੀ ਕੀਤੀ। ਉਸ ਤੋਂ ਬਾਅਦ ਸਿੱਖਾਂ ਨੂੰ ਇਕਜੁੱਟ ਕਰਦੇ ਰਹੇ। ਫਿਰ ਬਹਾਦਰ ਸ਼ਾਹ ਦੇ ਨਾਲ ਜਿਸ ਤਰ੍ਹਾਂ ਉਹਨਾਂ ਦਾ ਸੰਪਰਕ ਰਿਹਾ, ਉਸ ਤੋਂ ਬਾਅਦ ਉਹ ਦੱਖਣ ਗਏ, ਉੱਥੋਂ ਬੰਦਾ ਸਿੰਘ ਬਹਾਦਰ ਨੂੰ ਥਾਪੜਾ ਦੇ ਕੇ ਤੋੜਿਆ, ਜਿਸ ਨੇ ਅੱਗੇ ਫਿਰ ਲੋਕ ਅੰਦੋਲਨ ਬਣ ਕੇ, ਜਨ ਅੰਦੋਲਨ ਬਣ ਕੇ ਸਰਹੰਦ ਦੀ ਇੱਟ ਨਾਲ ਇੱਟ ਖੜਕਾਈ। ਫਿਰ ਮਿਸਲਾਂ ਆਈਆਂ, ਮਿਸਲਾਂ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਆਇਆ। ਸਿੱਖ ਕੌਮ ਨੇ 2 ਘੱਲੂਘਾਰੇ ਝੱਲੇ। ਇਸ ਤੋਂ ਬਾਅਦ ਦਿੱਲੀ ਦੇ ਤਖਤ 'ਤੇ ਫਿਰ ਖਾਲਸਾਈ ਝੰਡੇ ਲਹਿਰੇ। ਸੋ ਇਸ ਕਰਕੇ ਜੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਲੜਾਈ ਦੇ ਵਿੱਚ ਜਿਹੜਾ ਪੈਂਤਰਾ ਜੋ ਰਣਨੀਤੀ
ਜੋ ਯੁੱਧ ਨੀਤੀ ਵਾਪਰੀ, ਇਹ ਚੀਜ਼ਾਂ ਹਰ ਅੰਦੋਲਨ ਦਾ ਹਿੱਸਾ ਹੁੰਦੀਆਂ ਨੇ। ਹਰ ਜਗ੍ਹਾ ਕੁਰਬਾਨੀ ਕਰਨਾ ਹੀ ਸਿਆਣਪ ਨਹੀਂ ਹੁੰਦਾ। ਸੋ ਇਸ ਕਰਕੇ ਇਹਨਾਂ ਚੀਜ਼ਾਂ ਨੂੰ ਸਮਝਣਾ ਚਾਹੀਦਾ। ਇਹ ਅੰਦੋਲਨ ਹੈ, ਇੱਕ ਪਾਸੇ ਭਾਰਤ ਸਰਕਾਰ ਸ਼ਕਤੀਸ਼ਾਲੀ ਪਾਵਰ ਹੈ, ਦੂਸਰੇ ਪਾਸੇ ਆਮ ਲੋਕ ਨੇ। ਇਸ ਕਰਕੇ ਦੂਰ ਬੈਠ ਕੇ ਕਿਸੇ ਅੰਦੋਲਨ ਦੇ ਵਿੱਚ ਟੈਂਡ 'ਚ ਕਰਨਾ ਪਾਉਣਾ ਸਿਆਣਪ ਨਹੀਂ ਹੁੰਦੀ। ਇਸ ਕਰਕੇ ਇਹ ਜਿਹੜੇ ਇਸ ਸੰਬੰਧੀ ਕੂੜ ਪ੍ਰਚਾਰ ਹੈ ਕਿ ਤੁਸੀਂ ਤਾਂ ਉੱਥੇ ਪਰੇਡ ਕਰਨੀ ਸੀ, ਹੁਣ ਪਿੱਛੇ ਹਟ ਗਏ, ਇਸ ਸੰਬੰਧੀ ਆਪਾਂ ਫਿਰ ਲੈਟਰ ਵੱਲ ਨੂੰ ਆਈਏ ਜੋ ਰਾਜੇਵਾਲ ਹੋਰਾਂ ਨੇ ਲਿਖੀ ਹੈ ਕਿ ਜਿਹੜੀਆਂ ਅਫਵਾਹਾਂ ਫੈਲ ਰਹੀਆਂ ਨੇ ਕਿ ਕਿਸਾਨਾਂ ਨੇ ਪਰੇਡ ਕਿਵੇਂ ਕਰਨੀ ਹੈ, ਇਸ ਬਾਰੇ ਅਸੀਂ ਅਗਲੇ ਹਫ਼ਤੇ ਐਲਾਨ ਕਰਾਂਗੇ, ਕਿਉਂਕਿ 18 ਤਰੀਕ ਨੂੰ ਸੁਪਰੀਮ ਕੋਰਟ ਦੀ ਸੁਣਵਾਈ ਵੀ ਹੈ। ਜੇ ਇਹ ਪਹਿਲਾਂ ਪੱਤੇ ਖੋਲ੍ਹ ਦਿੰਦੇ ਨੇ ਕਿ ਅਸੀਂ ਤਾਂ ਉੱਥੇ ਪਰੇਡ ਕਰਨੀ ਹੈ, ਇਹ ਕਰਨਾ ਉਹ ਕਰਨਾ, ਅਤੇ ਸੁਪਰੀਮ ਕੋਰਟ ਨੂੰ ਫਿਰ ਕੋਈ ਨਾ ਕੋਈ ਬਨਾਹ ਮਿਲ ਜਾਣੀ ਹੈ ਜਿਸ ਬਨਾਹ 'ਤੇ ਉਹ ਆਰਡਰ ਕਰ ਸਕਦੇ ਨੇ। ਹੁਣ ਜਦੋਂ ਕਿਸਾਨਾਂ ਨੇ ਪੱਤਾ ਹੀ ਅਗਲੇ ਹਫ਼ਤੇ ਖੋਲ੍ਹਣਾ, ਇਹਦੇ ਕਾਰਨ ਹੁੰਦੇ ਨੇ, ਸਮਝਣ ਦੀ ਜ਼ਰੂਰਤ ਹੁੰਦੀ ਹੈ। ਬੇਲੋੜੀਆਂ ਡਿੰਗਾਂ ਮਾਰਨੀਆਂ ਬਹਾਦਰੀ ਨਹੀਂ ਹੁੰਦੀ। 18 ਤਰੀਕ ਨੂੰ ਜਿਸ ਤਰ੍ਹਾਂ ਭਾਰਤ ਸਰਕਾਰ ਨੇ ਰਿਕਰੈਟ ਪਾਈ ਹੈ ਕਿ ਇਹਨਾਂ ਕਿਸਾਨਾਂ ਦੀ ਪਰੇਡ ਭਾਰਤ ਦੀ ਸ਼ਾਖ ਨੂੰ ਬੱਟਾ ਲਾਉਣਾ। ਇਸ ਮੁਤਲਕ ਜੇ ਇਹ ਅੱਜ ਹੀ ਨਸ਼ਰ ਕਰ ਦਿੰਦੇ ਕਿ ਸਾਡੇ ਟਰੈਕਟਰ ਐਂ ਜਾਣਗੇ, ਅਸੀਂ ਉੱਥੇ ਆਹ ਝੰਡਾ ਲੈ ਕੇ ਜਾਣਾ, ਤਿਰੰਗਾ ਲੈ ਕੇ ਜਾਣਾ, ਫਲਾਂ ਕਰਨਾ ਬਲਾ ਕਰਨਾ, ਲਾਲ ਕਿਲ੍ਹੇ 'ਤੇ ਝੰਡਾ ਲਹਿਰਾਉਣਾ, ਇਸ ਦੇ ਨਾਲ ਕੋਰਟ ਦਾ ਜਿਹੜਾ ਡੰਡਾ ਜੋ ਸਰਕਾਰ ਵਰਤ ਰਹੀ ਹੈ ਉਹ ਵਰਤਣਾ ਜਿਹੜਾ ਹੈਗਾ ਸੁਖਾਲਾ ਹੋ ਜਾਣਾ। ਸੋ ਇਸ ਕਰਕੇ ਦੂਰ ਬੈਠੇ ਲੰਮੀਆਂ ਲੰਮੀਆਂ ਨਾ ਛੱਡਿਆ ਕਰੋ। ਜਿਹੜੇ ਉੱਥੇ ਲੜ ਰਹੇ ਨੇ ਉਹਨਾਂ ਨੂੰ ਪਤਾ ਦੀਦਾ ਦਲੇਰੀ ਕੀ ਹੁੰਦੀ ਹੈ। ਖੈਰ, ਇਸ ਕਰਕੇ ਅਗਲੇ ਹਫ਼ਤੇ ਇਹ ਸਾਰੇ ਪੱਤੇ ਖੋਲ੍ਹਣਗੇ ਕਿ ਪਰੇਡ ਕਿੱਦਾਂ ਹੋਵੇ ਅਤੇ ਉਸ ਦੇ ਵਿੱਚ ਕੀ ਕੀਤਾ ਜਾਵੇ ਅਤੇ ਕੀ ਨਾ ਕੀਤਾ ਜਾਵੇ। ਇਹ ਆਪਾਂ ਬਲਵੀਰ ਸਿੰਘ ਰਾਜੇਵਾਲ ਦੀ ਚਿੱਠੀ ਦੀ ਪੜਚੋਲ ਕਰ ਰਹੇ ਹਾਂ ਅਤੇ ਇਸ ਵਕਤ ਇੱਕ ਸਰੋਤੇ ਜੁੜ ਚੁੱਕੇ ਨੇ। ਬਾਈ ਜੀ ਸਤਿ ਸ਼੍ਰੀ ਅਕਾਲ, ਤੁਸੀਂ ਔਨ ਏਅਰ ਹੋ। ਹਾਂ, ਸਤਿ ਸ਼੍ਰੀ ਅਕਾਲ ਟਵਾਣਾ ਜੀ, ਇੰਦਰਜੀਤ ਸਿੰਘ ਉਮਰਪੁਰੀ ਬੋਲ ਰਿਹਾ ਜੀ, ਨਿਊਯਾਰਕ ਤੋਂ। ਹਾਂਜੀ ਉਮਰਪ੍ਰੀਤ ਸਾਹਿਬ, ਕੀ ਹਾਲ ਚਾਲ ਹੈ ਭਾਜੀ? ਮੈਂ ਚਿੱਠੀ ਤੁਸੀਂ ਸੁਣ ਹੀ ਰਹੇ ਹੋਵੋਗੇ ਕਿ ਜਿਸ ਤਰ੍ਹਾਂ ਪੈਂਤਰੇ ਜਾਂ ਰਣਨੀਤੀ ਇਹਨਾਂ ਨੇ ਬਣਾਈ ਹੈ ਕਿ ਭਾਈ ਅਸੀਂ ਅਗਲੇ ਹਫ਼ਤੇ ਦੱਸਾਂਗੇ ਕੀ ਕਰਨਾ। ਤੁਸੀਂ ਵੇਖਿਆ ਹੋਣਾ ਸਵੇਰ ਦੇ ਪ੍ਰੋਗਰਾਮ ਦੇ ਵਿੱਚ ਕਈ ਵੀਰਾਂ ਦੇ ਮੈਸੇਜ ਆਏ ਸੀ ਕਿ ਤਾਂ ਡਰਦੇ ਨੇ, ਹੁਣ ਦੱਸਦੇ ਨਹੀਂ ਕਿ ਝੰਡਾ ਲਹਿਰਾਉਣਾ ਜਾਂ ਕੀ ਕਰਨਾ। ਉਹਦੇ ਬਾਰੇ ਉਹਨਾਂ ਦੀ ਚਿੱਠੀ ਅੱਜ ਖੁਲਾਸੇ ਹੋਏ ਨੇ ਜੀ ਉਮਰਪ੍ਰੀਤ ਸਾਹਿਬ। ਹਾਂਜੀ ਹਾਂਜੀ, ਇਹ ਆ ਵੀ ਮੋਰਚਾ ਬੜਾ ਹੁਣ ਆਪਣੀ ਚੀਜ਼ ਤੇ ਪਹੁੰਚ ਚੁੱਕਾ ਜੀ, ਤੇ ਇਸ ਟਾਈਮ ਜਿਹੜੀ ਬਹੁਤ ਵੱਡੀ ਇਤਿਹਾਸ ਤੇ ਜਾਬਤਾ ਸਬਰ ਸੰਤੋਖ ਦੀ ਬਹੁਤ ਵੱਡੀ ਜ਼ਰੂਰਤ ਹੈ ਇਸ ਟਾਈਮ। ਤੇ ਹੋ ਸਕਦਾ ਕਿ ਉਹ ਸਰਕਾਰੀ, ਤੁਹਾਨੂੰ ਪਤਾ ਵੀ ਏਜੰਸੀਆਂ ਕਈ ਕੁਛ ਕਰਵਾਉਂਦੀਆਂ ਨੇ ਕਿ ਹਾਜ ਤੇ ਆ ਕੇ ਤੇ ਕੁਛ ਨਾ ਕੁਛ ਮੋਰਚੇ ਵਿੱਚ ਗੜਬੜ ਕੀਤੀ ਜਾਵੇ। ਸੋ ਸਾਰਿਆਂ ਨੂੰ ਬੇਨਤੀ ਹੈ, ਕਿਸਾਨ ਭਰਾਵਾਂ ਨੂੰ, ਕਿ ਜਿਹੜੇ ਸਾਡੇ ਮੋਹਰੀ ਨੇ ਉਹਨਾਂ ਦੀ ਜ਼ਰੂਰ ਗੱਲ ਸੁਣਨੀ ਚਾਹੀਦੀ ਆ। ਤੇ ਬਾਕੀ ਦੂਸਰੀ ਹੈਗੀ ਆ ਵੀ ਅਜੇ ਤਾਂ ਪਤਾ ਨਹੀਂ, ਅੱਜ ਦੋ ਜਿਹੜੀਆਂ ਬਹੁਤ ਵਧੀਆ ਗੱਲਾਂ ਹੋਈਆਂ ਨੇ। ਇੱਕ ਮਾਨ ਸਾਹਿਬ ਉਹਨਾਂ ਨੇ ਵੀ ਕਮੇਟੀ ਵਿੱਚੋਂ ਅਸਤੀਫਾ ਦੇ ਦਿੱਤਾ, ਉਸ ਤੋਂ ਬਾਹਰ ਨਿਕਲ ਗਏ ਨੇ। ਤੇ ਦੂਸਰੀ ਗੱਲਬਾਤ ਦਾ ਵੀ ਸੱਦਾ ਮਿਲ ਗਿਆ ਕਿਸਾਨਾਂ ਨੂੰ ਗੱਲਬਾਤ ਕਰਨ ਦਾ, ਜਿਹੜੀ 15 ਤਰੀਕ ਨੂੰ ਹੋ ਰਹੀ ਹੈ 12 ਵਜੇ। ਤੇ ਇਸ ਤੋਂ ਲੱਗਦਾ ਵੀ ਚਲੋ ਕੁਛ ਨਾ ਕੁਛ ਜ਼ਰੂਰ ਕੋਈ ਚੰਗਾ ਹੈਗਾ, ਤੇ ਲੱਗਦਾ ਹੈਗਾ ਵੀ ਹੁਣ ਪ੍ਰਾਪਤੀ ਦੇ ਨੇੜੇ ਅਸੀਂ ਪਹੁੰਚ ਚੁੱਕੇ। ਤੇ ਇਸ ਕਰਕੇ ਇਹ ਆ ਵੀ ਕਿਸਾਨਾਂ ਨੂੰ ਬਹੁਤ ਜਾਬਤੇ ਵਿੱਚ ਰਹਿ ਕੇ ਤਾਂ ਆਪਣੀ ਜੋ ਵੀ ਏਕਤਾ ਦੀਆਂ ਬਣਾਈ ਰੱਖੀ ਆ। ਤੇ ਕਈ ਵਾਰੀ ਹੈਗੀਆਂ ਸੋਸ਼ਲ ਮੀਡੀਆ ਵਿੱਚ ਕਈ ਤਰ੍ਹਾਂ ਦੀਆਂ ਉਹ ਅਫਵਾਹਾਂ ਫੈਲਾ ਦਿੰਦੀਆਂ ਨੇ। ਕਈ ਜਿਹੜੇ ਆਮ ਸਧਾਰਨ ਲੋਕ ਆ ਤੇ ਬਾਈਕ ਲੈ ਕੇ ਉਹਨੂੰ ਜ਼ਿਆਦਾ ਹਾਈਲਾਈਟ ਕਰ ਦਿੰਦੇ ਆ ਵੀ ਐਡਾ ਵੱਡਾ ਟਰੈਕਟਰ ਕੀ ਕਰਨਾ, ਵੀ ਅਸੀਂ ਐਂ ਕਰਾਂਗੇ, ਅਸੀਂ ਉਹ ਕਰਾਂਗੇ। ਤੇ ਉਹ ਕਈ ਵਾਰ ਕੋਈ ਐਡੀ ਮਨਸ਼ਾ ਨਹੀਂ ਹੁੰਦੀ। ਵੈਸੇ ਬਤਾ ਕੇ ਕਈ ਵਾਰੀ ਕਿਸਾਨ ਏਦਾਂ ਦੀ ਗੱਲ ਕਰ ਦਿੰਦੇ ਆ। ਮੈਨੂੰ ਨਹੀਂ ਲੱਗਦਾ ਕਿ ਜਿਵੇਂ ਅੱਗੇ ਬਿਲਕੁਲ ਇੰਨੀ ਦੇਰ ਤੱਕ ਸ਼ਾਂਤਮਈ ਰਿਹਾ ਸਾਰਾ ਕੁਛ, ਉਹ ਏਦਾਂ ਦਾ ਕੋਈ ਖਦਸ਼ਾ ਹੋਏਗਾ ਤੇ ਏਦਾਂ ਦੀ ਘਟਨਾ ਵਾਪਰੇਗੀ। ਤੇ ਮੇਰੇ ਖਿਆਲ ਆ ਵੀ ਸਭ ਕਿਸਾਨ ਵਧੀਆ ਹੋਏਗਾ ਤੇ ਮੋਰਚਾ ਜਿੱਤ ਕੇ ਕਿਸਾਨ ਵਾਪਸ ਆਉਣਗੇ। ਤੇ ਮੈਂ ਤਾਂ ਇੰਨਾ ਹੀ ਕਹਿਣਾ ਚਾਹੁੰਦਾ ਸੀਗਾ ਜੀ। ਮਿਹਰਬਾਨੀ ਭਾਜੀ। ਬੜਾ ਸੁਣੀਦਾ, ਨਵੇਂ ਸਵੇਰੇ ਉੱਠਦੇ ਜਿਹੜੀ ਸਾਰੇ ਦਿਲ ਦੀ ਜਾਣਕਾਰੀ ਆ ਇੱਥੇ ਸਾਨੂੰ ਮਿਲ ਜਾਂਦੀ ਆ ਵੀ ਸਾਰਾ ਦਿਨ ਪੰਜਾਬ ਵਿੱਚ ਇੰਡੀਆ 'ਚ ਕੀ ਹੋਇਆ। ਤੇ ਧੰਨਵਾਦ ਜੀ ਆਪਦਾ। ਮਿਹਰਬਾਨੀ ਸਾਹ ਇੰਦਰਜੀਤ ਸਿੰਘ ਉਮਰਪ੍ਰੀਤ ਜੋ ਇਸ ਤੋਂ ਆਪਣੇ ਨਾਲ ਜੁੜੇ ਸੀ। ਦੇਖੋ, ਮੈਂ ਕੱਲ੍ਹ ਹੀ ਜਦੋਂ ਇਹ ਭੁਪਿੰਦਰ ਸਿੰਘ ਮਾਨ ਜਾਂ ਹੋਰਾਂ ਦੇ ਨਾਂ ਆਏ ਨੇ ਕਮੇਟੀ ਦੇ ਸੁਪਰੀਮ ਕੋਰਟ ਵੱਲੋਂ, ਉਦੋਂ ਹੀ ਕਹਿ ਦਿੱਤਾ ਸੀ ਕਿ ਦੇਖੋ ਇਹਦੇ 'ਚ ਕਾਂਗਰਸ ਸਰਕਾਰ ਨੂੰ ਵੱਟਾ ਲੱਗੇਗਾ। ਅੱਜ ਜਿਹੜੇ ਸਵੇਰ ਦੀਆਂ ਅਖਬਾਰਾਂ 'ਚ ਬਿਆਨ ਛਪੇ ਨੇ ਸੁਖਬੀਰ ਬਾਦਲ ਹੋਰਾਂ ਦੇ ਕੱਲ੍ਹ ਦੇ, ਉਹਦੇ 'ਚ ਉਹਨਾਂ ਨੇ ਆਖਿਆ ਸੀ ਕਿ ਕਾਂਗਰਸ ਇਸ ਅੰਦੋਲਨ ਦੇ ਵਿੱਚ ਆਪਣੇ ਬੰਦਿਆਂ ਰਾਹੀਂ ਘੁਸਪੈਠ ਕਰ ਰਹੀ ਹੈ। ਕਾਂਗਰਸ ਨੂੰ ਬਹੁਤ ਨੁਕਸਾਨ ਹੋਣਾ ਸੀਗਾ ਭੁਪਿੰਦਰ ਸਿੰਘ ਮਾਨ ਦੇ ਇਸ ਕਮੇਟੀ ਦੇ ਵਿੱਚ ਰਹਿਣ ਦਾ। ਅੱਜ ਸੁਖਬੀਰ ਬਾਦਲ ਦਾ ਬਿਆਨ ਸ਼ਾਮ ਨੂੰ ਆ ਗਿਆ, ਜਿਹੜਾ ਕੱਲ੍ਹ ਨੂੰ ਅਖਬਾਰਾਂ 'ਚ ਛਪ ਜਾਣਾ, ਕਿ ਸੁਖਬੀਰ ਬਾਦਲ ਨੇ ਕਿਹਾ ਸ਼੍ਰੋਮਣੀ ਅਕਾਲੀ ਦਲ ਦੀ ਤਰਫੋਂ ਬਿਆਨ ਦਿੰਦਿਆਂ ਮੁਕਤਸਰ ਲੰਬੀ ਤੋਂ, ਕਿ ਭੁਪਿੰਦਰ ਸਿੰਘ ਮਾਨ ਨੂੰ ਜਿਹੜਾ ਸੁਪਰੀਮ ਕੋਰਟ ਨੇ ਖੇਤੀਬਾੜੀ ਸੰਬੰਧੀ ਕਾਨੂੰਨ ਬਣਾਉਣ ਦੀ ਉਹਦੀ ਰਿਪੋਰਟ ਕਰਨ ਲਈ ਕਮੇਟੀ ਬਣਾਈ ਹੈ, ਉਸ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਪਾਇਆ। ਵੜਿੰਗ ਖੇੜਾ ਦੇ ਵਿੱਚ ਸੁਖਬੀਰ ਬਾਦਲ ਨੇ ਬਿਆਨ ਦਿੱਤਾ, ਸਿਰਫ ਭੁਪਿੰਦਰ ਸਿੰਘ ਮਾਨ ਹੀ ਨਹੀਂ,
ਅਸ਼ੋਕ ਗੁਲਾਟੀ ਦਾ ਨਾਂ ਵੀ ਕਹਿੰਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਪਵਾਇਆ। ਹੁਣ ਜਦੋਂ ਜਨਤਾ ਦਾ ਦਬਾਅ ਪੈ ਗਿਆ ਤੇ ਪੋਲ ਖੁੱਲ੍ਹ ਰਹੀ ਹੈ ਤੇ ਇਹ ਹੁਣ ਪਾਸਾ ਵੱਟ ਰਹੇ ਨੇ, ਉਸ ਤੋਂ ਬਾਅਦ ਜਿਹੜਾ ਹੈਗਾ ਨਾਂ ਵਾਪਸ ਲੈ ਲਿਆ ਗਿਆ। ਤੁਸੀਂ ਵੇਖੋ ਕਿ ਇਸ ਫੈਸਲੇ ਦੇ ਨਾਲ ਸੁਪਰੀਮ ਕੋਰਟ ਨੂੰ ਵੀ ਵੱਡੀ ਢਾਲ ਲੱਗੀ ਹੈ, ਕਿਉਂਕਿ ਵੈਸੇ ਤਾਂ ਲੋਕ ਪੱਬਾਂ ਭਾਰ ਹੁੰਦੇ ਨੇ ਕਿ ਮੇਰਾ ਨਾਮ ਪਵੇ ਕਿਸੇ ਕਮੇਟੀ 'ਚ, ਮੇਰਾ ਨਾਮ ਪਵੇ, ਪਰ ਹੁਣ ਸੁਪਰੀਮ ਕੋਰਟ ਵੱਲੋਂ ਬਣਾਈ ਗਈ ਕਮੇਟੀ ਦੇ ਵਿੱਚੋਂ ਵੀ ਜੇ ਲੋਕ ਭੱਜੇ ਨੇ, ਜਿਹੜੇ ਮੈਂਬਰ ਭੱਜੇ ਨੇ, ਇਹਦਾ ਮਤਲਬ ਉਹ ਇੱਕ ਦਬਾਅ ਆ ਜਿਹੜਾ ਲੋਕਾਂ ਨੇ ਬਣਾਇਆ। ਇਹਦਾ ਮਤਲਬ ਲੋਕ ਆਪਣੀ ਗੱਲ 'ਤੇ ਸਹੀ ਨੇ। ਆਪਣੀ ਗੱਲਬਾਤ ਚੱਲ ਰਹੀ ਸੀ ਬਾਈ ਜੀ ਉਮਰਪ੍ਰੀਤ ਸਾਹਿਬ ਨਾਲ ਗੱਲਬਾਤ ਕਰਨ ਤੋਂ ਪਹਿਲਾਂ ਕਿ ਜਿਸ ਤਰ੍ਹਾਂ ਬਲਵੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਅਸੀਂ ਅਗਲੇ ਹਫ਼ਤੇ ਐਲਾਨ ਕਰਾਂਗੇ ਕਿ ਪਰੇਡ ਦੇ ਵਿੱਚ ਕੀ ਕੀ ਹੋਣਾ। ਸੋ ਅਫਵਾਹਾਂ ਫੈਲਾਈਆਂ ਜਾ ਰਹੀਆਂ ਨੇ, ਉਹਨਾਂ ਤੋਂ ਚੌਕਸ ਹੀ ਨਹੀਂ ਗੰਭੀਰ ਹੋਣ ਦੀ ਜ਼ਰੂਰਤ ਹੈ, ਕਿਉਂਕਿ ਪਹਿਲਾਂ ਵੀ ਖਾਲਿਸਤਾਨ ਬਨਾਮ ਕਾਮਰੇਡ ਸੰਘਰਸ਼ ਤਾਰਪੀਡੋ ਕਰਨ ਦਾ ਇੱਕ ਜੁਗਾੜ ਬਣਿਆ ਸੀ। ਉਹ ਕਹਿੰਦੇ ਸੀ ਖਾਲਿਸਤਾਨੀ ਨੇ, ਉਹ ਕਹਿੰਦੇ ਸੀ ਕਾਮਰੇਡ ਨੇ, ਇੱਕ ਦੂਸਰੇ ਤੋਂ ਦੂਰ ਬੈਠੇ ਕੁਝ ਪੱਤਰਕਾਰ ਜਾਂ ਦੋਨਾਂ ਹੀ ਤਰ੍ਹਾਂ ਦੇ ਕੱਟੜ ਲੋਕ ਨੇ ਇਸ ਇਕੱਠ ਦੇ ਵਿੱਚ ਕੜੀ ਘੋਲਣ ਦੀ ਕੋਈ ਕਸਰ ਨਹੀਂ ਛੱਡੀ ਤੇ ਅੱਜ ਵੀ ਉਹ ਲੋਕ ਨਹੀਂ ਛੱਡ ਰਹੇ। ਤੁਸੀਂ ਆਪਣੀ ਲਕੀਰ ਵੱਡੀ ਕਰੋ, ਇਹ ਨਹੀਂ ਕਿ ਦੂਜੇ ਦੀ ਲਕੀਰ ਛੋਟੀ ਕਰਕੇ ਤੁਸੀਂ ਅੱਗੇ ਵੱਧਦੇ ਹੋ। ਜੇ ਪੰਜਾਬ ਦੇ ਸੰਘਰਸ਼ਾਂ ਦੀ ਗੱਲ ਹੈ, ਪਹਿਲਾਂ ਇਹ ਸੰਘਰਸ਼ ਪੰਜਾਬ ਦੇ ਵਿੱਚ ਜੋ ਤਸ਼ੱਦਦ ਹੋ ਰਹੇ ਸੀ CI ਸੈਂਟਰਾਂ ਦੇ ਵਿੱਚ, ਭੱਠਿਆਂ ਦੇ ਵਿੱਚ ਜੇ ਪੰਜਾਬ ਦੇ ਨੌਜਵਾਨ ਸੜੇ ਸੀ ਤਾਂ ਉਹ ਕਾਮਰੇਡ ਵਿਚਾਰਧਾਰਾ ਦੇ ਹੀ ਲੋਕ ਸੀ। ਉਸ ਤੋਂ ਬਾਅਦ ਇਹੀ ਕੁਰਬਾਨੀਆਂ ਖਾਲਸਾ ਪੰਥ ਨੂੰ ਵੀ ਦੇਣੀਆਂ ਪਈਆਂ, ਸਿੱਖ ਸੰਘਰਸ਼ ਚੱਲਿਆ। ਸੋ ਇਹ ਦੋਨੇ ਪੰਜਾਬ ਦੇ ਮਤਵੰਨੇ ਪੁੱਤ ਨੇ। ਇੱਕ ਦੂਸਰੇ ਨੂੰ ਜੇ ਤੁਸੀਂ ਭੰਡਦੇ ਹੋ, ਮੈਂ ਸਮਝਦਾ ਆਪਣੇ ਸਿਰ ਸੁਆਹ ਪਾ ਰਹੇ ਹੋ, ਪਰ ਇਹ ਨਾ ਤੇ ਅਸਲੀ ਕਾਮਰੇਡ ਨੇ ਤੇ ਨਾ ਅਸਲੀ ਖਾਲਿਸਤਾਨੀ ਜਾਂ ਹੋਰ ਸਿੱਖ ਨੇ। ਇਹ ਅਸਲ ਦੇ ਵਿੱਚ ਕੁਝ ਕਾਲੀਆਂ ਭੇਡਾਂ ਨੇ ਜਿਹੜੀਆਂ ਇਹ ਲੜਾਈ ਪਵਾ ਕੇ ਆਪਣੀ ਕੋਈ ਪੱਤਰਕਾਰੀ ਕਰ ਰਿਹਾ, ਕੋਈ ਆਪਣੀ ਪ੍ਰਧਾਨਗੀ ਖਾ ਰਿਹਾ ਤੇ ਕੋਈ ਆਪਣਾ ਕਾਮਰੇਡਾਂ ਦੇ ਵਿੱਚ ਨਾਂ ਚਮਕਾ ਰਿਹਾ। ਸੋ ਇਹ ਬੰਦੇ ਨਕਾਰਨੇ ਚਾਹੀਦੇ ਨੇ, ਕਿਉਂਕਿ ਇਹ ਦੋਨੇ ਸ਼ਿੰਦੇ ਪੁੱਤ ਰਹੇ ਨੇ। ਦੋਨੇ ਮੂਵਮੈਂਟ ਪੰਜਾਬ ਦੀਆਂ, ਪੰਜਾਬ ਦੇ ਹਕੂਕ ਲਈ ਸ਼ੁਰੂ ਹੋਈਆਂ, ਪਰ ਬਾਅਦ ਦੇ ਵਿੱਚ ਇਹਨਾਂ ਐਜੀਟੇਸ਼ਨ ਨੂੰ ਸਰਕਾਰ ਨੇ ਜਾਂ ਵਿਚਲੇ ਲੋਕਾਂ ਨੇ ਆਪਣੇ ਮਫਾਦ ਲਈ ਵਰਤ ਕੇ ਬਦਨਾਮ ਕਰਾਇਆ। ਸੋ ਇਹ ਜਿਹੜੇ ਬਦਨਾਮ ਕਰਨ ਵਾਲੇ ਲੋਕ ਨੇ, ਏਜੰਸੀਆਂ ਦੇ, ਅੰਬੈਸੀਆਂ ਦੇ ਬੰਦੇ ਨੇ, ਇਹਨਾਂ ਤੋਂ ਸਤਰਕ ਰਹਿਣ ਦੀ ਜ਼ਰੂਰਤ ਹੈ। ਉੱਤੋਂ ਬੀਬੀਆਂ ਦਾੜੀਆਂ ਤੇ ਅੰਦਰੋਂ ਕਾਲੇ ਕਾਂ ਵਾਲੀ ਸਥਿਤੀ ਬਹੁਤ ਸਾਰੇ ਇਹਨਾਂ ਭੰਡੀ ਪ੍ਰਚਾਰ ਕਰਨ ਵਾਲੇ ਲੋਕਾਂ ਦੀ ਹੈ। ਖੈਰ, ਬਲਵੀਰ ਸਿੰਘ ਰਾਜੇਵਾਲ ਨੇ ਆਖਿਆ ਕਿ ਇਹ ਅੰਦੋਲਨ ਪੜਾਅ ਦਰ ਪੜਾਅ ਹੈ। ਕੁਝ ਲੋਕ ਕਹਿ ਰਹੇ ਨੇ ਕਿ ਉਸ ਦਿਨ ਲਾਲ ਕਿਲ੍ਹੇ 'ਤੇ ਝੰਡਾ ਲਹਿਰਾਉਣਾ, ਕੋਈ ਕਹਿ ਰਿਹਾ ਪਾਰਲੀਮੈਂਟ 'ਤੇ ਕਬਜ਼ਾ ਕਰਨਾ। ਇਸ ਤਰ੍ਹਾਂ ਦੇ ਭੜਕਾਊ ਬੇਬੁਨਿਆਦ ਪ੍ਰਚਾਰ ਕੀਤੇ ਜਾ ਰਹੇ ਨੇ। ਇਹ ਕੂੜ ਪ੍ਰਚਾਰ ਨੇ ਕੇਵਲ ਮੈਨੂੰ ਹੀ ਨਹੀਂ ਬਲਕਿ ਸਾਰੀਆਂ ਅੰਦੋਲਨ ਲੜ ਰਹੀਆਂ ਕਿਸਾਨ ਜਥੇਬੰਦੀਆਂ ਨੂੰ ਗੰਭੀਰ ਚਿੰਤਾ ਵਿੱਚ ਹੀ ਨਹੀਂ ਪਾਇਆ, ਸਗੋਂ ਸਭ ਦੀ ਨੀਂਦ ਹਰਾਮ ਕਰ ਦਿੱਤੀ ਹੈ, ਕਿਉਂਕਿ ਇਹ ਬਗਾਵਤ ਹੋਏਗੀ। ਤੁਸੀਂ ਸਟੇਟ ਦੇ ਨਾਲ ਨਹੀਂ ਲੜ ਸਕਦੇ, ਜਿੰਨੀਆਂ ਮਰਜ਼ੀ ਕੁਰਬਾਨੀਆਂ ਦੇਈ ਜੋ, ਹਰ ਜਗ੍ਹਾ ਕੁਰਬਾਨੀ ਦੇਣਾ ਸਿਆਣਪ ਨਹੀਂ ਹੈ। ਸਰਦਾਰ ਕਪੂਰ ਸਿੰਘ ਲਿਖਦਾ ਕਿ ਕੁਰਬਾਨੀਆਂ ਤਾਂ ਬੱਕਰੇ ਨੇ ਬਥੇਰੀਆਂ ਦਿੱਤੀਆਂ ਨੇ, ਕੀ ਕਦੇ ਬੱਕਰਾ ਸਥਾਨ ਬਣਿਆ। ਸਮਝ ਲੈਣਾ ਚਾਹੀਦਾ ਸਰਦਾਰ ਕਪੂਰ ਸਿੰਘ ਹੋਰਾਂ ਦੀ ਗੱਲ ਨੂੰ। ਸੋ ਇਸ ਕਰਕੇ ਪਾਰਲੀਮੈਂਟ 'ਤੇ ਕਬਜ਼ਾ ਕਰਕੇ ਤੁਸੀਂ ਕੀ ਕਰ ਲਓਗੇ। ਜਿਹੜੇ ਗੀਤ ਆਉਂਦੇ ਨੇ, ਇੱਕੋ ਤੀਰ ਵਾਲਾ ਬੱਚਾ ਛੋਟਾ ਜਿਹਾ, ਇਹ ਵਾਹਿਆਤ ਗੱਲਾਂ ਨੇ। ਇਹਨਾਂ ਨੂੰ ਸਮਝਾਉਣਾ ਚਾਹੀਦਾ ਇਹਨਾਂ ਲੋਕਾਂ ਨੂੰ, ਜਿਹੜੀ ਵੀ ਤੇਰਾ ਇੱਦਾਂ ਦੀ ਗੱਲ ਕਰਦੀ ਆ, ਕਿਉਂਕਿ ਜਿਹੜਾ ਗੋਦੀ ਮੀਡੀਆ ਇਹ ਤੁਹਾਨੂੰ ਉਕਸਾ ਕੇ ਕੁਛ ਨਿਹੰਗ ਜਥੇਬੰਦੀਆਂ ਵੱਲੋਂ ਵੀ ਇਸ ਤਰ੍ਹਾਂ ਦੇ ਬਿਆਨਾਤ ਆ ਜਾਂਦੇ ਨੇ। ਉਹ ਭੋਲੇ ਭਾਲੇ ਜਿਹੜੇ ਲੋਕ ਨੇ, ਉਹਨਾਂ ਨੂੰ ਨਹੀਂ ਪਤਾ ਕਿ ਤੁਹਾਡੀ ਜਿਹੜੀ ਕਹੀ ਗੱਲ ਹੈ ਇਹਨੇ ਕੀ ਕਢਾ ਦੇਣਾ। ਅੱਗੇ ਕਹਿੰਦੇ ਸੀ ਗੱਲ ਕਹਿੰਦੀ ਮੂੰਹੋਂ ਕੱਢ, ਮੈਂ ਤੈਨੂੰ ਪਿੰਡੋਂ ਕਢਾ ਦੂੰ, ਹੁਣ ਗੱਲ ਕੈਨੇਡਿਓਂ ਵੀ ਕਢਾ ਦਿੰਦੀ ਹੈ। ਸੋ ਇਸ ਕਰਕੇ ਇਹ ਭੰਡੀ ਪ੍ਰਚਾਰ ਨਹੀਂ ਕਰਨਾ ਚਾਹੀਦਾ। ਸਭ ਆਪਣੀ ਜਗ੍ਹਾ ਦਲੇਰ ਹੁੰਦੇ ਨੇ। ਗੱਲ ਉਹ ਨਹੀਂ ਕਿ ਸਮਝ ਸਿਆਣਾ ਅੰਦਰ ਵੜਿਆ, ਮੂਰਖ ਆਖੇ ਮੈਥੋਂ ਡਰਿਆ। ਸਿਆਣਪ ਦੇ ਨਾਲ, ਸਿਰੜ ਦੇ ਨਾਲ ਹੀ ਸੰਘਰਸ਼ ਜਿੱਤੇ ਜਾਂਦੇ ਨੇ। ਅਤੇ ਇਸ ਕਰਕੇ ਇਹਨਾਂ ਵਿਅਕਤੀਆਂ ਨੇ ਸਭ ਦੀ ਨੀਂਦ ਹਰਾਮ ਕਰ ਦਿੱਤੀ ਹੈ। ਕੁਝ ਕਿਸਾਨ ਵਿਰੋਧੀ ਤਾਕਤਾਂ ਨੇ ਕਿਸਾਨਾਂ ਅਤੇ ਆਮ ਲੋਕਾਂ ਦੇ ਸ਼ਾਂਤਮਈ ਅੰਦੋਲਨ ਨੂੰ ਫੇਲ ਕਰਨ ਦੇ ਲਈ ਇਸ ਕੂੜ ਪ੍ਰਚਾਰ ਉੱਤੇ ਪੂਰੀ ਵਾਹ ਲਾਈ ਹੋਈ ਹੈ। ਸਰਕਾਰੀ ਏਜੰਸੀਆਂ ਵੀ ਅਜਿਹੇ ਲੋਕਾਂ ਦੀ ਮਦਦ ਕਰਨ ਦੇ ਲਈ ਪੱਬਾਂ ਭਾਰ ਨੇ। ਮੀਡੀਆ ਵੀ ਅਜਿਹੇ ਲੋਕਾਂ ਨੂੰ ਮੀਡੀਆ 'ਚ ਲਿਆ ਕੇ ਉਹਨਾਂ ਦੇ ਮੂੰਹ ਦੇ ਵਿੱਚ ਕੋਈ ਨਾ ਕੋਈ ਗੱਲ ਪਾਉਂਦਾ। ਉੱਥੇ ਫਿਰ ਉਹ ਕੋਈ ਖੁਦ ਮੁਖਤਾਰੀ ਦੀ ਗੱਲ ਕਰਦਾ, ਕੋਈ ਕਾਸੇ ਦੀ ਕਰਦਾ, ਕੋਈ ਕਾਸੇ ਦੀ ਕਰਦਾ, ਕੋਈ ਜਿਹੜੇ ਕਾਰਕੁਨ ਫੜੇ ਹੋਏ ਨੇ ਖੱਬੇ ਪੱਖੀਆਂ ਦੇ, ਉਹਨਾਂ ਨੂੰ ਛਡਾਉਣ ਦੀ ਗੱਲ ਕਰਦਾ। ਉਹ ਚੀਜ਼ਾਂ ਸੈਕੰਡਰੀ ਨੇ। ਸਭ ਤੋਂ ਜਿਹੜੀ ਪ੍ਰਾਇਮਰੀ ਮੁੱਢਲੀ ਗੱਲ ਹੈ ਉਹ ਹੈ ਕਿਸਾਨੀ ਅੰਦੋਲਨ। ਜੇ ਸਾਡੇ ਦਾਣੇ ਬਚਣਗੇ ਤਾਂ ਸਾਡੇ ਕਮਲੇ ਸਿਆਣੇ ਰਹਿਣਗੇ, ਨਹੀਂ ਤਾਂ ਸਿਆਣਿਆਂ ਨੇ ਵੀ ਕਮਲੇ, ਨਿਆਣਿਆਂ ਨੇ ਵੀ ਕਮਲੇ ਹੋ ਜਾਣਾ। ਸੋ ਧਰਨੇ ਵਾਲੀਆਂ ਥਾਵਾਂ ਉੱਤੇ ਸਾਡੇ ਵਲੰਟੀਅਰ ਹਰ ਰੋਜ਼ ਇਹ ਕਿਸਾਨ ਦੋਖੀਆਂ ਨੂੰ ਫੜ ਕੇ ਪੁਲਿਸ ਹਵਾਲੇ ਕਰ ਰਹੇ ਨੇ। ਇਹ ਵੀ ਸੁਣਨ 'ਚ ਆ ਰਿਹਾ ਕਿ ਕੁਝ ਨੌਜਵਾਨ ਟਰੈਕਟਰਾਂ ਉੱਤੇ ਪੁਲਿਸ ਨਾਕੇ ਤੋੜਨ ਦਾ ਜੁਗਾੜ ਫਿੱਟ ਕਰਾ ਰਹੇ ਨੇ। ਇਹ ਕੇਵਲ ਨਿੰਦਣਯੋਗ ਨਹੀਂ ਸਗੋਂ ਮੰਦਭਾਗਾ ਵੀ ਹੈ, ਕਿਉਂਕਿ ਅਸੀਂ ਹੀਰੋ ਬਣਾ ਲਿਆ
ਕੁਝ ਲੋਕਾਂ ਨੇ ਠੀਕ ਹੈ ਉਹ ਕੀਤਾ, ਵਾਟਰ ਕੈਨਨ ਮੋੜੀ, ਉਹ ਠੀਕ ਹੈ, ਵੇਲੇ ਦੀ ਰਣਨੀਤੀ ਸੀ, ਕਰ ਲਿਆ। ਪਰ ਜੇ ਤੁਸੀਂ ਇਸ ਤਰ੍ਹਾਂ ਦੀ ਪਲੈਨਿੰਗ ਲੈ ਕੇ ਆਓਗੇ, ਵੱਡੇ ਵੱਡੇ ਮੈਂਬਰ ਤੋੜਦੇ ਜਾਓਗੇ, ਤਾਂ ਫਿਰ ਇਹ ਤੁਹਾਡੇ ਲਈ ਬਹੁਤ ਮਾਰੂ ਸਾਬਤ ਹੋਣਾ। ਤੁਸੀਂ ਜਿੰਨਾ ਮਰਜ਼ੀ ਇੱਕੋ 71-72 ਵਾਲੇ ਮੁੰਡੇ ਆ, ਉਹ ਕਹਿੰਦੇ ਸਾਡਾ ਤਾਂ ਇਹ 200 ਹਾਰਸ ਪਾਵਰ ਦਾ ਸਾਡਾ ਤਾਂ ਟੈਂਕਰ ਹੈ। ਉਹ ਭਰਾਵਾ, ਪਾਕਿਸਤਾਨ ਦੇ ਪੈਟਰਨ ਟੈਂਕ ਨਾ ਇੱਥੇ ਪਏ ਨੇ। ਸਟੇਟ ਨਾਲ ਨਹੀਂ ਲੜਿਆ ਜਾ ਸਕਦਾ। ਪਹਿਲਾਂ ਅਸੀਂ ਬਹੁਤ ਨੁਕਸਾਨ ਕਰਾ ਲਿਆ, ਕਾਮਰੇਡ ਮੂਵਮੈਂਟ ਦੇ ਵਿੱਚ ਵੀ, ਖਾਲਿਸਤਾਨ ਮੂਵਮੈਂਟ ਦੇ ਵਿੱਚ ਵੀ। ਸੋ ਇਸ ਤਰ੍ਹਾਂ ਮੋਢਿਆਂ ਤੋਂ ਥੁੱਕਣ ਦੀ ਉਮਰ ਸਭ 'ਤੇ ਆਉਂਦੀ ਹੈ। 2.5 ਦਿਨ ਜਵਾਨੀ ਭੇਡ 'ਤੇ ਵੀ ਆਉਂਦੀ ਹੈ। ਸੋ ਇਸ ਜਵਾਨੀ ਨੂੰ ਹੋਸ਼ ਦੇ ਨਾਲ ਵਰਤਣਾ ਚਾਹੀਦਾ। ਬੇਲੋੜਾ ਜੋਸ਼, ਜੋਖਮ ਹੀ ਜੋਖਮ ਹੁੰਦਾ ਹੈ, ਕਿਉਂਕਿ ਸਰਕਾਰ ਇਹ ਚੀਜ਼ ਚਾਹੁੰਦੀ ਹੈ ਕਿ ਤੁਸੀਂ ਇਸ ਤਰ੍ਹਾਂ ਦਾ ਕਰਕੇ ਆਓ ਅਤੇ 4-4 ਮਾਰਨੇ ਟੰਬੇ ਫੜ ਕੇ ਸੁੱਟ ਦੇਣਾ ਜੇਲ੍ਹਾਂ ਦੇ ਵਿੱਚ, ਅਤੇ ਅੰਦੋਲਨ ਠੁੱਸ, ਅਤੇ ਮੋਦੀ ਅਤੇ ਕਾਰਪੋਰੇਟ ਦੀਆਂ ਪੌਂ ਬਾਰਾਂ। ਇਹ ਕੰਧ 'ਤੇ ਲਿਖਿਆ ਸੱਚ ਹੈ, ਕਈਆਂ ਨੂੰ ਮੇਰੀ ਗੱਲ ਬੁਰੀ ਲੱਗਣੀ ਹੈ। ਸੋ ਇਸ ਬਾਰੇ ਬਲਵੀਰ ਸਿੰਘ ਰਾਜੇਵਾਲ ਹੋਰਾਂ ਨੇ ਅੱਗੇ ਆਖਿਆ, ਭਰਾਵੋ ਮੈਂ ਸਪਸ਼ਟ ਕਰਨਾ ਚਾਹੁੰਦਾ ਕਿ ਇਸ ਵਕਤ ਦੁਨੀਆ ਇਸ ਅੰਦੋਲਨ ਦੀ ਸਫਲਤਾ ਦੇ ਵਾਸਤੇ ਅਰਦਾਸਾਂ ਕਰ ਰਹੀ ਹੈ। ਬਹੁਤ ਸਾਰੇ ਦੇਸ਼ਾਂ ਦੀਆਂ ਸਰਕਾਰਾਂ ਅਤੇ ਉੱਥੋਂ ਦੇ ਆਗੂਆਂ ਨੇ ਇਸ ਅੰਦੋਲਨ ਦੀ ਹਮਾਇਤ ਕੀਤੀ ਹੈ। ਇਸ ਸੰਬੰਧੀ ਮੋਦੀ ਸਰਕਾਰ ਨੂੰ ਵੀ ਲਿਖਿਆ ਹੈ, ਅਤੇ ਹਰ ਦੇਸ਼ ਅਤੇ ਹਰ ਭਾਰਤ ਦੇ ਰਾਜ ਅਤੇ ਇਸ ਅੰਦੋਲਨ ਦੇ ਹੱਕ ਦੇ ਵਿੱਚ ਹਰ ਰੋਜ਼ ਸ਼ਾਂਤਮਈ ਧਰਨੇ ਮੁਜ਼ਾਹਰੇ ਹੋ ਰਹੇ ਨੇ। ਸਾਰੀ ਦੁਨੀਆ ਇਸ ਦੀ ਸਫਲਤਾ ਲੋਚਦੀ ਹੈ। ਮੈਂ ਪੁੱਛਣਾ ਚਾਹੁੰਦਾ ਕਿ ਜਿਸ ਅੰਦੋਲਨ ਦੀ ਸਫਲਤਾ ਲਈ ਸ਼੍ਰੀ ਦਰਬਾਰ ਸਾਹਿਬ ਤੋਂ ਅਰਦਾਸ ਹੋਈ ਹੋਵੇ, ਹਰ ਪਿੰਡ ਦੇ ਗੁਰੂ ਘਰ ਤੋਂ, ਮੰਦਰ ਤੋਂ ਹਿੰਦੂ ਭਰਾ ਹਵਨ ਕਰਾਉਂਦੇ ਹੋਣ ਅਤੇ ਮੁਸਲਮਾਨ ਤੁਹਾਡੇ ਨਾਲ ਹੋਣ, ਕੀ ਕੋਈ ਕਿਸਾਨ ਇਸ ਨੂੰ ਹਿੰਸਕ ਭੀੜ ਬਣਾ ਕੇ ਅੰਦੋਲਨ ਨੂੰ ਫੇਲ ਕਰਨ ਬਾਰੇ ਸੋਚ ਸਕਦਾ? ਕਦੀ ਨਹੀਂ। ਸੋ ਮੈਨੂੰ ਅਤੇ ਮੇਰੇ ਸਾਥੀਆਂ ਨੂੰ ਇਹ ਉੱਕਾ ਯਕੀਨ ਨਹੀਂ ਹੈ। ਹਾਲਾਤ ਤਾਂ ਇਹ ਨੇ ਕਿ ਜੇ ਸਾਥੀ ਲਫ਼ਜ਼ ਵੀ ਨਾ ਕਿਸੇ ਨੇ ਲਿਖਤਾ, ਉਹਨੂੰ ਵੀ ਕਹਿੰਦੇ ਨੇ ਇਹ ਕਾਮਰੇਡ ਹੈ। ਜੇ ਕਿਸੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਹਿ ਦਿੱਤਾ, ਉਹਨੂੰ ਵੀ ਕਈ ਕਾਮਰੇਡ ਕੱਟੜ ਲੋਕ ਕਹਿਣਗੇ, ਨਾਸਤਿਕ ਲੋਕ ਕਹਿਣਗੇ ਇਹ ਤਾਂ ਖਾਲਿਸਤਾਨੀ ਹੈ। ਉਹ ਸਰਬੱਤ ਦੇ ਭਲੇ ਦੀ ਗੱਲ ਕਰਦਾ। ਹਰ ਜਿਹੜਾ ਇਸ ਤਰ੍ਹਾਂ ਦਾ ਸਿੱਖ, ਜੇ ਕੋਈ ਉਹ ਖਾਲਸਾਈ ਝੰਡਾ ਲੈ ਕੇ ਚੱਲਦਾ, ਤਾਂ ਖਾਲਿਸਤਾਨੀ ਜਾਂ ਇਸ ਮੂਵਮੈਂਟ ਨਾਲ ਜੋੜ ਕੇ ਵੀ ਨਹੀਂ ਵੇਖਣਾ ਚਾਹੀਦਾ ਹੈ। ਠੀਕ ਹੈ, ਸੁਪਰੀਮ ਕੋਰਟ ਇਸ ਦੀ ਆਗਿਆ ਦਿੰਦਾ, ਉਹ ਚੀਜ਼ਾਂ ਹੋਣੀਆਂ ਚਾਹੀਦੀਆਂ ਨੇ, ਜਦੋਂ ਵਕਤ ਆਏਗਾ ਕੀਤਾ ਜਾਵੇ। ਪਰ ਵਹਿੰਦੀ ਗੰਗਾ ਦੇ ਵਿੱਚ ਹੱਥ ਧੋਣਾ ਕਿਸੇ ਵੀ ਧਿਰ ਨੂੰ ਇਹ ਬੇਵਕੂਫੀ ਹੈ, ਨਹੀਂ ਕਰਨੀ ਚਾਹੀਦੀ। ਕਿਉਂਕਿ ਸਰਕਾਰ ਇਹ ਚਾਹੁੰਦੀ ਹੈ ਤੁਸੀਂ ਘਰ ਬੈਠੋ ਤਾਂ ਮਾਰੇ ਜਾਓਗੇ। ਹੋਣਾ ਕੀ ਹੈ, ਕੀਤਾ ਕਰਾਇਆ ਤੁਸੀਂ ਜਿਹੜਾ ਖੇਚ ਰਲਾ ਦੇਣਾ। ਇਸ ਵਕਤ ਸਿੰਗਾਪੁਰ ਤੋਂ ਹਰਵਿੰਦਰ ਸਿੰਘ ਸਾਂਝ ਪਾ ਰਹੇ ਨੇ, ਉਸ ਤੋਂ ਬਾਅਦ ਬਲਵੀਰ ਸਿੰਘ ਦੀ ਚਿੱਠੀ ਅਤੇ ਉਸ ਦੀ ਪੜਚੋਲ ਆਪਾਂ ਕਰਦੇ ਰਹਾਂਗੇ। ਹਰਵਿੰਦਰ ਜੀ ਸਵਾਗਤ, ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਨੇ? ਬਹੁਤ ਵਧੀਆ, ਆਉਣੇ ਰਹੇ। ਆਪਣੀ ਗੱਲਬਾਤ ਚੱਲ ਰਹੀ ਹੈ ਬਲਵੀਰ ਸਿੰਘ ਰਾਜੇਵਾਲ ਹੋਰਾਂ ਨੇ ਜਿਹੜੀ ਚਿੱਠੀ ਹੈ ਉਹਦੇ 'ਚ ਕਈ ਨੁਕਤੇ ਮੈਂ ਨਾਲ ਸਾਂਝਾ ਕਰ ਰਿਹਾ ਕਿ ਇਹ ਟਰੈਕਟਰਾਂ 'ਤੇ ਜੁਗਾੜ ਲਿਜਾ ਕੇ ਕਿ ਅਸੀਂ ਇਹ ਭੰਨ ਦਾਂਗੇ, ਤੋੜ ਦਾਂਗੇ, ਇਹ ਜਿਹੜੇ ਨੌਜਵਾਨ ਇਸ ਤਰ੍ਹਾਂ ਅਗਰੈਸਿਵ ਹੋ ਰਹੇ ਨੇ, ਕੀ ਲੱਗਦਾ ਕਿ ਅੰਦੋਲਨ ਦੇ ਵਾਸਤੇ ਅੱਛਾ ਕਿ ਬੁਰਾ ਹੈ? ਜੀ ਨਹੀਂ ਜੀ, ਇਹ ਅੰਦੋਲਨ ਸ਼ਾਂਤਮਈ ਰਹੇ ਤਾਂ ਵਧੀਆ, ਤੇ ਵਧੀਆ ਹੋਵੇ ਤਾਂ ਸ਼ਾਂਤਮਈ ਚੱਲੇ, ਵਧੀਆ ਗੱਲ ਆ। ਬਾਕੀ ਮੈਂ ਇਹਦਾ ਕੁਐਸਚਨ ਸੀ ਸੁਣੋ, ਤੇ ਅੱਜ ਗਲੋਬਲ ਪੰਜਾਬ ਤੇ ਤੁਸੀਂ ਮੈਂ ਤੁਹਾਡਾ ਸ਼ੋਅ ਦੇਖ ਰਿਹਾ ਸੀ, ਇਹ ਇੱਕ ਮੈਂ ਇੰਟਰਵਿਊ ਦੇਖੀ ਬੱਬੂ ਮਾਨ ਦੀ, ਉਹ ਆਪਣੇ ਮੁੰਡਾ ਜਿਹੜਾ ਨਾਭੇ ਤੋਂ, ਹਾਂ ਕੁਲਦੀਪ ਕਰ ਰਿਹਾ, ਉਹ ਹਾਂਜੀ ਉਹ ਕਿਹਦੇ ਬਾਰੇ ਕਿਹਾ ਉਹਨੇ ਵੀ? ਕੌਣ ਗਲਤ ਬੋਲ ਰਿਹਾ, ਏਦਾਂ ਕਿੱਦਾਂ? ਉਹ ਮਾੜਾ ਕਲੀਅਰ ਕਰ ਦਿਓ। ਪਤਾ ਨਹੀਂ, ਵੈਸੇ ਬੱਬੂ ਮਾਨ ਮੈਂ ਪਸੰਦ ਕਰਦਾ ਉਹਦੀ ਗਾਇਕੀ ਨੂੰ, ਵਧੀਆ ਲਿਖਦਾ ਮੁੰਡਾ। ਚਲੋ ਨਿੱਜੀ ਤੌਰ 'ਤੇ ਤਾਂ ਕਈ ਗੱਲਾਂ ਨੇ, ਮੈਨੂੰ ਵੀ ਸਮਝ ਨਹੀਂ ਆ ਰਿਹਾ ਸੀ। ਪੁੱਛਿਆ ਸੀ ਉਹਨਾਂ ਨੂੰ, ਉਹ ਕੁਲਦੀਪ ਹੋਰਾਂ ਨੇ ਜਾਂ ਸਾਡੇ ਉਹ ਪ੍ਰੋਡਿਊਸਰ ਨੇ ਮੁੰਡਾ ਸੰਦੀਪ, ਉਹਨਾਂ ਨੇ ਪੁੱਛਿਆ ਸੀ ਵਜ਼ੀਰਾਬਾਦ ਹੋਰਾਂ ਨੇ, ਕਹਿੰਦੇ ਕੋਈ ਨਹੀਂ ਅਸੀਂ ਯਾਦ ਕਰਕੇ ਦੱਸਾਂਗੇ ਕਿ ਕਿਹੜੀ ਵੀਡੀਓ 'ਚ ਇਤਰਾਜ਼ ਸੀ ਉਹਨੂੰ ਗਲੋਬਲ ਪੰਜਾਬ 'ਤੇ। ਵੈਸੇ ਬੜੇ ਅਸੀਂ ਮੈਨੂੰ ਲੱਗਦਾ ਜੀ ਮੈਂ ਏਦਾਂ ਕੁਝ ਕਿਹਾ ਗਲਤ, ਮੈਂ ਸ਼ਾਇਦ ਪਤਾ ਨਹੀਂ, ਹੁਣ ਕਹਿ ਨਹੀਂ ਸਕਦੇ ਕਿਉਂਕਿ ਇੰਨੇ ਪ੍ਰੋਗਰਾਮ ਕੀਤੇ ਆ। ਵੈਸੇ ਮੇਰੇ ਧਿਆਨ 'ਚ ਨਹੀਂ ਕੋਈ ਇੱਦਾਂ ਦੀ, ਮੈਂ ਬੱਬੂ ਮਾਨ ਬਾਰੇ ਕੋਈ ਇਸ ਤਰ੍ਹਾਂ ਦੀ ਕੋਈ ਮੈਨੂੰ ਨਹੀਂ ਲੱਗਦਾ ਗੱਲ ਹੋਈ ਹੋਵੇਗੀ। ਸ਼ਾਇਦ ਹੁਣ ਕਿੰਨੇ ਸਾਰੇ 40-50 ਲੋਕ ਆ ਅਸੀਂ, ਹੋ ਸਕਦਾ ਬਾਹਰੋਂ ਕਿਸੇ ਨੇ ਹੋਈ ਹੋਵੇ, ਕਿਉਂਕਿ ਬਾਹਰੋਂ ਵੀ ਕਈ ਸ਼ੋਅ ਚੱਲਦੇ ਨੇ, ਸੋਹਤਾ ਹੋਰਾਂ ਦੇ ਚੱਲਦੇ ਨੇ, ਹੋਰ ਕਈ ਜਗ੍ਹਾ ਚੱਲਦੇ ਨੇ। ਹੁਣ ਪਤਾ ਨਹੀਂ ਕਿਹਨੇ ਕਿਹਾ ਹੋਵੇ। ਵੈਸੇ ਫੁਟੇਜ ਮੰਗਾਈ ਉਹ ਤੋਂ, ਭਾਈ ਇਤਰਾਜ਼ ਕੀ ਹੈ ਤੁਹਾਨੂੰ, ਉਹ ਸਪਸ਼ਟ ਕਰਨਾ ਜ਼ਰੂਰੀ ਹੈ। ਕਿਉਂਕਿ ਜਦੋਂ ਸਿੱਧੂ ਮੂਸੇਵਾਲਾ ਦਾ ਅਤੇ ਬੱਬੂ ਮਾਨ ਹੋਰਾਂ ਦਾ ਜਦੋਂ ਗਾਇਕਾਂ ਦਾ ਵਿਵਾਦ ਹੋਇਆ ਸੀ, ਉਦੋਂ ਕਈ ਪ੍ਰੋਗਰਾਮ ਸਾਰੇ ਲੋਕਾਂ ਨੇ ਕੀਤੇ ਸੀ। ਮੇਰਾ ਖਿਆਲ ਉਦੋਂ ਵੀ ਕੋਈ ਗੱਲ ਹੋਈ ਹੋ ਸਕਦੀ ਪੁਰਾਣੀ। ਠੀਕ ਹੈ ਜੀ, ਠੀਕ ਹੈ, ਕੋਈ ਨਹੀਂ, ਸਪਸ਼ਟ ਕਰਕੇ ਦੱਸਾਂਗੇ। ਪਰ ਜਿਵੇਂ ਬੱਬੂ ਮਾਨ ਨੇ ਕਿਹਾ ਸੀ ਕਿ ਮੇਰੀ ਗੱਲ ਕੱਟਿਓ ਨਾ, ਅਸੀਂ ਐਜ਼ ਇਟ ਇਜ਼ ਲਾਈ ਆ ਉਹ। ਹਾਲਾਂਕਿ ਅਸੀਂ ਉਹਦੇ ਪਿੱਛੇ ਤੁਸੀਂ ਦੇਖੋ ਕਮੈਂਟ ਆ ਰਹੇ ਨੇ ਕਈਆਂ ਦੇ ਕਿ ਬੱਬੂ ਮਾਨ ਜੀ ਕਹੋ, ਬੱਬੂ ਮਾਨ ਕੀ ਹੋਇਆ। ਫੈਨ ਬਹੁਤ ਹੁੰਦੇ ਆ ਨਾ ਹਰ ਬੰਦੇ ਦੇ। ਨਹੀਂ ਐਂ ਵੀ ਕਿਹਾ ਵੀ ਰਾਜੇਵਾਲ ਜੀ ਕਹੋ, ਇਹ ਵੀ ਕਹਿਣਾ ਜੀ।
ਨਹੀਂ ਉਹ ਦੇਖੋ ਭਾਵਨਾ ਹੈ। ਹੁਣ ਦੇਖੋ ਅਸੀਂ ਅਰਦਾਸ ਕਰਦੇ ਹਾਂ ਵੀਰੇ, ਅਰਦਾਸ ਦੇ ਵਿੱਚ ਤੁਸੀਂ ਵੇਖੋ ਕਿ ਤੇਗ ਬਹਾਦਰ ਸਿਮਰੀ ਹੈ, ਘਰ ਨੌ ਨਿਦਾਵੇ ਧਾਏ। ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਨਾ ਅੱਗੇ ਨਾ ਪਿੱਛੇ ਕੋਈ ਸੰਬੋਧ ਨਹੀਂ ਵਰਤਿਆ ਹੋਇਆ, ਹੈ ਨਾ। ਕੀ ਸਾਡੀ ਆਸਥਾ ਫਿਰ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਬਾਰੇ ਘੱਟ ਹੈ? ਜਿਹੜੀ ਆਪਾਂ ਅਰਦਾਸ ਕਰਦੇ ਹਾਂ ਉਹਦੇ ਵਿੱਚੋਂ 3-4 ਗੁਰੂ ਸਾਹਿਬਾਨ ਦੇ ਅੱਗੇ ਸ਼੍ਰੀ ਸਾਹਿਬ ਜਾਂ ਗੁਰੂ ਲਫ਼ਜ਼ ਨਹੀਂ ਲਿਖਿਆ ਹੋਇਆ, ਹੈ ਨਾ। ਇਸ ਕਰਕੇ ਇਹਦਾ ਮਤਲਬ ਇਹ ਨਹੀਂ ਹੈ ਨਾਨਕ ਨੀਵਾ ਜੋ ਚੱਲੇ ਲਾਗੇ ਨਾ ਤਤੀ ਵਾਓ, ਜਾਂ ਹੋਰ ਅਸੀਂ ਚੀਜ਼ ਜਿਹੜਾ ਲਿਖਦੇ ਹਾਂ ਉਹ ਸਤਿਕਾਰ ਤੁਹਾਡੇ ਮਨ 'ਚ ਹੈ। ਤੂੰ ਦਾਤਾ ਦਤਾਰ ਤੇਰਾ ਦਿੱਤਾ ਖਾਵਣਾ, ਹੈ ਨਾ। ਉਹਦੇ 'ਚ ਦਾਤੇ ਨੂੰ ਵੀ ਤੂੰ ਕਿਹਾ ਗਿਆ। ਇਹ ਮਤਲਬ ਤੁਹਾਡੇ 'ਤੇ ਡਿਪੈਂਡ ਕਰਦਾ ਕਿ ਕਿਸ ਭਾਸ਼ਾ 'ਚ ਤੁਸੀਂ ਗੱਲ ਕਰਦੇ ਹੋ, ਕਿਸ ਸਤਿਕਾਰ 'ਚ ਗੱਲ ਕਰਦੇ ਹੋ ਜੀ। ਬਾਕੀ ਉਦਾਂ ਹੀ ਭਾਈਚਾਰਾ ਬਣਿਆ ਰਿਹਾ, ਵਧੀਆ ਗੱਲ ਹੈ ਜੀ। ਠੀਕ ਹੈ ਜੀ, ਥੈਂਕ ਯੂ ਹਰਵਿੰਦਰ ਜੀ, ਥੈਂਕ ਯੂ। ਆਪਣਾ ਬਾਈ ਜੀ ਸਿੰਗਾਪੁਰ ਤੋਂ ਜੁੜੇ ਸਨ। ਬਾਕੀ ਠੀਕ ਹੈ, ਬੱਬੂ ਮਾਨ ਹੋਰਾਂ ਦੀ ਜਿਹੜੀ ਵੀਡੀਓ ਸੀ ਐਜ਼ ਇਟ ਇਜ਼ ਉਹ ਅਸੀਂ ਲਾ ਦਿੱਤੀ ਹੈ, ਕਿਉਂਕਿ ਨਿੱਗਰ ਆਲੋਚਨਾ ਹੀ ਨਿਖਾਰਦੀ ਹੈ। ਮੈਂ ਪਿੱਛੇ ਜਿਹੇ ਇੱਕ ਇੰਟਰਵਿਊ ਸੁਣੀ ਸੀ ਭਰਪੂਰ ਸਿੰਘ ਬਲਬੀਰ ਹੋਰਾਂ ਦੀ। ਉਹਨਾਂ ਨੇ ਵੀ ਆਖਿਆ ਸੀ ਕਿ ਦੇਖੋ ਜਦੋਂ ਤੁਸੀਂ ਮੀਡੀਆ 'ਚ ਅੱਗੇ ਵਧੋਗੇ ਤੁਹਾਡੀ ਵੀ ਆਲੋਚਨਾ ਹੋਏਗੀ, ਆਲੋਚਨਾ ਝੱਲਣੀ ਚਾਹੀਦੀ ਹੈ। ਪਰ ਸਾਡੀ ਇਹ ਫਿਤਰਤ ਹੁੰਦੀ ਹੈ ਨਾ ਕਿ ਅਸੀਂ ਦੂਜੇ ਦੀ ਆਲੋਚਨਾ ਤਾਂ ਬਹੁਤ ਕਰਦੇ ਹਾਂ, ਜਦੋਂ ਤੁਹਾਡਾ ਆਪਣੇ 'ਤੇ ਕੋਈ ਗੱਲ ਕਰਦਾ ਨਾ ਤਾਂ ਅਸੀਂ ਹਿੰਸਕ ਹੋ ਜਾਂਦੇ ਹਾਂ, ਗਾਲੀ ਗਲੋਚ 'ਤੇ ਉਤਰੇ ਹੋਣਾ। ਇਹ ਨਹੀਂ, ਸਾਡੇ ਗੁਰੂ ਪਾਤਸ਼ਾਹ ਨੇ ਤਾਂ ਸਿਖਾਇਆ ਕਿ ਰੋਸ ਨਾ ਕੀ ਜਾਏ ਉਤਰਦੀ ਜਾਏ, ਹੈ ਨਾ। ਜਬ ਲਗ ਦੁਨੀਆ ਰਹੀਏ ਨਾਨਕ ਕੁਛ ਸੁਣੀਏ ਕੁਛ ਕਹੀਏ। ਇਹ ਵਾਕ ਸਾਨੂੰ ਸੇਧ ਦਿੰਦੇ ਨੇ ਕਿ ਆਪਸੀ ਸੰਵਾਦ ਗੱਲਬਾਤ ਜਾਰੀ ਰਹਿਣੀ ਚਾਹੀਦੀ ਹੈ। ਸਵਾਲ ਜਵਾਬ ਦੇ ਵਿੱਚੋਂ ਬਹੁਤ ਸਾਰੇ ਮਸਲੇ ਸੁਲਝਦੇ ਨੇ। ਖੈਰ, ਗੱਲਬਾਤ ਚੱਲ ਰਹੀ ਸੀ ਕਿ ਜਿਸ ਤਰ੍ਹਾਂ ਕੁਝ ਨੌਜਵਾਨ ਸੁਣਨ 'ਚ ਆਇਆ ਕਿ ਟਰੈਕਟਰਾਂ 'ਤੇ ਪੁਲਿਸ ਨਾਕੇ ਤੋੜਨ ਦਾ ਜੁਗਾੜ ਫਿੱਟ ਕਰਵਾ ਰਹੇ ਨੇ, ਕਿਉਂਕਿ ਜਿਨ੍ਹਾਂ ਲੋਕਾਂ ਨੂੰ ਕਈ ਮਾਮਲਿਆਂ 'ਚ ਪਬਲਿਸਿਟੀ ਮਿਲ ਜਾਂਦੀ ਹੈ ਨਾ, ਅਤੇ ਉਹਦੀ ਰੀਸ 'ਚ ਫਿਰ ਦੂਸਰਾ ਵੀ ਕਰਦਾ। ਮੈਂ ਵੇਖ ਰਿਹਾ ਸੀ ਕਿ ਇੱਕ ਜਿਹੜਾ ਵੱਡੇ ਗੁੰਬਦ ਬਣੇ ਹੋਏ ਨੇ, ਉਹ ਕਹਿੰਦੇ ਨੇ ਵਿਸ਼ਵ ਦਾ ਸਭ ਤੋਂ ਉੱਚਾ ਖੰਡਾ ਲਾ ਦਿੱਤਾ, ਕਿ ਕਿਵੇਂ ਇੱਕ ਪਿੱਲਰ 'ਤੇ ਲੋਕ ਇੱਕ ਦੂਸਰੇ ਦੇ ਮੋਢਿਆਂ 'ਤੇ ਜਿਵੇਂ ਸ਼ੱਕਰ ਭੁੱਜੀ ਆਪਾਂ ਖੇਡਦੇ ਹਾਂ ਚੜ੍ਹ ਰਹੇ ਨੇ, ਰਿਸਕ ਲੈ ਰਹੇ ਨੇ ਇਸੇ ਬਾਰਡਰ 'ਤੇ ਬੈਠੇ, ਅਤੇ ਟਾਵਰ 'ਤੇ ਚੜ੍ਹ ਰਹੇ ਨੇ। ਸੋ ਕਈ ਵਾਰ ਮੰਦਭਾਗੀ ਗੱਲ ਵਾਪਰ ਜਾਂਦੀ ਹੈ। ਸੋ ਇਸ ਤਰ੍ਹਾਂ ਜ਼ਿੰਦਗੀ ਬਹੁਤ ਕੀਮਤੀ ਹੈ, ਬੇਲੋੜਾ ਜੋਖਮ 'ਚ ਪਾਉਣਾ ਸਿਆਣਪ ਨਹੀਂ ਹੁੰਦਾ। ਸੋ ਇਸ ਸੰਬੰਧੀ ਬਲਬੀਰ ਸਿੰਘ ਰਾਜੇਵਾਲ ਆਪਣੀ ਚਿੱਠੀ 'ਚ ਅੱਗੇ ਲਿਖਦੇ ਨੇ, ਕਹਿੰਦੇ ਮੈਂ ਸਪਸ਼ਟ ਕਰਨਾ ਚਾਹੁੰਦਾ ਕਿ ਦੁਨੀਆ ਇਸ ਅੰਦੋਲਨ ਦੀ ਸਫਲਤਾ ਦੀ ਅਰਦਾਸ ਕਰ ਰਹੀ ਹੈ। ਅਸੀਂ ਇਹਨੂੰ ਹਿੰਸਕ ਭੀੜ ਬਣਾ ਕੇ ਅੰਦੋਲਨ ਫੇਲ ਕਰਨ ਬਾਰੇ ਸੋਚ ਵੀ ਨਹੀਂ ਸਕਦੇ। ਫਿਰ ਵੀ ਸਰਕਾਰੀ ਏਜੰਸੀਆਂ ਅਤੇ ਕਿਸਾਨ ਦੋਖੀ ਤਾਕਤਾਂ ਸਰਗਰਮ ਨੇ। ਮੈਂ ਸਮਝਦਾ ਕਿ ਅਜਿਹੀ ਮਾੜੀ ਸੋਚ ਕਿਸਾਨਾਂ ਦੀ ਤਾਂ ਹੋ ਨਹੀਂ ਸਕਦੀ। ਫਿਰ ਵੀ ਸਾਡੇ ਅੰਦੋਲਨ ਦੇ ਵਿੱਚ ਖਾਲਿਸਤਾਨੀਆਂ ਅਤੇ ਅੱਤਵਾਦੀਆਂ ਦੇ ਹੋਣ ਦੇ ਜੋ ਸਰਕਾਰਾਂ ਇਲਜ਼ਾਮ ਲਾ ਰਹੀਆਂ ਨੇ, ਹਰ ਸਮੇਂ ਇਸ ਅਜਿਹੇ ਸਮੇਂ ਕਿਸਾਨ ਦੀ ਜ਼ਿੰਮੇਵਾਰੀ ਹੋਰ ਵੱਧ ਜਾਂਦੀ ਹੈ। ਸੋ ਭਰਾਵੋ, ਅੰਦੋਲਨ ਤੁਹਾਡਾ ਆਪਣਾ, ਤੁਹਾਡੇ ਬੱਚਿਆਂ ਦੇ ਭਵਿੱਖ ਦੇ ਨਾਲ ਜੁੜਿਆ। ਤੁਹਾਡੇ ਵਾਸਤੇ ਜ਼ਿੰਮੇਵਾਰੀ ਬਣਦੀ ਹੈ ਕਿ ਤੁਸੀਂ ਆਪਣੇ ਬੱਚਿਆਂ ਦਾ ਆਪਣਾ ਭਵਿੱਖ ਦਾਅ 'ਤੇ ਲਾ ਸਕਦੇ ਹੋ। ਕੀ ਹਿੰਸਕ ਸੋਚ ਨਾਲ ਇਸ ਨੂੰ ਫੇਲ ਕਰਨ ਦਾ ਘਰਾਉਣਾ ਪਾਪ ਕਰ ਸਕਦੇ ਹੋ? ਜੇ ਨਹੀਂ, ਤਾਂ ਆਓ ਆਪਾਂ ਸਾਰੇ ਰਲ ਮਿਲ ਕੇ ਇਸ ਅੰਦੋਲਨ ਨੂੰ ਸ਼ਾਂਤਮਈ ਰੱਖੀਏ ਅਤੇ ਪੂਰੀ ਵਾਹ ਲਾਈਏ। ਮੇਰੀ ਹਰ ਕਿਸਾਨ ਨੂੰ ਸਨਿਮਰ ਬੇਨਤੀ ਹੈ ਕਿ ਸਮਾਂ ਮੰਗ ਕਰਦਾ ਕਿ 26 ਜਨਵਰੀ ਨੂੰ ਵੱਧ ਤੋਂ ਵੱਧ ਕਿਸਾਨ ਬੀਬੀਆਂ ਦਿੱਲੀ ਜ਼ਰੂਰ ਪੁੱਜਣ, ਅਤੇ ਹਰ ਕਿਸਾਨ ਇੱਕ ਵਲੰਟੀਅਰ ਬਣ ਕੇ ਕਿਸਾਨ ਦੋਖੀਆਂ 'ਤੇ ਨਿਗਾਹ ਰੱਖੇ। ਜਿਸ ਅੰਦੋਲਨ ਦੀ ਸਫਲਤਾ ਲਈ ਸਾਰੀ ਦੁਨੀਆ ਦਾ ਦਿਲ ਧੜਕਦਾ, ਉਸ ਨੂੰ ਹਰ ਹਾਲ ਸ਼ਾਂਤਮਈ ਰੱਖਣ ਦਾ ਦ੍ਰਿੜ ਇਰਾਦਾ ਰੱਖੋ। ਕਿਸਾਨ ਦੋਖੀ ਤਾਕਤਾਂ ਦਾ ਮੂੰਹ ਤੋੜ ਜਵਾਬ ਦੇਣ ਦੇ ਲਈ ਕੂੜ ਪ੍ਰਚਾਰ ਕਰਨ ਵਾਲਿਆਂ ਨੂੰ ਬੇਪਰਦ ਕਰਨ ਦੇ ਵਿੱਚ ਮਦਦ ਕਰੋ। ਅੰਦੋਲਨ ਨੂੰ ਸ਼ਾਂਤਮਈ ਰੱਖੋ ਤਾਂ ਹਰ ਹਾਲਤ ਵਿੱਚ ਸਫਲ ਹੋਵੋਗੇ। ਭੜਕਾਊ ਨਾਅਰੇ ਅਤੇ ਗਰਮਜੋਸ਼ੀਲੀਆਂ ਗੱਲਾਂ ਅੰਦੋਲਨ ਨੂੰ ਲੀਹੋਂ ਲਾਹ ਦੇਣਗੀਆਂ। ਆਓ ਸਾਰੇ ਮਿਲ ਕੇ, ਜਿਨ੍ਹਾਂ ਨੇ ਹੁਣ ਤੱਕ ਇਸ ਨੂੰ ਮਜ਼ਬੂਤ ਕਰਨ ਦੀ ਪੂਰੀ ਵਾਹ ਲਾਈ ਹੈ, ਇਸ ਦੀ ਸਫਲਤਾ ਦੇ ਲਈ ਸਾਰੀ ਤਾਕਤ ਝੋਕਦੇ। ਸ਼ਾਂਤਮਈ ਰਹਿਣਾ ਇਸ ਸਫਲਤਾ ਦੀ ਕੁੰਜੀ ਹੈ। ਹਿੰਸਾ ਅੰਦੋਲਨ ਲਈ ਫਾਸੀ ਸਮਾਨ ਹੈ। ਅਸੀਂ ਤੁਹਾਡੇ ਤੋਂ ਬਹੁਤ ਸਾਰੀਆਂ ਆਸਾਂ ਰੱਖਦੇ ਹਾਂ ਅਤੇ ਭਰੋਸਾ ਵੀ। ਆਓ ਰਲ ਕੇ ਸਫਲਤਾ ਵੱਲ ਵਧੀਏ। ਇਹ ਸੀ ਵਿਚਾਰ, ਇੱਕ ਖੁੱਲ੍ਹਾ ਖੱਤ ਇਸ ਅੰਦੋਲਨ ਦਾ ਪੂਰਾ ਸੱਚ ਜੋ ਬਲਬੀਰ ਸਿੰਘ ਰਾਜੇਵਾਲ ਨੇ ਲਿਖਿਆ। ਇਹਦੇ ਵਿੱਚੋਂ ਮੁੱਕਦੀ ਗੱਲ ਇਹੀ ਹੈ ਕਿ 26 ਤਾਰੀਖ ਦੇ ਵਿੱਚ ਜਿਸ ਤਰ੍ਹਾਂ ਪਰੇਡ ਕਿਸਾਨਾਂ ਦੀ ਹੋ ਰਹੀ ਹੈ, ਇਸ ਮੌਕੇ ਇਸ ਅੰਦੋਲਨ ਦੇ ਅਗਲੇ ਪੜਾਅ 'ਤੇ ਕਿਸਾਨ ਪਰੇਡ ਦਾ ਹੋਣਾ ਭਾਰਤ ਸਰਕਾਰ ਦੇ ਲਈ ਇੱਕ ਬਹੁਤ ਨਮੋਸ਼ੀ ਹੋਵੇਗੀ। ਦੂਸਰੀ ਵੱਡੀ ਨਮੋਸ਼ੀ ਇਹ ਹੈ ਕਿ 1966 ਤੋਂ ਬਾਅਦ ਇਹ ਪਹਿਲਾ ਮੌਕਾ ਹੈ, ਕਿਉਂਕਿ ਮੋਦੀ ਹਰ ਵਾਰੀ ਕਹਿੰਦੇ ਨੇ ਇਹ ਪਹਿਲੀ ਵਾਰ ਹੋਇਆ, ਇਹ ਪਹਿਲੀ ਵਾਰੀ ਹੋਇਆ 70 ਸਾਲ 'ਚ, ਪਰ ਇਹ ਵੀ ਪਹਿਲੀ ਵਾਰ ਹੈ
ਕਿ ਸਾਡੇ ਮੁਲਕ ਭਾਰਤ ਨੂੰ ਜਿਹੜਾ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਹੈ ਉਸ ਨੂੰ ਮੁੱਖ ਮਹਿਮਾਨ ਵੀ ਨਹੀਂ ਮਿਲਿਆ। ਸੋ ਇਸ ਵਾਰੀ ਕੋਈ ਵੀ ਮੁੱਖ ਮਹਿਮਾਨ ਇਸ ਪਰੇਡ ਦਾ ਨਹੀਂ ਹੋਵੇਗਾ। ਇਹ ਵੀ ਇੱਕ ਮੰਦਭਾਗਾ ਵਾਕਿਆ ਹੈ। 1966 ਤੋਂ ਬਾਅਦ ਇਹ ਪਹਿਲਾ ਮੌਕਾ ਜਦੋਂ ਗਣਤੰਤਰ ਦਿਵਸ ਦੇ ਇਹਨਾਂ ਜਸ਼ਨਾਂ ਦੇ ਵਿੱਚ ਕੋਈ ਮੁੱਖ ਮਹਿਮਾਨ ਸ਼ਾਮਲ ਨਹੀਂ ਹੋ ਰਿਹਾ, ਕਿਉਂਕਿ ਮੁੱਖ ਮਹਿਮਾਨ ਜਿਸ ਨੇ ਸ਼ਾਮਲ ਹੋਣਾ ਸੀ ਉਸ ਨੇ ਐਨ ਵੇਲੇ 'ਤੇ ਆਉਣੋਂ ਇਨਕਾਰ ਕਰ ਦਿੱਤਾ। ਜੌਨਸਨ ਬੋਰਿਸ ਬ੍ਰਿਟਿਸ਼ ਪ੍ਰਧਾਨ ਮੰਤਰੀ, ਇਸ ਸੰਬੰਧੀ ਹੁਣ ਜਦੋਂ ਇੱਕ ਮਹਿਮਾਨ ਨੇ ਜਵਾਬ ਦਿੱਤਾ ਤੇ ਫਿਰ ਕਿਹਨੂੰ ਫੜ ਕੇ ਲਿਆਉਣ, ਕੌਣ ਆਏਗਾ, ਨਹੀਂ ਆਏਗਾ। ਅਗਲਾ ਕਹਿੰਦਾ ਯਾਰ ਮੈਂ ਵਾਧੂ ਥੋੜ੍ਹੀ ਹਾਂ, ਬੁਲਾਉਣਾ ਸੀ ਪਹਿਲਾਂ ਬੁਲਾਉਂਦੇ ਹੋ, ਹੁਣ ਖਾਨਾ ਪੂਰਤੀ ਕਿਉਂ ਕਰਦੇ ਹੋ। ਕਈ ਦਿਨਾਂ ਦੇ ਜੋੜ ਤੋੜ ਤੋਂ ਬਾਅਦ ਭਾਰਤ ਸਰਕਾਰ ਨੂੰ, ਮੋਦੀ ਸਰਕਾਰ ਨੂੰ ਇਹ ਮਾਯੂਸੀ 'ਚ ਫੈਸਲਾ ਲੈਣਾ ਪਿਆ। ਅੱਜ ਇਸ ਮੁਤਲਕ ਵਿਦੇਸ਼ ਮੰਤਰੀ ਦੇ ਬੁਲਾਰੇ ਅਨੁਰਾਗ ਸ਼੍ਰੀਵਾਸਤਵ ਨੇ ਸਪਸ਼ਟ ਕਰ ਦਿੱਤਾ ਕਿ ਵਿਸ਼ਵ ਪੱਧਰ 'ਤੇ ਕੋਵਿਡ-19 ਦੀ ਸਥਿਤੀ ਹੋਣ ਕਾਰਨ ਗਣਤੰਤਰ ਦਿਵਸ 'ਤੇ ਕਿਸੇ ਵੀ ਵਿਦੇਸ਼ੀ ਰਾਸ਼ਟਰਪਤੀ ਜਾਂ ਸਰਕਾਰ ਦੇ ਮੁਖੀ ਨੂੰ ਸੱਦਾ ਨਾ ਦੇਣ ਦਾ ਫੈਸਲਾ ਕੀਤਾ ਹੈ। ਇਹਨੂੰ ਕਹਿੰਦੇ ਆ ਚੋਰ ਦੀ ਮਾਂ ਅਤੇ ਕੋਠੀ 'ਚ ਮੂੰਹ, ਲੋਮੜੀ ਦੇ ਅੰਗੂਰ ਖੱਟੇ, ਹੈ ਨਾ, ਜਿਵੇਂ ਮਰਜ਼ੀ ਇਹਨੂੰ ਲਾ ਲਓ। ਕਿਉਂਕਿ ਕੀ ਜਿਹੜੀ ਸਥਿਤੀ ਹੈ ਭਾਰਤ ਦੇ ਵਿੱਚ, ਬੰਗਾਲ ਦੀ ਇਲੈਕਸ਼ਨ ਹੈ, ਉੱਥੇ ਤੁਸੀਂ ਬਿਲਕੁਲ ਕਰੋਨਾ ਕਰਕੇ ਆਪਣਾ ਕੁਛ ਬੰਦ ਕਰ ਦਿੱਤਾ। ਅਗਲਿਆਂ ਨੇ ਜਵਾਬ ਦਿੱਤਾ ਜੇ ਤੁਹਾਨੂੰ ਕਰੋਨਾ ਦਾ ਇੰਨਾ ਫਿਕਰ ਹੁੰਦਾ ਤਾਂ ਬੋਰਿਸ ਜੌਨਸਨ ਨੂੰ ਸੱਦੇ ਪੱਤਰ ਕਿਉਂ ਭੇਜੇ ਗਏ ਜਦੋਂ ਉਹਨਾਂ 'ਤੇ ਪ੍ਰੈਸ਼ਰ ਬਣਿਆ। ਕਿਉਂਕਿ ਤਨਮਨਜੀਤ ਸਿੰਘ ਢੇਸੀ ਦੀ ਅਗਵਾਈ ਦੇ ਵਿੱਚ ਜੋ ਲੈਟਰ ਲਿਖਿਆ ਗਿਆ ਮੋਦੀ ਨੂੰ ਜਾਂ ਉੱਥੋਂ ਦੀ ਸਰਕਾਰ ਨੂੰ, 100 ਤੋਂ ਵੱਧ ਬ੍ਰਿਟਿਸ਼ ਮੈਂਬਰ ਪਾਰਲੀਮੈਂਟ ਨੇ ਸਾਈਨ ਕੀਤੇ ਨੇ। ਵਿਸ਼ਵ ਦੇ ਵੱਖ-ਵੱਖ ਮੁਲਕਾਂ ਦੇ ਸਿਆਸਤਦਾਨਾਂ ਨੇ ਆਖਿਆ ਕਿ ਤੁਸੀਂ ਕਿਉਂ ਕਾਰਪੋਰੇਟ ਨੂੰ ਵੇਚ ਰਹੇ ਹੋ ਕਿਸਾਨਾਂ ਨੂੰ। ਇਹ ਮਾਯੂਸੀ ਦੇ ਵਿੱਚ ਇਹ ਸੱਦਾ ਦਿੱਤਾ ਗਿਆ। ਹੁਣ ਉਹ ਕਹਿੰਦੇ ਆ ਨਾ ਕਿ ਮਰਾਸੀਆਂ ਘਰ ਵਿਆਹ ਜਿਵੇਂ ਮਰਜ਼ੀ ਤਿਵੇਂ ਗਾ। ਮੋਦੀ ਸਾਹਿਬ 4-4 ਵਾਰੀ ਗੇੜੇ ਲਾ ਕੇ ਨਾ ਸਾਰੇ ਪਾਸਿਓਂ ਸਲਾਮੀਆਂ ਲੈ ਲਿਓ ਰੱਜ ਕੇ, ਹੈ ਨਾ, ਜਾਂ RSS ਵਾਲਿਆਂ ਨੂੰ ਮੋਹਨ ਭਾਗਵਤ ਹੋਰਾਂ ਨੂੰ ਬਣਾ ਲਓ ਮੁੱਖ ਮਹਿਮਾਨ। ਸੋ ਕਿੱਡੀ ਮਾਯੂਸੀ ਹੈ ਕਿ ਕਿਸੇ ਮੁਲਕ ਦੇ ਪ੍ਰਮੁੱਖ ਨੇ ਇਸ ਸਮਾਗਮ ਦੇ ਵਿੱਚ ਆਉਣ ਤੋਂ ਇਨਕਾਰ ਕਰ ਦਿੱਤਾ। ਕਾਰਨ ਕਿਸਾਨ ਅੰਦੋਲਨ, ਕਿ ਤੁਸੀਂ ਜ਼ਿਆਦਤੀ ਕਰ ਰਹੇ ਹੋ ਆਪਣੇ ਪਬਲਿਕ 'ਤੇ। ਸੋ ਇਹ ਕਰਾਰੀ ਚਪੇੜ ਹੈ ਕਿ ਤੁਹਾਨੂੰ ਮਹਿਮਾਨ ਵੀ ਨਹੀਂ ਮਿਲਿਆ। ਅਤੇ ਇਸ ਦੇ ਨਾਲ ਨਾਲ ਕੁਝ ਗੀਤ ਸੰਗੀਤ ਵੱਲ ਵੀ ਤੁਹਾਨੂੰ ਜੋੜਾਂਗੇ। ਅਤੇ ਭਾਰਤੀ ਕਿਸਾਨ ਯੂਨੀਅਨ ਪੰਜਾਬ ਨੇ ਇਹ ਐਲਾਨ ਕਰ ਦਿੱਤਾ ਕਿ ਉਹਨਾਂ ਦਾ ਅੱਜ ਤੋਂ ਕਿਸਾਨ ਲੀਡਰ ਭੁਪਿੰਦਰ ਸਿੰਘ ਮਾਨ ਨਾਲ ਕੋਈ ਨਾਤਾ ਨਹੀਂ ਹੈ। ਅੱਜ ਤੋਂ ਉਹਨਾਂ ਦਾ ਭੁਪਿੰਦਰ ਸਿੰਘ ਮਾਨ ਦੀ ਕੋਆਰਡੀਨੇਸ਼ਨ ਕਮੇਟੀ ਨਾਲ ਵੀ ਕੋਈ ਨਾਤਾ ਨਹੀਂ ਹੈ। ਭਾਰਤੀ ਕਿਸਾਨ ਯੂਨੀਅਨ ਪੰਜਾਬ ਦੇ ਪ੍ਰਧਾਨ ਬਲਦੇਵ ਸਿੰਘ ਮੀਆਂਪੁਰ ਨੇ ਕਹਿ ਦਿੱਤਾ ਕਿ ਅਸੀਂ ਭੁਪਿੰਦਰ ਸਿੰਘ ਮਾਨ ਦੇ ਨਾਲ ਜਥੇਬੰਦਕ ਤੌਰ 'ਤੇ ਸਾਰੇ ਸੰਬੰਧ ਖਤਮ ਕਰਦੇ ਹਾਂ। ਸਾਡੀ ਜਥੇਬੰਦੀ ਖੇਤੀ ਕਾਨੂੰਨਾਂ ਖਿਲਾਫ ਸੰਘਰਸ਼ ਕਰ ਰਹੀਆਂ 40 ਜਥੇਬੰਦੀਆਂ ਨਾਲ ਖੜੀ ਹੈ। ਭੁਪਿੰਦਰ ਸਿੰਘ ਮਾਨ ਨੇ ਬਿਨਾਂ ਸਲਾਹ ਕੀਤਿਆਂ ਸੁਪਰੀਮ ਕੋਰਟ ਦੀ ਕਮੇਟੀ ਦੇ ਵਿੱਚ ਸ਼ਮੂਲੀਅਤ ਕੀਤੀ ਸੀ। ਹੁਣ ਜਥੇਬੰਦੀ ਉਹਨਾਂ ਦੇ ਨਾਲ ਆਪਣੇ ਸਾਰੇ ਰਿਸ਼ਤੇ ਤੋੜਦੀ ਹੈ। ਜ਼ਿਕਰ ਖਾਸ ਹੈ ਕਿ ਭਾਰਤੀ ਕਿਸਾਨ ਯੂਨੀਅਨ ਦੇ ਕੌਮੀ ਪ੍ਰਧਾਨ ਭੁਪਿੰਦਰ ਸਿੰਘ ਮਾਨ ਨੇ ਸੁਪਰੀਮ ਕੋਰਟ ਦੇ ਵਿੱਚ ਜਿਹੜੀ ਕਮੇਟੀ ਸੀ ਉਸ ਦੇ ਵਿੱਚ ਆਪਣੀ ਮੈਂਬਰੀ ਲਈ ਸੀ। ਆਖਰ ਨੂੰ ਭਾਵੇਂ ਕਮੇਟੀ ਤੋਂ ਬਾਹਰ ਹੋ ਗਏ ਨੇ, ਪਰ ਫਿਰ ਵੀ ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਬਲਦੇਵ ਸਿੰਘ ਮੀਆਂਪੁਰ ਨੇ ਆਪਣੀ ਜਥੇਬੰਦੀ ਨੂੰ ਭੁਪਿੰਦਰ ਸਿੰਘ ਮਾਨ ਹੋਰਾਂ ਨਾਲੋਂ ਅਲੱਗ ਕਰ ਲਿਆ। ਕੁਝ ਗੀਤ ਸੰਗੀਤ ਦੇ ਸਿਲਸਿਲੇ ਨੂੰ ਵੀ ਅੱਗੇ ਵਧਾਵਾਂਗੇ ਅਤੇ ਨਾਲ ਨਾਲ ਕੁਛ ਖਬਰਾਂ ਦੀ ਦੁਨੀਆ ਦੇ ਨਾਲ ਵੀ ਤੁਹਾਨੂੰ ਵਾਬਸਤਾ ਕਰਾਵਾਂਗੇ। ਇਸ ਵਕਫੇ ਤੋਂ ਬਾਅਦ ਆਪ ਦਾ ਸਵਾਗਤ ਰਹੇਗਾ। ਤੁਸੀਂ ਕੋਈ ਗੱਲਬਾਤ ਕਰਨੀ ਹੈ ਅਤੇ ਉਸ ਦੇ ਵਾਸਤੇ ਤੁਸੀਂ 9877609655 'ਤੇ ਕਾਲ ਕਰ ਸਕਦੇ ਹੋ। ਜ਼ਿੰਦਗੀ ਦੇ ਰੰਗਾਂ ਅਤੇ ਵਾਦੀਆਂ ਦੇ ਰੰਗਾਂ ਨੂੰ ਮਾਣਦੇ ਹੋਏ ਇਸ ਵਕਤ ਤੁਸੀਂ ਜੁੜੇ ਹੋ ਟਿਵਾਣਾ ਰੇਡੀਓ ਦੇ ਨਾਲ, ਬਾਗਾਂ ਅਤੇ ਰਾਗਾਂ ਦੇ ਸ਼ਹਿਰ ਪਟਿਆਲਿਓਂ। ਮੈਂ ਪਰਮਿੰਦਰ ਸਿੰਘ ਟਿਵਾਣਾ ਅਤੇ ਇਸ ਵਕਤ ਅਹਿਮਦਗੜ੍ਹ ਮਰੇਕੋਟਾ ਦੇ ਲਾਗੇ ਸ਼ਹਿਰ ਅਹਿਮਦਗੜ੍ਹ ਲੁਧਿਆਣੇ ਜਾਂਦੇ ਹਾਂ। ਉੱਥੋਂ ਅਹਿਮਦ ਅੰਸਾਰੀ ਸਾਹਿਬ ਆਪਣੇ ਨਾਲ ਜੁੜ ਚੁੱਕੇ ਨੇ। ਅੰਸਾਰੀ ਸਾਹਿਬ ਸਵਾਗਤ ਹੈ ਆਪ ਜੀ ਦਾ। ਸਰ ਜੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਅੰਸਾਰੀ ਸਾਹਿਬ, ਕੀ ਹਾਲ ਚਾਲ ਨੇ? ਠੀਕ ਆ ਸਰ, ਬਹੁਤ ਵਧੀਆ ਸਰ। ਮੈਂ ਪਹਿਲੀ ਵਾਰ ਗੱਲ ਕਰ ਰਿਹਾ ਟਿਵਾਣਾ ਰੇਡੀਓ ਤੇ। ਮਿਹਰਬਾਨੀ ਮਿਹਰਬਾਨੀ। ਆਪਾਂ ਆਲ ਇੰਡੀਆ ਰੇਡੀਓ ਤੇ ਕਰਦੇ ਹਾਂ 2006 ਚ। 2-3 ਦਿਨ ਹੋਏ ਨੇ। ਇਦੋਂ ਪਹਿਲਾਂ ਸਿੰਗਾਪੁਰ ਤੋਂ ਵੀ ਕਾਲ ਸੁਣੀ ਸੀ, ਬਹੁਤ ਹੀ ਵਧੀਆ ਲੱਗਿਆ। ਕਿਉਂਕਿ ਹਰ ਦੋਸਤਾਂ ਦੇ ਵਿਚਾਰ ਪਹਿਲਾਂ ਤਾਂ ਸਰ ਜੀ ਸਭ ਨੂੰ ਸਭ ਤੋਂ ਵਧੀਆ ਵਿਚਾਰ ਤੁਹਾਡੇ ਲੱਗਦੇ ਨੇ।
ਜੋ ਕਿ ਤੁਸੀਂ ਪਹਿਲਾਂ ਆਕਾਸ਼ਵਾਣੀ ਤੇ ਵੀ ਪਟਿਆਲਾ FM ਤੇ ਬਹੁਤ ਦੇਰ ਸੇਵਾ ਕੀਤੀ ਹੈ, ਜੋ ਕਿ ਹੁਣ ਤੁਸੀਂ ਆਪਣਾ ਪ੍ਰੋਗਰਾਮ ਕਰ ਰਹੇ ਹੋ ਜਾਂ ਗਲੋਬਲ ਨਿਊਜ਼ ਤੇ ਉਸ ਤੇ ਵੀ ਪ੍ਰੋਗਰਾਮ ਤੇ ਤੁਹਾਡੀਆਂ ਖਬਰਾਂ ਦੇਖਦੇ ਹਾਂ, ਵਧੀਆ ਲੱਗਦਾ। ਮਿਹਰਬਾਨੀ ਮਿਹਰਬਾਨੀ। ਤੇ ਪਹਿਲਾਂ ਤਾਂ ਸਰ ਜੀ ਮਕਰ ਸੰਕ੍ਰਾਂਤੀ ਦੀਆਂ ਤੇ ਲੋਹੜੀ ਦੀਆਂ ਸਾਰਿਆਂ ਨੂੰ ਮੁਬਾਰਕਾਂ ਜੀ। ਬਹੁਤ ਬਹੁਤ ਧੰਨਵਾਦ, ਮੁਬਾਰਕਾਂ। ਅੱਛਾ, ਠੰਡ ਬਹੁਤ ਜ਼ਿਆਦਾ, ਸ਼ਹਿਰਦਾਰੀ ਕਿਵੇਂ ਚੱਲ ਰਹੀ ਹੈ ਇਸ ਅੰਦੋਲਨ ਨੂੰ ਲੈ ਕੇ? ਕੀ ਤੁਹਾਡੇ ਇਲਾਕੇ 'ਚ ਗੱਲਾਂ ਬਾਤਾਂ ਦੁਕਾਨਾਂ ਤੇ ਹੋ ਰਹੀਆਂ? ਗੱਲਾਂ ਬਾਤਾਂ ਸਰ ਜੀ ਜਿਸ ਤਰ੍ਹਾਂ ਤੁਸੀਂ ਹਰ ਵਿਸ਼ਾ ਕਿਸਾਨੀ ਤੇ ਰੱਖਦੇ ਹੋ ਯਾਰ ਸਰ ਜੀ, ਮੈਂ ਮੇਲ ਵੀ ਕਰੀ ਸੀ ਜੋ ਕਿ ਇੱਕ ਜੁੱਟ ਨਾ ਜੇ ਕਿ ਸਰ ਜਿਸ ਤਰ੍ਹਾਂ ਤੁਸੀਂ ਪਹਿਲਾਂ ਗੱਲ ਕਰੀ ਸ਼ੱਕਰ ਭੁਰਜੀ ਦੀ, ਜੋ ਕਿ ਇਕੱਠੇ ਹੋ ਕੇ ਗੇਮ ਖੇਡੀ ਕਰੀ ਜਾਂਦੇ ਸੀ ਸਰ ਜੀ। ਇਹ ਹੁਣ ਕੋਈ ਗੇਮ ਨਹੀਂ ਹੈਗੀ, ਇਹ ਸਰ ਕੋਈ ਪੰਜਾਬ ਦਾ ਅੰਦੋਲਨ ਨਹੀਂ ਹੈਗਾ। ਗੱਲਾਂ ਕਰਦੇ ਨੇ ਕਹਿੰਦਾ ਵੀ ਪੰਜਾਬ ਦਾ ਅੰਦੋਲਨ ਆ ਜਾਂ ਹਰਿਆਣੇ ਦਾ ਅੰਦੋਲਨ ਆ, ਕਿਉਂਕਿ ਜਦੋਂ ਪੰਜਾਬ ਦੇ ਸ਼ੇਰ ਨਿਕਲੇ ਨੇ, ਪੰਜਾਬ ਸ਼ੇਰ ਆਪਣੇ ਪਿੰਜਰੇ ਚੋਂ ਨਿਕਲ ਗਿਆ ਤਾਂ ਉਸ ਨੂੰ ਦੇਖ ਕੇ ਸਾਰੇ ਹੀ ਆਪਣੇ ਬਾਗਾਂ ਦੇ ਵਿੱਚੋਂ ਨਿਕਲ ਗਏ। ਹਰਿਆਣਾ ਨਿਕਲਿਆ, ਰਾਜਸਥਾਨ ਨਿਕਲਿਆ, ਉੱਥੇ ਗੱਲਾਂ ਹੋ ਰਹੀਆਂ ਨੇ ਵੀ ਭਾਈ ਭਾਈ ਇਕੱਠੇ ਹੋ ਗਏ। ਇਹਨਾਂ ਨੇ ਮੁੱਦੇ ਰੱਖੇ SYL ਦੇ, ਜੋ ਕਿ ਇਹਨਾਂ ਦਾ ਸਰ ਇੱਕ ਐਡਾ ਵੱਡਾ ਸਟੰਟ ਹੁੰਦਾ ਸਰ ਸਰਕਾਰਾਂ ਦਾ, ਕਦੇ ਕੇਂਦਰ ਦਾ ਕਦੇ ਸਟੇਟ ਦਾ। ਇਹ ਮੁੱਦੇ ਦੇ ਪਹਿਲਾਂ ਸਰ ਜੇ ਪ੍ਰਕਾਸ਼ ਸਿੰਘ ਬਾਦਲ ਦੀ ਗੱਲ ਕਰੀਏ ਨਾ, ਕਹਿਣਾ ਹੁੰਦਾ ਜੀ ਵੀ ਅਸੀਂ ਪਾਣੀ ਨਹੀਂ ਦੇਣਾ ਸੀ, ਖੂਨ ਦੇ ਕਤਰੇ ਬਹਾ ਦਾਂਗੇ। ਤੇ ਸਰ ਜੀ ਅੱਜ ਕਿੱਥੇ ਗਏ ਸਰ? ਮੈਂ ਇੱਕ ਗੱਲ ਕਹਿਣਾ ਚਾਹੁੰਦਾ ਰੇਡੀਓ ਤੇ ਸਰ, ਮੈਂ ਕੋਈ ਪਾਰਟੀ ਬਾਜ਼ੀਆਂ ਨਹੀਂ ਗੱਲ ਕਰਦਾ ਸਰ। ਇਹ ਕਹਿੰਦਾ ਵੀ ਮੋਰਚੇ ਸਰ ਅਸੀਂ ਬਹੁਤ ਦੇਰ ਦੇ ਸੁਣਦੇ ਹੁੰਦੇ ਆ। ਮੇਰੀ ਸਰ 32 ਦੀ ਏਜ ਹੋ ਗਈ, ਉਮਰ ਮੇਰੀ 32 ਸਾਲ ਦੀ ਸਰ ਜੀ। ਇਹਨਾਂ ਦੀਆਂ ਰੈਲੀਆਂ ਤੇ ਟੀਵੀ ਤੇ ਜਾਂ ਕਦੇ ਮੈਂ ਇਹਨਾਂ ਦੀ ਤਾਂ ਰੈਲੀ ਕਦੇ ਸੁਣੀ ਨਹੀਂ, ਜੋ ਕਿ ਇਹ ਭਾਜਪਾ RSS ਵਾਲੇ ਇਹ ਵੀ ਨਿੱਕਰ RSS ਦੀ ਪਾਉਂਦੇ ਨੇ ਕਹਿੰਦਾ ਪ੍ਰਕਾਸ਼ ਸਿੰਘ ਬਾਦਲ ਹੋਣਾ ਪਰਿਵਾਰ। ਇਹ ਸਰੇਆਮ ਚੱਠੇ ਇਹਨਾਂ ਦੇ ਪਤਾ ਲੱਗ ਗਏ ਵੀ ਇਹ ਇਹਨਾਂ ਦੇ ਦਲਾਲ ਸੀ। ਪੱਠੂ ਅਕਾਲੀ ਦਲ ਸ਼੍ਰੋਮਣੀ ਆ ਜਿਹੜੀ ਕਹਿੰਦਾ ਇਹ ਦਲਾਲ ਪਾਰਟੀ ਆ ਸਰ, ਕੋਈ ਪਾਰਟੀ ਨਹੀਂ ਹੈਗੀ, ਜੋ ਕਿ ਜਰਨੈਲ ਸਿੰਘ ਭਿੰਡਰਾਂ ਨੇ ਤੋਂ ਉੱਥੋਂ ਸ਼ੁਰੂ ਹੋਈ ਸੀ ਸਰ ਜੀ। ਇਹਨਾਂ ਨੇ ਕਹਿੰਦਾ ਕਿਹਾ ਵੀ ਅਸੀਂ ਇੰਨੇ ਮੋਰਚੇ ਫਤਿਹ ਕਰੇ ਨੇ ਸਰ, ਅਸੀਂ ਤਾਂ ਮੋਰਚੇ 'ਚ ਕਿਤੇ ਦੇਖੇ ਨਹੀਂ ਹੈਗਾ ਵੀ ਬਾਦਲ ਸਾਹਿਬ ਕਿਹੜੇ ਮੋਰਚੇ 'ਚ ਬੈਠੇ ਨੇ। ਸਿੰਘੂ ਬਾਰਡਰ ਤੇ ਬੈਠੇ ਨੇ, ਟਿਕਰੀ ਬਾਰਡਰ ਤੇ ਬੈਠੇ ਨੇ, ਜਾਂ ਕਿਤੇ ਟੋਲ ਪਲਾਜ਼ੇ ਤੇ ਕਿਤੇ ਡਿਊਟੀ ਨਿਭਾਈ ਹੋਵੇ, ਜਾਂ ਕਿਤੇ ਗਾਜੀਪੁਰ ਬਾਰਡਰ ਤੇ ਬੈਠੇ। ਹੁਣ ਕਿੱਥੇ ਨੇ ਅੱਜ ਬਾਦਲ ਸਾਹਿਬ? ਵੀ ਉਹਨਾਂ ਦੇ ਜਾਂ ਅੰਤਿਮ ਸੰਸਕਾਰ ਹੋ ਗਿਆ ਜਾਂ ਉਹਨਾਂ ਨੂੰ ਪਤਾ ਹੀ ਨਹੀਂ ਹੈਗਾ ਵੀ ਕੋਈ ਮੋਰਚਾ ਲੱਗਿਆ ਹੋਇਆ। ਉਹ ਗੱਲਾਂ ਹਰ ਕਿਤੇ ਕਰ ਦਿੰਦੇ ਮੈਂ ਜੇਲਾਂ ਕੱਟੀਆਂ ਨੇ, ਮੋਰਚੇ ਫਤਿਹ ਕਰੇ ਨੇ। ਕਿਹੜਾ ਮੋਰਚਾ ਫਤਿਹ ਕਰਿਆ ਪਤਾ ਲੱਗੇ? ਅੱਜ ਪੂਰੇ ਹਿੰਦੁਸਤਾਨ ਦਾ ਅੰਦੋਲਨ ਆ ਸਰ, ਕਿਤੇ ਪੰਜਾਬ ਦਾ ਨਹੀਂ। ਉੱਥੇ ਕਿਸਾਨ ਸਰ ਚਾਹੇ ਬ੍ਰਾਹਮਣ ਦਾ ਹੋਵੇ, ਚਾਹੇ ਇਸਲਾਮ ਧਰਮ ਦਾ ਹੋਵੇ, ਚਾਹੇ ਕੋਈ ਮਿਸਤਰੀ ਹੋਵੇ, ਚਾਹੇ ਖੱਤਰੀ ਹੋਵੇ, ਜਿਹੜਾ ਬੈਠਾ ਉੱਥੇ ਕਿਸਾਨ ਆ ਸਰ। ਕੋਈ ਇਹ ਨਹੀਂ ਕਹਿ ਸਕਦਾ ਵੀ ਮੈਂ ਇਸਲਾਮ ਧਰਮ ਦਾ ਬੈਠਾ ਜਾਂ ਕੋਈ ਟੋਪੀ ਲਈ ਬੈਠਾ ਜਾਂ ਆਪਣੇ ਮਜ਼ਹਬ ਨੂੰ ਉੱਚਾ ਕਰਨ ਦੇ ਲਈ ਬੈਠਾ ਵਾ ਵੀ ਅਸੀਂ ਇਹਨਾਂ ਦੇ ਨਾਲ ਖੜੇ ਆ। ਕੋਈ ਨਾਲ ਖੜਨ ਵਾਲੀ ਗੱਲ ਨਹੀਂ ਹੈਗੀ। ਅੰਸਾਰੀ ਸਾਹਿਬ, ਅੰਦੋਲਨ ਆਖਰ 'ਚ ਜਿੱਤ ਕੇ ਆਉਣਗੇ? ਕਿਸਾਨ ਮੰਗਾਂ ਪੂਰੀਆਂ ਹੋਣਗੀਆਂ ਜਾਂ ਸਰਕਾਰ ਸਖਤੀ ਕਰ ਦੇਗੀ? ਜਿੱਤ ਕੇ ਆਉਣਗੇ ਸਰ, ਕੋਈ ਉਹ ਨਹੀਂ ਹੈਗਾ। ਇਹਨਾਂ ਨੂੰ RSS ਸਾਲਿਆਂ ਦੇ ਨਾ ਲੋਕਾਂ ਨੂੰ ਸਰੇਆਮ ਪਤਾ ਲੱਗ ਗਿਆ। ਇਹਨਾਂ ਨੇ ਆਪਦੀ ਪੜਾਸ ਕਰਨ ਲਈ ਮੀਟਿੰਗਾਂ ਲਾ ਦੇਖ ਲੀਆਂ ਵੀ ਜਿਵੇਂ ਕਹਿੰਦੇ ਨੇ ਨਾ ਅਸੀਂ ਡੋਨੇ ਦੇ ਵਿੱਚ ਮਠਿਆਈ ਪਾ ਦੀ ਡੱਬੇ 'ਚ। ਇਹਨਾਂ ਨੂੰ ਕਹਿਦਾ ਵੀ ਗੁਲਾਬ ਜਾਮਣਾ ਹੱਥ 'ਚ ਫੜ ਲਓ, ਲੈ ਜਾਓ, ਖਾ ਜਾਓ, ਡੱਬਾ ਸਾਡੇ ਕੋਲੋਂ ਰਹਿਣ ਦਿਓ। ਇਹ ਇਹਨਾਂ ਨੇ ਕਿਹਾ ਕਿ ਨਾ ਸਰ ਵੀ ਕਿਸਾਨ ਅਨਪੜ੍ਹ ਨੇ। ਅਨਪੜ੍ਹ ਨਹੀਂ ਸਰ, ਪੜ੍ਹੇ ਲਿਖੇ ਨੇ ਸਰ। ਰਾਜ ਸਾਰਾ ਸਲਾਮ ਕਰਦੇ ਆ, ਦਿਲੋਂ ਸਲੂਟ ਮਾਰਦਾ ਮੈਂ ਇਹਨਾਂ ਨੂੰ। ਹਰ ਵਕਤ ਨਮਾਜ਼ ਪੜ੍ਹਨ ਤੋਂ ਬਾਅਦ ਸਰ ਦੁਆ ਕਰਦੇ ਆ ਇਹਨਾਂ ਦੇ ਲਈ ਵੀ ਅੱਲਾ ਇਹਨਾਂ ਦੇ ਲਈ ਇਹਨਾਂ ਦੀ ਜੰਗ ਫਤਿਹ ਹੋਵੇ। ਕਿਉਂ ਨਹੀਂ ਫਤਿਹ ਹੋਊਗੀ ਜਦੋਂ ਸਰ ਗੁਰਦੁਆਰੇ ਦੇ ਵਿੱਚ ਮਸਜਿਦਾਂ ਦੇ ਵਿੱਚ ਅਰਦਾਸਾਂ ਹੁੰਦੀਆਂ ਨੇ ਜਾਂ ਹਰ ਬੰਦਾ ਅਰਦਾਸ ਕਰਦਾ, ਕਿਉਂ ਨਹੀਂ ਫਤਿਹ ਹੋਊਗੀ? ਧੰਨਵਾਦ ਅੰਸਾਰੀ ਸਾਹਿਬ, ਅਹਿਮਦਗੜ੍ਹ ਤੋਂ ਜੁੜੇ, ਮਿਹਰਬਾਨੀ। ਥੈਂਕ ਯੂ। ਭੈਣਾਂ ਨੇ ਹਰਵਿੰਦਰ ਜੌਹਲ ਹੋਰਾਂ ਦਾ ਮੈਸੇਜ ਹੈ, ਧੰਨਵਾਦ। ਕੁਵੈਤ ਤੋਂ ਗੁਰਮੀਤ ਸਿੰਘ ਭੁੱਲਰ, ਧੰਨਵਾਦ। ਫਿਨਲੈਂਡ ਤੋਂ ਭੁਪਿੰਦਰ ਸਿੰਘ ਭਾਰਜ ਹੋਰੀ ਵੀ ਹਾਜ਼ਰੀ ਲਾਰ ਹੈਗੇ ਨੇ, ਇਹਨਾਂ ਨੇ ਮੈਸੇਜ ਪਾਇਆ। ਕੋਈ ਦੇਖੋ ਜਿਸ ਤਰ੍ਹਾਂ ਟਰੈਕਟਰ ਦੀ ਗੱਲ ਹੋਈ ਹੈ, ਮਤਲਬ ਟਰੈਕਟਰ ਦੇ ਆਲੇ ਦੁਆਲੇ ਪੂਰਾ ਬੈਰੀਕੇਡ ਪਿੰਜਰਾ ਲਗਾਇਆ ਗਿਆ ਕਿ ਟਰੈਕਟਰ ਚਾਲਕ ਨੂੰ ਜਿਸ ਤਰ੍ਹਾਂ ਹੁੰਦਾ ਨਹੀਂ ਮੁਰਗਿਆਂ ਵਾਲੀ ਮੋਟੀ ਜਾਲੀ, ਬੈਰੀਕੇਡ ਜਾਲੀ, ਕਿ ਨਾ ਕਿਧਰੋਂ ਰੋੜਾ ਵੱਜਣਾ ਅਤੇ ਨਾ ਕਿਧਰੋਂ ਡੰਡਾ ਵੱਜਣਾ, ਅਤੇ ਟਰੈਕਟਰ ਚਾਲਕ ਉਸ ਦੇ ਵਿੱਚ ਬੈਠਾ ਅਤੇ ਅੱਗੇ ਬੜੇ ਸਟਰੋਂਗ ਬੰਪਰ ਲਗਾਏ ਹੋਏ ਨੇ। ਅਤੇ ਇਸ ਤਰ੍ਹਾਂ ਦੇ ਟਰੈਕਟਰਾਂ ਦੀ ਤਿਆਰੀ ਵੀ ਹੈ ਲੋਕਾਂ ਨੇ ਕਰ ਲਈ ਹੈ। ਅਤੇ ਇੱਥੇ ਫਿਰ ਫੋਰਸਿਸ ਨੂੰ ਵੀ ਬਹੁਤ ਮੁਸ਼ਕਿਲ ਆਏਗੀ। ਮਤਲਬ ਜਿਸ ਤਰ੍ਹਾਂ ਰਾਜੇਵਾਲ ਹੋਰਾਂ ਨੇ ਆਖਿਆ ਨਾ ਕਿ ਖਾਸ ਕਿਸਮ ਦੇ ਜਿਹੜੇ ਨੇ ਟਰੈਕਟਰਾਂ ਦੀ ਤਿਆਰੀ ਕਰਵਾਈ ਗਈ ਹੈ ਇਸ ਨੂੰ ਲੈ ਕੇ, ਕਿਉਂਕਿ ਇਹਦੇ ਨਾਲ ਖੁਦਾ ਨਾ ਖਾਸਤਾ ਕੋਈ ਪੁਲਿਸ ਮੁਲਾਜ਼ਮ ਥੱਲੇ ਆ ਜਾਂਦਾ, ਕੋਈ ਫੱਟੜ ਹੋ ਜਾਂਦਾ, ਫਿਰ ਤੁਹਾਨੂੰ ਪਤਾ ਹੀ ਨਾ ਕਿ ਵਰਦੀ ਪਾੜੀ ਦਾ ਕਿੱਡਾ ਕੇਸ ਬਣ ਜਾਂਦਾ। ਸਰਕਾਰ ਨੂੰ ਬਹਾਨਾ ਇਸ ਦੇ ਨਾਲ ਮਿਲ ਜਾਣਾ। ਇਹ ਠੀਕ ਹੈ ਕਿ ਪਹਿਲਾਂ ਇਹ ਜਿਹੜਾ ਕੁਛ ਹੋਇਆ, ਖੁਦਾ ਨਾ ਖਾਸਤਾ ਜੇ ਕਿਤੇ ਵਾਇਲੈਂਸ ਹੋ ਜਾਂਦੀ ਹੈ ਨਾ, ਤਾਂ ਸਰਕਾਰ ਨੂੰ ਬਹਾਨਾ ਮਿਲ ਜਾਣਾ।
ਇਹ ਵੀ ਹੈ ਕਿ ਸਰਕਾਰ ਬਹੁਤ ਸੋਚ ਸਮਝ ਕੇ ਕਦਮ ਚੁੱਕੇਗੀ, ਪਰ ਸਾਨੂੰ ਵੀ ਕਿਤੇ ਨਾ ਕਿਤੇ ਜਾਬਤਾ ਬਣਾਈ ਰੱਖਣਾ ਚਾਹੀਦਾ। ਸੋ ਮੌਲਾ ਮਿਹਰ ਕਰੇ ਜੀ। ਦੂਜਾ, ਸਾਡੀਆਂ ਕਈ ਮਿੱਥਾਂ ਨੇ ਕਿ ਯਾਰ ਪਤਾ ਨਹੀਂ ਕਿਹਦਾ ਮੂੰਹ ਵੇਖ ਲਿਆ, ਅੱਜ ਤੇ ਮਾੜੇ ਦਿਨ ਹੋ ਗਏ ਨੇ। ਅਸੀਂ ਜਿਹੜੇ ਭਾਰਤੀ ਖਿੱਤੇ ਦੇ ਲੋਕ ਹਾਂ, ਧਰਮਾਂ ਦੇ ਵਿੱਚ ਵਿਸ਼ਵਾਸ ਕਰਨ ਵਾਲੇ ਲੋਕ ਹਾਂ, ਨਾਮ ਸਿਮਰਨ ਦੇ ਨਾਲ ਅਸੀਂ ਆਪਣੇ ਦਿਨਾਂ ਦੀ ਸ਼ੁਰੂਆਤ ਕਰਦੇ ਹਾਂ। ਕੁਝ ਚੀਜ਼ਾਂ ਦੀਆਂ ਸਾਡੇ ਮਿੱਥਾਂ ਬਣ ਜਾਂਦੇ ਨੇ ਕਿ ਫਲਾਣਾ ਨਾਂ ਨਹੀਂ ਲੈਣਾ। ਦਸੂਹਾ ਹੁਣ ਦੇਖੋ ਕਿ ਹੁਸ਼ਿਆਰਪੁਰ ਦਾ ਬਹੁਤ ਚਰਚਿਤ ਕਸਬਾ ਹੈ। ਹੁਸ਼ਿਆਰਪੁਰ ਤੋਂ 25 ਕਿਲੋਮੀਟਰ ਦੂਰ ਇਹ ਉੱਤਰ ਵੱਲ ਸਥਿਤ ਇਹ ਪੁਰਾਣੇ ਥੇਹ 'ਤੇ ਵਸਿਆ ਹੋਇਆ ਇੱਕ ਰਵਾਇਤੀ ਜਿਹੜਾ ਹੈਗਾ ਇਤਿਹਾਸਕ ਵਰਤਾਰੇ ਨਾਲ ਜੁੜਿਆ ਹੋਇਆ ਇਹ ਕਸਬਾ ਹੈ, ਜਿਸ ਦੀ ਨੀਂਹ ਦੱਸਿਆ ਜਾਂਦਾ ਕਿ ਦਸੂਹਾ ਦੀ ਨੀਂਹ ਹੈ ਜਿਹੜੀ 5000 ਸਾਲ ਪਹਿਲਾਂ ਰੱਖੀ ਗਈ ਸੀ। ਇਹ ਨਗਰ ਰਾਜਾ ਵਿਰਾਟ ਦੀ ਰਾਜਧਾਨੀ ਸੀ। ਮਹਾਭਾਰਤ ਦੇ ਵਿੱਚ ਵੀ ਇਹ ਹਵਾਲਾ ਹੁੰਦਾ ਕਿ ਪੰਜੋ ਪਾਂਡਵ ਬਨਵਾਸ ਦੇ ਦਿਨਾਂ ਦੇ ਦੌਰਾਨ ਅਗਿਆਤਵਾਸ ਦੇ ਵਜੋਂ ਵਿਰਾਟ ਦੇ ਰਾਜੇ ਕੋਲ ਨੌਕਰੀ ਕਰਦੇ ਰਹੇ। ਅਤੇ ਇਹ ਮਤਲਬ ਦਸੂਹੇ ਬਾਰੇ ਮਿੱਥ ਹੈ ਕਿ ਦਸੂਹੇ ਦਾ ਨਾਂ ਜਿਹੜਾ ਹੈਗਾ ਨਾ ਲਿਆ ਜਾਵੇ। ਜੇ ਦਸੂਹੇ ਦਾ ਨਾਂ ਸਵੇਰੇ ਸਵੇਰੇ ਲੈ ਲਿਆ ਨਾ ਤਾਂ ਰੋਟੀ ਨਸੀਬ ਨਹੀਂ ਹੋਣੀ। ਇਹ ਮਿੱਥ ਸੀਗੀ, ਕਿਉਂਕਿ ਇਸ ਨਗਰ ਦਾ ਸੁੱਚੇ ਮੂੰਹ ਨਾਂ ਲੈਣਾ ਵੀ ਅਸ਼ੁਭ ਮੰਨਿਆ ਜਾਂਦਾ ਸੀ। ਦਸੂਹੇ ਵਾਲੇ ਦੱਸ ਸਕਦੇ ਆ, ਵੈਸੇ ਇਸ ਤਰ੍ਹਾਂ ਦੀ ਤਾਂ ਕੋਈ ਗੱਲ ਨਹੀਂ ਹੁੰਦੀ। ਇਹ ਮਿੱਥਾਂ ਸੀ, ਵਹਿਮ ਸੀਗੇ। ਸਨਾਤਨੀ ਵਿਚਾਰਾਂ ਦੇ ਹਿੰਦੂ ਸਵੇਰੇ ਸਵੇਰੇ ਜੇ ਉਹਨਾਂ ਨੇ ਇਸ ਦਾ ਨਾਂ ਲੈਣਾ ਹੋਵੇ ਤਾਂ ਦਸੂਹਾ ਦੀ ਜਗ੍ਹਾ ਉਹ ਇਸ ਨੂੰ ਵਿਰਾਟ ਦੀ ਨਗਰੀ ਕਹਿੰਦੇ ਸਨ। ਇਹ ਮਤਲਬ ਵਿਰਾਟ ਦੀ ਨਗਰੀ ਕਹਿ ਲਿਆ ਜਾਂਦਾ ਸੀ। ਇਸ ਦਾ ਨਾਂ ਦਸੂਹਾ ਨਹੀਂ ਸੀਗਾ, ਦਾਸੂਹਾ ਨਹੀਂ ਸੀਗਾ, ਜਿੱਥੇ ਪਾਂਡਵ ਵੀ ਨੌਕਰੀ ਕਰਦੇ ਰਹੇ। ਇਸ ਤਰ੍ਹਾਂ ਦੀਆਂ ਜਿਹੜੀਆਂ ਮਿੱਥਾਂ, ਹੁਣ ਬਹੁਤ ਸਾਰੇ ਲੋਕਾਂ ਦਾ ਨਾਂ ਹੁੰਦਾ ਦਸੌਂਧਾ ਸਿਉਂ। ਇਹ ਦਸੌਂਧਾ ਸਿਉਂ ਦੇ ਨਾਂ 'ਤੇ ਕਈ ਪਿੰਡਾਂ ਦਾ ਨਾਂ ਵੀ ਹੈ। ਖਾਸ ਕਰਕੇ ਬਠਿੰਡੇ ਦੇ ਵਿੱਚ ਇੱਕ ਪਿੰਡ ਦਾ ਨਾਂ ਹੈ ਦਸੌਂਧਾ ਸਿਉਂ ਵਾਲਾ। ਪੁਰਾਣੇ ਬਜ਼ੁਰਗਾਂ ਦੇ ਇੱਦਾਂ ਦੇ ਨਾਂ ਸੀ ਦਸੌਂਧਾ ਸਿਉਂ। ਇਹ ਦਸੌਂਧੀ ਜਾਂ ਦਸੌਂਧੀ ਰਾਮ ਇਹ ਨਾਂ ਕਿਉਂ ਪਏ? ਵੀਰ ਦਸੌਂਧੀ ਰਾਮ ਵੀ ਪਟਿਆਲੇ 'ਚ ਹੈਗੇ ਨੇ, ਇੱਕ ਮਨਾਇਆ ਜਾਂਦਾ ਉਹਨਾਂ ਦਾ ਵੀ ਦਿਨ ਤਿਥ। ਦਸੌਂਧੀ ਰਾਮ ਪਾਰਕ ਵੀ ਹੈ। ਸੋ ਇਹ ਦਸੌਂਧਾ ਕਿਵੇਂ ਪੈਂਦਾ? ਅਸਲ ਦੇ ਵਿੱਚ ਜਿਸ ਤਰ੍ਹਾਂ ਦਸੌਂਧ ਕੱਢਣੀ ਹੈ ਨਾ, 10ਵਾਂ ਹਿੱਸਾ, ਜਿਵੇਂ ਕਈ ਮਾਪੇ ਸੁੱਖਣਾ ਸੁੱਖਦੇ ਨੇ ਕਿ ਅਸੀਂ ਕਾਰਜ ਦੇ ਲਈ, ਖਾਸ ਕਰਕੇ ਸਿੱਖੀ 'ਚ ਵੀ 10 ਵੰਧ ਆਉਂਦਾ ਨਾ, 10 ਨੌਹਾਂ ਦੀ ਕਿਰਤ ਕਰਨ ਤੋਂ ਬਾਅਦ ਤੁਹਾਡੀ ਆਮਦਨ ਦਾ ਜਿਹੜਾ 10ਵਾਂ ਹਿੱਸਾ ਉਹ ਤੁਸੀਂ ਧਰਮ ਕਾਰਜ ਲਈ ਦੇਣਾ, ਉਹ ਦਸਵੰਧ ਕੱਢਣਾ ਕਹਿੰਦੇ ਉਸ ਨੂੰ, ਉਹਨੂੰ ਦਸੌਂਧ ਵੀ ਕਹਿੰਦੇ ਨੇ। ਉੱਥੋਂ ਹੀ ਇਸ ਦਾ ਨਾਂ ਅੱਗੇ ਜਾ ਕੇ ਦਸੌਂਧਾ ਪਿਆ, ਦਸੌਂਧਾ ਸਿਉਂ ਪਿਆ, ਦਸੌਂਧੀ ਰਾਮ ਪਿਆ। ਅਤੇ ਮੁਸਲਮਾਨਾਂ ਦੇ ਵਿੱਚ ਤਾਂ ਮੇਰੇ ਖਿਆਲ ਮੈਂ ਤਾਂ ਸੁਣਿਆ ਨਹੀਂ ਵੀ ਕਿਸੇ ਦਾ ਨਾਂ ਦਸੌਂਧਾ ਖਾਨ ਹੋਵੇ। ਵੈਸੇ ਇਸ ਤਰ੍ਹਾਂ ਦੇ ਜਿਹੜਾ ਦਸਵੰਧ ਆ, ਜ਼ਕਾਤ ਵਗੈਰਾ ਮੁਸਲਿਮ ਧਰਮ 'ਚ ਵੀ ਕੱਢੀ ਜਾਂਦੀ ਹੈ। ਸ਼ਾਇਦ ਅੰਸਾਰੀ ਸਾਹਿਬ ਜੇ ਸੁਣਦੇ ਨੇ ਉਹ ਦੱਸ ਸਕਦੇ ਆ, ਪਰ ਉਹ ਦਸੌਂਧ ਨਹੀਂ ਕਹਿੰਦੇ, ਉਹ ਜ਼ਕਾਤ ਵਗੈਰਾ ਆਉਂਦਾ ਉਹਨਾਂ ਦੇ। ਪਰ ਇਹ 10ਵੇਂ ਹਿੱਸੇ ਦੀ ਰਕਮ ਕੱਢਣ ਨੂੰ ਹੈ ਨਾ ਜਿਹੜਾ ਦਸਵੰਧ ਕਿਹਾ ਜਾਂਦਾ ਸੀ। ਸੋ ਉਹ ਬੱਚਾ ਜਿਸ ਦੇ ਜਨਮ 'ਤੇ ਉਸ ਦੇ 10ਵੇਂ ਹਿੱਸੇ ਦੀ ਰਕਮ ਕੱਢ ਕੇ ਦਾਨ ਕੀਤੀ ਜਾਵੇ, ਉਸ ਨੂੰ ਦਸੌਂਧੀਆ ਕਿਹਾ ਜਾਂਦਾ ਸੀਗਾ। ਉਸ ਦਾ ਨਾਂ ਵੀ ਦਸੌਂਧੀ ਰਾਮ ਜਾਂ ਦਸੌਂਧਾ ਸਿਉਂ ਰੱਖ ਦਿੱਤਾ ਜਾਂਦਾ ਸੀ। ਹੁੰਦਾ ਕੀ ਸੀ ਕਿ ਜੇ ਸੁੱਖਣਾ ਸੁੱਖੀ ਹੈ, ਕਿਸੇ ਨੇ ਬੱਚਾ ਜੰਮ ਪਿਆ, ਤਾਂ ਉਸ ਬੱਚੇ ਦੀ ਕੀਮਤ ਪਾ ਲੈਂਦੇ ਸੀ ਉਹ। ਜਿਹੜੇ ਮਾਪਿਆਂ ਦੇ ਘਰੇ ਬੱਚਾ ਨਹੀਂ ਸੀ ਪੈਦਾ ਹੁੰਦਾ, ਮੁਸ਼ਕਿਲ ਨਾਲ ਹੁੰਦਾ ਸੀ, ਖਾਸ ਕਰਕੇ ਮੁੰਡਿਆਂ ਦਾ ਨਾਂ ਦਸੌਂਧਾ ਜਾਂ ਦਸੌਂਧੀ ਰਾਮ ਪੈਂਦਾ ਸੀ। ਜਿਹੜੇ ਘਰ ਕੁੜੀਆਂ ਜੰਮਦੀਆਂ ਸੀ, ਫਿਰ ਕਈ ਲੋਕ ਧਾਰਮਿਕ ਸਥਾਨਾਂ 'ਤੇ ਮੰਦਿਰ ਗੁਰਦੁਆਰੇ ਜਾ ਕੇ ਮੁੰਡਾ ਜੰਮਣ ਦੀ ਜਿਹੜੀ ਹੈ ਉਹ ਸੁੱਖਣਾ ਸੁੱਖਦੇ ਸੀ। ਅਤੇ ਜਦੋਂ ਕਿਸੇ ਘਰ ਫਿਰ ਇੱਦਾਂ ਦਾ ਜਵਾਕ ਜੰਮਦਾ ਸੀਗਾ ਤਾਂ ਉਸ ਦੇ ਦੰਦੀਆਂ ਕੱਢਣ ਤੋਂ ਪਹਿਲਾਂ ਉਸ ਨੂੰ ਗੁਰਦੁਆਰੇ ਲਿਜਾ ਕੇ ਜਾਂ ਮੰਦਿਰ ਲਿਜਾ ਕੇ, ਜਿਸ ਤਰ੍ਹਾਂ ਗੁਰਦੁਆਰੇ ਲਿਜਾ ਕੇ 5 ਪਿਆਰਿਆਂ ਤੋਂ ਉਸ ਦੀ ਕੀਮਤ ਪਵਾਈ ਜਾਂਦੀ ਸੀ ਕਿ ਭਾਈ ਅਸੀਂ ਜਵਾਕ ਜੰਮਿਆ, ਇਹਦੀ ਕਿੰਨੀ ਕੀਮਤ ਹੋ ਸਕਦੀ। ਹਾਲਾਂਕਿ ਪੁੱਤਰਾਂ ਦੀ ਕੀਮਤ ਨਹੀਂ ਹੁੰਦੀ, ਪੁੱਤ ਹੱਟੀਆਂ 'ਤੇ ਨਹੀਂ ਵਿਕਦੇ, ਪਰ ਇਹ ਇੱਕ ਵਰਤਾਰਾ ਪੰਜਾਬ ਦੇ ਵਿੱਚ ਚੱਲਦਾ ਰਿਹਾ। ਬਜ਼ੁਰਗਾਂ ਨਾਲ ਗੱਲਾਂ ਕਰੋ ਤਾਂ ਬਹੁਤ ਸਾਰਾ ਤੁਹਾਨੂੰ ਚੀਜ਼ਾਂ ਦਾ ਪਤਾ ਲੱਗਦਾ। ਤੁਸੀਂ ਕਦੇ ਸੁਣਿਆ ਕਿ ਧਾਰਮਿਕ ਸਥਾਨ 'ਚ ਬੱਚੇ ਦਾ ਮੁੱਲ ਪੈਂਦਾ ਹੋਵੇ? ਸੋ ਮੰਦਰਾਂ ਗੁਰਦੁਆਰਿਆਂ 'ਚ ਕਦੇ ਕਦਾਈ ਇਹ ਹੁੰਦਾ ਸੀ। ਇਸੇ ਕਰਕੇ ਮੈਨੂੰ ਵੀ ਇੱਕ ਪੁਰਾਣੇ ਬਜ਼ੁਰਗ ਨੇ ਇਸ ਗੱਲ ਦਾ ਜ਼ਿਕਰ ਕੀਤਾ ਸੀਗਾ। ਸੋ ਬਜ਼ੁਰਗਾਂ ਨਾਲ ਮੇਰੀ ਪੁਰਾਣਿਆਂ ਨਾਲ ਬਹੁਤ ਦੋਸਤੀ ਹੈ, ਬੜੀਆਂ ਗੱਲਾਂ ਉਹਨਾਂ ਤੋਂ ਸੁਣੀਆਂ ਹੋਈਆਂ ਨੇ। ਇਹ ਮਸਲਾ ਹਿੰਦੂਆਂ ਜਾਂ ਸਿੱਖਾਂ 'ਚ ਨਹੀਂ, ਇਹ ਮੁਸਲਮਾਨਾਂ 'ਚ ਵੀ ਰੀਤ ਹੈਗੀ। ਜਿਹੜੇ ਸਖੀ ਸਰਵਰ ਦੇ ਚੇਲੇ ਨੇ ਨਾ, ਉਹ ਵੀ ਇਸੇ ਤਰ੍ਹਾਂ ਜਦੋਂ ਸੁੱਖਣਾ ਸੁੱਖਦੇ ਨੇ ਤਾਂ ਉਸ ਤੋਂ ਜਿਹੜੇ ਸਖੀ ਸਰਵਰ ਦੇ ਜਿਹੜੇ ਚੇਲੇ ਨੇ ਨਾ, ਉਹ ਵੀ ਮਤਲਬ ਜਦੋਂ ਉਹਨਾਂ ਦੇ ਕੋਈ ਸੁੱਖ ਕੇ ਸਖੀ ਸਰਵਰ ਪੀਰ ਦੇ ਬੱਚਾ ਪੈਦਾ ਹੁੰਦਾ ਤਾਂ ਉਹਦਾ ਜਿਹੜਾ ਸਖੀ ਸਰਵਰ ਦਾ ਦੇ ਧਾਰਮਿਕ ਸਥਾਨ ਦਾ ਜਿਹੜਾ ਪੁਜਾਰੀ ਹੁੰਦਾ ਉਹਨੂੰ ਭਰਾਈ ਕਹਿੰਦੇ ਨੇ। ਭਰਾਈ ਹਾਲਾਂਕਿ ਇੱਕ ਜਾਤ ਵੀ ਹੈ। ਜਿਹੜੇ ਮਰੇਕੋਟਲੇ ਵਾਲੇ ਦਾ ਲਾਉਂਦੇ ਨੇ ਰੋਟ ਵਗੈਰਾ, ਲਾਲਾਂ ਵਾਲੇ ਦਾ, ਕਿਉਂਕਿ ਉਹਦਾ ਨਾਂ ਲਾਲਾਂ ਵਾਲਾ ਵੀ ਹੈ। ਲਾਲ ਮਤਲਬ ਬੱਚਿਆਂ ਵਾਲਾ। ਹੈਦਰ ਸ਼ੇਖ ਦਾ ਮੇਲਾ ਮਰੇਕੋਟਲੇ ਲੱਗਦਾ, ਜਿਵੇਂ ਸੁਰਿੰਦਰ ਕੌਰ ਦੇ ਗੀਤ 'ਚ ਆਉਂਦਾ ਨਾ, ਟੇਢਾ ਟੇਢਾ ਇਉਂ ਝਾਕਦਾ ਜਿਵੇਂ ਹੈਦਰ ਸ਼ੇਖ ਤੇ ਲੇਲਾ, ਕਿਉਂਕਿ ਉੱਥੇ ਬਲੀ ਬੁਲੀ ਦਿੱਤੀ ਜਾਂਦੀ ਹੈ।
ਖੈਰ ਮਰੇਕੋਟਲੇ ਬੜਾ ਭਾਰੀ ਮੇਲਾ ਭਰਦਾ ਹੈ, ਗਰਮੀਆਂ ਦੇ ਦਿਨਾਂ 'ਚ ਭਰਦਾ, ਮੇਰੇ ਖਿਆਲ ਜੂਨ ਜੁਲਾਈ 'ਚ। ਮੈਂ ਵੇਖਿਆ ਤਾਂ ਨਹੀਂ ਮੇਲਾ, ਸੁਣਿਆ ਬਹੁਤ ਆ ਮਰੇਕੋਟਲੇ ਦੇ ਮੇਲੇ ਬਾਰੇ। ਅਤੇ ਉਹ ਭਰਾਈ ਜਿਹੜਾ ਹੈਗਾ ਫਿਰ ਉਹ ਵੀ ਉਸ ਬੱਚੇ ਦਾ ਮੁੱਲ ਪਾਉਂਦਾ। ਮਸਲਨ ਕਿ ਬੱਚੇ ਦੀ ਕੀਮਤ, ਕਿ ਇਹਦੀ ਕੀਮਤ 10,000 ਪਾ ਦਿਓ, ਜਿਹੜਾ ਸੁੱਕਣਾ ਸੁੱਕਿਓ। ਫਿਰ ਉਹ ਕੀਮਤ ਪਤਾ ਕਿੱਦਾਂ ਪਾਉਂਦੇ ਆ? ਇਹ ਨਹੀਂ ਕਿ ਉਹਦਾ ਕੱਦ ਕਾਟ ਵੇਖ ਕੇ ਕਿ ਭਾਰਾ ਜਾਂ ਪਤਲਾ, ਉਹ ਉਸ ਪਰਿਵਾਰ ਦੀ, ਜਿਸ ਘਰ ਉਹ ਬੱਚਾ ਪੈਦਾ ਹੋਇਆ, ਉਸ ਦੀ ਹੈਸੀਅਤ ਵੇਖਦੇ ਨੇ ਕਿ ਇਹ ਪਰਿਵਾਰ ਕਿੰਨੀ ਕਿਹਦੀ ਸੰਪਤੀ ਹੈ, ਕਿਉਂਕਿ ਪਿੰਡ ਦੇ ਪੁਜਾਰੀ ਨੂੰ, ਭਾਈ ਨੂੰ, ਭਰਾਈ ਨੂੰ, ਸਭ ਨੂੰ ਪਤਾ ਹੁੰਦਾ। ਫਿਰ ਉਹਨਾਂ ਦੀ ਜ਼ਮੀਨ ਜਾਇਦਾਦ ਵੇਖ ਕੇ ਜਾਂ ਪਹਿਲਾਂ ਸੈਟਿੰਗ ਕਰ ਵੀ ਲੈਂਦੇ ਨੇ ਕਿ ਕਿੰਨੀ ਕੁ ਕੀਮਤ ਪਾ ਦਈਏ। ਉਹ ਜਿਹੜਾ ਫਿਰ ਜਦੋਂ ਉੱਥੇ ਉਹ ਆਪਣਾ ਧਾਰਮਿਕ ਪਾਠ ਹਵਨ ਜੋ ਵੀ ਕਰਾਉਂਦੇ ਨੇ, ਉਸ ਤੋਂ ਬਾਅਦ ਉਸਦੀ ਕੀਮਤ ਪਾ ਦਿੰਦਾ ਕਿ ਇਹ ਬੱਚਾ 10,000 ਦਾ। ਫਿਰ 10,000 ਕੀਮਤ ਪਾਉਣ ਤੋਂ ਬਾਅਦ ਉਸ ਦਾ 1,000 ਜਾਣੀ ਕਿ ਉਸ ਦਾ 10ਵਾਂ ਹਿੱਸਾ ਉਸ ਧਾਰਮਿਕ ਸਥਾਨ ਨੂੰ ਭੇਟ ਕਰ ਦਿੱਤਾ ਜਾਂਦਾ ਉਸ ਬੱਚੇ ਦੇ ਜਨਮ 'ਤੇ। ਅਤੇ ਫਿਰ ਉਸ ਦਾ ਨਾਮ ਵੀ ਜਿਵੇਂ ਵੀਰ ਦਸੌਂਧੀ ਰਾਮ ਰੱਖ ਦਿੱਤਾ, ਜਾਂ ਫਿਰ ਲਾਲਾ ਦਸੌਂਧੀ ਰਾਮ ਹੋ ਗਿਆ, ਦਸੌਂਧੀ ਮੱਲ ਹੋ ਗਿਆ, ਜਾਂ ਦਸੌਂਧਾ ਸਿਉ ਹੋ ਗਿਆ। ਸੋ ਬਠਿੰਡੇ ਦੇ ਵਿੱਚ ਪਿੰਡ ਦਸੌਂਧਾ ਸਿਉ, ਸ਼ਾਇਦ ਉਹ ਵੀ ਦਸੌਂਧਾ ਸਿਉ ਦਾ ਨਾਂ ਇੱਦਾਂ ਪਿਆ ਹੋਵੇ। ਵੈਸੇ ਨਾਂ ਬਹੁਤ ਸੋਹਣਾ, ਦਸੌਂਧਾ ਸਿਉ। ਸੋ ਇਹ ਵਿਰਾਸਤ ਦੀ ਗੱਲ ਹੈ। ਸੋ ਮੇਰੀ ਕੋਸ਼ਿਸ਼ ਰਹੇਗੀ ਕਿ ਸਿਆਸਤ ਦੇ ਨਾਲ ਨਾਲ ਵਿਰਾਸਤ ਵੀ ਤੁਹਾਡੇ ਨਾਲ ਸਾਂਝੀ ਕੀਤੀ ਜਾਵੇ। ਸੋ ਵਿਰਾਸਤ ਦੀ ਵੀ ਚਰਚਾ ਜਿਹੜੀ ਹੈ ਕਰਨੀ ਜ਼ਰੂਰੀ ਹੈ। ਇਸੇ ਤਰ੍ਹਾਂ ਹਰ ਧਰਮ ਦੇ ਵਿੱਚ, ਹਰ ਖਿੱਤੇ ਦੇ ਵਿੱਚ, ਹਰ ਸੱਭਿਆਚਾਰ ਦੇ ਵਿੱਚ ਬਹੁਤ ਸਾਰੀਆਂ ਅਹਿਮ ਚੀਜ਼ਾਂ ਹੁੰਦੀਆਂ ਨੇ ਜਿਨ੍ਹਾਂ ਦੇ ਬਾਰੇ ਸਾਨੂੰ ਜਾਣਕਾਰੀ ਰੱਖਣੀ ਚਾਹੀਦੀ ਹੈ, ਕਿਉਂਕਿ ਹੁਣ ਤਾਂ ਇਹ ਹਾਲਾਤ ਹੋ ਗਏ ਕਿ ਬਹੁਤ ਸਾਰੇ ਪਿੰਡਾਂ ਦਾ ਨਾਂ ਅਸੀਂ ਭੁੱਲ ਗਏ ਹਾਂ। ਜਦੋਂ ਪੁੱਛੇ ਕਿ ਪਿੰਡ ਦਾ ਨਾਂ ਕਿਵੇਂ ਪਿਆ, ਅਤੇ ਉਹ ਫਿਰ ਬੰਦਾ ਭੁੱਲ ਜਾਂਦਾ ਕਿ ਯਾਰ ਪਿੰਡ ਦਾ ਨਾਂ ਕਿਵੇਂ ਪਿਆ, ਸਾਨੂੰ ਤਾਂ ਪਤਾ ਨਹੀਂ। ਕਿਉਂਕਿ ਜਿਹੜੀਆਂ ਕੌਮਾਂ ਇਤਿਹਾਸ ਬਣਾਉਂਦੀਆਂ ਨੇ ਨਾ, ਉਹਨਾਂ ਕੋਲ ਇਤਿਹਾਸ ਸਾਂਭਣ ਦਾ ਵਕਤ ਨਹੀਂ ਹੁੰਦਾ। ਸੋ ਸਾਡੀ ਇਸ ਪ੍ਰੋਗਰਾਮ ਦੇ ਵਿੱਚ ਕੋਸ਼ਿਸ਼ ਹੈ ਕਿ ਜ਼ਿੰਦਗੀ ਦੇ ਹਰ ਰੰਗ ਦੇ ਨਾਲ ਤੁਹਾਨੂੰ ਲਬਰੇਜ਼ ਕੀਤਾ ਜਾਵੇ ਅਤੇ ਦੁਨੀਆਦਾਰੀ ਦਾ ਹਰ ਨੁਕਤਾ ਤੁਹਾਡੇ ਨਾਲ ਸਾਂਝਾ ਕੀਤਾ ਜਾਵੇ। ਅਤੇ ਇਸ ਦੇ ਨਾਲ ਨਾਲ ਸਿਆਸਤ ਦੇ ਵਿੱਚ ਜਿਹੜੇ ਇਹ ਵੱਡੇ ਲੋਕ ਨੇ, ਇਹਨਾਂ ਦੀਆਂ ਜਾਇਦਾਦਾਂ ਦੇ ਵਿੱਚ ਵੀ ਬੜੇ ਘਾਟੇ ਵਾਧੇ ਹੋ ਰਹੇ ਨੇ, ਬੜੀਆਂ ਤਕਸੀਮਾਂ ਜਰਬਾਂ ਹੋ ਰਹੀਆਂ ਨੇ। ਟਾਟਾ ਬੜਾ ਪੁਰਾਣਾ ਅਮੀਰ ਬੰਦਾ, ਪਰ ਟਾਟਾ ਕਈ ਗੱਲਾਂ 'ਚ ਇਮਾਨਦਾਰ ਵੀ ਹੈ। ਸੋ ਟਾਟਾ ਨੇ ਹੁਣ ਅੰਬਾਨੀ ਨੂੰ 6 ਮਹੀਨਿਆਂ ਦੇ ਵਿੱਚ ਹੀ ਪਿੱਛੇ ਛੱਡ ਦਿੱਤਾ। ਸੋ ਵੱਡੇ ਕਾਰੋਬਾਰੀ ਦਾ ਰੁਤਬਾ ਅੰਬਾਨੀ ਕੋਲੋਂ ਖੋਹ ਲਿਆ ਅਤੇ ਟਾਟਾ ਵਾਲਿਆਂ ਦੇ ਘਰਾਣੇ ਕੋਲ ਇਹ ਰੁਤਬਾ ਆ ਗਿਆ। ਸੋ ਇਸ ਵਕਤ ਭਾਰਤ ਦਾ ਸਭ ਤੋਂ ਵੱਡਾ ਗਰੁੱਪ ਫਿਰ ਟਾਟਾ ਬਣ ਗਿਆ। ਪਿਛਲੇ ਸਾਲ ਜੁਲਾਈ ਦੇ ਵਿੱਚ ਟਾਟਾ ਸਮੂਹ ਨੂੰ ਪਛਾੜ ਕੇ ਅੰਬਾਨੀ ਦੇਸ਼ ਦਾ ਸਭ ਤੋਂ ਵੱਡਾ ਘਰਾਣਾ ਬਣਿਆ ਸੀਗਾ ਰਿਲਾਇੰਸ। 6 ਮਹੀਨਿਆਂ ਦੇ ਵਿੱਚ ਇਸ ਸਿਖਰ 'ਤੇ ਪਹੁੰਚ ਗਿਆ ਸੀ ਮੋਦੀ ਸਾਹਿਬ ਦੀ ਕਿਰਪਾ ਨਾਲ। ਸੋ ਮੁਕੇਸ਼ ਅੰਬਾਨੀ ਦੀ ਅਗਵਾਈ ਵਾਲਾ ਇਹ ਰਿਲਾਇੰਸ, ਜਿਹਦੇ ਵਿੱਚ ਮੋਦੀ ਸਾਹਿਬ ਵੀ ਜੀਓ ਕਰਦੇ ਨੇ, ਇਹ ਹੁਣ ਰਿਲਾਇੰਸ ਸਮੂਹ ਬਾਜ਼ਾਰ ਮੁੱਲ ਦੇ ਮਾਮਲੇ ਦੇ ਵਿੱਚ ਹੁਣ 3ਜੇ ਸਥਾਨ 'ਤੇ ਪਹੁੰਚ ਗਿਆ। ਅਤੇ ਦੂਜੀ ਤਰਫ ਆਪਣੀ ਫਲੈਗਸ਼ਿਪ ਕੰਪਨੀ ਜਿਹੜੀ ਹੈ TCS, ਉਸ ਦੇ ਵਿੱਚ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਟਾਟਾ ਸਮੂਹ ਇੱਕ ਵਾਰੀ ਫਿਰ ਦੇਸ਼ ਦਾ ਸਭ ਤੋਂ ਵੱਡਾ ਘਰਾਣਾ ਬਣਿਆ। ਸੋ ਵਿੱਤੀ ਸ਼ੇਅਰਾਂ ਦੇ ਵਿੱਚ ਆਈ ਤੇਜ਼ੀ ਦੇ ਚੱਲਦਿਆਂ ਇਹ ਸਾਰਾ ਉੱਪਰੋਂ ਥੱਲੇ ਹੋਇਆ। ਸੋ ਰਿਲਾਇੰਸ ਭਾਵੇਂ ਹੁਣ ਵੀ ਦੇਸ਼ ਦੀ ਸਭ ਤੋਂ ਵੱਡੀ ਕੰਪਨੀ ਬਣੀ ਹੋਈ ਹੈ, ਪਰ ਜੁਲਾਈ 2020 ਦੇ ਵਿੱਚ ਟਾਟਾ ਗਰੁੱਪ ਦੀਆਂ 17 ਸੂਚੀਬੱਧ ਕੰਪਨੀਆਂ ਦਾ ਕੁੱਲ ਮਾਰਕੀਟ ਕੈਪ 11.32 ਲੱਖ ਕਰੋੜ ਸੀ, ਜਦੋਂ ਕਿ ਰਿਲਾਇੰਸ ਦਾ ਮਾਰਕੀਟ ਕੈਪ 13 ਲੱਖ ਕਰੋੜ ਤੋਂ ਉੱਪਰ ਪਹੁੰਚ ਗਿਆ ਸੀ। ਸਤੰਬਰ ਤੱਕ ਰਿਲਾਇੰਸ ਦੇ ਸ਼ੇਅਰ ਦੇ ਭਾਅ ਵਧਦੇ ਗਏ ਅਤੇ 16 ਸਤੰਬਰ ਨੂੰ ਰਿਲਾਇੰਸ ਦਾ ਮਾਰਕੀਟ ਕੈਪ 16 ਲੱਖ ਕਰੋੜ ਦੇ ਰਿਕਾਰਡ 'ਤੇ ਪਹੁੰਚ ਗਿਆ। ਲੇਕਿਨ ਇਸ ਤੋਂ ਬਾਅਦ ਰਿਲਾਇੰਸ ਡਿੱਗਦਾ ਗਿਆ, ਸ਼ੇਅਰ ਡਿੱਗਦੇ ਗਏ। ਹੁਣ ਇਸ ਦੀ ਮਾਰਕੀਟ ਕੈਪ 12.22 ਲੱਖ ਕਰੋੜ ਰਹਿ ਗਈ ਹੈ। ਇਸੇ ਦੌਰਾਨ ਟਾਟਾ ਦੀ ਕੰਪਨੀ TCS ਦੀ ਅਗਵਾਈ ਵਾਲਾ ਟਾਟਾ ਗਰੁੱਪ ਹੈ ਜਿਹੜਾ, ਉਸ ਦੀਆਂ ਕੰਪਨੀਆਂ ਭਾਵੇਂ ਟਾਟਾ ਮੋਟਰ ਹੈ, ਟਾਟਾ ਸਟੀਲ ਹੈ, ਉਸ ਦੇ ਵਿੱਚ ਆਈ ਤੇਜ਼ੀ ਦੇ ਚੱਲਦਿਆਂ ਟਾਟਾ ਦਾ ਜਿਹੜਾ ਮਾਰਕੀਟ ਕੈਪ ਹੈ ਉਹ 16.69 ਲੱਖ ਕਰੋੜ ਨੂੰ ਪਹੁੰਚ ਗਿਆ। ਸੋ ਜਿਹੜਾ ਕਿ ਰਿਲਾਇੰਸ ਤੋਂ ਤਕਰੀਬਨ 36% ਜ਼ਿਆਦਾ ਹੋ ਗਿਆ। ਸੋ ਇਸ ਉਤਰਾਅ ਚੜ੍ਹਾਅ ਦੇ ਬਹੁਤ ਸਾਰੇ ਕਾਰਨ ਨੇ। ਇੱਕ ਤਾਂ ਹਾਲੀਆ ਜਿਸ ਤਰ੍ਹਾਂ ਇਸ ਦੀਆਂ ਕੰਪਨੀਆਂ ਘਾਟੇ 'ਚ ਜਾਣ ਲੱਗੀਆਂ ਨੇ, ਵੈਸੇ ਇਹਨਾਂ ਨੂੰ ਕੋਈ ਕਹਿੰਦੇ ਤਾਂ ਇਹ ਨੇ ਕਿ ਬਹੁਤਾ ਫਰਕ ਨਹੀਂ ਪੈਂਦਾ, ਇਹਨਾਂ ਦਾ ਫਿਕਰ ਬਹੁਤ ਹੈ ਨਾ। ਹੇਮਾ ਮਾਲਿਨੀ ਨੂੰ ਬਹੁਤ ਫਿਕਰ ਹੋਇਆ, ਕਹਿੰਦੀ ਰਿਲਾਇੰਸ ਦੇ ਟਾਵਰ ਤੋੜ ਦਿੱਤੇ। ਕਿਉਂਕਿ ਤੁਸੀਂ ਵੇਖੋ ਇਹਦੇ ਘਰੇ ਜਦੋਂ ਜਵਾਕ ਜੰਮਿਆ, ਇਹ ਜਿਹੜੇ ਬਾਲੀਵੁੱਡ ਦੇ ਸਟਾਰ ਇੰਨੇ ਨਖਰਾ ਕਰਦੇ ਨੇ, ਕਿਵੇਂ ਲਾਈਨ 'ਚ ਖੜੇ ਨੇ ਟਾਟਾ ਵਾਲਿਆਂ ਦੇ, ਉਹਦੇ ਰਿਲਾਇੰਸ ਵਾਲਿਆਂ ਦੇ ਘਰੇ। ਸੋ ਟਾਟਾ ਦਾ ਜਿਹੜਾ TCS ਕੰਪਨੀ ਹੈ, ਇਹਨੇ ਕਰੋਨਾ ਕਾਲ ਦੇ ਦੌਰਾਨ ਕਈ ਵੱਡੇ ਸੌਦੇ ਕੀਤੇ ਨੇ। ਸਭ ਇਸ ਦੇ ਜਿਹੜੇ ਕੰਪਨੀ ਦੇ ਸ਼ੇਅਰ ਨੇ ਉਹ
ਸ਼ੇਅਰਾਂ ਦੀ ਰੈਲੀ ਹੁਣ ਵੀ ਬਰਕਰਾਰ ਹੈ। ਦੂਜੀ ਤਰਫ ਜਿਹੜੀ ਸਟੀਲ ਦੀਆਂ ਕੀਮਤਾਂ ਵਧਣ ਦੇ ਨਾਲ ਟਾਟਾ ਸਟੀਲ ਨੂੰ ਫਾਇਦਾ ਹੋਇਆ। ਟਾਟਾ ਮੋਟਰ ਦੇ ਸ਼ੇਅਰ ਵੀ ਜੁਲਾਈ ਤੋਂ ਬਾਅਦ 100% ਤੋਂ ਜ਼ਿਆਦਾ ਵੱਧ ਚੁੱਕੇ ਨੇ। ਜਿੱਥੋਂ ਤੱਕ ਰਿਲਾਇੰਸ ਦਾ ਤਾਲੁਕ ਹੈ, ਫੇਸਬੁੱਕ, ਗੂਗਲ ਤੱਕ ਨਿਵੇਸ਼ ਹਾਸਲ ਕਰਨ ਦੀ ਵਜ੍ਹਾ ਕਰਕੇ ਰਿਲਾਇੰਸ ਦੇ ਸ਼ੇਅਰ ਵੱਧ ਗਏ ਸਨ, ਕਿਉਂਕਿ ਫੇਸਬੁੱਕ ਗੂਗਲ ਦੇ ਵਿੱਚ ਵੀ ਆ ਗਿਆ ਸੀ ਅਤੇ ਹੁਣ ਇਸ ਦੇ ਵਿੱਚ ਕਰੈਕਸ਼ਨ ਆ ਰਿਹਾ, ਟੁੱਟ ਭੱਜ ਹੋ ਰਹੀ ਹੈ। ਅਰਾਮਕੋ ਸੌਦੇ 'ਤੇ ਸਵਾਲੀਆ ਨਿਸ਼ਾਨ ਲੱਗਣ ਤੋਂ ਬਾਅਦ ਨਿਵੇਸ਼ਕਾਂ ਦਾ ਜਿਹੜਾ ਸੈਂਟੀਮੈਂਟ ਵਿਗੜਿਆ, ਸੋ ਇਸ ਗਰੁੱਪ ਦੇ ਸ਼ੇਅਰ ਆ ਜਿਹੜਾ ਸਤੰਬਰ ਤੱਕ 20% ਡਿੱਗੇ। HDFC ਸਮੂਹ ਦੀਆਂ 4 ਕੰਪਨੀਆਂ ਸੂਚੀਬੱਧ ਨੇ। ਇੱਕ ਸਰੋਤਿਆਂ ਨੂੰ ਆਪਾਂ ਲੈ ਲਈਏ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨਰ ਹੋ? ਹਾਂਜੀ ਚੌਹਾਨ ਸਾਹਿਬ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਬਾਈ ਜੀ। ਹਾਂਜੀ ਮੈਂ ਗੁਰਤੇਜ ਬਿਲਾਸਪੁਰ ਤੋਂ ਬੋਲ ਰਿਹਾ ਜੀ। ਗੁਰਤੇਜ ਬਰਾੜ ਕਿਹੜੀ ਜਗ੍ਹਾ ਤੋਂ ਬਾਈ ਜੀ? ਗੁਰਤੇਜ ਬਿਲਾਸਪੁਰ ਤੋਂ ਜੀ, ਗੁਰਤੇਜ ਢਾਲੀਵਾਲ। ਅੱਛਾ ਬਿਲਾਸਪੁਰ ਤੋਂ, ਹਾਂ ਸੌਰੀ। ਹਾਂ ਕੀ ਹਾਲ ਚਾਲ ਹੈ ਬਿਲਾਸਪੁਰੀਓ? ਕੱਲ ਤੁਹਾਡੇ ਡਾਕਟਰ ਗਾਂਧੀ ਜੀ ਆਏ ਸੀ ਪਿੰਡ ਵਾਲੇ। ਤੁਹਾਨੂੰ ਵਧਾਈਆਂ ਜੀ ਬਹੁਤ ਬਹੁਤ, ਤੁਹਾਡੇ ਸਤਿਕਾਰ ਤੇ ਸੱਜਣਾਂ ਨੂੰ, ਜਿਹੜੇ ਸੁਣਨ ਵਾਲਿਆਂ ਨੂੰ ਮਾਘੀ ਦੀਆਂ ਤੇ ਲੋਹੜੀ ਦੀਆਂ। ਮਿਹਰਬਾਨੀ। ਲੋਹੜੀ ਮਾਘੀ ਦੀਆਂ ਵਧਾਈਆਂ। ਅਤੇ ਤੁਹਾਨੂੰ, ਤੁਸੀਂ ਵੀ ਵਧਾਈਆਂ ਐਪਰੀਸ਼ੀਏਟ ਕਰਦੇ ਹਾਂ ਤੁਹਾਨੂੰ ਵੀ। ਤੁਹਾਡੀ ਵੀ ਮੈਂ ਫੁਟੇਜ ਵੇਖੀ ਸੀ, ਦਿੱਲੀ ਬਾਰਡਰ 'ਤੇ ਗਏ ਆ ਪਿੰਡ ਦੇ ਬਿਲਾਸਪੁਰੀਏ ਕਾਫੀ ਇਕੱਠੇ ਹੋ ਕੇ, ਲੰਗਰ ਲੱਗੇ ਆ ਜੀ। ਤੇ ਆਪਣੇ ਪਿੰਡ ਦੇ ਗੁਆਂਢੀ ਪਿੰਡ ਤਖਤੂਪੁਰਾ, ਯਾਨੀ ਕਿ ਮੁਕਤਸਰ ਮਾਘੀ ਮੇਲੇ ਤੋਂ ਬਾਅਦ ਸੈਕਿੰਡ ਦੇ ਵਿੱਚ ਤਖਤੂਪੁਰਾ ਮੇਲਾ ਕਾਫੀ ਭਰਦਾ ਸੀ। ਤਖਤੂਪੁਰਾ ਦਾ ਵੀ ਮਾਘੀ ਆਉਣੀ ਹੈ ਹੁਣ। ਹਾਂ ਸਮੇਂ ਨਾਲ ਫਰਕ ਪੈ ਗਿਆ, ਘੱਟ ਭਰਦਾ ਇਸ ਵਾਰ, ਤੇ ਟੂਰਨਾਮੈਂਟ ਵਗੈਰਾ ਵੀ ਨਹੀਂ ਹੋ ਰਿਹਾ। ਜਿਹੜੇ ਉੱਥੋਂ ਦੇ ਪ੍ਰਬੰਧਕ ਹੈਗੇ ਉਹਨਾਂ ਨੇ ਐਲਾਨ ਕੀਤਾ ਤੇ ਘੱਟ ਆ ਉਸ ਨਾਲ। ਤੇ ਜਿੰਨੇ ਵੀ ਯਾਨੀ ਕਿ ਉੱਥੇ ਬੰਦੇ ਜਿਹੜੇ ਕਮੇਟੀ ਵਾਲੇ ਗਏ ਆ, ਉਹ ਸਟੇਜ ਲਾਈ ਆ ਉਹਨਾਂ ਨੇ, ਇਹੀ ਵੀ ਹਾਂ ਲੋਕਾਂ ਨੂੰ ਪ੍ਰੇਰਿਤ ਕੀਤਾ ਵੀ ਉੱਥੇ ਚੱਲੋ। ਤੇ ਹਾਂ ਗੱਲ ਕਰੋ, ਤੁਸੀਂ ਜਾਰੀ ਰੱਖੋ ਬਾਈ ਜੀ ਬਿਲਾਸਪੁਰ ਵਾਲਿਓ। ਹਾਂਜੀ ਚੌਹਾਨ ਸਾਹਿਬ, ਬਾਕੀ ਇੱਥੇ ਜਿਹੜਾ ਵੀ ਮਤਲਬ ਪ੍ਰਬੰਧ ਕੀਤਾ ਗਿਆ ਪਿੰਡ ਵੱਲੋਂ, ਉਹ ਬਹੁਤ ਵਧੀਆ ਅੱਛੇ ਤਰੀਕੇ ਨਾਲ। ਜਿਹੜੀ ਮਤਲਬ ਇੱਕ ਕਣਕ ਜਿਹਨੂੰ ਅੱਗ ਲੱਗਦੀ ਹੈ ਨਾ, ਉਹਦੇ ਵਿੱਚ ਟੈਂਕੀ ਬਣਾਈ ਜਾਂਦੀ ਹੈ, ਉਹ ਇੱਥੇ ਲਿਆਂਦੀ ਗਈ। ਤੇ ਕਿਉਂਕਿ ਪਾਣੀ ਦਾ ਪ੍ਰਬੰਧ ਉੱਥੇ ਘੱਟੋ ਘੱਟ 20-50 ਟਰਾਲੀਆਂ ਨੂੰ ਜਿੰਨੀ ਲੋੜ ਹੁੰਦੀ ਹੈ ਉੱਥੋਂ ਦੀ ਵਰਤੋਂ ਹੁੰਦੀ ਹੈ। ਵਾਸ਼ਿੰਗ ਮਸ਼ੀਨ ਵੀ ਉੱਥੋਂ ਪਿੰਡੋਂ ਲੈ ਕੇ ਆਏ ਤੇ ਇਸ ਕਿਸਮ ਦਾ ਸਾਰਾ। ਤੇ ਗੁਰਦੁਆਰੇ ਦੇ ਵਿੱਚ ਬਰਤਨ ਵੱਡੇ ਤੋਂ ਵੱਡਾ ਉਹ ਵੀ, ਯਾਨੀ ਕਿ ਕੁੱਲ ਪ੍ਰਬੰਧ ਜੇ 100 ਬੰਦਾ ਵੀ ਇੱਥੇ ਆ ਜਾਏ ਤਾਂ ਉਹਦਾ ਪ੍ਰਬੰਧ ਇੱਥੇ ਹੈਗਾ। ਬਿਲਾਸਪੁਰ ਸਾਹਿਬ ਜਿਸ ਤਰ੍ਹਾਂ ਦੇ ਹਾਲਾਤ ਬਣ ਰਹੇ ਨੇ, ਮੈਂ ਰਾਜੇਵਾਲ ਸਾਹਿਬ ਦੀ ਚਿੱਠੀ ਪੜ੍ਹ ਰਿਹਾ ਸੀ, ਉਹਨਾਂ ਨੇ ਵੀ ਤੌਖਲਾ ਜ਼ਾਹਰ ਕੀਤਾ ਕਿ ਕੁਛ ਨੌਜਵਾਨਾਂ ਨੇ ਜਿਸ ਤਰ੍ਹਾਂ ਸਪੈਸ਼ਲ ਕਿਸਮ ਦੇ ਟਰੈਕਟਰ ਬਣਾ ਲਏ ਨੇ ਬੈਰੀਕੇਡ ਤੋੜਨ ਦੇ ਵਾਸਤੇ। ਜਿਹੜਾ ਕਲੈਸ਼ ਹੋ ਸਕਦਾ ਉਹਦਾ ਤੌਖਲਾ ਦੋਨਾਂ ਧਿਰਾਂ ਨੂੰ ਆ ਕਿ ਨੌਜਵਾਨ ਨੇ ਜਿਹੜੇ ਸਾਡੇ ਗੱਭਰੂ ਨੇ, ਕੋਈ ਦੋਰਾਵਾਂ ਨਹੀਂ, ਉਹ ਲਾਠੀ ਚਾਰਜ ਕਿਸੇ ਗੋਲੀਆਂ ਦੀ ਪਰਵਾਹ ਨਹੀਂ ਕਰਨ ਵਾਲੇ, ਕਿ ਕੋਈ ਜਾਨੀ ਅਤੇ ਮਾਲੀ ਨੁਕਸਾਨ ਨਾ ਹੋ ਜਾਵੇ। ਮਾਲੀ ਤਾਂ ਫਿਰ ਵੀ ਚੱਲਿਆ ਜਾ ਸਕਦਾ, ਜਾਨੀ ਨੁਕਸਾਨ ਨਾ ਹੋ ਜਾਵੇ। ਇਸ ਬਾਰਡਰ ਦੇ ਵਿੱਚ ਤੁਸੀਂ ਸਾਰੇ ਨੌਜਵਾਨ ਗਏ ਹੋ, 26 ਦੀ ਪਰੇਡ ਨੂੰ ਲੈ ਕੇ ਕਿਸ ਤਰ੍ਹਾਂ ਦੇ ਤੌਖਲੇ ਨੇ ਜਾਂ ਕਿਸ ਤਰ੍ਹਾਂ ਦਾ ਸੰਜਮ ਸਲੀਕਾ ਸਾਨੂੰ ਵਰਤਣਾ ਚਾਹੀਦਾ ਤਾਂ ਜੋ ਇਹ ਕੋਈ ਕਲੈਸ਼ ਜਾਨਲੇਵਾ ਨਾ ਹੋਵੇ? ਕਿਉਂਕਿ ਜੇ ਇਹ ਹਿੰਸਕ ਹੋ ਗਿਆ, ਸਰਕਾਰ ਨੂੰ ਕਾਰਵਾਈ ਕਰਨ ਦਾ ਮੌਕਾ ਮਿਲ ਜਾਣਾ। ਇੱਕ ਤਾਂ ਸਵਾਲ ਇਹ। ਦੂਜਾ ਸਵਾਲ ਬਿਲਾਸਪੁਰ ਸਾਹਿਬ, ਠੰਡ ਦੇ ਮੱਦੇਨਜ਼ਰ ਕੀ ਹਾਲਾਤ ਨੇ? ਠੰਡ ਬਹੁਤ ਜ਼ਿਆਦਾ ਹੈ। ਜਿਹੜੇ ਸ਼ਾਂਤੀ ਪਸੰਦ ਲੋਕ ਆ, ਚਾਹੁੰਦੇ ਆ ਫਿਕਰਮੰਦੀ ਹਰੇਕ ਵੀ ਹੈਗੀ ਹੈ ਵੀ ਹਾਂ ਕੁਛ ਏਦਾਂ ਦੀ ਘਟਨਾ ਨਾ ਹੋਵੇ। ਚਾਹੀਦਾ ਵੀ ਨਹੀਂ, ਕਿਉਂਕਿ ਬੜਾ ਨਾਜ਼ੁਕ ਸਮਾਂ ਹੈਗਾ ਇਹ। ਤੇ ਜਿਹੜਿਆਂ ਵਿਸ਼ਿਆਂ ਵੱਲ ਧਿਆਨ ਦੇਣਾ ਪਹਿਲਾਂ ਵੀ ਬਣਦਾ ਸੀ, ਉਹਨਾਂ ਵੱਲ ਵੀ ਆਪਾਂ ਨੂੰ ਦੇਖਣਾ ਪੈਣਾ। ਜਿਵੇਂ ਸਰਦਾਰ ਸਿੰਘ ਜੌਹਲ ਵਰਗੇ ਖੇਤੀ ਵਿਕਾਸ ਮਿਸ਼ਨ ਦੇ ਵਿੱਚ ਅਮਰਿੰਦਰ ਦੱਤ ਜੀ ਆ, ਹਾਲਾਂਕਿ ਉਹ ਆਏ ਵੀ ਉੱਧਰੋਂ ਹੀ ਆ, RSS ਵੱਲੋਂ ਹੀ। ਤੇ ਜਿਸ ਕਿਸਮ ਨਾਲ ਉਹ ਜ਼ਹਿਰਾਂ ਦੀ ਖੇਤੀ ਰੋਕਣ ਵੱਲ ਬਹੁਤ ਰੋਲ ਨਿਭਾ ਰਹੇ ਆ ਪਿਛਲੇ 20 ਸਾਲਾਂ ਤੋਂ। ਉੱਧਰ ਵੀ ਦੇਖਣਾ ਪੈਣਾ ਜੀ, ਸੋਚਣਾ ਪੈਣਾ ਲੋਕਾਂ ਨੂੰ ਵੀ ਅਸੀਂ ਕਿੱਥੇ ਪਹੁੰਚ ਗਏ। ਇਹ ਝੋਨੇ ਦੇ ਚੱਕਰ ਦੇ ਵਿੱਚ ਨਰਮਾ ਖਤਮ ਹੋ ਗਿਆ, ਉਹ ਦਾਲਾਂ ਖਤਮ ਹੋ ਗਈਆਂ। ਤੇ ਜਿਹੜੇ ਉੱਥੋਂ ਦੇ ਮਤਲਬ ਅਸਲੀ ਧੀਆਂ ਪੁੱਤ ਕਹਿੰਦੇ ਹੁੰਦੇ ਆਪਾਂ, ਡਾਕਟਰ ਵਿਸ਼ੇਸ਼ ਜੀ ਤੇ ਨਾ ਇੱਕ ਮਾਡਲ ਫਗਵਾੜਾ ਗੁੱਡ ਗਰੁੱਪ ਆਪਣੀ ਸਿਸਟਮ ਆ, ਇੱਕ ਅਲਟਰਨੇਟਿਵ ਸਿਸਟਮ ਦੇ ਰਹੇ ਆ ਉਹ। ਤੇ ਜਿੱਦਾਂ ਉਹ ਗੱਲ ਕਰਦੇ ਹੁੰਦੇ ਸੀ ਵੀ ਪ੍ਰਤਾਪ ਸਿੰਘ ਕੈਰੋਂ ਮਤਲਬ ਜਿਹੜਾ, ਸ਼ਾਇਦ ਮੈਂ ਗਲਤ ਨਾ ਹੋਵਾਂ ਤਾਂ, ਜਿਹੜਾ ਮਾਡਲ ਸੀ ਨਾ ਇਹ ਆਪਣਾ ਦੀ ਮਰਦੇਬੰਦੀ ਕਰਾਈ ਸੀ, ਉਹ ਪੂਰਬ ਪੱਛਮ ਤੇ ਉੱਤਰ ਦੱਖਣ ਵਾਲੀ ਵੀ। ਉਹ ਜਿਹੜੀ ਪੰਜਾਬ ਦੀ ਇੰਨੀ ਮਤਲਬ ਫਸਲਾਂ 'ਚ ਆਤਮ ਨਿਰਭਰ ਹੋਇਆ ਜਾਂ ਇੰਨੀ ਪ੍ਰੋਡਕਸ਼ਨ ਵਧੀ ਆ, ਉਹਦਾ ਇੱਕ ਉਹ ਕਾਰਨ ਵੀ ਸੀ
ਇਹੋ ਜਿਹੇ ਲੀਡਰਾਂ ਦੀ ਸੌਦਾ ਵੀ ਹੋਣੀ ਬਣਦੀ ਹੈ ਜੇ ਕੋਈ ਅਲਟਰਨੇਟਿਵ ਲੈਂਦਾ ਹੁੰਦਾ। ਤੇ ਪਰ ਉਸ ਤੋਂ ਬਾਅਦ ਹੁਣ ਤਾਂ ਕਿਸੇ ਲੀਡਰ ਨੇ ਉਸ ਕਿਸਮ ਨਾਲ ਨਹੀਂ ਮਿੱਥ ਕੇ ਕੰਮ ਕੀਤਾ, ਨਿੱਜੀ ਸਵਾਰਥ ਤੋਂ ਉੱਪਰ ਉੱਠ ਕੇ। ਤੇ ਆਸ ਹੀ ਕੀਤੀ ਜਾ ਸਕਦੀ ਸੀ ਵੋਟਰਾਂ ਵੱਲੋਂ, ਤਾਂ ਵੋਟਰ ਦਾ ਅਸੀਂ ਕਰ ਸਕਦੇ ਆ। ਤੇ ਵਰਤ ਕੇ ਬਦਲ ਕੇ ਬਹੁਤ ਦੇਖ ਲਿਆ ਲੋਕਾਂ ਨੇ ਜੀ, ਨਹੀਂ ਕਿ ਸਹੀ ਲੱਗ ਰਹੀ ਗੱਲ ਜੀ। ਬਿਲਾਸਪੁਰ ਸਾਹਿਬ ਬਹੁਤ ਬਹੁਤ ਧੰਨਵਾਦ ਬਾਈ ਜੀ, ਟੇਕ ਕੇਅਰ, ਆਪਣਾ ਧਿਆਨ ਰੱਖੋ ਤੇ ਅਪਡੇਟ ਬਾਰਡਰ ਤੋਂ ਦਿੰਦੇ ਰਹੋ। ਸੋ ਬਿਲਾਸਪੁਰ ਦੀ ਸੰਗਤ ਬਾਰਡਰ 'ਤੇ ਪਹੁੰਚੀ ਹੋਈ ਹੈ, ਕਾਫੀ ਟਰਾਲੀਆਂ ਲੈ ਕੇ ਨੌਜਵਾਨ ਗਏ ਨੇ। ਰਾਏਕੋਟ ਤੋਂ ਬਾਈ ਜੀ ਬਲਵੰਤ ਸਿੰਘ ਢਿੱਲੋਂ ਆਪਣੇ ਨਾਲ ਜੁੜ ਚੁੱਕੇ ਨੇ। ਢਿੱਲੋਂ ਸਾਹਿਬ ਸਤਿ ਸ਼੍ਰੀ ਅਕਾਲ ਬਾਈ ਜੀ, ਸਵਾਗਤ ਹੈ ਤੁਹਾਡਾ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਕੀ ਹਾਲ ਨੇ ਪਹਿਲਾਂ ਦੱਸੋ? ਬਹੁਤ ਵਧੀਆ ਬਹੁਤ ਵਧੀਆ ਢਿੱਲੋਂ ਸਾਹਿਬ। ਅੱਜ ਕੀ ਨਜ਼ਰੀਆ ਭੁਪਿੰਦਰ ਮਾਨ ਨੇ ਜਿਹੜਾ ਲਿਆ ਉਹਨਾਂ ਨੇ ਸਮਰਥਨ ਵਾਪਸ? ਦੇਖੋ ਬਲਦੇਵ ਸਿੰਘ ਮੀਆਂਪੁਰ ਹੋਰਾਂ ਨੇ ਜਾਂ ਹੋਰਾਂ ਨੇ ਜਿਵੇਂ ਉਹਨਾਂ ਤੋਂ ਨਾਤਾ ਤੋੜਿਆ, ਤੇ ਦੂਸਰਾ ਪੰਜਾਬ ਸਰਕਾਰ ਤੇ ਬਹੁਤ ਦਬਾਅ ਸੀ ਕਿਉਂਕਿ ਕਾਂਗਰਸ ਖੇਮੇ ਨਾਲ ਸੰਬੰਧਿਤ ਨੇ। ਭੁਪਿੰਦਰ ਸਿੰਘ ਮਾਨ ਕੋਈ ਦੋਰਾਵਾਂ ਨਹੀਂ ਹੈ ਕਿਉਂਕਿ ਇਹਨਾਂ ਦਾ ਬੇਟਾ ਕੰਪੇਨ ਕਰਦਾ ਰਿਹਾ ਕਪਤਾਨ ਸਾਹਿਬ ਦੀ। ਪਰ ਇਹ ਮੈਂ ਸਮਝਦਾ ਕਿ ਅੱਛਾ ਫੈਸਲਾ ਜੇ ਉਹਨਾਂ ਨੇ ਲਿਆ ਤਾਂ ਸਾਨੂੰ ਉਹਨਾਂ ਦਾ ਸਤਿਕਾਰ ਕਰਨਾ ਚਾਹੀਦਾ ਉਹਨਾਂ ਦੇ ਫੈਸਲੇ। ਮੈਂ ਇੱਕ ਹੋਰ ਕਹਿਣਾ ਮੈਂ ਆਪਣੇ ਦੁਆਣਾ ਸਾਹਿਬ ਜੀ, ਜੇ 2 ਹੋਰ ਲੈ ਲੈਣ ਤਾਂ ਸਰਕਾਰ ਦਾ ਲੱਕ ਟੁੰਨ ਦੇ ਬਰਾਬਰ ਹੋ ਜਾਣਾ। ਬੜੀ ਨਮੋਸ਼ੀ ਦੀ ਗੱਲ ਹੈ, ਮਤਲਬ ਸੁਪਰੀਮ ਕੋਰਟ ਦੀ ਕਮੇਟੀ ਚੋਂ ਬੰਦਾ ਰਿਜੈਕਟ ਕਰਨਾ। ਹਾਂਜੀ। ਤੇ ਬਾਕੀ ਇਹ ਦੱਸੋ ਵੀ ਹੁਣ ਐਜੀਟੇਸ਼ਨ ਦਾ ਗਾਹਾਂ ਜਿਹੜਾ 26 ਦਾ ਇਹ ਕਹਿ ਰਹੇ ਨੇ ਵੀ ਟਰੈਕਟਰ ਮਾਰਚ ਕਰਨਾ ਜਾਂ ਕਿੱਦਾਂ ਕਰਨਾ, ਕਈ ਰੋਕ ਰਹੀਆਂ, ਕਈ ਕਹਿੰਦੇ ਕਾਨੂੰਨੀ ਸਾਹਿਬ ਕਹਿੰਦੇ ਅਸੀਂ ਜਾਣਾ ਚਾਹੀਦਾ, ਇਹ ਟਰੈਕਟਰ ਨਾਲ ਕੋਈ ਧੂਫ ਦੇਣੀ ਆ, ਉਹਦਾ ਕੀ ਨਜ਼ਰੀਆ ਤੁਹਾਡਾ? ਦੇਖੋ ਜਿੱਥੋਂ ਤੱਕ ਬਿਨਾਂ ਕਿਸੇ ਹਿੰਸਕ ਹੋਇਆ ਅੰਦੋਲਨ 'ਚ ਇਹ ਜਾ ਸਕਦੇ ਨੇ, ਦਿੱਲੀ ਤੱਕ ਇਹਨਾਂ ਨੂੰ ਵਧਣਾ ਚਾਹੀਦਾ। ਇਹ ਵੀ ਜਿੱਦ ਨਹੀਂ ਕਿ ਲਾਲ ਕਿਲੇ ਤੇ ਝੰਡਾ ਜੇ ਲਹਿਰਾ ਵੀ ਰਿਹਾ ਤੇ ਕੀ ਹੋ ਜਾਏਗਾ। ਕਈ ਕਹਿੰਦੇ ਪਾਰਲੀਮੈਂਟ 2 ਕਿਲੋਮੀਟਰ ਹੈ, ਅਸੀਂ ਤੇ ਪਾਰਲੀਮੈਂਟ 'ਤੇ ਕਬਜ਼ਾ ਕਰਨਾ, ਉਹਦੇ ਨਾਲ ਕੀ ਹੋ ਜਾਊਗਾ? ਗੋਲੀਆਂ ਚੱਲਣਗੀਆਂ। ਪਾਰਲੀਮੈਂਟ 'ਤੇ ਕਬਜ਼ਾ ਕਰਨ ਨਾਲ ਕੀ ਹੋ ਜੂ? ਕਿਉਂਕਿ ਜਿਹੜਿਆਂ ਵੀ ਮੁਲਕਾਂ 'ਚ ਇੱਦਾਂ ਪਾਰਲੀਮੈਂਟਾਂ 'ਤੇ ਕਬਜ਼ੇ ਹੋਏ ਨੇ ਨੁਕਸਾਨ ਹੋਇਆ। ਸਾਨੂੰ ਸ਼ਾਂਤਮਈ ਅੰਦੋਲਨ ਥੋੜਾ ਪੌਜ਼ ਕਰਦਾ ਤੁਹਾਡੇ ਗੱਲ ਨੂੰ। ਤੇ ਮੋਦੀ ਤੇ ਆਪਣੇ ਕੀ ਟਰੰਪ ਸਾਹਿਬ ਦੇ ਸੇਮ ਥਿੰਕਿੰਗ ਗੱਲ ਹੈ ਹਾਂਜੀ, ਕਿਉਂਕਿ ਉਹਨਾਂ ਨੇ ਵੀ ਮੋਦੀ ਤੇ ਆਪਣੇ ਟਰੰਪ ਦੀ ਸੇਮ ਥਿੰਕਿੰਗ, ਉਹਨਾਂ ਵੀ ਡੈਮੋਕ੍ਰੇਸੀ ਦਾ ਘਾਣ ਕੀਤਾ। ਬਿਲਕੁਲ। ਕਿਉਂ ਉਹਨਾਂ ਨੇ ਵੀ ਉੱਥੇ ਜਾ ਕੇ ਝੰਡੇ ਲਹਿਰਾਏ ਨੇ। ਟਰੰਪ ਨੂੰ ਤਕਲੀਫ ਹੋ ਰਹੀ ਹੈ, ਮੈਂ ਹਾਰ ਗਿਆ। ਉਹੀ ਜਿੱਦ ਹੈ ਨਾ, ਮਤਲਬ ਰਾਜ ਕਰਨ ਦੀ ਜਿਹੜਾ ਵਹਿਮ ਪਾਲ ਰੱਖਿਆ। ਉਹ ਨਹੀਂ ਕਹਿੰਦੇ ਫੱਤੋ ਦੇ ਭੜੇ ਯਾਰ। ਹਾਂ, ਭੜੇ ਯਾਰ ਮੇਰੀ ਫੱਤੋ ਦੇ। ਪਰ ਮੋਦੀ ਸਾਹਿਬ ਕਹਿੰਦੇ ਹਿੰਸਾ ਕਰਨ ਦਾ ਮੈਂ ਆਲੋਚਨਾ ਕਰਨਾ, ਹਿੰਸਾ ਦਾ ਕੋਈ ਹੱਲ ਨਹੀਂ ਹੈ। ਮਾਯੂਸੀ ਨੂੰ ਆਲੋਚਨਾ ਕੀਤੀ ਹੈ ਆਪਣੇ ਯਾਰ ਦੀ। ਉਹਦਾ ਕਹਿੰਦੇ ਸੀ ਅਬ ਕੀ ਵਾਰ ਟਰੰਪ ਸਰਕਾਰ, ਤੇ ਅਗਲੇ ਨੇ ਧੋ ਕੇ ਸਿੱਟ ਦਿੱਤਾ, ਹੈ ਨਾ ਜੀ। ਮਿਹਰਬਾਨੀ ਸਾਹਿਬ ਬਲਵੰਤ ਸਿੰਘ ਰਾਏਕੋਟ ਸਾਹਿਬ, ਤੁਸੀਂ ਜੁੜੇ, ਮਿਹਰਬਾਨੀ। ਅਤੇ ਆਪਾਂ ਜ਼ਿਕਰ ਕਰ ਰਹੇ ਸੀਗਾ ਰਿਲਾਇੰਸ ਦਾ, ਕਿਵੇਂ ਰਗੜਾ ਰਿਲਾਇੰਸ ਨੂੰ ਲੱਗਿਆ। ਟਾਟਾ ਠੀਕ ਹੈ, ਟਾਟਾ ਦੇ ਵੀ ਪ੍ਰੋਜੈਕਟ, ਟਾਟਾ ਲੰਮੇ ਸਮੇਂ ਤੋਂ ਦੇਸ਼ ਦੀ ਆਜ਼ਾਦੀ ਦੇ ਵਕਤੋਂ ਇਹ ਇੰਡਸਟਰੀ ਚੱਲੀ ਆ ਰਹੀ ਹੈ। ਟਾਟਾ ਦਾ ਵੀ ਨੈਨੋ ਪ੍ਰੋਜੈਕਟ ਸੀ, ਰੌਲਾ ਪਿਆ ਸੀ ਬੰਗਾਲ ਦੇ ਵਿੱਚ। ਮਮਤਾ ਬੈਨਰਜੀ ਕਹਿੰਦੀ ਨਹੀਂ ਲਾਉਣ, ਅਗਲੇ ਨੇ ਮਨਾ ਕਰ ਦਿੱਤਾ, ਉੱਥੋਂ ਆਪਣੀ ਇੰਡਸਟਰੀ ਪੱਟ ਲਈ। ਸੋ ਪਰ ਫਿਰ ਵੀ ਜਿਹੜੀ ਇਹ ਪੁਰਾਣੀ ਇੰਡਸਟਰੀ ਸੀ ਨਾ, ਇਹਨਾਂ ਦੇ ਕੋਈ ਮਿਆਰ ਸੀਗੇ, ਭਾਵੇਂ ਟਾਟਾ ਹੋਵੇ, ਬਿਰਲਾ ਹੋਵੇ ਜਾਂ ਦੂਸਰੇ ਹੋਣ, ਇਹਨਾਂ ਦੇ ਵੀ ਅਜੀਮ ਪ੍ਰੇਮਜੀ ਹੋਵੇ, ਕੋਈ ਮਾੜੇ ਮੋਟੇ ਮਿਆਰ ਸੀਗੇ। ਪਰ ਹੁਣ ਜਿਸ ਤਰ੍ਹਾਂ ਅੰਬਾਨੀ ਅਤੇ ਅੰਡਾਨੀ, ਇਹਨਾਂ ਨੇ ਤਾਂ ਕਮਾਲ ਹੀ ਕੀਤੀ ਪਈ ਹੈ ਕਿ ਹਰ ਚੀਜ਼ ਨੂੰ ਮਤਲਬ ਖਾ ਜਾਣਾ, ਹਰ ਚੀਜ਼ ਨੂੰ ਖਾ ਜਾਣਾ। ਸੋ ਟਾਟਾ ਜਿਹੜਾ ਫਿਰ ਲੀਡ ਕਰ ਗਿਆ 6 ਮਹੀਨੇ ਬਾਅਦ, ਜਿਹੜਾ ਹੈਗਾ ਉਸਨੇ ਆਪਣੇ ਫਿਰ ਦੇਸ਼ ਦੇ ਵੱਡੇ ਕਾਰੋਬਾਰੀ ਘਰਾਣੇ ਦਾ ਰੁਤਬਾ ਹਾਸਿਲ ਕਰ ਲਿਆ। ਠੀਕ ਹੈ ਕਿ ਇਹ ਕੰਪਨੀਆਂ ਸਰਕਾਰਾਂ ਨੂੰ ਸਪੋਂਸਰ ਕਰਦੀਆਂ ਨੇ, ਫਿਰ ਆਪਣੇ ਪਸੰਦੀ ਦੀਆਂ ਨੀਤੀਆਂ ਬਣਾਉਂਦੀਆਂ ਨੇ, ਇਹ 'ਚ ਕੋਈ ਦੁਰਾਵਾਂ ਨਹੀਂ ਹੈ। ਅਤੇ ਆਪਣੀ ਗੱਲਬਾਤ ਚੱਲ ਰਹੀ ਸੀ ਕਿ ਇਹ ਉਤਰਾਅ ਚੜ੍ਹਾਅ ਦੇ ਕਾਰਨ ਕੀ ਬਣੇ ਨੇ। HDFC ਸਮੂਹ ਦੀਆਂ 4 ਕੰਪਨੀਆਂ ਸੂਚੀਬੱਧ ਸੀ, ਜਿਨ੍ਹਾਂ ਦੇ ਵਿੱਚੋਂ 4 ਹੀ ਵਿੱਤੀ ਸੇਵਾ ਨਾਲ ਜੁੜੀਆਂ ਹੋਈਆਂ ਸੀ। ਇਹ ਵਿੱਤੀ ਕੰਪਨੀਆਂ ਨਵੰਬਰ ਦੇ ਵਿੱਚ ਮੋਰਟੋਰੀਅਸ ਦੇ ਵਿੱਚ ਇਹਨਾਂ ਨਾਲ ਜੁੜਿਆ, ਮੋਰਟੋਰੀਅਸ ਦੇ ਨਾਲ ਜੁੜਿਆ ਕੋਰਟ ਦਾ ਫੈਸਲਾ ਆਉਣ ਤੋਂ ਬਾਅਦ ਇਹ ਤੇਜ਼ੀ ਸ਼ੁਰੂ ਹੋਈ ਸੀ। ਸੋ ਇਸ ਵਜ੍ਹਾ ਦੇ ਕਰਕੇ ਇਸ ਗਰੁੱਪ ਦਾ ਕੁੱਲ ਮਾਰਕੀਟ ਕੈਪ ਤੇਜ਼ੀ ਦੇ ਨਾਲ बढ़ਿਆ। ਇੱਕ ਤੋਂ ਬਾਅਦ ਇੱਕ ਨਿਵੇਸ਼ ਦੇ ਵਿੱਚ ਰਿਲਾਇੰਸ ਦੇ ਸ਼ੇਅਰਾਂ ਦਾ ਜਿਹੜਾ ਵਾਸਤਵਿਕ ਵੈਲੂਏਸ਼ਨ ਹੈ ਉਹ ਮਹਿੰਗੇ ਹੋ ਗਏ, ਅਤੇ ਜਦੋਂ ਕਿ ਟਾਟਾ ਦੀਆਂ 3 ਵੱਡੀਆਂ ਕੰਪਨੀਆਂ ਸੀ ਜਿਹੜੀਆਂ ਉਹ ਘਾਟੇ ਵੱਲ ਨੂੰ ਗਈਆਂ। ਹਾਂਜੀ ਬਲਵੰਤ ਸਿੰਘ ਜੀ, ਸਵਾਗਤ ਹੈ ਦੁਬਾਰਾ ਤੁਹਾਡਾ। ਹਾਂਜੀ ਸਰ, ਉਹ ਮੈਂ ਕਹਿੰਦਾ ਵੀ ਆਪਣੀ ਗੱਲ ਚੱਲ ਰਹੀ ਸੀ, ਕਾਲ ਕੱਟ ਗਈ, ਸੌਰੀ ਜੀ।
ਹੋਰ ਸੁਣਾਓ ਕੀ ਹਾਲ ਨੇ? ਬਸ ਵਧੀਆ ਵਧੀਆ। ਕਿਵੇਂ ਠੰਡ ਦਾ ਮੌਸਮ, ਕੀ ਮਾਹੌਲ ਹੈ ਪਿੰਡਾਂ 'ਚ? ਪਿੰਡਾਂ 'ਚ ਮਾਹੌਲ ਠੀਕ ਆ ਜੀ। ਉੱਥੇ ਜਾ ਕੇ ਆਏ ਨੇ, ਉੱਥੇ ਬੜਾ ਠੀਕ ਆ ਮਾਹੌਲ, ਵਧੀਆ। ਬਰਾਦੋ ਵੀ ਜਾ ਆਏ ਸੀ, ਮੈਂ ਵੀ ਜਾ ਆਇਆ ਸੀਗਾ। ਹਾਂਜੀ, ਹੁਣ ਸਾਡੇ ਪਿੰਡੋਂ ਟਰਾਲੀਆਂ ਹੋਰ ਵੀ ਗਈਆਂ ਹੋਈਆਂ ਨੇ। ਹੁਣ ਕੀ ਨਜ਼ਰੀਆ ਤੁਹਾਡਾ ਅੱਗੇ, ਮੈਨੂੰ ਇਹ ਦੱਸੋ। ਦੇਖੋ, ਨਜ਼ਰੀਆ ਤਾਂ ਇਹ ਹੈ ਕਿ ਜੇ ਕਿਸਾਨ ਸ਼ਾਂਤਮਈ ਰਹਿੰਦੇ ਨੇ, ਇਸ ਅੰਦੋਲਨ ਦੇ ਵਿੱਚ ਕੋਈ ਇੱਦਾਂ ਦੀ ਮਾੜੀ ਹਵੀ ਨਵੀ ਨਹੀਂ ਵਾਪਰਦੀ, ਤਾਂ ਮੋਦੀ ਸਾਹਿਬ ਨੂੰ ਇਹ ਮੰਗਾਂ ਪ੍ਰਵਾਨ ਕਰਨੀਆਂ ਪੈਣਗੀਆਂ, ਕੈਂਸਲ ਕਰਨੀਆਂ ਪੈਣਗੀਆਂ ਜਿਹੜੇ ਕਾਨੂੰਨ ਬਣਾਏ ਨੇ। ਹਾਂਜੀ ਹਾਂਜੀ। ਤੇ ਬਾਕੀ ਤੁਹਾਡੇ ਪਾਲ ਦਾ ਕੀ ਹਾਲ ਆ? ਮੈਨੂੰ ਉਹ ਤੇ ਹਾਸਾ ਬਹੁਤ ਆਉਂਦਾ ਤੁਹਾਡੇ ਪਾਲ ਦਾ। ਚਲੋ ਕੋਈ ਨਹੀਂ, ਪਾਲ ਨਾਲ ਆਪਣੀ ਬਣਨ ਲੱਗ ਗਈ ਆ ਹੁਣ। ਪਾਲ ਹੱਸ ਕੇ ਗੱਲ ਕਰਨ ਲੱਗ ਗਿਆ, ਆਪਣੇ ਨਾਲ ਸਹਿਮਤ ਹੋਣ ਲੱਗ ਗਿਆ। ਪਤਾ ਕੀ, ਮੇਰੀ ਕਾਲ ਨਹੀਂ ਲੱਗਦੀ ਸਰ ਉਦੋਂ ਤੁਹਾਡੇ ਉਹਦੇ ਗਲੋਬਲ ਪੰਜਾਬ ਤੇ, ਮੇਰਾ ਮਨ ਬਹੁਤ। ਹਾਂ ਦੇਖੋ, ਉਹਦੇ ਤੇ ਰਸ਼ ਬਹੁਤ ਹੁੰਦਾ ਹੈ। ਹਾਂ ਸਰ ਗੱਲ ਨਾ ਕੱਟੋ 2 ਮਿੰਟ, ਮੈਂ 2 ਮਿੰਟ ਗੱਲ ਕਰਨੀ ਆ। ਉਹ ਜਿਵੇਂ ਅੰਗਰੇਜ਼ੀ 'ਚ ਬੋਲ ਨਹੀਂ ਸਕਦੇ। ਹਾਂਜੀ, ਮੈਂ ਆਂਟੀ ਤੇ ਸਰ ਤੇ ਉਹ ਜਿਹੜੀ 2 ਗੱਲਾਂ, ਉਹ ਵੈਸਟਰਨ ਤੇ ਕਲਚਰ ਤੇ ਕਾਮਰੇਡ ਦੀਆਂ ਗੱਲਾਂ ਕਰਦਾ, ਬਸ ਹੋਰ ਗੱਲ ਕੁਛ ਨਹੀਂ ਉਹਦੇ ਕੋਲ ਹੁੰਦੀ। ਉਹ 7-8 ਸਾਲ ਤੋਂ ਇੱਥੇ ਹੀ ਸਾਡੀ ਸੂਈ ਫਸੀ ਹੈ। ਕੋਈ ਨਹੀਂ, ਉਹਨਾਂ ਦੀ ਵਿਚਾਰਧਾਰਾ, ਮੈਂ ਬਹੁਤ ਸੌਫਟ ਹਾਂ ਇਸ ਮਾਮਲੇ 'ਚ, ਕੋਈ ਗੱਲ ਨਹੀਂ। ਹਾਂਜੀ 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 ਹਾਂਜੀ। ਹਾਂ ਕੋਈ, ਹਾਂ ਮੈਂ ਕੱਲ ਅੱਜ ਹੋ ਗਿਆ, ਕੱਲ ਨੂੰ ਮੈਂ ਕਾਲ ਲਾਉਂਗਾ ਤੁਹਾਡੇ ਗਲੋਬਲ ਮੈਂ। ਕੱਲ ਆਉਣਾ ਤੁਸੀਂ? ਹਾਂ ਹਾਂ, ਰੋਜ਼ ਹੁੰਦਾ ਮੇਰਾ, ਮੰਗਲਵਾਰ ਤੋਂ ਸ਼ਨੀਵਾਰ। ਕੱਲ ਸ਼ੁੱਕਰਵਾਰ ਹੁੰਦਾ ਹੈ, ਕੋਈ ਨਹੀਂ। ਹਾਂਜੀ ਹਾਂਜੀ। ਕੋਈ ਮੇਰਾ ਇਹਦੇ ਆਇਆ ਪਟਿਆਲੇ, ਕਹਿੰਦਾ ਮੈਂ ਫੇਸ ਟੂ ਫੇਸ ਮਿਲ ਕੇ ਜਾਵਾਂ ਤੁਹਾਨੂੰ। ਜ਼ਰੂਰ ਮਿਲਿਓ। ਹਾਂ, ਵੈਸੇ ਵੀ ਗਲੋਬਲ ਤੇ ਸ਼ਨੀਵਾਰ ਸ਼ੁੱਕਰਵਾਰ ਲਾਸਟ 2 ਦਿਨ ਨਵੇਂ ਕਾਲਰਾਂ ਦਾ ਹੁੰਦਾ ਹੈ, ਤੁਸੀਂ ਜ਼ਰੂਰ ਜੁੜਿਓ। ਠੀਕ ਹੈ ਜੀ, ਥੈਂਕ ਯੂ। ਮੈਂ ਪਟਿਆਲੇ ਆਊਂਗਾ ਕਿਸੇ ਦਿਨ ਫੇਸ ਟੂ ਫੇਸ ਮਿਲਣ। ਹਾਂ ਜ਼ਰੂਰ ਮਿਲਿਓ, ਜ਼ਰੂਰ ਮਿਲਿਓ। ਬਲਵੰਤ ਸਿੰਘ ਢਿੱਲੋਂ ਸਾਹਿਬ, ਰੈਕੋਰਡ ਤੋਂ। ਥੈਂਕ ਯੂ ਬਾਈ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਸਾਡੇ ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਰੈਕੋਰਡ ਤੋਂ ਹੋਰ ਕਾਲਰ ਆਉਂਦੇ ਕਿ ਨਹੀਂ? ਨਹੀਂ, ਅਹਿਮਦਗੜ੍ਹ ਤੋਂ ਆਉਂਦੇ ਆ, ਅੰਸਾਰੀ ਸਾਹਿਬ ਆਉਂਦੇ ਆ। ਰਾਏਕੋਟ ਤੋਂ, ਤੁਹਾਡੇ ਰਾਏਕੋਟ ਦੇ ਨੇੜੇ ਇੱਕ ਹੋਰ ਪਿੰਡ ਹੈ, ਉੱਥੋਂ ਕਾਲ ਆਉਂਦੀ ਹੁੰਦੀ ਇੱਕ ਮੈਨੂੰ। ਨੇੜੇ ਪਿੰਡ ਹੈ ਤੁਹਾਡੇ ਰਾਏਕੋਟ ਦੇ, ਬੋਗਰਾ ਕਿਹੜਾ ਪਿੰਡ ਹੈ ਮੈਨੂੰ ਯਾਦ ਨਹੀਂ। ਅੱਛਾ 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 ਅੱਛਾ, ਠੀਕ ਹੈ। ਹਾਂ, ਉੱਥੋਂ ਆਉਂਦੀ ਹੁੰਦੀ ਹੈ ਬਾਈ ਜੀ ਕਾਲ ਉਹਨਾਂ ਦੀ। ਮਿਹਰਬਾਨੀ ਸਰ, ਮਿਹਰਬਾਨੀ। ਥੈਂਕ ਯੂ ਢਿੱਲੋਂ ਸਾਹਿਬ। ਜ਼ਰੂਰ ਸਰ, ਜ਼ਰੂਰ, ਮੋਸਟ ਵੈਲਕਮ। ਸੋ ਸਾਡੇ ਸਤਿਕਾਰਤ ਲਿਸਨਰ ਨੇ ਬਲਵੰਤ ਸਿੰਘ ਢਿੱਲੋਂ, ਇਹਨਾਂ ਦਾ ਵੀ ਯੂਜ਼ਰ ਸੀ ਕਿ ਕਾਲ ਨਹੀਂ ਮਿਲਦੀ। ਖੈਰ, ਇੱਕ ਬੜੀ ਇੰਟਰਸਟਿੰਗ ਕਹਾਣੀ ਹੈ। ਹਨੀਮੂਨ 'ਤੇ ਗਿਆ, ਆਪਣੀ ਪਤਨੀ ਅਤੇ ਪ੍ਰੇਮਕਾ ਦੋਨਾਂ ਨੂੰ ਹੀ ਨਾਲ ਲੈ ਗਿਆ ਅਤੇ ਕਹਿਣ ਲੱਗਾ ਤੈਨੂੰ ਮੈਂ ਛੱਡ ਸਕਦਾ ਪਰ ਉਹਨੂੰ ਨਹੀਂ। ਝਗੜਾ ਵਧਿਆ ਤਾਂ ਕੈਨੇਡਾ ਫਰਾਰ ਹੋ ਗਿਆ ਇਹ ਜਨਾਬ। ਸੋ ਇਸ ਵਿਆਹੁਤਾ ਦੀ ਸ਼ਿਕਾਇਤ 'ਤੇ ਪੁਲਿਸ ਨੇ ਉਸ ਪਤੀ 'ਤੇ ਕੇਸ ਦਰਜ ਕਰਾਇਆ, ਜਿਹੜਾ ਆਪਣੀ ਪਤਨੀ ਦੇ ਨਾਲ ਨਾਲ ਆਪਣੀ ਪ੍ਰੇਮਕਾ ਨੂੰ ਵੀ ਹਨੀਮੂਨ 'ਤੇ ਲੈ ਗਿਆ ਸੀ। ਅਤੇ ਜਦੋਂ ਕੇਸ ਦਰਜ ਹੋਇਆ ਤਾਂ ਫਿਰ ਆਪ ਜਨਾਬ ਹੋਰੀ ਕੈਨੇਡਾ ਫਰਾਰ ਹੋ ਗਏ ਨੇ। ਇਸ ਤਰ੍ਹਾਂ ਦੇ ਵਰਤਾਰੇ ਇਸ ਵਾਰੀ ਵਿਆਹ ਥੋੜ੍ਹੇ ਜਿਹੇ ਘੱਟ ਹੋਏ ਨੇ, ਪੋਹ ਦੇ ਕੁਝ ਬਰੇਕਾਂ ਲੱਗ ਜਾਂਦੀਆਂ ਨੇ, ਪਰ ਇਹ ਮੈਟਰੀਮੋਨੀਅਲ ਮਾਮਲੇ ਨੇ ਜਿਹੜੇ ਨਾ, ਇਹ ਵੀ ਕਾਫੀ ਵੱਧ ਜਾਂਦੇ ਨੇ। ਸੋ ਇਸ ਸਾਰੇ ਸਿਲਸਿਲੇ ਵਿੱਚ ਤੁਹਾਨੂੰ ਗੀਤ ਸੁਣਾਉਣਾ ਅਤੇ ਫਿਰ ਹੋਰ ਖਬਰਾਂ 'ਤੇ ਨਜ਼ਰ ਮਾਰਦੇ ਹਾਂ ਇਸ ਵਕਫੇ ਤੋਂ ਬਾਅਦ। ਜ਼ਿੰਦਗੀ ਦੇ ਰੰਗਾਂ ਤੇ ਵਾਦੀਆਂ ਤਿਰੰਗਾਂ ਨੂੰ ਮਾਣਦੇ ਹੋਏ ਇਸ ਵਕਤ ਤੁਸੀਂ ਜੁੜੇ ਹੋ ਟਿਵਾਣਾ ਰੇਡੀਓ ਦੇ ਨਾਲ। ਬਾਗਾਂ ਤੇ ਰਾਗਾਂ ਦੇ ਸ਼ਹਿਰ ਪਟਿਆਲਾ ਤੋਂ ਮੈਂ ਪਰਮਿੰਦਰ ਸਿੰਘ ਟਿਵਾਣਾ। ਭਾਰਤੀ ਸਮਾਂ ਸ਼ਾਮ ਨੂੰ 7 ਵਜੇ ਤੋਂ ਲੈ ਕੇ 9 ਵਜੇ ਤੱਕ ਇਹ ਪ੍ਰੋਗਰਾਮ ਪਟਿਆਲਾ ਸਟੂਡੀਓ ਤੋਂ ਮੇਰੇ ਵੱਲੋਂ ਲਾਈਵ ਹੁੰਦਾ ਹੈ, ਅਤੇ ਸਵੇਰ ਦੇ ਵਕਤ ਵੀ 8 ਵਜੇ ਤੋਂ ਲੈ ਕੇ 10 ਵਜੇ ਤੱਕ ਰੋਜ਼ਾਨਾ ਸਵੇਰੇ ਅਤੇ ਸ਼ਾਮ ਨੂੰ 7 ਤੋਂ 9 ਸੋਮਵਾਰ ਤੋਂ ਸ਼ਨੀਵਾਰ ਇਹ ਪ੍ਰੋਗਰਾਮ ਪਟਿਆਲਾ ਸਟੂਡੀਓ 'ਚ ਪਰਮਿੰਦਰ ਸਿੰਘ ਟਿਵਾਣਾ ਵੱਲੋਂ ਪੇਸ਼ ਕੀਤਾ ਜਾਂਦਾ ਹੈ, ਜਿਸ ਦੇ ਵਿੱਚ ਤੁਸੀਂ 98-763-09655 'ਤੇ ਸੰਪਰਕ ਸਾਧ ਸਕਦੇ ਹੋ। ਕੋਈ ਮੈਸੇਜ ਰਿਕਾਰਡ ਕਰੋ ਵਟਸਐਪ 'ਤੇ, ਉਹ ਵੀ ਛੱਡ ਦਿਓ। ਪ੍ਰੋਗਰਾਮ ਦੇ ਵਿੱਚ ਔਨ 에ਅਰ ਕੀਤਾ ਜਾਂਦਾ ਤੁਹਾਡੀ ਸੁਵਿਧਾ ਦੇ ਮੁਤਾਬਕ, ਕਿਉਂਕਿ ਵੱਖ-ਵੱਖ ਜ਼ੋਨ ਨੇ। ਕਿਸੇ ਵੀ ਵਿਚਾਰ ਨੂੰ ਤੁਸੀਂ ਪ੍ਰਗਟ ਕਰਨਾ, ਕੋਈ ਵੀ ਸੁਨੇਹਾ ਦੇਣਾ, ਆਪਣੇ ਪਿੰਡ ਦੀ ਖਾਸੀਅਤ, ਸੱਭਿਆਚਾਰ ਦੀ ਖਾਸੀਅਤ, ਕੋਈ ਵੀ ਸੁਨੇਹਾ ਹੋਵੇ, ਜ਼ਰੂਰ ਆਪਣੇ ਖਿੱਤੇ ਦੀਆਂ ਜਾਣਕਾਰੀਆਂ ਦਿਆ ਕਰੋ, ਤਾਂ ਜੋ ਸਾਡੀਆਂ ਜਾਣਕਾਰੀਆਂ ਦੇ ਵਿੱਚ ਵਾਧਾ ਹੋਵੇ ਕਿ ਸ਼ਹਿਰਾਂ ਦੇ ਪਿੰਡਾਂ ਦੇ ਨਾਂ ਕਿਵੇਂ ਪਏ, ਕਿਸ ਚੀਜ਼ ਦਾ ਕੀ ਇਸ ਇਤਿਹਾਸ ਹੈ, ਵਿਰਾਸਤ ਹੈ। ਸੋ ਇਸ ਸੰਬੰਧੀ ਤੁਸੀਂ ਅਗਰ ਅਮਰੀਕਾ ਦੇ ਵਿੱਚੋਂ ਤਾਂ ਸਾਡੇ ਇਹਨਾਂ ਪ੍ਰੋਗਰਾਮਾਂ ਨੂੰ ਸੁਣਨ ਦੇ ਵਾਸਤੇ ਜਿਹੜਾ ਲਿਸਨ ਟੂ ਕਾਲ ਨੰਬਰ ਹੈ, ਜਿਸ ਫੋਨ ਦੇ ਜ਼ਰੀਏ ਪ੍ਰੋਗਰਾਮ ਸੁਣਿਆ ਜਾ ਸਕਦਾ, ਉਹ ਹੈ US ਦਾ ਨੰਬਰ ਹੈ ਕਾਲ ਟੂ ਲਿਸਨ 667-930-9260, ਯਾਨੀ ਕਿ 667-9309-9260, ਜਾਂ ਫਿਰ tiwana radio.com ਵੈਬਸਾਈਟ 'ਤੇ ਵੀ ਆਪ ਜੀ ਜਾ ਸਕਦੇ ਹੋ।
ਇਸ ਅਦਾਰੇ ਨੂੰ ਸਪੋਰਟ ਕਰਨਾ ਚਾਹੁੰਦੇ ਹੋ ਤਾਂ ਵੀ ਵੈਬਸਾਈਟ 'ਤੇ ਸੰਪਰਕ ਕੀਤਾ ਜਾ ਸਕਦਾ ਹੈ। ਕੋਈ ਸਾਂਸ ਨੇ ਹੋਵੇ ਤਾਂ ਵੀ, ਖਾਸ ਕਰਕੇ ਸਾਡੀਆਂ ਐਪਸ ਡਾਊਨਲੋਡ ਕਰਨੀਆਂ ਹੋਣ ਤਾਂ ਫਿਰ ਵੈਬਸਾਈਟ tivanaradio.com 'ਤੇ ਜਾ ਕੇ ਆਈਫੋਨ ਅਤੇ ਐਂਡਰਾਇਡ ਐਪਸ ਡਾਊਨਲੋਡ ਕੀਤੀਆਂ ਜਾ ਸਕਦੀਆਂ ਨੇ। ਡੋਲੀ ਦੇ ਵਿੱਚ ਵੇਖ ਸਲੇਟੀ ਰਾਂਝੇ ਨੇ ਤਾਂ ਮਾਰੀ ਨੇ, ਸੋ इश्क लगाए ना लगे बुझाए ना बुझे ऐसी आग है ये गालिब। खैर, इश्क हकीकी इश्क मजाजी मार्फत ਦੀਆਂ ਮੰਜ਼ਲਾਂ सूफीज़म ਦਾ ਇਹ ਕਨਸੈਪਟ ਹੈ, ਪਰ ਅੱਜ ਕੱਲ੍ਹ ਇਸ਼ਕ ਮਜਾਜੀ ਇਸ਼ਕ ਹਕੀਕੀ 'ਤੇ ਭਾਰੂ ਹੈ। ਅਜਿਹੀ ਖਬਰ, ਇਸ਼ਕ ਦੀ ਖਬਰ ਜਲੰਧਰ ਤੋਂ ਹੈ ਕਿ ਜਲੰਧਰ ਪੁਲਿਸ ਕੋਲ ਇੱਕ ਅਜਿਹਾ NRI ਦਾ ਮਾਮਲਾ ਪਹੁੰਚਿਆ ਜਿਹੜਾ ਵਿਆਹ ਕਰਵਾ ਕੇ ਆਪਣੀ ਪਤਨੀ ਨੂੰ ਧੋਖਾ ਦੇ ਕੇ ਕੈਨੇਡਾ ਫਰਾਰ ਹੋ ਗਿਆ। ਵਿਆਹੁਤਾ ਪਤਨੀ ਦੀ ਸ਼ਿਕਾਇਤ 'ਤੇ ਇਹ ਕੇਸ ਦਰਜ ਹੋਇਆ NRI ਪਰਮਜੀਤ ਸੰਧੂ 'ਤੇ, ਜੋ ਕਿ ਕੈਨੇਡਾ ਦਾ ਨਾਗਰਿਕ ਹੈ। ਵਾਪਰਿਆ ਇਸ ਤਰ੍ਹਾਂ, ਇਸ ਲੜਕੀ ਨੇ ਦੋਸ਼ ਲਾਏ ਨੇ ਜੋ ਕਿ ਇੰਦਰਾ ਪਾਰਕ ਗ੍ਰੀਨ ਮਾਡਲ ਟਾਊਨ ਜਲੰਧਰ ਦੀ ਰਹਿਣ ਵਾਲੀ ਹੈ। ਇਸ ਨੇ ਦੱਸਿਆ ਕਿ ਪਿਛਲੇ ਸਾਲ ਉਸ ਦੀ ਸ਼ਾਦੀ ਪਟਿਆਲਾ ਦੇ ਰਹਿਣ ਵਾਲੇ ਪਰਮਵੀਰ ਸਿੰਘ ਸੰਧੂ ਨਾਲ ਹੋਈ ਸੀ, ਜੋ ਕਿ ਕੈਨੇਡਾ ਦਾ ਰਹਿਣ ਵਾਲਾ। ਸੋ ਇਸ ਸੰਬੰਧੀ ਪੁਲਿਸ ਨੇ ਮੁੱਖ ਦੋਸ਼ੀ ਪਰਮਵੀਰ ਸਿੰਘ ਸੰਧੂ, ਉਸ ਦੀ ਮਾਂ ਦਵਿੰਦਰਪਾਲ ਕੌਰ ਤੇ ਮੌਸੀ ਗੁਰਦੀਪ ਕੌਰ ਦੇ ਖਿਲਾਫ ਇੰਡੀਅਨ ਪੀਨਲ ਕੋਡ ਦੀ ਧਾਰਾ 406 498 A ਦੇ ਅਧੀਨ ਪਰਚਾ ਦਰਜ ਕੀਤਾ। ਆਪਣੇ ਦਰਜ ਬਿਆਨ ਦੇ ਵਿੱਚ ਇਸ ਨਵਵਿਆਹੁਤਾ ਨੇ ਦੱਸਿਆ ਕਿ 20 ਨਵੰਬਰ 2019 ਨੂੰ ਉਹਨਾਂ ਦੀ ਜਿਹੜੀ ਸ਼ਾਦੀ ਹੋਈ ਸੀ, ਉਸ ਤੋਂ ਬਾਅਦ ਉਹ ਖਾਸ ਕਰਕੇ ਸ਼ਾਦੀ ਤੋਂ ਬਾਅਦ ਉਹ 20 ਨਵੰਬਰ 2019 ਨੂੰ ਰਾਜਸਥਾਨ ਗਏ ਸਨ ਉਦੈਪੁਰ, ਕਿਉਂਕਿ NRI ਜਾਂ ਹੋਰ ਬਹੁਤ ਸਾਰੇ ਲੋਕ ਸਰਦੀਆਂ ਦੇ ਵਿੱਚ ਸੈਰ ਸਪਾਟੇ ਦੇ ਵਾਸਤੇ ਰਾਜਸਥਾਨ ਜਾਂਦੇ ਨੇ, ਫੋਟੋ ਸ਼ੂਟ ਦੇ ਵਾਸਤੇ। ਬਹੁਤ ਬਾਕਮਾਲ ਲੋਕੇਸ਼ਨ ਨੇ ਉੱਧਰ। ਖੈਰ, ਸੋ ਪਰਮਵੀਰ ਸਿੰਘ ਆਪਣੀ ਪਤਨੀ ਦੇ ਨਾਲ ਨਾਲ ਆਪਣੀ ਪ੍ਰੇਮਕਾ ਨੂੰ ਵੀ ਨਾਲ ਲੈ ਗਿਆ, ਕਿਉਂਕਿ ਪ੍ਰੇਮਕਾ ਦਾ ਜਿਹੜਾ ਪਿਤਾ ਸੀ ਉਹ ਹੀ ਇਸ ਦਾ ਵਿਚੋਲਾ ਸੀ। ਅਤੇ ਹੋਇਆ ਇਹ, ਜਿਸ ਤਰ੍ਹਾਂ ਇਸ ਲੜਕੀ ਨੇ ਦੋਸ਼ ਲਾਏ ਨੇ, ਇਸ ਪਤਨੀ ਨੇ ਦੋਸ਼ ਲਾਏ ਨੇ ਗ੍ਰੀਨ ਮਾਡਲ ਟਾਊਨ ਜਲੰਧਰ ਦੀ ਰਹਿਣ ਵਾਲੀ ਨੇ, ਕਿ ਇਹ ਜਿਹੜੀ ਮੇਰੇ ਪਤੀ ਦੀ ਪ੍ਰੇਮਕਾ ਸੀ ਸੰਧੂ ਦੀ, ਇਹ ਪ੍ਰੇਮਕਾ ਦੇ ਪਿਤਾ ਨੇ ਆਪਣੀ ਬੇਟੀ ਦਾ ਖਹਿੜਾ ਉਸ ਦੇ ਪ੍ਰੇਮੀ ਤੋਂ ਛੁਡਾਉਣ ਵਾਸਤੇ ਉਸ ਦਾ ਮੇਰੇ ਨਾਲ ਵਿਆਹ ਕਰਵਾ ਦਿੱਤਾ, ਤਾਂ ਜੋ ਮੈਂ ਉਸ ਦੀ ਬੇਟੀ ਨੂੰ, ਮੇਰਾ ਪਤੀ ਉਸ ਦੀ ਬੇਟੀ ਨੂੰ ਛੱਡ ਦੇਵੇ। ਜਾਣੀ ਕਿ ਇੱਕ ਪਿਓ ਨੇ ਆਪਣੀ ਧੀ ਦੇ ਪ੍ਰੇਮੀ ਤੋਂ ਉਸ ਦਾ ਖਹਿੜਾ ਛੁਡਾਉਣ ਵਾਸਤੇ ਉਸ ਦਾ ਵਿਆਹ ਕਰਾ ਦਿੱਤਾ, ਵਿਚੋਲਾ ਬਣ ਗਿਆ। ਅਤੇ ਇਹ ਵਿਆਹ ਹੋਇਆ ਗ੍ਰੀਨ ਮਾਡਲ ਟਾਊਨ ਜਲੰਧਰ ਦੀ ਰਹਿਣ ਵਾਲੀ ਇੱਕ ਔਰਤ ਦੇ ਨਾਲ। ਅਤੇ ਇਸ ਤੋਂ ਬਾਅਦ ਇਹ ਜਦੋਂ ਸੈਰ ਦੇ ਵਾਸਤੇ ਰਾਜਸਥਾਨ ਗਏ 20 ਨਵੰਬਰ 2019 ਨੂੰ, ਤਾਂ ਇਹ ਆਪਣੀ ਪਤਨੀ ਦੇ ਨਾਲ ਨਾਲ ਆਪਣੀ ਉਸ ਪ੍ਰੇਮਕਾ ਨੂੰ ਵੀ ਨਾਲ ਲੈ ਗਿਆ। ਅਤੇ ਜਦੋਂ ਪਤਨੀ ਨੇ ਵਿਰੋਧ ਕੀਤਾ ਕਿ ਨਾਲ ਇਹ ਕਿਉਂ, ਉਹ ਕਹਿੰਦਾ ਮੈਂ ਤੈਨੂੰ ਤਾਂ ਛੱਡ ਸਕਦਾ ਪਰ ਆਪਣੀ ਪ੍ਰੇਮਕਾ ਨੂੰ ਨਹੀਂ ਛੱਡ ਸਕਦਾ। ਇਸ ਤੋਂ ਬਾਅਦ ਰੌਲਾ ਪਿਆ, ਗੱਲਬਾਤ ਮਾਤਾ ਪਿਤਾ ਕੋਲ ਆਈ ਅਤੇ ਪਤੀ ਨੇ ਸਮਝਣ ਦੀ ਬਜਾਏ ਉਲਟਾ 15 ਲੱਖ ਦਾਜ ਮੰਗ ਲਿਆ, ਅਤੇ ਉਹਨਾਂ ਨੇ ਗਹਿਣੇ ਵੇਚ ਕੇ ਪਤੀ ਨੂੰ 15 ਲੱਖ ਵੀ ਦਿੱਤਾ। ਅਤੇ ਉਸ ਤੋਂ ਬਾਅਦ ਉਹ ਕੈਨੇਡਾ ਚਲਿਆ ਗਿਆ। ਜਦੋਂ ਕੈਨੇਡਾ ਗਿਆ, ਪਤੀ ਨੂੰ ਫੋਨ ਕੀਤਾ ਕਿ ਤੂੰ 15 ਲੱਖ ਕਿਉਂ ਗਿਆ, ਮੈਨੂੰ ਨਾਲ ਨਹੀਂ ਲਿਜਾ ਰਿਹਾ, ਮੇਰੇ ਪੇਪਰ ਨਹੀਂ ਭੇਜ ਰਿਹਾ। ਕਹਿੰਦਾ ਮੇਰੇ 'ਤੇ ਤਾਂ ਕਰਜ਼ ਚੜ੍ਹਿਆ ਸੀ, ਇਸ ਕਰਕੇ ਮੈਂ 15 ਲੱਖ ਤੁਹਾਡੇ ਤੋਂ ਲਿਆ, ਮੈਂ ਤੁਹਾਨੂੰ ਨਹੀਂ ਬੁਲਾਵਾਂਗਾ। ਇਸ ਤੋਂ ਬਾਅਦ ਮਾਮਲਾ ਪੁਲਿਸ ਕੋਲ ਪਹੁੰਚਿਆ, ਜਿਸ 'ਤੇ ਪੁਲਿਸ ਨੇ ਇਸ ਪਤਨੀ ਦੀ ਸ਼ਿਕਾਇਤ 'ਤੇ ਇਸ NRI ਪਰਮਵੀਰ ਸੰਧੂ, ਜੋ ਪਟਿਆਲੇ ਦਾ ਰਹਿਣ ਵਾਲਾ, ਉਸ ਦੀ ਮਾਤਾ ਜੀ ਦਵਿੰਦਰਪਾਲ ਕੌਰ ਅਤੇ ਮੌਸੀ ਗੁਰਦੀਪ ਕੌਰ ਦੇ ਉੱਤੇ ਦਾਜ ਦਹੇਜ ਦਾ ਪਰਚਾ ਦਰਜ ਕਰ ਲਿਆ। ਹੁਣ ਇਸ ਤਰ੍ਹਾਂ ਦੀਆਂ ਕਹਾਣੀਆਂ ਦੀ ਸੱਚਾਈ ਕੀ ਹੁੰਦੀ ਹੈ, ਉਹ ਕਈ ਵਾਰੀ ਆਪਾਂ ਨੂੰ ਇਲਮ ਵੀ ਹੁੰਦਾ ਹੈ, ਅਤੇ ਕਈ ਵਾਰੀ ਵਧਾ ਚੜ੍ਹਾ ਕੇ ਵੀ ਇਸ ਦੇ ਵਿੱਚ ਕੀਤਾ ਹੁੰਦਾ ਹੈ। ਦਾਜ ਦੇ ਪਰਚੇ 98% ਜਾਅਲੀ ਵੀ ਨਿਕਲਦੇ ਨੇ। ਤਕਰਾਰ ਕਿਸੇ ਹੋਰ ਗੱਲ ਨੂੰ ਹੁੰਦਾ ਅਤੇ ਫਿਰ ਹਰ ਤਿਕੜਮਬਾਜ਼ੀ ਵਰਤੀ ਜਾਂਦੀ ਹੈ। ਜਿਵੇਂ ਕਹਿੰਦੇ ਨੇ ਜੰਗ ਅਤੇ ਮੁਹੱਬਤ 'ਚ ਸ਼ਾਇਦ ਹਰ ਕੁਛ ਜਾਇਜ਼ ਹੈ। ਖੈਰ, ਪਰ ਜਿਹੜੀ ਚੀਜ਼ ਅੱਜ ਕੱਲ੍ਹ ਭਾਵੇਂ ਸਰਦੀ ਦੀ ਰੁੱਤ ਹੈ, ਜਾਇਜ਼ ਹੀ ਜਾਪ ਕੇ ਟਾਈਮ ਲੰਘਣਾ ਪੈਣਾ। ਜਿਸ ਤਰ੍ਹਾਂ ਇਸ ਵਕਤ ਲੋਹੜੀ ਪਿਛਲੇ ਸਾਲ ਦੇ ਨਾਲੋਂ ਬਹੁਤ ਠੰਡੀ ਹੈ ਅਤੇ ਬੜੇ ਉਤਸ਼ਾਹ ਵਾਲੀ ਵੀ ਹੈ। ਮੌਸਮ ਦੇ ਪੱਖੋਂ ਠੰਡੀ ਹੈ, ਪਰ ਜੋ ਬਦਲਾਅ ਹੈ ਉਸ ਪੱਖੋਂ ਬਹੁਤ ਤੇਜ਼ੀ ਇਸ ਦੇ ਵਿੱਚ ਵੇਖਣ ਨੂੰ ਮਿਲੀ ਹੈ ਲੋਕਾਂ ਦੇ ਤੇਵਰਾਂ ਦੇ ਵਿੱਚ। ਹਾਲਾਂਕਿ ਪਾਰਾ 4 ਡਿਗਰੀ ਤੱਕ ਗਿਰਾਵਟ ਦਰਜ ਕੀਤੀ ਗਈ ਹੈ। ਪਿਛਲੇ ਸਾਲਾਂ ਦੇ ਮੁਕਾਬਲੇ ਕੜਾਕੇਦਾਰ ਸਰਦੀ ਪੈ ਰਹੀ ਹੈ ਅਤੇ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਪਾਰਾ ਹੋਰ ਡਿੱਗੇਗਾ। ਕੱਲ੍ਹ ਦੇ ਨਾਲੋਂ ਅੱਜ ਠੰਡ ਬਹੁਤ ਜ਼ਿਆਦਾ ਹੈ। ਕਮਰਿਆਂ ਦੇ ਵਿੱਚ ਬੈਠੇ ਵੀ ਲੂੰ ਕੰਡਿਆਉਂਦੀ ਹੈ। ਪਰ ਇਸ ਦੌਰਾਨ ਜਿਹੜੇ ਸਰਹੱਦਾਂ 'ਤੇ ਜਵਾਨ ਨੇ ਉਹਨਾਂ ਦੀ ਸਥਿਤੀ ਕੀ ਹੈ, ਕਿਉਂਕਿ ਸਰਹੱਦ 'ਤੇ ਅਕਸਰ ਇਨ੍ਹੀਂ ਦਿਨੀਂ
ਜਿਹੜੀ ਹੈ ਛੇੜਛਾੜ ਵੱਧ ਜਾਂਦੀ ਹੈ। ਇਸ ਸੰਬੰਧੀ ਸਰਹੱਦ ਤੋਂ ਖਬਰਾਂ ਨੇ ਕਿ ਪੰਜਾਬ ਦੇ ਨਾਲ ਲੱਗਦਾ ਜਿਹੜਾ ਕਠੂਆ ਇਲਾਕਾ ਹੈ ਜੰਮੂ ਕਸ਼ਮੀਰ ਦਾ, ਉੱਥੋਂ ਬੜੀ ਅਜੀਬ ਖਬਰ ਆਈ ਹੈ ਕਿ ਪਾਕਿਸਤਾਨ ਦੀ ਤਰਫ ਆਉਣ ਜਾਣ ਵਾਸਤੇ ਇੱਕ ਸੁਰੰਗ ਲੱਭੀ ਹੈ। ਇਸ ਤਰ੍ਹਾਂ ਦੀਆਂ ਕੁਝ ਸੁਰੰਗਾਂ BSF ਨੇ ਪਹਿਲਾਂ ਵੀ ਫੜੀਆਂ ਨੇ। ਇਸ ਵਕਤ ਕੁਵੈਤ ਤੋਂ ਬਾਈ ਜੀ ਗੁਰਮੀਤ ਸਿੰਘ ਭੁੱਲਰ ਜੁੜੇ ਨੇ। ਭੁੱਲਰ ਸਾਹਿਬ ਸਵਾਗਤ, ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ ਜੀ ਭਾਜੀ, ਕੀ ਹਾਲ ਜੀ? ਬਹੁਤ ਵਧੀਆ ਭੁੱਲਰ ਸਾਹਿਬ। ਤੁਹਾਡੀਆਂ ਫਿਰ ਕੁਵੈਤ ਵਾਲੀਆਂ ਖਜੂਰਾਂ ਯਾਦ ਆਉਂਦੀਆਂ ਅੱਜ ਕੱਲ੍ਹ? ਤੇ ਅਸੀਂ ਤੁਹਾਨੂੰ ਯਾਦ ਕਰਦੇ ਰਹੀਦਾ ਹੈਗਾ। ਹਾਂ ਬਿਲਕੁਲ ਹਾਂਜੀ ਬਿਲਕੁਲ ਬਿਲਕੁਲ ਹਾਂਜੀ, ਯਾਦ ਕਰਦੇ ਰਹੀਦਾ, ਏਦਾਂ ਦੀ ਕੋਈ ਗੱਲ ਨਹੀਂ ਹੈਗੀ। ਤੇ ਅੱਛਾ ਚੱਲ ਰਿਹਾ ਸੀ ਪ੍ਰੋਗਰਾਮ ਤੁਹਾਡਾ। 2007 ਦਾ ਆਪਣਾ ਰਾਬਤਾ ਬਣਿਆ ਹੋਇਆ PBC TV ਵਕਤਾ, ਜਿੱਥੋਂ ਅੱਜ ਕੱਲ੍ਹ ਗਲੋਬਲ ਪੰਜਾਬ ਟੈਲੀਵਿਜ਼ਨ ਚੱਲ ਰਿਹਾ ਹੈ ਨਾ। ਹਾਂਜੀ 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 ਬਿਲਕੁਲ ਬਿਲਕੁਲ ਹਾਂਜੀ ਹਾਂਜੀ ਸਹੀ ਗੱਲ ਆ। ਹਾਂਜੀ ਤੇ ਬਹੁਤ ਵਧੀਆ ਤੁਹਾਡਾ ਉਪਰਾਲਾ ਹੈਗਾ। ਭੁੱਲਰ ਸਾਹਿਬ, ਕਿਸਾਨ ਅੰਦੋਲਨ ਦੇ ਮੱਦੇਨਜ਼ਰ ਤੁਸੀਂ ਕੀ ਮਹਿਸੂਸ ਕਰਦੇ ਹੋ? ਤੁਹਾਡਾ ਆਪਣਾ ਸ਼ਹਿਰ ਦਿੱਲੀ ਸ਼ਹਿਰ ਘੇਰਿਆ ਹੋਇਆ ਬਿਲਕੁਲ ਹਾਂਜੀ ਭਾਰਤ ਭਰਦਿਆਂ ਨੇ, ਕੀ ਮਹਿਸੂਸ ਕਰਦੇ ਹੋ? ਹਾਂਜੀ ਹਾਂਜੀ ਬਿਲਕੁਲ ਜੀ, ਵਤਾਰੇ ਤੇ ਆਪਣਾ ਮਾਣ ਮਹਿਸੂਸ ਕਰਦੇ ਆਪਾਂ। ਦਿੱਲੀ 'ਚ ਬੈਠੇ ਨੇ ਕਿਸਾਨ, ਜਿੱਤ ਹੋਊਗੀ ਜ਼ਰੂਰ ਕਿਸਾਨਾਂ ਦੀ। ਹਾਂਜੀ, ਪਰ ਅਫਸੋਸ ਇਹ ਹੈ ਕਿ ਅਸੀਂ ਹੈ ਨਹੀਂ ਉੱਥੇ ਦਿੱਲੀ 'ਚ, ਨਹੀਂ ਤੇ ਆਪਾਂ ਵੀ ਉੱਥੇ ਡੇਰੇ ਲਗਾ ਲੈਣੇ ਸੀਗੇ। ਓਕੇ, ਹਾਂਜੀ ਹਰ ਬੰਦਾ ਇਹੀ ਮਹਿਸੂਸ ਕਰਦਾ। ਹਾਂਜੀ ਮੈਂ ਵੀ ਹੁੰਦਾ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਹਾਂ ਹਾਂਜੀ ਬਿਲਕੁਲ ਜੀ ਹਾਂਜੀ। ਬਹੁਤ ਵਧੀਆ ਤੁਹਾਡਾ ਉਪਰਾਲਾ ਹੈਗਾ। ਜੋ ਹੋਏਗੀ ਜਿੱਤ ਹੋਏਗੀ ਜ਼ਰੂਰ ਕਿਸਾਨਾਂ ਦੀ ਜੀ ਬਿਲਕੁਲ। ਤੇ ਨਾਲੇ ਅੱਜ ਉਹਨਾਂ ਨੇ ਵੀ, ਮਾਨ ਸਾਹਿਬ ਨੇ ਵੀ ਦੇਤਾ ਅਸਤੀਫਾ ਕਹਿੰਦੇ ਅੱਜ। ਹਾਂ, ਮਾਨ ਸਾਹਿਬ ਅਸਤੀਫਾ ਦੇ ਗਏ ਨੇ। ਸਰਕਾਰ ਦੇ ਵਾਸਤੇ ਬੜੀ ਮਾਯੂਸੀ ਵਾਲੀ ਗੱਲ ਹੈ ਨਾ। ਬਿਲਕੁਲ ਬਿਲਕੁਲ ਹਾਂਜੀ ਹਾਂਜੀ, ਚਲੋ ਬਹੁਤ ਵਧੀਆ ਉਪਰਾਲਾ ਤੁਹਾਡਾ ਭਾਜੀ। ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ। ਮਿਹਰਬਾਨੀ ਭੁੱਲਰ ਸਾਹਿਬ, ਤੁਸੀਂ ਜੁੜੇ, ਧੰਨਵਾਦ ਦੁਆਵਾਂ ਵਾਸਤੇ। ਮਿਹਰਬਾਨੀ ਥੈਂਕ ਯੂ। ਸੋ ਮੈਂ ਜ਼ਿਕਰ ਕਰ ਰਿਹਾ ਸੀ ਭੁੱਲਰ ਸਾਹਿਬ ਦੀ ਕਾਲ ਤੋਂ ਪਹਿਲਾਂ ਕਿ ਸਰਹੱਦ ਦੇ ਕਠੂਆ ਇਲਾਕੇ ਦੇ ਹੀਰਾ ਨਗਰ ਦੇ ਵਿੱਚ ਅੱਤਵਾਦੀਆਂ ਦੇ ਵਾਸਤੇ ਇਹ ਜਿਹੜੀ ਸੁਰੰਗ ਬਣਾਈ ਗਈ ਹੈ। BSF ਨੇ ਪਿਛਲੇ ਮਹੀਨੇ ਵੀ ਕਠੂਆ ਦੇ ਵਿੱਚ 2-3 ਸੁਰੰਗਾਂ ਫੜੀਆਂ ਸੀ। ਇਸ ਸੁਰੰਗ ਦੀ ਜਿਹੜੀ ਲੰਬਾਈ ਹੈ ਉਹ 150 ਮੀਟਰ ਹੈ। ਤੁਸੀਂ ਹਿਸਾਬ ਲਾ ਲਓ ਕਿ 8 ਮੀਟਰ ਦੀ ਆਪਣੀ ਪੱਗ ਹੁੰਦੀ ਹੈ, 150 ਮੀਟਰ ਕਿੰਨਾ ਹੋ ਸਕਦਾ ਹੈ। ਅਤੇ 30 ਫੁੱਟ ਇਹ ਸੁਰੰਗ ਡੂੰਘੀ ਹੈ। ਸੋ ਜੰਮੂ ਕਸ਼ਮੀਰ ਦੇ ਕਠੂਆ ਜ਼ਿਲ੍ਹੇ ਦੇ ਵਿੱਚ ਹੀਰਾਨਗਰ ਸੈਕਟਰ ਦੇ ਵਿੱਚ ਇਹ ਅੰਤਰਰਾਸ਼ਟਰੀ ਬਾਰਡਰ 'ਤੇ ਸੀਮਾ ਸੁਰੱਖਿਆ ਬਲ BSF ਦੇ ਜਵਾਨਾਂ ਨੂੰ ਇਸ ਸੁਰੰਗ ਦਾ ਪਤਾ ਲੱਗਿਆ, ਜੋ 150 ਮੀਟਰ ਲੰਮੀ ਹੈ ਅਤੇ 25 ਤੋਂ ਲੈ ਕੇ 30 ਫੁੱਟ ਤੱਕ ਇਹ ਡੂੰਘੀ ਵੀ ਹੈ। ਇਸ ਦਾ ਜਿਹੜਾ ਵਿਆਸ ਹੈ, ਜਾਣੀ ਕਿ ਇਹ 2-3 ਫੁੱਟ ਚੌੜੀ ਹੈ ਕਿ ਬੰਦਾ ਇਹਦੇ 'ਚ ਆਰਾਮ ਨਾਲ ਕੋਡਾ ਹੋ ਕੇ 2-3 ਫੁੱਟ ਦਾ ਹੁੰਦਾ, ਪੈ ਕੇ ਕੋਡਾ ਹੋ ਕੇ ਆਰਾਮ ਨਾਲ ਕੂਣੀਆਂ ਭਾਰ ਇਸ ਦੇ ਵਿੱਚ ਨਿਕਲ ਸਕਦਾ ਹੈ। ਅਤੇ ਦੱਸਿਆ ਜਾ ਰਿਹਾ ਕਿ ਇਹ ਸੁਰੰਗ ਅੱਤਵਾਦੀਆਂ ਨੂੰ ਭਾਰਤ ਦੇ ਵਿੱਚ ਘੁਸਪੈਠ ਕਰਾਉਣ ਵਾਸਤੇ ਬਣਾਈ ਗਈ ਹੈ। ਅਤੇ ਜੰਮੂ ਕਸ਼ਮੀਰ ਦੇ ਸਾਂਭਾ ਸੈਕਟਰ ਦੇ ਵਿੱਚ 2 ਮਹੀਨੇ ਪਹਿਲਾਂ ਵੀ ਨਵੰਬਰ ਦੇ ਵਿੱਚ ਸੁਰੱਖਿਆ ਬਲਾਂ ਨੇ 150 ਮੀਟਰ ਲੰਮੀ ਅੰਡਰਗਰਾਊਂਡ ਸੁਰੰਗ ਫੜੀ ਸੀਗੀ, ਭੂਮੀਗਤ ਸੁਰੰਗ। ਸੋ BSF ਦੇ IG NS ਜਾਂਬਾਲ ਨੇ ਇਸ ਬਾਰੇ ਦੱਸਿਆ ਕਿ ਉਹਨਾਂ ਨੇ 9 ਤੋਂ 10 ਸੁਰੰਗਾਂ ਦਾ ਪਤਾ ਲਾਇਆ, ਜੋ ਕਿ ਕਠੂਆ ਜ਼ਿਲ੍ਹੇ ਦੇ ਵਿੱਚ ਪਿਛਲੇ 2-3 ਮਹੀਨਿਆਂ ਦੇ ਵਿੱਚ ਫੜੀਆਂ ਗਈਆਂ ਨੇ। ਅੱਤਵਾਦੀਆਂ ਨੂੰ ਇਹਨਾਂ ਸੁਰੰਗਾਂ ਦੇ ਰਾਹੀਂ ਜਿਹੜਾ ਭੇਜਣ ਦੀ ਇਹ ਜਿਹੜੀ ਜੁਗਾੜ ਹੈ, ਇਹ ਬੜੀ ਇੰਜੀਨੀਅਰਿੰਗ ਦ੍ਰਿਸ਼ਟੀ ਤੋਂ ਬਹੁਤ ਕੁਸ਼ਲਤਾ ਦੇ ਨਾਲ ਇਹ ਬਣਾਇਆ ਗਿਆ, ਕਾਰੀਗਰੀ ਦੇ ਨਾਲ। ਅਤੇ ਭਾਰਤ ਦੇ ਵਿੱਚ ਇਹ ਸੁਰੰਗਾਂ ਬਾਹਰ ਨਿਕਲਦੀਆਂ ਨੇ ਅਤੇ ਪਾਕਿਸਤਾਨ ਦੇ ਵਿੱਚ ਇਹਨਾਂ ਦਾ ਜਿਹੜਾ ਨਿਰਮਾਣ ਹੈ ਉਹ ਉਸ ਦੇ ਉੱਤੇ ਰੇਤ ਦੇ ਬੋਰੇ ਰੱਖ ਦਿੱਤੇ ਜਾਂਦੇ ਨੇ। ਅਤੇ ਇਸ ਸੰਬੰਧੀ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਸ ਸੁਰੰਗ ਦਾ ਇਸਤੇਮਾਲ ਅਜੇ ਤੱਕ ਨਹੀਂ ਕੀਤਾ ਗਿਆ, ਪਰ ਇਹ ਸੁਰੰਗ ਵਰਤਣ ਤੋਂ ਪਹਿਲਾਂ ਹੀ ਜਿਹੜੀ ਉਹਨਾਂ ਦੇ ਧਿਆਨ ਦੇ ਵਿੱਚ ਆ ਗਈ ਹੈ। ਉਧਰ ਜਿਹੜੇ ਸਜ਼ਾ ਯਾਫਤਾ ਲੋਕ ਨੇ ਉਹਨਾਂ ਨੂੰ ਮਾਰਨ ਦੇ ਵੱਖੋ ਵੱਖਰੇ ਤਰੀਕੇ ਨੇ। ਭਾਰਤ ਦੇ ਵਿੱਚ ਫਾਂਸੀ ਲਾਇਆ ਜਾਂਦਾ ਹੈ, ਕਿਸੇ ਮੁਲਕ 'ਚ ਕਿਸ ਤਰ੍ਹਾਂ ਲਾਇਆ ਜਾਂਦਾ, ਪਰ ਅਮਰੀਕਾ ਦੇ ਵਿੱਚ ਜ਼ਹਿਰ ਦਾ ਟੀਕਾ ਲਾ ਕੇ ਮਾਰਿਆ ਜਾਂਦਾ। ਅਮਰੀਕਾ ਦੇ ਵਿੱਚ ਇਹ ਪਹਿਲੀ ਵਾਰੀ ਹੈ ਕਿ ਕਿਸੇ ਔਰਤ ਨੂੰ ਜ਼ਹਿਰ ਦਾ ਟੀਕਾ ਲਾ ਕੇ ਇਹ ਸਜ਼ਾ ਮਿਲੀ ਹੋਵੇ, ਮੌਤ ਦੀ ਸਜ਼ਾ। ਇਹ ਕੰਸਾਸ ਦੀ ਰਹਿਣ ਵਾਲੀ ਹੈ ਲੀਜ਼ਾ ਮੌਂਟਗੋਮਰੀ। ਪਾਕਿਸਤਾਨ ਦੇ ਵਿੱਚ ਇੱਕ ਮਿੰਟਗੋਮਰੀ ਸ਼ਹਿਰ ਵੀ ਹੈ, ਜਿਹੜਾ ਕਿਸੇ ਗੋਰੇ ਅਧਿਕਾਰੀ ਦੇ ਨਾਂ 'ਤੇ ਬਣਿਆ ਹੋਇਆ ਮਿੰਟਗੋਮਰੀ, ਜਿਵੇਂ ਆਪਣੇ ਪੰਜਾਬ 'ਚ ਡਲਹੌਜੀ ਹੈ। ਇਸੇ ਤਰ੍ਹਾਂ ਇਹ ਸਬ ਕਾਸਟ ਹੈ, ਇਹਨਾਂ ਦਾ ਸਰਨੇਮ ਹੈ ਮੌਂਟਗੋਮਰੀ। ਸੋ ਇਹ ਜਿਹੜੀ ਕੰਸਾਸ ਅਮਰੀਕਾ ਦੀ ਲੀਜ਼ਾ ਮੌਂਟਗੋਮਰੀ ਨੂੰ ਜ਼ਹਿਰ ਦਾ ਟੀਕਾ ਲਾ ਕੇ ਮਾਰਿਆ ਗਿਆ, ਕਿਉਂਕਿ ਇਸ ਨੇ ਇੱਕ ਪ੍ਰੈਗਨੈਂਟ ਲੇਡੀ ਨੂੰ ਗਲਾ ਦੱਬ ਕੇ ਮਾਰ ਦਿੱਤਾ ਸੀ ਅਤੇ ਗਰਭ ਉਸ ਦਾ ਕੱਟ ਕੇ ਬੱਚੇ ਦਾ ਭਰੂਣ ਕੱਢ ਕੇ ਉਸ ਨੂੰ ਵੀ ਮਾਰ ਦਿੱਤਾ ਸੀ। ਉਸ ਜੁਰਮ ਦੇ ਵਿੱਚ ਇਸ 52 ਸਾਲਾ ਲੀਜ਼ਾ, ਜੋ ਕਿ ਇੰਡੀਆਨਾ ਸੂਬੇ ਦੇ
ਟੇਰੇਹੌਟ ਨਾਲ ਸੰਬੰਧਿਤ ਜੇਲ੍ਹ ਦੇ ਵਿੱਚ ਬੰਦ ਸੀ, ਸੋ ਇਸ ਨੂੰ ਜ਼ਹਿਰੀਲਾ ਟੀਕਾ ਲਾਇਆ ਗਿਆ ਤੇ ਰਾਤ 1:31 ਤੇ ਇਸ ਨੂੰ ਮ੍ਰਿਤਕ ਐਲਾਨਿਆ ਗਿਆ। ਸਜ਼ਾ ਦੀ ਤਮੀਲ ਹੋਣ ਦੀ ਜਿਹੜੀ ਪ੍ਰਕਿਰਿਆ ਦੇ ਦੌਰਾਨ ਇਸ ਲੀਜ਼ਾ ਦੇ ਕੋਲ ਖੜੀ ਮਹਿਲਾ ਨੇ ਝੁੱਕ ਕੇ ਉਸਦੇ ਚਿਹਰੇ ਤੇ ਮਾਸਕ ਹਟਾ ਦਿੱਤਾ ਤੇ ਉਸ ਨੂੰ ਪੁੱਛਿਆ ਕਿ ਆਖਰੀ ਵਾਰ ਉਹ ਕੁਝ ਕਹਿਣਾ ਚਾਹੁੰਦੀ ਹੈ, ਤਾਂ ਦੋਸ਼ੀ ਮਹਿਲਾ ਨੇ ਆਖਿਆ ਨਹੀਂ। ਸੋ ਇਸ ਮਹਿਲਾ ਲੀਜ਼ਾ ਦੇ ਵਕੀਲ ਕੇਲੀ ਹੈਨਰੀ ਨੇ ਆਖਿਆ ਕਿ ਲੀਜ਼ਾ ਦੀ ਮੌਤ ਦੀ ਸਜ਼ਾ ਦੇਣ ਦੀ ਪ੍ਰਕਿਰਿਆ ਦੇ ਵਿੱਚ ਸ਼ਾਮਲ ਲੋਕਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ। ਇਹ ਲੀਜ਼ਾ ਦੇ ਵਕੀਲ ਨੇ ਆਖਿਆ। ਤੁਸੀਂ ਵੇਖੋ ਕਿ ਜਦੋਂ ਬੰਦੇ ਨੂੰ ਮੌਤ ਦਿੱਤੀ ਜਾਂਦੀ ਹੈ ਤਾਂ ਉਸ ਵਕਤ ਕੀ ਸਥਿਤੀ ਹੁੰਦੀ ਹੋਵੇਗੀ। ਪਰ ਜਿਸ ਤਰ੍ਹਾਂ ਇਸ ਨੂੰ ਆਖਰੀ ਇੱਛਾ ਉਸਦੀ ਪੁੱਛੀ ਗਈ, ਇਸ ਨੇ ਆਖਿਆ ਕਿ ਮੈਂ ਕੁਝ ਨਹੀਂ ਕਹਿਣਾ ਚਾਹੁੰਦੀ। ਸੋ ਇਸ ਕਰਕੇ ਜਦੋਂ ਸਾਡੇ 'ਚ ਬਰਦਾਸ਼ਤ ਦਾ ਮਾਦਾ ਖਤਮ ਹੋ ਜਾਂਦਾ, ਫਿਰ ਅਸੀਂ ਇਸ ਤਰ੍ਹਾਂ ਦੀਆਂ ਵਾਹਿਆਤ ਜਿਹੜੀਆਂ ਐਕਟੀਵਿਟੀਜ਼ ਨੇ, ਕਿਰਿਆਵਾਂ ਨੇ, ਉਹਨਾਂ ਵੱਲ ਨੂੰ ਵੱਧਦੇ ਹਾਂ, ਵਾਹਿਆਤ ਕੰਮਾਂ ਵੱਲ ਨੂੰ ਵੱਧਦੇ ਹਾਂ, ਕਿਸੇ ਦੀ ਜਾਨ ਲੈਂਦੇ ਹਾਂ। ਤੁਸੀਂ ਵੇਖੋ ਕਿ ਇਸ ਨੇ ਇੱਕ ਗਰਭਵਤੀ ਔਰਤ ਨੂੰ ਗਲਾ ਘੁੱਟ ਕੇ ਮਾਰਿਆ ਸੀ ਤੇ ਗਰਭ ਉਸ ਦਾ ਕੱਟ ਕੇ, ਪੇਟ ਕੱਟ ਕੇ ਉਸ ਦੇ ਵਿੱਚੋਂ ਬੱਚਾ ਵੀ ਕੱਢ ਕੇ ਸੁੱਟਿਆ ਸੀ। ਇੰਨੇ ਜਾਹਲ ਵੀ ਹੋ ਜਾਂਦੇ ਨੇ ਇਸ ਤਰ੍ਹਾਂ ਦੇ ਲੋਕ। ਉਧਰ ਟਰਾਂਸਪੋਰਟ ਵਿਭਾਗ ਦੀਆਂ ਖਬਰਾਂ ਨੇ, ਕਿਉਂਕਿ ਅੱਜ ਕੱਲ੍ਹ ਤਾਂ ਟੋਲ ਪਲਾਜ਼ੇ ਖੁੱਲ੍ਹੇ ਨੇ, ਪਰ ਜਿਸ ਤਰ੍ਹਾਂ ਫਾਸਟੈਗ ਵਾਹਨ ਨੇ ਹੁਣ ਉਹਨਾਂ ਨੂੰ 15 ਫਰਵਰੀ ਤੱਕ ਦੀ ਛੋਟ ਮਿਲ ਗਈ ਹੈ, ਕਿਉਂਕਿ ਪਹਿਲਾਂ ਬਿਨਾਂ ਫਾਸਟੈਗ ਵਾਲੇ ਵਾਹਨਾਂ ਨੂੰ ਕੁਛ ਪਾਬੰਦੀਆਂ ਲਗਾਈਆਂ ਗਈਆਂ ਸੀ ਕਿ ਫਾਸਟੈਗ ਲਾਜ਼ਮੀ ਹੈ। ਅਤੇ ਹੁਣ ਹਰ ਵਾਹਨ ਦਾ ਜਦੋਂ ਨਿਕਲੇਗਾ ਟੋਲ ਪਲਾਜ਼ਾ ਤੋਂ ਤਾਂ ਉਸ ਦਾ ਫਾਸਟੈਗ ਲਾਉਣਾ ਉਸ 'ਤੇ ਜ਼ਰੂਰੀ ਹੋਏਗਾ। ਸੋ ਇਸ ਤੋਂ ਪਹਿਲਾਂ ਇਹ ਤਾਰੀਖ ਜਿਹੜੀ 1 ਜਨਵਰੀ ਸੀ ਕਿ ਟੋਲ ਪਲਾਜ਼ਿਆਂ 'ਤੇ ਕਲੈਕਸ਼ਨ ਬੰਦ ਕਰਨ ਦੇ ਆਦੇਸ਼ ਦਿੱਤੇ ਗਏ ਸੀ ਕਿ ਸਾਰਾ ਕੁਝ ਔਨਲਾਈਨ ਹੋਵੇ। ਹੁਣ ਇਸ ਦੀ ਤਾਰੀਖ ਹੈ, ਜਿਹੜਾ ਹਰ ਵਾਹਨ ਦੇ ਵਾਸਤੇ ਫਾਸਟੈਗ ਲਵਾਉਣ ਦੀ ਤਾਰੀਖ ਹੈ ਜਿਹੜੀ ਉਹ ਵਧਾ ਦਿੱਤੀ ਗਈ ਹੈ। 1 ਜਨਵਰੀ ਤੋਂ ਵਧਾ ਕੇ 15 ਫਰਵਰੀ ਪੂਰੇ ਭਾਰਤ ਦੇ ਵਿੱਚ ਕਰ ਦਿੱਤੀ ਗਈ ਹੈ, ਤਾਂ ਜੋ ਹੁਣ ਲੋਕ ਫਾਸਟੈਗ ਲਵਾਉਣ। ਪਰ ਹੁਣ ਜਦੋਂ ਟੋਲ ਪਲਾਜ਼ਿਆਂ ਦੀ ਸਥਿਤੀ ਇਹ ਹੈ ਅਤੇ ਫਾਸਟੈਗ ਦੀ ਬਹੁਤੀ ਜ਼ਰੂਰਤ ਵੀ ਜਿਹੜੀ ਆ ਉਹ ਲੋਕ ਨਹੀਂ ਮਹਿਸੂਸ ਕਰ ਰਹੇ। ਉਧਰ ਅਯੁੱਧਿਆ ਦੇ ਵਿੱਚ ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਸ਼੍ਰੀ ਰਾਮ ਮੰਦਰ ਦੀ ਉਸਾਰੀ ਦਾ ਜੋ ਸਿਲਸਿਲਾ ਸ਼ੁਰੂ ਹੋਇਆ, ਉਸ ਦੇ ਵਾਸਤੇ ਪੂਰੇ ਭਾਰਤ ਦੇ ਵਿੱਚ ਉਹ ਫੰਡ ਇਕੱਠੇ ਕਰਨ ਦਾ ਸਿਲਸਿਲਾ ਚੱਲ ਰਿਹਾ। ਅੱਜ ਮਕਰ ਸੰਕ੍ਰਾਂਤੀ ਮਾਘੀ ਦੇ ਮੌਕੇ ਇਸ ਦੀ ਸ਼ੁਰੂਆਤ ਅੰਮ੍ਰਿਤਸਰ ਦੇ ਵਿੱਚ ਵੀ ਕੀਤੀ ਗਈ ਹੈ। ਇਸ ਅਭਿਆਨ ਦਾ ਜਿਹੜਾ 45 ਦਿਨ ਦਾ ਸਮਾਂ ਤਕਰੀਬਨ ਪੂਰਨਮਾਸ਼ੀ ਤੱਕ ਇਹ ਫੰਡ ਅੰਮ੍ਰਿਤਸਰ ਦੇ ਵਿੱਚੋਂ ਜਗ੍ਹਾ ਰਾਮ ਤੀਰਥ ਤੋਂ ਇਸ ਦੀ ਸ਼ੁਰੂਆਤ ਹੋਈ ਹੈ, ਭਗਵਾਨ ਵਾਲਮੀਕ ਦੀ ਜਗ੍ਹਾ ਤੋਂ। ਸੋ ਅਯੁੱਧਿਆ ਦੇ ਵਿੱਚ ਬਣਨ ਵਾਲੇ ਰਾਮ ਮੰਦਰ ਦੇ ਵਾਸਤੇ ਫੰਡ ਅੰਮ੍ਰਿਤਸਰ ਦੇ ਵਿੱਚੋਂ 45 ਦਿਨਾਂ ਦੇ ਵਿੱਚ ਇਕੱਠਾ ਕੀਤਾ ਜਾਵੇਗਾ। ਇਸ ਅਭਿਆਨ ਦੀ ਸ਼ੁਰੂਆਤ ਦੇ ਵਾਸਤੇ RSS ਦੇ ਲੀਡਰ ਅੰਮ੍ਰਿਤਸਰ ਪੁੱਜੇ ਨੇ ਅਤੇ 27 ਫਰਵਰੀ ਤੱਕ ਆਪਣੇ ਵਰਕਰਾਂ ਦੇ ਰਾਹੀਂ ਰਾਮ ਮੰਦਰ ਦੇ ਵਾਸਤੇ ਧਨ ਇਕੱਠਾ ਕਰਨਗੇ। ਸੋ RSS ਦੇ ਵਰਕਰ ਫੰਡ ਇਕੱਠਾ ਕਰਨ ਦੇ ਸਿਲਸਿਲੇ ਵਿੱਚ ਅੰਮ੍ਰਿਤਸਰ ਦੇ ਵਿੱਚ ਅੱਜ ਸ਼ੁਰੂਆਤ ਕਰ ਚੁੱਕੇ ਨੇ। ਪਰ ਜਿਸ ਤਰ੍ਹਾਂ ਦੇ ਹਾਲਾਤ ਬਣ ਰਹੇ ਨੇ ਕਿ ਜਗ੍ਹਾ ਜਗ੍ਹਾ ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਦਾ ਘਿਰਾਓ ਹੋ ਰਿਹਾ, ਇਹ ਠੀਕ ਹੈ ਕਿ RSS ਨੂੰ ਲੋਕ ਸਿੱਧਾ ਨਿਸ਼ਾਨੇ 'ਤੇ ਨਹੀਂ ਲੈ ਰਹੇ, ਪਰ RSS ਹੀ ਦੇਸ਼ ਦੇ ਵਿੱਚ ਸੱਤਾਧਾਰੀ ਪਾਰਟੀ BJP ਦੀ ਮਾਂ ਹੈ, ਉਸ ਦੀ ਮਾਰਗਦਰਸ਼ਕ ਹੈ। ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਅਤੇ ਦੂਜੇ ਬੰਨੇ ਪਾਕਿਸਤਾਨ ਤੋਂ ਖਬਰਾਂ ਨੇ ਕਿ ਪਾਕਿਸਤਾਨ ਦੇ ਖੈਬਰ ਪਖਤੂਨਵਾ ਦੇ ਵਿੱਚ ਪਿਛਲੇ ਦਿਨੀ ਸਿਰਫਰੀ ਭੀੜ ਨੇ 300-400 ਬੰਦਿਆਂ ਨੇ ਇਕੱਠੇ ਹੋ ਕੇ ਇੱਕ ਕੱਟੜ ਧਾਰਮਿਕ ਆਗੂ ਦੀ ਅਗਵਾਈ ਦੇ ਵਿੱਚ ਜਿਸ ਤਰ੍ਹਾਂ ਇੱਕ ਹਿੰਦੂ ਮੰਦਰ ਨੂੰ ਅੱਗ ਲਾ ਦਿੱਤੀ ਸੀ, ਉਸ ਸੰਬੰਧੀ ਲਾਪਰਵਾਹੀ ਵਰਤਣ ਦੇ ਦੋਸ਼ ਦੇ ਵਿੱਚ ਇਸਲਾਮਾਬਾਦ ਦੇ ਵਿੱਚੋਂ ਜਿਹੜੇ ਹੁਕਮ ਹੋਏ ਨੇ ਅਤੇ 12 ਪੁਲਿਸ ਅਧਿਕਾਰੀਆਂ ਨੂੰ ਵੀ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਗਿਆ, ਕੱਢ ਦਿੱਤਾ ਗਿਆ, ਕਿਉਂਕਿ ਇਹ ਗਰਮ ਖਿਆਲੀ ਕੱਟੜ ਇਸਲਾਮਿਕ ਜਥੇਬੰਦੀਆਂ ਦੀ ਭੀੜ ਨੂੰ ਰੋਕਣ ਦੇ ਵਿੱਚ ਨਾਕਾਮ ਹੋਏ ਸਨ, ਜਿਨ੍ਹਾਂ ਨੇ ਮੰਦਰ ਨੂੰ ਅੱਗ ਲਗਾਈ ਸੀ। ਇਸ ਘਟਨਾ ਦੇ ਵਿੱਚ 33 ਪੁਲਿਸ ਅਧਿਕਾਰੀਆਂ ਦੀ 1 ਸਾਲ ਦੀ ਸਰਵਿਸ ਵੀ ਮੁਅੱਤਲ ਕਰ ਦਿੱਤੀ ਗਈ ਹੈ। ਕਾਬਲੇ ਜ਼ਿਕਰ ਹੈ ਕਿ ਖੈਬਰ ਪਖਤੂਨਵਾ ਦੇ ਕਰਕ ਜ਼ਿਲ੍ਹੇ ਦੇ ਪਿੰਡ ਤੇਰੀ ਦੇ ਵਿੱਚ 30 ਦਸੰਬਰ ਨੂੰ ਇੱਕ ਭੜਕੀ ਭੀੜ ਨੇ ਮੰਦਰ 'ਤੇ ਹਮਲਾ ਬੋਲ ਦਿੱਤਾ ਸੀ, ਜਿਸ ਦੌਰਾਨ ਇਹਨਾਂ ਸਿਰਫਿਰਿਆਂ ਨੇ ਮੰਦਰ ਨੂੰ ਨੁਕਸਾਨ ਪਹੁੰਚਾਇਆ ਸੀ, ਜਿਸ ਬਣਾ 'ਤੇ ਤਕਰੀਬਨ 150 ਤੋਂ ਵੱਧ ਲੋਕ ਜਿਹੜੇ ਨੇ ਗ੍ਰਿਫਤਾਰ ਹੋਏ ਨੇ ਅਤੇ ਇਸ ਮੰਦਰ ਦੀ ਤਾਮੀਰਦਾਰੀ ਕਰਾਉਣ ਦੇ ਹੁਕਮ ਵੀ ਪਾਕਿਸਤਾਨ ਅਦਾਲਤ ਨੇ ਮੁੜ ਕੇ ਦਿੱਤੇ ਨੇ। ਸਵਾਗਤ ਹੈ ਬਾਈ ਜੀ, ਸਤਿ ਸ਼੍ਰੀ ਅਕਾਲ, ਤੁਸੀਂ ਆਨਰ ਹੋ। ਹਾਂਜੀ ਟਵਾਣਾ ਸਾਹਿਬ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਪਰਮਿੰਦਰ ਭਾਜੀ, ਥੈਂਕ ਯੂ ਤੁਸੀਂ ਜੁੜੇ। ਟਵਾਣਾ ਸਾਹਿਬ ਜਿਹੜੀ ਸ਼ਿਵ ਸੈਨਾ ਹੈ ਉਹ ਮਹਾਰਾਸ਼ਟਰ ਦੇ ਵਿੱਚ ਤਾਂ ਖਿਲਾਫ ਹੈ ਬਿੱਲਾਂ ਦੇ ਸ਼ਾਇਦ, ਜਿਹੜੀ ਪੰਜਾਬ ਦੀ ਸ਼ਿਵ ਸੈਨਾ ਹੈ ਇਹਨਾਂ ਦਾ ਬਿਆਨ ਆ ਰਿਹਾ, ਜਿਹੜਾ ਚੇਅਰਪਰਸਨ ਹੈਗਾ ਸ਼ਿਵ ਸੈਨਾ ਦਾ ਰਾਜੀਵ ਟੰਡਨ,
ਕਹਿੰਦੇ ਜੀ ਅਸੀਂ ਬਿੱਲਾਂ ਦੇ ਹੱਕ ਦੇ ਵਿੱਚ ਤਿਰੰਗਾ ਯਾਤਰਾ ਕੱਢਾਂਗੇ ਹੁਣ ਇੱਕ ਦਿਨਾਂ ਦੇ ਵਿੱਚ, ਤੇ ਤੁਸੀਂ ਜਿਹੜੇ ਕਿਸਾਨ ਹੈਗੇ ਹੋ ਤੁਸੀਂ ਬੜਾ ਕਰ ਰਹੇ ਹੋ, ਸਾਡੇ ਕੰਮ ਰੁਕੇ ਹੋਏ ਆ, ਤੁਹਾਨੂੰ ਬਿੱਲਾਂ ਦਾ ਕੋਈ ਪਤਾ ਨਹੀਂ, ਤੁਸੀਂ ਕੋਈ ਸੋਧ ਨਹੀਂ ਕਰਵਾ ਰਹੇ, ਤੇ ਮੋਦੀ ਜੀ ਨੇ ਇੰਨਾ ਵਧੀਆ ਕੀਤਾ। ਮੈਨੂੰ ਇਹ ਨਹੀਂ ਸਮਝ ਆਈ ਵੀ ਇਹ ਕੀ ਇਹਨਾਂ ਦੀ ਸ਼ਿਵ ਸੈਨਾ ਦੇ ਵਿੱਚ ਵੀ ਦੋ ਕੋਈ ਹੈਗੇ ਆ, ਦੋ ਧੜੇ ਆ, ਇਹ ਨਹੀਂ ਪਤਾ ਲੱਗਦਾ। ਪਰਮਿੰਦਰ ਭਾਜੀ, ਇਹਨਾਂ ਦੇ ਦੋ ਨਹੀਂ ਬਲਕਿ ਦਰਜਨਾਂ ਧੜੇ ਨੇ। ਖਾਸ ਕਰਕੇ ਪੰਜਾਬ ਦੀਆਂ ਜਿਹੜੀਆਂ ਸ਼ਿਵ ਸੈਨਿਕ ਜਥੇਬੰਦੀਆਂ ਨੇ ਇਹ ਅੱਡ ਅੱਡ ਨੇ, ਜਦੋਂ ਕਿ ਮਹਾਰਾਸ਼ਟਰ ਦੇ ਵਿੱਚ ਵੀ ਰਾਜ ਠਾਕਰੇ ਤੇ ਉਧਵ ਠਾਕਰੇ ਦੋ ਭਰਾ ਨੇ, ਉਹਨਾਂ ਦਾ ਇੱਕ ਨੇ ਮਨਸਾ ਬਣਾਈ ਹੋਈ ਹੈ ਤੇ ਇੱਕ ਨੇ ਦੂਸਰੀ ਸ਼ਿਵ ਸੈਨਾ ਬਾਲ ਠਾਕਰੇ ਵਾਲੀ ਹੈ, ਤੇ ਇਹ ਉੱਥੇ ਵੀ ਦੋ ਵੱਡੇ ਗਰੁੱਪ ਨੇ, ਪਰ ਉੱਥੇ ਸੱਤਾ ਦੇ ਵਿੱਚ ਬਾਲ ਠਾਕਰੇ ਗਰੁੱਪ ਹੈ। ਤੇ ਇਸ ਸੰਬੰਧੀ ਪੰਜਾਬ ਦੇ ਵਿੱਚ ਤਾਂ ਇਹਨਾਂ ਦੇ 15-16 ਗਰੁੱਪ ਨੇ, ਅਲੱਗ-ਅਲੱਗ ਸ਼ਿਵ ਸੈਨਾ ਹਿੰਦੁਸਤਾਨ ਹੈ, ਸ਼ਿਵ ਸੈਨਾ ਦੂਸਰੀ ਹੈ, ਇਹ ਇੱਕ ਖਾਸ ਗਰੁੱਪ ਹੈ। ਇੱਕ ਗਰੁੱਪ ਥੋੜ੍ਹਾ ਜਿਹਾ ਕਾਂਗਰਸ ਨਾਲ ਵੀ ਲਗਾ ਰੱਖਦਾ, ਇੱਕ ਗਰੁੱਪ ਹੈ ਜਿਹੜਾ ਉਹ ਦੂਜੀਆਂ ਪਾਰਟੀਆਂ ਨਾਲ ਵੀ ਲਗਾ ਰੱਖਦਾ, ਬੀਜੇਪੀ ਨਾਲ। ਸੋ ਇਹ ਉਹ ਮਹਾਰਾਸ਼ਟਰ ਵਾਲੀ ਦੇ ਨਾਲ ਸੰਬੰਧਿਤ ਨਹੀਂ ਹੈ ਜੀ। ਠੀਕ ਹੈ ਜੀ, ਉਹੀ ਨਾ ਮੈਂ ਕਿਹਾ ਮਾਹੌਲ ਖਰਾਬ ਕਰਨ ਨੂੰ ਹੀ ਹੈ ਵੀ ਅਸੀਂ ਤਿਰੰਗਾ ਯਾਤਰਾ ਕੱਢਣੀ ਹੈ, ਕੱਲ ਨੂੰ ਕੋਈ ਨਹੀਂ। ਦੇਖੋ, ਤਿਰੰਗਾ ਯਾਤਰਾ ਕੱਢਣ, ਇਹਨਾਂ ਨੂੰ ਅਧਿਕਾਰ ਹੈ ਕੱਢਣ, ਕਿਸੇ ਨੂੰ ਕੀ ਤਕਲੀਫ ਹੈ, ਕੱਢੀ ਜਾਣ। ਪਰ ਇਹ ਜਿਹੜਾ ਹੈਗਾ ਨਾ ਤਕਰਾਰ ਪੈਦਾ ਕੀਤਾ ਜਾ ਰਿਹਾ। ਕਿਸਾਨਾਂ ਨੂੰ ਵੀ ਚਾਹੀਦਾ ਜੇ ਤਿਰੰਗਾ ਯਾਤਰਾ ਕੱਢਦੇ ਨੇ ਕੱਢਣ ਦਿਓ, ਕੀ ਫਰਕ ਪੈਂਦਾ, ਕੱਢੀ ਜਾਓ, ਸਾਨੂੰ ਕੀ ਹੈ ਨਾ। ਹਾਂਜੀ, ਤੇ ਦੂਜੇ ਪਾਸੇ ਕਿਸਾਨਾਂ ਨੂੰ ਨਾ ਰੋਕਿਆ ਜਾਵੇ। ਵਧੀਆ ਹੋ ਗਿਆ ਭੁਪਿੰਦਰ ਮਾਨ ਨੇ ਜਿਹੜਾ ਵਾਪਸ ਲੈ ਲਿਆ ਨਾਮ, ਉਹ ਗੁੱਡ ਹੈ ਜੀ, ਬਹੁਤ ਵਧੀਆ ਸਟੈਪ ਆ ਉਹਨਾਂ ਦਾ। ਹਾਂਜੀ 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 ਹਾਂਜੀ, ਧੰਨਵਾਦ ਜੀ, ਥੈਂਕ ਯੂ। ਮਿਹਰਬਾਨੀ ਸਾਹਿਬ ਪਰਮਿੰਦਰ ਸਿੰਘ ਇਸ ਵਕਤ ਮੋਗਾ ਤੋਂ ਜੁੜੇ ਸਨ। ਤੇ ਇਸ ਮੌਸਮ ਦੇ ਦੌਰਾਨ ਜਿਹੜੇ ਵਾਹਨ ਨੇ ਉਹਨਾਂ ਨੂੰ ਕਾਫੀ ਦਿੱਕਤ ਹੈ, ਭਾਵੇਂ ਉਹ ਹਵਾਬਾਜੀ ਵਾਲੇ ਹੋਣ, ਰੇਲਵੇ ਵਾਲੇ ਹੋਣ, ਸੜਕ ਵਾਲੇ ਹੋਣ। ਸੋ ਕਸ਼ਮੀਰ ਤੋਂ ਖਬਰਾਂ ਨੇ ਕਿ ਸ਼੍ਰੀਨਗਰ ਤੋਂ ਦਿੱਲੀ ਦੇ ਵਾਸਤੇ ਟੇਕ ਆਫ ਕਰਨ ਤੋਂ ਪਹਿਲਾਂ ਹੀ ਬਰਫ਼ ਦੇ ਨਾਲ ਇੱਕ ਜਹਾਜ਼ ਟਕਰਾਇਆ। ਹਾਲਾਂਕਿ 233 ਯਾਤਰੀ ਨੇ ਉਹ ਜਿਹੜੇ ਸੁਰੱਖਿਅਤ, ਉਹਨਾਂ ਨੂੰ ਬਾਹਰ ਕੱਢ ਲਿਆ ਗਿਆ। ਸੋ J&K ਤੋਂ ਇਹ ਖਬਰ ਨੇ ਕਿ ਸ਼੍ਰੀਨਗਰ ਦੇ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਕੱਲ੍ਹ ਉਡਾਨ ਭਰਨ ਜਾ ਰਹੇ ਇੰਡੀਗੋ ਏਅਰਲਾਈਨ ਦੇ ਜਹਾਜ਼ ਨੂੰ ਰਨਵੇ 'ਤੇ ਬਰਫ਼ ਦੇ ਟੁਕੜੇ ਨਾਲ ਟਕਰਾਉਣ ਤੋਂ ਬਾਅਦ ਰੋਕ ਦਿੱਤਾ ਗਿਆ। ਸੋ ਪਾਇਲਟ ਨੇ ਉਸ ਵਕਤ ਜਿਹੜੇ ਸੁਰੱਖਿਅਤ ਤਰੀਕਾ ਅਪਣਾਇਆ ਤੇ 333 ਯਾਤਰੀਆਂ ਨੂੰ ਸੁਰੱਖਿਅਤ ਰੱਖਿਆ। ਇਸ ਝਟਕੇ ਦੇ ਨਾਲ ਹਾਲਾਂਕਿ ਯਾਤਰੀ ਘਬਰਾ ਗਏ ਸਨ, ਕਿਉਂਕਿ ਜਹਾਜ਼ ਦੇ ਅੱਗੇ ਬਰਫ਼ ਦਾ ਇੱਕ ਵੱਡਾ ਤੋਦਾ ਆ ਗਿਆ ਸੀ ਅਚਾਨਕ, ਜਿਸ ਕਾਰਨ ਇਹ ਦਿੱਕਤ ਵਾਪਰੀ ਹੈ। ਕਰੋਨਾ ਦੇ ਕਾਰਨ ਕੱਲ੍ਹ ਵੀ ਪੰਜਾਬ ਦੇ ਵਿੱਚ 10 ਮੌਤਾਂ ਹੋਈਆਂ ਨੇ ਤੇ 284 ਨਵੇਂ ਪੋਜ਼ੀਟਿਵ ਕੇਸ ਮਿਲੇ ਨੇ। ਹਾਲਾਂਕਿ ਕਰੋਨਾ ਨੂੰ ਲੈ ਕੇ ਜਿਹੜਾ ਟੀਕਾ ਲਾਇਆ ਜਾ ਰਿਹਾ ਉਸ ਨੂੰ ਵੀ ਲੈ ਕੇ ਕੁਝ ਲੋਕਾਂ ਨੂੰ, ਖਾਸ ਕਰਕੇ ਕਾਂਗਰਸ ਪਾਰਟੀ ਨੂੰ ਕਾਫੀ ਦਿੱਕਤਾਂ ਨੇ ਇਸ ਟੀਕੇ ਤੋਂ। ਕਹਿੰਦੇ ਭਾਜਪਾ ਦਾ ਟੀਕਾ, ਇਸ ਅਸੀਂ ਨਹੀਂ ਲਗਵਾਉਣਾ। ਅਖਿਲੇਸ਼ ਯਾਦਵ ਨੇ ਵੀ ਕਹਿ ਦਿੱਤਾ ਕਿ ਮੈਂ ਵੀ ਨਹੀਂ ਲਗਵਾਉਣਾ। ਖੈਰ, ਵੈਸੇ ਤਾਂ ਹੋਰਨਾਂ ਮੁਲਕਾਂ 'ਚ ਹੁੰਦਾ, ਮੈਨੂੰ ਫੁਟੇਜ ਵੀ ਭੇਜੀ ਸੀ ਬਾਈ ਜੀ ਨੇ ਕਿ ਦੇਖੋ ਹਰ ਮੁਲਕ ਦੇ ਜਿਹੜੇ ਵਸਿੰਦੇ ਨੇ ਜਾਂ ਖਾਸ ਕਰਕੇ ਪ੍ਰਮੁੱਖ ਸ਼ਖਸੀਅਤਾਂ ਨੇ, ਉਹ ਖੁਦ ਇਸ ਟਰਾਇਲ ਟੀਕੇ ਨੂੰ ਲਗਵਾਉਂਦੇ ਨੇ। ਪਰ ਸਾਡੇ ਵਾਲੇ ਕਹਿੰਦੇ ਮੋਦੀ ਸਾਹਿਬ ਝੀਥਾਂ 'ਚ ਵੇਖੀ ਜਾਂਦੇ ਨੇ ਕਿ ਮੈਂ ਨਹੀਂ ਲਗਾਉਣਾ, ਪਹਿਲਾਂ ਹੋਰਾਂ ਦੇ ਲੱਗ ਲੈਣ ਦਿਓ। ਕਿਉਂਕਿ ਇੱਕ ਹਿੰਦੂ ਜਥੇਬੰਦੀ ਦੇ ਆਗੂ ਨੇ ਭਾਰਤ ਦੇ ਰਾਸ਼ਟਰਪਤੀ ਨੂੰ ਵੀ ਚਿੱਠੀ ਲਿਖੀ ਸੀ ਕਿ ਸਾਨੂੰ ਲਿਖਤ ਗਰੰਟੀ ਦਿੱਤੀ ਜਾਵੇ ਕਿ ਇਸ ਟੀਕੇ ਦੇ ਵਿੱਚ ਗਾਂ ਦਾ ਕੋਈ ਵੀ ਅੰਸ਼ ਨਹੀਂ ਹੈ, ਕਿਉਂਕਿ ਇਹ ਵੀ ਵਹਿਮ ਪਹਿਲਾਂ ਫੈਲ ਗਿਆ ਸੀ ਕਿ ਇਸ ਟੀਕੇ ਨੂੰ ਬਣਾਉਣ ਦੇ ਵਿੱਚ ਗਾਂ ਦੇ ਕੁਝ ਅੰਸ਼ ਦੀ ਵਰਤੋਂ ਕੀਤੀ ਗਈ ਹੈ। ਹਾਲਾਂਕਿ ਰਾਸ਼ਟਰਪਤੀ ਨੇ ਇਸ ਬਾਰੇ ਜਵਾਬ ਨਹੀਂ ਦਿੱਤਾ। ਖੈਰ, ਉਧਰ ਦੇਸ਼ ਦੇ ਨਵੇਂ ਪਾਰਲੀਮੈਂਟ ਨੂੰ ਬਣਾਉਣ ਦਾ ਕੰਮ ਕੱਲ੍ਹ ਤੋਂ ਸ਼ੁਰੂ ਹੋ ਰਿਹਾ। ਸੋ 14 ਮੈਂਬਰੀ ਹੈਰੀਟੇਜ ਪੈਨਲ ਦੀ ਅੰਤਮ ਸਹਿਮਤੀ ਤੋਂ ਬਾਅਦ ਕੇਂਦਰੀ ਲੋਕ ਨਿਰਮਾਣ ਵਿਭਾਗ ਨੇ ਮਕਰ ਸੰਕ੍ਰਾਂਤੀ ਤੋਂ ਬਾਅਦ ਕੱਲ੍ਹ ਦਾ ਦਿਨ ਸ਼ੁਭ ਚੁਣਿਆ। ਸੋ ਟਾਟਾ ਪ੍ਰੋਜੈਕਟ ਲਿਮਟਿਡ ਅਕਤੂਬਰ 2022 ਤੱਕ ਇਸ ਲੋਕ ਸਭਾ ਦੇ ਇਮਾਰਤ ਨੂੰ ਬਣਾਵੇਗਾ। ਤੇ ਇਸ ਦੌਰਾਨ ਭਾਵੇਂ ਇਹ 20,000 ਕਰੋੜ ਰੁਪਏ ਦਾ ਨਵਾਂ ਗੋਗਾ ਪੂਜਿਆ, ਪਰ ਫਿਰ ਵੀ ਇਸ ਨੂੰ ਲੈ ਕੇ ਗਾਹੇ ਵਗਾਹੇ ਚਰਚਾਵਾਂ ਚੱਲਦੀਆਂ ਆ ਰਹੀਆਂ ਨੇ। ਸਿਆਸਤ ਤੇ ਵਿਰਾਸਤ ਦੀ ਗੱਲ ਦੇ ਦੌਰਾਨ ਸਿਆਸਤ ਦੀ ਗੱਲ ਕਰੀਏ ਕਿ ਭਾਜਪਾ ਪੰਜਾਬ ਦੇ ਬਹੁਤ ਸਾਰੇ ਨੇਤਾਵਾਂ ਨੂੰ ਅੱਜ ਕੱਲ੍ਹ ਸ਼੍ਰੋਮਣੀ ਅਕਾਲੀ ਦਲ ਹੀ ਰਾਸ ਆ ਰਿਹਾ, ਕਿਉਂਕਿ ਉਹਨਾਂ ਦੀ ਇਹ ਮਾਸੀ ਵਾਲੀ ਪਾਰਟੀ ਹੈ। ਪਹਿਲਾਂ ਵੀ ਭਾਜਪਾ ਤੇ ਅਕਾਲੀ ਦਲ ਦੇ ਰਿਸ਼ਤੇ ਰਹੇ ਨੇ, ਇੱਧਰੋਂ ਉੱਧਰ ਲੋਕ ਜਾਂਦੇ ਰਹੇ ਨੇ। ਸੋ ਫਰੀਦਕੋਟ ਤੋਂ ਖਬਰਾਂ ਨੇ
ਕਿ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਵਿਜੇ ਛਾਪੜਾ ਨੇ ਭਾਜਪਾ ਨੂੰ ਅਲਵਿਦਾ ਕਹਿ ਕੇ ਅਕਾਲੀ ਦਲ ਦੇ ਵਿੱਚ ਸ਼ਮੂਲੀਅਤ ਕਰ ਲਈ ਹੈ। ਸੁਖਬੀਰ ਬਾਦਲ ਦੀ ਅਗਵਾਈ ਦੇ ਵਿੱਚ ਇਹ ਭਾਜਪਾ ਦਾ ਜ਼ਿਲ੍ਹਾ ਪ੍ਰਧਾਨ ਛਾਬੜਾ ਸਾਹਿਬ ਅਕਾਲੀ ਦਲ ਦੇ ਛਾਬੜੇ ਦੇ ਵਿੱਚ ਆ ਗਿਆ, ਜਾਣੀ ਕਿ ਭਾਰਤੀ ਜਨਤਾ ਪਾਰਟੀ ਛੱਡ ਆਇਆ। ਹਾਲਾਂਕਿ ਇਹ ਚੀਜ਼ਾਂ ਵਕਤੀ ਤੌਰ 'ਤੇ ਨੇ ਜਾਂ ਪੱਕੇ ਤੌਰ 'ਤੇ ਨੇ, ਇਹ ਤਾਂ ਬਾਅਦ ਦੇ ਵਿੱਚ ਹੋਵੇਗਾ। ਪਰ ਇਸ ਸੰਬੰਧੀ ਯੂਥ ਅਕਾਲੀ ਦਲ ਦੇ ਪ੍ਰਧਾਨ ਪਰਮਬੰਸ ਬੰਟੀ ਰਮਾਣਾ ਨੇ ਆਖਿਆ ਕਿ ਭਾਜਪਾ ਆਗੂਆਂ ਦਾ ਪੰਜਾਬ ਦੇ ਵਿੱਚ ਸ਼ਾਮਲ ਹੋਣਾ, ਤਕਰੀਬਨ ਇਹ ਛਾਬੜਾ ਦਾ ਸ਼ਾਮਲ ਹੋਣਾ ਫਰੀਦਕੋਟ ਦੇ ਵਿੱਚ ਭਾਜਪਾ ਦਾ ਸਫਾਇਆ, ਕਿਉਂਕਿ ਪਰਮਬੰਸ ਬੰਟੀ ਰਮਾਣਾ ਦੇ ਨਾਲ ਭਾਜਪਾ ਦੇ ਆਗੂਆਂ ਦੇ ਅਕਸਰ ਤਕਰਾਰ ਹੁੰਦੇ ਨੇ। ਖਾਸ ਕਰਕੇ ਇੱਕ ਟੈਲੀਵਿਜ਼ਨ 'ਤੇ ਡਿਬੇਟ ਦੇ ਦੌਰਾਨ ਭਾਜਪਾ ਦੇ ਆਗੂ ਹਰਜੀਤ ਸਿੰਘ ਗਰੇਵਾਲ ਨੇ ਕਾਫੀ ਸਖਤ ਲਫ਼ਜ਼ ਪਰਮਬੰਸ ਬੰਟੀ ਰਮਾਣਾ ਨੂੰ ਬੋਲੇ ਸੀ। ਕਿਤੇ ਨਾ ਕਿਤੇ ਉਹ ਚੀਜ਼ਾਂ ਵੀ ਫਿਰ ਆੜੇ ਆਉਂਦੀਆਂ ਨੇ, ਇਸ ਗੱਲ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ। ਤੇ ਇਸ ਦੌਰਾਨ ਭਾਵੇਂ ਦਾਅਵਾ ਕੀਤਾ ਗਿਆ ਸਰਕਾਰ ਵੱਲੋਂ ਕਿ ਪੰਜਾਬ ਭਰ ਦੇ ਵਿੱਚ ਜਿਹੜੀਆਂ 1.5 ਲੱਖ ਬੱਚੀਆਂ ਜੰਮੀਆਂ ਨੇ ਉਹਨਾਂ ਧੀਆਂ ਦੀ ਲੋਹੜੀ ਜਿਹੜੀ ਹੈ 1 ਮਹੀਨਾ ਲਗਾਤਾਰ ਮਨਾਈ ਜਾਵੇਗੀ। ਕੈਪਟਨ ਅਮਰਿੰਦਰ ਸਿੰਘ ਦੇ ਘਰੋਂ ਸ਼੍ਰੀਮਤੀ ਪਰਨੀਤ ਕੌਰ ਮੈਂਬਰ ਪਾਰਲੀਮੈਂਟ ਨੇ ਇਸ ਗੱਲ ਦਾ ਇਜ਼ਹਾਰ ਕੀਤਾ ਕਿ ਜਿਹੜੀਆਂ 1.5 ਲੱਖ ਬੱਚੀਆਂ ਨੇ ਉਹਨਾਂ ਦੀ ਲੋਹੜੀ ਜਿਹੜੀਆਂ ਪਿਛਲੇ ਸਾਲ ਜੰਮੀਆਂ ਸੀ ਉਹ ਪੂਰਾ ਮਹੀਨਾ ਮਨਾਈ ਜਾਵੇਗੀ। ਸੋ ਪਹਿਲੀ ਲੋਹੜੀ ਮਨਾਉਣ ਵਾਲੇ ਇਹਨਾਂ ਸਮੂਹ ਬੱਚੀਆਂ ਦੇ ਮਾਪਿਆਂ ਨੂੰ ਸ਼ਗਨ, ਹਰੇਕ ਬੱਚੀ ਲਈ ਸਮਾਨ, ਖਿਡੌਣੇ ਅਤੇ ਮੁੱਖ ਮੰਤਰੀ ਦੇ ਦਸਤਖਤਾਂ ਵਾਲੇ ਪੱਤਰ ਵੀ ਇਹਨਾਂ ਬੱਚੀਆਂ ਦੇ ਮਾਪਿਆਂ ਨੂੰ ਸੌਂਪੇ ਜਾਣਗੇ। ਇਹ ਸ਼੍ਰੀਮਤੀ ਪਰਨੀਤ ਕੌਰ ਦੀ ਤਰਫੋਂ ਇਹ ਐਲਾਨ ਹੋਇਆ ਕਿ 1.5 ਲੱਖ ਬੱਚੀਆਂ ਜਿਹੜੀਆਂ ਪਿਛਲੇ ਵਰੇ ਜੰਮੀਆਂ ਨੇ ਉਹਨਾਂ ਦੀ ਪਹਿਲੀ ਲੋਹੜੀ ਹੈ ਨਾ ਜਿਹੜੀ ਉਹ ਸਰਕਾਰ ਮਨਾਵੇਗੀ। ਅਤੇ ਉਧਰ ਜਿਸ ਤਰ੍ਹਾਂ ਹੁਣ ਲੋਹੜੀ ਤੋਂ ਬਾਅਦ ਅੱਗੇ ਬਸੰਤ ਆਉਣੀ ਹੈ, ਪਰ ਉਸ ਤੋਂ ਪਹਿਲਾਂ ਹੀ ਲੋਕੀ ਤੇ ਹੁਣੇ ਹੀ ਪਤੰਗਬਾਜ਼ੀ ਕਰਨ ਲੱਗ ਪਏ ਨੇ। ਇਸ ਸੰਬੰਧੀ ਵੱਡੇ ਪੱਧਰ 'ਤੇ ਜਿਹੜੇ ਪਤੰਗ ਬਣੇ ਨੇ ਉਹਨਾਂ 'ਤੇ ਕਿਸਾਨ ਏਕਤਾ ਜਿੰਦਾਬਾਦ ਦੇ ਸਲੋਗਨ ਛਪੇ ਨੇ। ਪਹਿਲਾਂ ਇਹਨਾਂ ਪਤੰਗਾਂ 'ਤੇ ਅਕਸਰ ਵੇਖਦੇ ਸੀ, ਮੈਂ ਦੇਖਿਆ ਕਿ ਕੁਝ ਸਾਲ ਪਹਿਲਾਂ ਇਹਨਾਂ ਪਤੰਗਾਂ 'ਤੇ ਤੰਬਾਕੂ ਗੁਟਕਾ ਕੰਪਨੀਆਂ ਦੀ ਐਡ ਹੁੰਦੀ ਸੀ। ਹੁੰਦਾ ਕੀ ਸੀ ਕਿ ਤੰਬਾਕੂ ਗੁਟਕਾ ਬਣਾਉਣ ਵਾਲੇ ਆਪਣੇ ਪੱਕੇ ਗਾਹਕ ਬਣਾਉਣ ਦੇ ਵਾਸਤੇ ਬੱਚਿਆਂ ਨੂੰ ਤੰਬਾਕੂ ਗੁਟਕਾ ਦੀ ਲੱਤ ਲਾਉਣ ਵਾਸਤੇ ਇਹਨਾਂ ਨੂੰ ਪਲਾਸਟਿਕ ਫ੍ਰੀ ਆਫ ਕਾਸਟ ਮੁਹੱਈਆ ਕਰ ਦਿੰਦੇ ਸੀ, ਥੋੜ੍ਹਾ ਐਡਵਰਟਾਈਜ਼ ਵੀ ਦੇ ਦਿੰਦੇ ਸੀ ਕੋਲੋਂ ਪੈਸਾ। ਅਤੇ ਫਿਰ ਪਤੰਗ ਬਣਾਉਣ ਵਾਲੇ ਲੋਕ ਨੇ ਜਿਹੜੇ ਉਸ ਪਲਾਸਟਿਕ ਦੇ ਪਤੰਗ ਬਣਾਉਂਦੇ ਸੀ, ਇੱਕ ਪੰਥ ਕਈ ਕਾਜ ਕਰਦੇ ਸੀ ਤੰਬਾਕੂ ਐਂਡ ਕੰਪਨੀ ਵਾਲੇ, ਕਿਉਂਕਿ ਬੱਚੇ ਜਦੋਂ ਉਸ ਪਤੰਗ ਨੂੰ ਵੇਖਦੇ ਨੇ ਅਤੇ ਉਹਨਾਂ ਦਾ ਧਿਆਨ ਉਸ 'ਤੇ ਛਪੇ ਇਸ਼ਤਿਹਾਰਾਂ ਵੱਲ ਜਾਂਦਾ ਜਿਹੜੇ ਤੰਬਾਕੂ ਦੇ ਹੁੰਦੇ ਸੀ ਖਾਸ ਕਰਕੇ। ਇਸ ਦੌਰਾਨ ਪਰ ਉਹਨਾਂ ਸਾਰੀਆਂ ਬੁਰੀਆਂ ਚੀਜ਼ਾਂ ਦੀ ਜਗ੍ਹਾ ਇਸ ਵਾਰੀ ਕਿਸਾਨ ਏਕਤਾ ਜਿੰਦਾਬਾਦ ਦੇ ਪਤੰਗ ਵੱਡੀ ਪੱਧਰ 'ਤੇ ਮਾਰਕੀਟ ਦੇ ਵਿੱਚ ਛਪ ਰਹੇ ਨੇ। ਹਾਲਾਂਕਿ ਚਾਈਨਾ ਡੋਰ ਦੇ ਉੱਤੇ ਦੋਸ਼ ਵੀ ਲੱਗਦੇ ਨੇ ਕਿ ਪੰਛੀਆਂ ਲਈ ਜਾਨਲੇਵਾ ਹੈ, ਪਰ ਪੰਛੀਆਂ ਲਈ ਤਾਂ ਅੱਜ ਕੱਲ੍ਹ ਬਰਡ ਫਲੂ ਜਾਨਲੇਵਾ ਹੋ ਰਿਹਾ, ਪਰ ਚਾਈਨਾ ਡੋਰ ਪਾਬੰਦੀ ਦੇ ਬਾਵਜੂਦ ਲਗਾਤਾਰ ਵਿਕੀ ਜਾ ਰਹੀ ਹੈ। ਜਿਸ ਤਰ੍ਹਾਂ ਭਾਜਪਾ ਨਾਲ ਸੰਬੰਧਿਤ ਲੋਕਾਂ ਦਾ ਵਿਰੋਧ ਹੋ ਰਿਹਾ ਹੈ, ਖਾਸ ਕਰਕੇ ਅੰਮ੍ਰਿਤਸਰ ਦੇ ਵਿੱਚ ਰਜਿੰਦਰ ਮੋਹਨ ਸਿੰਘ ਸ਼ੀਨਾ ਜੋ ਕਿ ਭਾਜਪਾ ਆਗੂ ਨੇ, ਇਹਨਾਂ ਦਾ ਅਕਸਰ ਉੱਥੋਂ ਦੇ ਅਕਾਲੀ ਆਗੂਆਂ ਦੇ ਨਾਲ ਇੱਟ ਖੜੱਕਾ, ਕਾਂਗਰਸੀ ਆਗੂਆਂ ਨਾਲ ਇੱਟ ਖੜੱਕਾ ਰਹਿੰਦਾ ਸੀ। ਪਿਛਲੇ ਦਿਨੀ ਇਕਬਾਲ ਸਿੰਘ ਲਾਲਪੁਰਾ ਦਾ ਵੀ ਵਿਰੋਧ ਕੁਝ ਲੋਕਾਂ ਨੇ ਖਾਸ ਕਰਕੇ ਅਖੰਡ ਕੀਰਤਨੀ ਜਥੇ ਨੇ ਕੀਤਾ ਸੀਗਾ, ਚੀਫ ਖਾਲਸਾ ਦੀਵਾਨ ਨੇ ਕੁਝ ਸੰਸਥਾਵਾਂ 'ਤੇ ਪਾਬੰਦੀ ਲਗਾ ਦਿੱਤੀ ਸੀ ਲਾਲਪੁਰਾ ਸਾਹਿਬ ਦੇ ਆਉਣ ਦੀ, ਕਿਉਂਕਿ ਭਾਜਪਾ ਨਾਲ ਸੰਬੰਧਿਤ ਨੇ ਜਾਂ ਉਹਨਾਂ ਨੇ ਬੇਅਦਬੀ 'ਤੇ ਦੋਸ਼ ਕਥਿਤ ਲੱਗੇ ਨੇ ਉਹਨਾਂ 'ਤੇ। ਪਰ ਹੁਣ ਭਾਜਪਾ ਆਗੂ ਰਜਿੰਦਰ ਮੋਹਨ ਸਿੰਘ ਸ਼ੀਨਾ ਦਾ ਵੀ ਅਸਤੀਫਾ ਅੰਮ੍ਰਿਤਸਰ ਦੇ ਵਿੱਚ ਮੰਗ ਲਿਆ ਗਿਆ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਕਿ ਉਹ ਖਾਲਸਾ ਕਾਲਜ ਜਿਹੜਾ ਗਵਰਨਿੰਗ ਕੌਂਸਲ ਹੈ ਉਸ ਦੀ ਮੈਂਬਰੀ ਛੱਡ ਦੇਣ ਜਾਂ ਫਿਰ ਭਾਰਤੀ ਜਨਤਾ ਪਾਰਟੀ ਦੀ ਮੈਂਬਰੀ ਛੱਡ ਦੇਣ, ਕਿਉਂਕਿ ਇਸ ਤੋਂ ਪਹਿਲਾਂ ਖਾਲਸਾ ਕਾਲਜ ਦੀਆਂ ਜਿਹੜੀਆਂ ਨੇੜਲੀਆਂ ਆਬਾਦੀਆਂ ਦੇ ਲੋਕ ਸੀਗੇ, ਦਸੌਂਧਾ ਸਿੰਘ ਰੋਡ ਹੈ ਅੰਮ੍ਰਿਤਸਰ ਦੀ, ਉੱਥੇ ਇਕੱਠੇ ਹੋਏ ਸੀ। ਦਸੌਂਧਾ ਸਿੰਘ ਬਾਰੇ ਤਾਂ ਮੈਂ ਤੁਹਾਨੂੰ ਦੱਸ ਹੀ ਦਿੱਤਾ ਕਿ ਦਸੌਂਧਾ ਸਿੰਘ ਨਾਂ ਕਿਵੇਂ ਪਿਆ ਸੀਗਾ। ਸੋ ਇੱਥੇ ਵੀ ਅੰਮ੍ਰਿਤਸਰ ਦੇ ਵਿੱਚ ਵੀ ਦਸੌਂਧਾ ਸਿੰਘ ਰੋਡ ਹੈ, ਉੱਥੇ ਇਹ ਲੋਕ ਇਕੱਠੇ ਹੋਏ ਜਿੱਥੇ ਖਾਲਸਾ ਕਾਲਜ ਦੇ ਬਾਹਰ ਪੁੱਜ ਕੇ ਉਹਨਾਂ ਨੇ ਖੇਤੀ ਕਾਨੂੰਨ ਦੀਆਂ ਕਾਪੀਆਂ ਸਾੜੀਆਂ ਅਤੇ ਨਾਲ ਵਿਰੋਧ ਕੀਤਾ ਰਜਿੰਦਰ ਮੋਹਨ ਸਿੰਘ ਸ਼ੀਨਾ ਭਾਜਪਾ ਆਗੂ ਦਾ ਕਿ ਉਹ ਕਿਸਾਨਾਂ ਦਾ ਰੱਤ ਚੂਸਣ ਵਾਲੀ ਕੰਪਨੀ ਦੇ ਨੁਮਾਇੰਦੇ ਨੇ, ਪਾਰਟੀ ਦੇ ਨੁਮਾਇੰਦੇ ਨੇ ਭਾਜਪਾ ਦੇ, ਇਸ ਲਈ ਉਹ ਜਾਂ ਤਾਂ ਭਾਜਪਾ ਛੱਡ ਦੇਣ ਅਤੇ ਜਾਂ ਫਿਰ ਖਾਲਸਾ ਕਾਲਜ ਦੀ ਮੈਂਬਰੀ ਛੱਡ ਦੇਣ। ਸੋ ਇਸ ਤਰ੍ਹਾਂ ਦੇ ਵਰਤਾਰੇ ਦਾ ਭਾਰਤੀ ਜਨਤਾ ਪਾਰਟੀ ਨੂੰ ਕਾਫੀ ਖਮਿਆਜਾ ਵੀ ਭੁਗਤਣਾ ਪੈ ਰਿਹਾ। ਅਤੇ ਵਕਤ ਦੋਸਤੋ ਸਮਾਪਤੀ ਵੱਲੋਂ ਹੈ। ਕੱਲ੍ਹ ਸਵੇਰੇ ਫਿਰ 8 ਵਜੇ ਤੋਂ ਲੈ ਕੇ 10 ਵਜੇ ਤੱਕ ਟਿਵਾਣਾ ਰੇਡੀਓ ਦੀਆਂ ਤਰੰਗਾਂ ਦੇ ਰਾਹੀਂ ਆਪ ਦੇ ਨਾਲ ਰਾਬਤਾ ਬਣੇਗਾ। ਸੋਮਵਾਰ ਤੋਂ ਸ਼ਨੀਵਾਰ ਸਵੇਰੇ
8 ਤੋਂ 10 ਅਤੇ ਸ਼ਾਮ ਨੂੰ 7 ਤੋਂ 9 ਇਹ 2-2 ਘੰਟੇ ਦੇ ਪ੍ਰੋਗਰਾਮ ਹੁੰਦੇ ਨੇ, ਜਿਸ ਦੇ ਵਿੱਚ ਪੰਜਾਬ ਦੀ ਵਿਰਾਸਤ, ਸਿਆਸਤ, ਧਰਮ ਅਤੇ ਕਰਮ ਦੀਆਂ ਗੱਲਾਂ ਸਾਂਝੀਆਂ ਕਰੀਦੀਆਂ ਨੇ। ਉਮੀਦ ਆ ਤੁਹਾਨੂੰ ਪਸੰਦ ਆਉਂਦੀਆਂ ਨੇ ਤਾਂ ਜ਼ਰੂਰ ਅੱਗੇ ਸ਼ੇਅਰ ਕਰਿਆ ਕਰੋ, ਫੀਡਬੈਕ ਦਿਆ ਕਰੋ। ਜੇ ਫ਼ੋਨ ਕਰਨ ਦੀ ਤੁਹਾਡੀ ਮਸ਼ਰੂਫੀ ਹੈ ਤਾਂ ਰਿਕਾਰਡਡ ਮੈਸੇਜ ਤੁਸੀਂ 9876630995 'ਤੇ ਛੱਡ ਸਕਦੇ ਹੋ, ਜਾਂ ਮੇਰੇ ਆਪਣੇ ਪਰਸਨਲ ਫ਼ੋਨ 'ਤੇ ਵੀ ਛੱਡ ਸਕਦੇ ਹੋ। ਅਤੇ ਆਈਫੋਨ ਐਪਸ ਅਤੇ ਐਂਡਰਾਇਡ ਫੋਨ ਐਪਸ ਨੇ ਜਿਹੜੀਆਂ ਉਹ ਜ਼ਰੂਰ ਡਾਊਨਲੋਡ ਕਰੋ। ਜੇ ਅਮਰੀਕਾ ਦੇ ਵਿੱਚ ਹੋ ਤਾਂ ਸਾਡੇ ਇਹਨਾਂ ਪ੍ਰੋਗਰਾਮਾਂ ਨੂੰ ਫ਼ੋਨ ਨੰਬਰ 667 930 9260 ਦੇ ਜ਼ਰੀਏ ਸੁਣ ਸਕਦੇ ਹੋ। 667-9309-260। ਅਦਾਰੇ ਨੂੰ ਕੋਈ ਸਪੋਰਟ ਕਰਨਾ ਚਾਹੁੰਦੇ ਹੋ ਤਾਂ ਵੈਬਸਾਈਟ 'ਤੇ ਜਾ ਕੇ ਕਾਲਮ ਬਣਿਆ, ਉੱਥੇ ਤੁਸੀਂ ਸੰਪਰਕ ਕਰ ਸਕਦੇ ਹੋ। ਵੈਬਸਾਈਟ ਹੈ tiwana radio.com। ਯੂਪੀ ਦੇ ਵੱਡੇ ਕਿਸਾਨ ਆਗੂ ਮਹਿੰਦਰ ਸਿੰਘ ਟਕੈਤ ਹੋਰਾਂ ਦਾ ਵੀ ਬਿਆਨ ਆ ਗਿਆ ਕਿ ਇਹ ਅੰਦੋਲਨ 5 ਦਿਨ 5 ਮਹੀਨੇ ਦਾ ਛੱਡੋ 5 ਸਾਲ ਵੀ ਚੱਲ ਸਕਦਾ ਹੈ। ਸੋ ਅੱਜ 50ਵੇਂ ਦਿਨ ਇਹ ਬਿਆਨ ਰਾਕੇਸ਼ ਟਕੈਤ ਦਾ ਆਇਆ, ਜਿਨ੍ਹਾਂ ਦੇ ਫਾਦਰ ਬਹੁਤ ਵੱਡੇ ਕਿਸਾਨ ਲੀਡਰ ਸਨ, ਕਿ ਸਰਕਾਰ ਜਿੱਦ ਛੱਡ ਦੇਵੇ। ਜੇ ਉਹ ਆਪਣੀ ਜਿੱਦ 'ਤੇ ਅੜੇ ਰਹਿਣਗੇ ਅਸੀਂ 5 ਸਾਲ ਤੱਕ ਵੀ ਅੰਦੋਲਨ ਚਲਾ ਸਕਦੇ ਹਾਂ, ਜਿੰਨੀ ਦੇਰ ਤੁਹਾਡਾ ਕਾਰਜਕਾਲ ਹੈ। ਸੋ ਬੜਾ ਲੰਮਾਦਾਈ ਹੈ ਕਿਸਾਨਾਂ ਦਾ। ਸੋ ਸਾਨੂੰ ਵੀ ਇਸ ਦੇ ਵਿੱਚ ਆਪਣਾ ਬਣਦਾ ਤਣਦਾ ਯੋਗਦਾਨ ਪਾਉਣਾ ਚਾਹੀਦਾ। ਹਾਲਾਂਕਿ ਸ਼ਿਵ ਸੈਨਾ ਨੇ ਕਹਿ ਦਿੱਤਾ ਕਿ ਜਿਹੜੇ ਨਵੇਂ ਕਾਨੂੰਨ ਲਿਆਂਦੇ ਨੇ ਇਹ ਰੱਦ ਹੋਣੇ ਚਾਹੀਦੇ ਨੇ। ਮਹਾਰਾਸ਼ਟਰ ਤੋਂ ਜਿਹੜੀ ਵੱਡੀ ਸ਼ਿਵ ਸੈਨਾ ਬਾਲ ਠਾਕਰਾ ਗਰੁੱਪ ਦੀ, ਉਹਨਾਂ ਦਾ ਸਾਹਮਣਾ ਅਖਬਾਰ ਹੈ ਜਿਹੜਾ ਬੜੀਆਂ ਗਰਮ ਗੱਲਾਂ ਅਕਸਰ ਕਰਦਾ ਹੁੰਦਾ, ਉਸ ਨੇ ਵੀ ਸੁਪਰੀਮ ਕੋਰਟ ਦੇ ਉੱਤੇ ਵੀ ਇਹ ਕਹਿ ਦਿੱਤਾ ਕਿ ਸੁਪਰੀਮ ਕੋਰਟ ਦੀ ਵਰਤੋਂ ਕਰਕੇ ਕਿਸਾਨ ਅੰਦੋਲਨ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਸਾਹਮਣਾ ਦੇ ਵਿੱਚ ਇਹ ਉਚੀਚਾ ਜ਼ਿਕਰ ਵੀ ਕੀਤਾ ਗਿਆ ਕਿ ਸੁਪਰੀਮ ਕੋਰਟ ਦੇ ਸਾਹਮਣੇ ਭਾਰਤ ਸਰਕਾਰ ਇਹ ਦਾਅਵਾ ਕਰਦੀ ਹੈ ਕਿ ਇਹ ਕਿਸਾਨ ਖਾਲਿਸਤਾਨੀ ਨੇ, ਜੋ ਕਿ ਬਿਲਕੁਲ ਨਿਰ ਆਧਾਰ ਹੈ। ਸ਼ਿਵ ਸੈਨਾ ਨੇ ਦੋਸ਼ ਲਾਇਆ ਕਿ ਜੇ ਖਾਲਿਸਤਾਨੀਆਂ ਨੇ ਵਿਰੋਧ ਪ੍ਰਦਰਸ਼ਨਾਂ ਦੇ ਵਿੱਚ ਘੁਸਪੈਠ ਕੀਤੀ ਤਾਂ ਇਹ ਖੁਦ ਸਰਕਾਰ ਦੀ ਅਸਫਲਤਾ ਹੈ। ਸਰਕਾਰ ਅੰਦੋਲਨ ਨੂੰ ਦੇਸ਼ ਧਰੋਹ ਦਾ ਰੰਗ ਦੇ ਕੇ ਰਾਜਨੀਤੀ ਕਰਨਾ ਚਾਹੁੰਦੀ ਹੈ। ਸੋ ਵਿਦੇਸ਼ ਮੰਤਰਾਲੇ ਦਾ ਇਹ ਬਿਆਨ ਆ ਗਿਆ ਕਿ ਇਸ ਵਾਰੀ ਗਣਤੰਤਰ ਦਿਵਸ ਦੇ ਵਿੱਚ ਕੋਈ ਵੀ ਮੁੱਖ ਮਹਿਮਾਨ ਨਹੀਂ ਹੋਏਗਾ। ਇਹ ਵੀ 70 ਸਾਲਾਂ 'ਚ ਪਹਿਲੀ ਵਾਰੀ ਵਾਪਰ ਰਿਹਾ। ਭਾਜਪਾ ਵਾਲਿਆਂ ਨੂੰ ਲਿਖ ਕੇ ਰੱਖ ਲੈਣਾ ਚਾਹੀਦਾ। ਸੋ ਇਸ ਦੇ ਨਾਲ ਹੀ ਵਕਤ ਵਿਦਾਇਗੀ ਦਾ ਪਰਮਿੰਦਰ ਸਿੰਘ ਟਿਵਾਣਾ ਨੂੰ ਪ੍ਰੋਗਰਾਮ ਇੱਥੇ ਹੀ ਸਮਾਪਤ ਕਰਨ ਦੀ ਦਿਓ ਆ ਗਿਆ। ਰੱਬ ਰਾਖਾ। ਸਤਿ ਸ਼੍ਰੀ ਅਕਾਲ, 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 ਸਤਿ ਸ਼੍ਰੀ ਅਕਾਲ।